ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:27 ਹੋ ਗਏ ਤੇ 23 ਸਤੰਬਰ ਦਾ ਦਿਨ ਹੈ, ਵਰਾ 2022 ਦਾ ਸ਼ੁੱਕਰਵਾਰ ਹੈ। 7 ਅਸੂਰ ਨਾਨਕ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਖਾਸ ਗੱਲਬਾਤ ਤੁਹਾਡੇ ਨਾਲ ਚੱਲੇਗੀ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ, ਤੇ ਨਾਲ ਹੀ ਸ਼ੁਕਲਾ ਜੀ ਆਉਣਗੇ। ਸ਼ੁਕਲਾ ਜੀ ਗੱਲਬਾਤ ਕਰਨਗੇ ਮਦਰ ਇੰਡੀਆ ਬਾਰੇ। 11 ਤੋਂ 1 ਤੱਕ ਖਾਸ ਅੱਜ ਸ਼ੋਅ ਤੁਹਾਡੇ ਲਈ ਹੋਣਾ। ਪਹਿਲੇ ਹਿੱਸੇ 'ਚ 11 ਤੋਂ 12 ਵਜੇ ਤੱਕ ਪੰਜਾਬ ਤੋਂ ਇੱਕ ਸੇਵਾ ਮੁਕਤ ਨਾਇਬ ਤਹਿਸੀਲਦਾਰ ਜੀ ਆਏ ਹੋਏ ਨੇ ਇੱਥੇ। ਉਹਨਾਂ ਨੂੰ ਸੱਦਿਆ ਕਿ ਜਿਹੜੇ ਜਾਇਦਾਦ ਦੇ ਝਗੜੇ ਨੇ ਪਿੰਡਾਂ ਦੇ ਅਤੇ ਸ਼ਹਿਰਾਂ ਦੇ, ਉਹ ਝਗੜਿਆਂ ਦੇ ਕਾਰਨ ਪਹਿਲਾਂ ਤਾਂ ਤੇ ਨਿਪਟਾਰੇ, ਇਸ ਦੇ ਬਾਰੇ ਗੱਲਬਾਤ ਹੋਏਗੀ। 12 ਤੋਂ 1 ਵਜੇ ਤੱਕ ਮਹਿੰਗਾਈ ਦੀ ਗੱਲ ਚੱਲੀ ਸੀ। ਮੇਰਾ ਪਿੰਡ ਮੇਰੇ ਖੇਤ 'ਚ ਅੱਜ ਆਮ ਲੋਕਾਂ ਦੇ ਜੀਵਨ 'ਤੇ ਮਹਿੰਗਾਈ ਕੀ ਅਸਰ ਪਾ ਰਹੀ ਹੈ। ਖਾਸ ਤੌਰ 'ਤੇ ਗੈਸ ਦੀਆਂ ਕੀਮਤਾਂ $2 ਟੱਪ ਗਈਆਂ। ਇੱਕ ਇਸੇ ਬਿਜ਼ਨਸ ਦੇ ਵਿੱਚ ਗੈਸ ਪੰਪਸ ਦਾ ਜਿਹੜਾ ਕੰਮ ਕਰਦੇ ਸਤਿਕਾਰਯੋਗ ਭਾਈ ਸਾਹਿਬ ਨੂੰ ਮੈਂ ਸ਼ਾਮਲ ਕਰਾਂਗਾ ਨਾਲ, ਉਹ ਦੱਸਣਗੇ ਕੀਮਤਾਂ ਦਾ ਕਾਰਨ ਕੀ ਹੈ। ਟੋਰਾਂਟੋ ਦੇ ਵਿੱਚ $1.60 ਵੀ ਉਹ ਕਹਿੰਦੇ ਬਹੁਤ ਮਹਿੰਗੀ ਹੈ, ਇੱਥੇ $2.25 ਹੋਈ ਪਈ ਹੈ। ਅਤੇ ਕੈਲਗਰੀ ਦੇ ਵਿੱਚ ਵੀ ਇਹੀ ਰੇਟ ਹੈ, ਲਗਭਗ ਦੱਸ ਸਕਦੇ ਨੇ ਸੁਣਨ ਵਾਲੇ ਵੀ ਇੰਨਾ ਕੀ ਹੈ। ਅਤੇ ਇਹਦਾ ਜਿਹੜਾ BC ਦੇ ਵਿੱਚ ਮਹਿੰਗਾਈ ਜਿਹੜੀ ਗੈਸ ਮਹਿੰਗੀ ਕਿਉਂ, ਇਹਦੇ ਵਿੱਚ ਅਸਲ ਕਾਰਨ ਕੀ ਹੈ, ਇਹਦੇ ਤੁਹਾਡੇ ਤੱਕ ਅੱਜ ਜਾਣਕਾਰੀ ਪਹੁੰਚਾਵਾਂਗੇ। ਜਿਵੇਂ ਕੱਲ੍ਹ ਮੈਂ ਆਟੇ ਦੀ ਗੱਲ ਕਰਤੀ ਵੀ ਦੁਨੀਆ ਨੂੰ ਤਾਂ ਅਸੀਂ ਕਣਕ ਵੇਚਦੇ ਹਾਂ, ਕੋਵਿਡ ਤਾਂ ਕਣਕ 'ਤੇ ਤਾਂ ਡਿੱਗਿਆ ਨਹੀਂ। ਪ੍ਰੇਰੀ ਦੇ ਵਿੱਚ ਕਣਕ ਉਸ ਤਰ੍ਹਾਂ ਹੀ ਬੀਜੀ ਗਈ, ਬਰਫ਼ ਪੈਣ ਤੋਂ ਪਹਿਲਾਂ, ਬਰਫ਼ ਪੈਣ ਤੋਂ ਬਾਅਦ ਉਹਨਾਂ ਨੇ ਵੱਢ ਲਈ। ਆਟਾ ਕਿਵੇਂ ਮਹਿੰਗਾ ਹੋ ਗਿਆ, ਕੀ ਕਾਰਨ ਹੋਇਆ ਬਈ ਤੁਸੀਂ ਆਲਮੋਸਟ ਡਬਲ ਕਰ ਦਿੱਤਾ ਉਹਨੂੰ? ਇਹਦਾ ਕੀ, ਇਹਦੇ ਪਿੱਛੇ ਕਾਰਨ ਕੀ ਹੈ? ਇਹ ਫਿਰ ਕਾਰਨ ਮੁਨਾਫਾਖੋਰੀ ਆ ਫਿਰ ਬਈ ਕੋਵਿਡ ਦਾ ਚੱਕਰ ਆ, ਬਾਕੀਆਂ ਨੇ ਵਧਾ ਤੇ ਵਿੱਚੇ ਅਸੀਂ ਵਧਾ ਦਿਓ। ਇਕੱਲੇ ਮੈਂ ਆਟੇ ਦੀ ਤਾਂ ਗੱਲ ਤਾਂ ਦੱਸਦਾ ਕਿ ਆਮ ਲੋਕਾਂ ਦੇ ਫੋਨ ਕਾਲਸ ਆਉਂਦੇ ਨੇ। ਹਰ ਚੀਜ਼ ਇਹ ਮਹਿੰਗੀ ਹੋ ਰਹੀ ਹੈ। ਜਿਹੜੀ ਸ਼ਿਪ 'ਚ ਆਉਣੀ ਆ ਉਹ ਮਹਿੰਗੀ ਹੋ ਸਕਦੀ ਹੈ, ਜਿਹੜੀ ਲੋਕਲ ਹੈ ਟਰੱਕਾਂ 'ਚ ਆਉਣੀ ਹੈ। ਟਰੱਕਾਂ ਵਾਲਿਆਂ ਨੂੰ ਤਾਂ $2 ਦੀ ਜਗ੍ਹਾ 4 ਨਹੀਂ ਦੇਣ ਲੱਗੇ ਤੁਸੀਂ, ਟਰੱਕਾਂ ਵਾਲਿਆਂ ਨੂੰ ਤਾਂ 2 ਦੀ ਜਗ੍ਹਾ $2.25 ਦਿੰਦੇ ਹੋ। ਡੀਜ਼ਲ ਮਹਿੰਗਾ ਹੋ ਗਿਆ। ਅਤੇ ਇਸ ਦੇ ਬਾਰੇ ਅੱਜ ਗੱਲਬਾਤ ਹੋਏਗੀ। 604-204-0600 ਔਨ ਏਅਰ ਨੰਬਰ ਰਹੇਗਾ, ਅਤੇ 604-738-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ। ਅੱਡੋ ਅੱਡ ਰਾਏ ਹੋ ਜੇ, ਬੈਲੀਆਂ ਦੀ ਸ਼ਹਿ ਹੋ ਜੇ, ਜੇ ਨਾ ਘਰ ਝੇੜਾ ਮੁੱਕੇ, ਖੇਤ ਲਾਉਣਾ ਗੇੜਾ ਮੁੱਕੇ, ਖੜੀ ਜੇ ਫਸਲ ਵਿੱਚ ਕਾਂਗਿਆਰੀ ਉੱਗ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਚੰਗਾ ਲਾਣਾ ਡੁੱਬ ਜੇ। ਸੀਰੀ ਲਾਣੇਦਾਰ ਹੋ ਜੇ, ਖੁਦ ਮੁਖਤਿਆਰ ਹੋ ਜੇ, ਮਾਪਿਆਂ ਦੀ ਜੇ ਨਾ ਚੱਲੇ, ਪੁੱਤਾਂ ਕੀਤੇ ਹੋਣ ਕੱਲੇ, ਬੁੱਢੇ ਬਾਰੇ ਭਰੇ ਜਾਣ ਕਾਲਜੇ 'ਚੋਂ ਰੁੱਗ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਤੀਵੀਂ ਜੇ ਅੜਾਉਣ ਲੱਗੇ, ਬੰਦੇ ਨੂੰ ਦਬਾਉਣ ਲੱਗੇ, ਆਪਣੀ ਚਲਾਉਣ ਲੱਗੇ, ਨਾਰ ਬਦਕਾਰ ਹੋ ਜੇ, ਬੀਜੇ ਖੇਤ ਡਾਰ ਉੱਤੋਂ ਚਿੜੀਆਂ ਦੀ ਚੁੱਗ ਜੇ, ਇੱਥੇ ਆ ਕੇ ਫੇਰ ਚੰਗਾ ਲਾਣਾ ਡੁੱਬ ਜੇ। ਪੈਗ ਦੀ ਜੇ ਝਾਕ ਹੋ ਜੇ, ਲਾਲਚੀ ਦਾ ਸਾਥ ਹੋ ਜੇ, ਘਰੋਂ ਬਾਹਰ ਰਹਿਣਾ ਗਿੱਜੇ, ਮਹਿਫਲਾਂ 'ਚ ਬਹਿਣਾ ਗਿੱਜੇ, ਨਸ਼ੇ ਪਿੱਛੇ ਘਰ ਦੀ ਨਾ ਲਵੇ ਉੱਗ ਸੁੱਗ ਜੇ, ਇੱਥੇ ਆ ਕੇ ਫੇਰ ਚੰਗਾ ਲਾਣਾ ਡੁੱਬ ਜੇ। ਧੀਆਂ ਦੀ ਕਦਰ ਮੁੱਕੇ, ਦਿਲਾਂ 'ਚੋਂ ਸਬਰ ਮੁੱਕੇ, ਗਵਾਂਢੋਂ ਲਾਗ ਡਾਟ ਹੋ ਜੇ, ਸਾਹ ਕੱਢੋਂ ਪਾਟ ਹੋ ਜੇ, ਭਰੀ ਹੋਈ ਜੇਬ ਦਿਲ ਦਾਨ ਦੇਣੋਂ ਉੱਬ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਪੁੱਤ ਪਿਓ 'ਚ ਓਲਾ ਜੇ ਨਾ, ਭਰੋਸੇ ਦਾ ਵਿਚੋਲਾ ਜੇ ਨਾ, ਬਲੈਕੀਏ ਦੇ ਨਾਤਾ ਹੋ ਜੇ, ਠੇਕੇ ਉੱਤੇ ਖਾਤਾ ਹੋ ਜੇ, ਕਰਜ਼ੇ ਦੀ ਸੂਲ ਜਦੋਂ ਪੈਰਾਂ ਵਿੱਚ ਚੁੱਭ ਜੇ, ਇੱਥੇ ਆ ਕੇ ਚੰਗਾ ਲਾਣਾ ਡੁੱਬ ਜੇ। ਕਚਹਿਰੀਆਂ ਦੇ ਰਾਹ ਪੈ ਜੇ, ਠਾਣਿਆਂ ਨਾ ਬਾਹ ਪੈ ਜੇ, ਮਾਂਗਟਾ ਕੋਈ ਕੇਸ ਪੈ ਜੇ, ਬੰਦਾ ਕੌਡੀ ਮੁੱਲ ਰਹਿ ਜੇ, ਕਿਹੜਾ ਦਾਊ ਮਾਜ ਰਹੇ ਹੋ ਲਿਖੀਆਂ ਤੋਂ ਲੁਕ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ, ਇੱਥੇ ਆ ਕੇ ਫਿਰ ਚੰਗਾ ਲਾਣਾ ਡੁੱਬ ਜੇ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ। ਬਾਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ, ਇੱਕ ਵਾਰ ਨਿੱਘਾ ਹਾਰਦਿਕ ਸਵਾਗਤ ਹੈ। ਚੈਂਪੀਅਨ ਡਰਾਈਵਿੰਗ ਸਕੂਲ ਤੁਹਾਡੇ ਤੱਕ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਪਹੁੰਚਾਉਂਦੇ ਨੇ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲੇ ਤੋਂ ਮੇਰੇ ਨਾਲ ਨੇ। ਨਵਕਿਰਨ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, SGPC ਵਾਲੇ ਬੜੇ ਗਰਮ ਹੋਏ ਫਿਰਦੇ ਨੇ ਬਈ
ਹਰਿਆਣੇ ਵਾਲਿਆਂ ਦੀ ਕਮੇਟੀ ਕਿਉਂ ਬਣ ਗਈ? ਅਗਲੇ ਨੇ ਬਣਾਉਣੀ ਹੋ ਜਦ ਖਿਆਲ ਹੀ ਨਹੀਂ ਰੱਖਦੇ ਤੁਸੀਂ। ਕੀ ਚੱਲਦੀ ਆ ਗੱਲ? ਗਿੱਲ ਸਾਹਿਬ, ਮਸਲਾ ਬਹੁਤ ਭਖਿਆ ਹੋਇਆ ਹੈਗਾ। ਉਧਰ ਹਰਿਆਣੇ ਦੇ ਜਿਹੜੇ ਸਿੱਖ ਆਗੂ ਨੇ, ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕੀਤੀ ਹੈ। ਉਹ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਇੱਧਰੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕੀਤੀ ਗਈ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਸੀ ਔਰ ਉਸ ਮੀਟਿੰਗ ਤੋਂ ਬਾਅਦ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨਿਖੇਧੀ ਕੀਤੀ ਹੈ ਇਸ ਫੈਸਲੇ ਦੀ ਔਰ ਉਹਨਾਂ ਨੇ ਕਿਹਾ ਗਾ ਕਿ ਇਹ ਫੈਸਲਾ 1984 'ਚ ਹੋਏ ਆਪਰੇਸ਼ਨ ਬਲੂ ਸਟਾਰ ਤੋਂ ਵੀ ਵੱਡਾ ਹੈ, ਜਿਹਨੇ ਸਿੱਧਾ ਸਿੱਖ ਕੌਮ ਦੀ ਰੂਹ ਤੇ ਹਮਲਾ ਕੀਤਾ ਹੈ। ਔਰ ਧਾਮੀ ਹੋਰਾਂ ਨੇ ਕਿਹਾ ਗਾ ਕਿ ਇਹ ਨਿੰਦਣਯੋਗ ਫੈਸਲਾ ਗਾ ਔਰ ਇਹ ਐਕਟ ਹਾਲੇ ਤੱਕ ਟੁੱਟਿਆ ਨਹੀਂ ਜਿਹੜਾ 1925 ਦੇ ਵਿੱਚ ਬਣਿਆ ਸੀ। ਉਹਨਾਂ ਕਿਹਾ ਕਿ 30 ਸਤੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡਾ ਇਕੱਠ ਸੱਦ ਲਿਆ, ਉਹਦੇ 'ਚ ਸਾਰੇ ਸਿੰਘ ਸਾਹਿਬ ਹਾਜ਼ਰ ਰਹਿਣਗੇ। ਹਰਿਆਣਾ ਦੇ ਮੈਂਬਰਾਂ ਨੂੰ ਵੀ ਹਿੱਸਾ ਲੈਣ ਦੇ ਲਈ ਕਿਹਾ ਗਿਆ ਗਾ। ਔਰ ਉਹਨਾਂ ਨੇ ਜਿਹੜੇ ਗਿੱਲ ਸਾਹਿਬ ਜੱਜ ਨੇ ਜਿਨ੍ਹਾਂ ਨੇ ਫੈਸਲਾ ਕੀਤਾ, ਉਹਨਾਂ ਦੇ ਉੱਤੇ ਵੀ ਦੋਸ਼ ਲਾਏ ਨੇ ਕਿ ਉਹ RSS ਦੇ ਨਾਲ ਜੁੜੇ ਹੋਏ ਨੇ। ਇੱਕ ਸਿਟਿੰਗ ਜੱਜ ਦੇ ਉੱਤੇ ਇੱਕ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਕਿਉਂਕਿ ਆਮ ਤੌਰ ਦੇ ਉੱਤੇ ਹੁੰਦਾ ਗਾ ਕਿ ਜੱਜਮੈਂਟ ਦੇ ਉੱਤੇ ਤਾਂ ਕਮੈਂਟ ਕੀਤੇ ਜਾਂਦੇ ਨੇ, ਪਰ ਜੱਜ ਦੇ ਉੱਤੇ ਵਿਅਕਤੀਗਤ ਤੌਰ ਦੇ ਉੱਤੇ ਘੱਟ ਹੀ ਕਮੈਂਟ ਕੀਤੇ ਜਾਂਦੇ ਨੇ। ਸੋ ਐਡਵੋਕੇਟ ਨੇ ਧਾਮੀ ਸਾਹਿਬ ਵੀ ਉਹਨਾਂ ਨੇ ਜਸਟਿਸ ਦੇ ਉੱਤੇ ਕਮੈਂਟ ਆ ਜਿਹੜਾ ਇਹ ਕੀਤਾ ਗਾ। ਉਧਰ ਗਿੱਲ ਸਾਹਿਬ, ਹਰਿਆਣਾ ਦਾ ਅਸਲ ਦੇ ਵਿੱਚ ਮਸਲਾ ਕੀ ਹੈ ਜੇ ਇਹਨੂੰ ਡੂੰਘਾਈ ਦੇ ਨਾਲ ਦੇਖਣਾ ਹੋਵੇ? ਮਸਲਾ ਇਹ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਇਹਨਾਂ ਦਾ ਜਿਹੜਾ ਗਾ ਔਰ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੀ ਸੀ। ਲੇਕਿਨ ਜਦੋਂ ਤੋਂ ਬਾਦਲ ਕਾਬਜ਼ ਹੋਏ ਨੇ ਉਦੋਂ ਤੋਂ ਗੁਰਦੁਆਰਾ ਜਿਹੜੇ ਹਰਿਆਣਾ ਦੇ ਨੇ ਔਰ ਜਿਹੜੇ ਚੰਡੀਗੜ੍ਹ ਦੇ ਨੇ ਗੁਰਦੁਆਰਾ ਸਾਹਿਬ, ਉਹਨਾਂ ਕਨੀ ਉਸ ਰੂਪ ਦਾ ਧਿਆਨ ਨਹੀਂ ਦਿੱਤਾ ਗਿਆ। ਉੱਥੋਂ ਦੇ ਲੋਕਲ ਲੋਕਾਂ ਦੇ ਇਤਰਾਜ਼ ਰਹੇ ਨੇ। ਔਰ ਹਰਿਆਣਾ ਦੇ ਵਿੱਚ ਗਿੱਲ ਸਾਹਿਬ 50 ਤੋਂ ਵੱਧ ਗੁਰਦੁਆਰਾ ਸਾਹਿਬ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਉਹ ਹਿਸਾਰ, ਕਰਨਾਲ, ਅੰਬਾਲਾ ਜ਼ਿਲ੍ਹਿਆਂ ਦੇ ਵਿੱਚ, ਕਿਉਂਕਿ ਉੱਥੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਔਰ ਹਰਿਆਣਾ ਦੇ ਹਿਸਾਰ, ਕਰਨਾਲ, ਨਰਵਾਣਾ, ਅੰਬਾਲਾ, ਗੜਗਾਉਂ, ਰੋਹਤਕ, ਮਹਿੰਦਰਗੜ੍ਹ ਇੱਥੇ ਕਾਫੀ ਉਹ ਕਿਸਾਨ ਨੇ ਜਿਹੜੇ 1947 ਦੇ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਔਰ ਇਹਨਾਂ ਨੂੰ ਇੱਧਰ ਜ਼ਮੀਨਾਂ ਜਿਹੜੀਆਂ ਉਹ ਲਾਟ ਹੋਈਆਂ ਸੀ, ਉਹ ਉੱਥੇ ਹੀ ਰਹਿੰਦੇ ਨੇ। ਔਰ ਉੱਥੇ ਗਿੱਲ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਜ਼ਮੀਨਾਂ ਵੀ ਬਹੁਤ ਜ਼ਿਆਦਾ ਨੇ। ਔਰ ਇੱਕ ਅੰਦਾਜ਼ਾ ਹੈਗਾ ਕਿ ਜਿਹੜੇ ਹਰਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਹਨਾਂ ਕੋਲੇ 3000 ਕਿੱਲੇ ਤੋਂ ਵੱਧ ਦੀ ਜਿਹੜੀ ਜ਼ਮੀਨ ਹੈ। ਇਹਨਾਂ 'ਚ 52 ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ, 8 ਗੁਰਦੁਆਰਾ ਸਾਹਿਬ ਅੰਬਾਲਾ ਜ਼ਿਲ੍ਹੇ ਦੇ ਵਿੱਚ ਨੇ, ਜਦ ਕਿ ਕੁਰੂਕਸ਼ੇਤਰ ਦੇ ਵਿੱਚ 7 ਇਤਿਹਾਸਕ ਜਿਹੜੇ ਗੁਰਦੁਆਰਾ ਸਾਹਿਬ ਨੇ। ਔਰ ਜਿਹੜਾ SGPC ਦਾ ਹਰਿਆਣੇ ਦੀ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਹੈ, ਅੰਦਾਜ਼ਨ 200 ਕਰੋੜ ਰੁਪਏ ਦਾ ਬਣਦਾ ਪਰ ਈਅਰ। ਔਰ 3300 ਕਿੱਲੇ ਜਿਹੜੀ ਇਹ ਜ਼ਮੀਨ ਹੈ ਔਰ 52 ਦੇ ਕਰੀਬ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ। ਅਸਲ ਮਸਲਾ ਗਾ ਜਿਹੜਾ ਉਹ ਇੱਥੇ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਆ ਕਿ ਪ੍ਰਬੰਧ ਉਸੇ ਤਰੀਕੇ ਦੇ ਨਾਲ ਚੱਲਦਾ ਰਹੇ, ਪਰ ਹਰਿਆਣੇ ਵਾਲੇ ਸਿੱਖ ਇਹ ਕਹਿ ਰਹੇ ਨੇ ਕਿ ਜਦੋਂ ਦਿੱਲੀ ਦੀ ਅੱਡ ਕਮੇਟੀ ਹੈਗੀ ਆ, ਜਦੋਂ ਪਟਨਾ ਦੀ ਅੱਡ ਹੈਗੀ ਆ, ਤਾਂ ਫਿਰ ਹਰਿਆਣਾ ਦੀ ਕਿਉਂ ਨਹੀਂ ਹੋ ਸਕਦੀ? ਉਹ ਇਹ ਗੱਲ ਆ ਜਿਹੜੀ ਉਠਾਉਂਦੇ ਨੇ। ਦੂਜਾ, BJP ਦੀ ਇੰਟਰਫੀਰੈਂਸ ਸਾਫ਼ ਨਜ਼ਰ ਆਉਂਦੀ ਵੀ ਹੈ। ਉਂਝ ਉਦੋਂ ਭੁਪਿੰਦਰ ਸਿੰਘ ਹੁੱਡਾ ਹੋ ਰਹੀ ਸੀ ਜਦੋਂ ਇਹ ਸਾਰੇ ਕਸ ਦੀ ਬੁਨਿਆਦ ਰੱਖੀ ਗਈ ਸੀ, ਲੇਕਿਨ ਹੁਣ ਮਨੋਹਰ ਲਾਲ ਖੱਟਰ ਹੋਰਾਂ ਨੇ ਪ੍ਰੋਪਰ ਤਰੀਕੇ ਨਾਲ ਇਸ ਮਸਲੇ ਨੂੰ ਜਿਹੜਾ ਬਤੌਰ ਸਰਕਾਰ ਆ ਜਿਹੜਾ ਉਹ ਹੈਂਡਲ ਕੀਤਾ ਹੈਗਾ ਜੀ। ਬਾਹਰਲੇ ਤਖਤਾਂ ਦੀ ਤਾਂ ਗੱਲ ਇਹ ਆ ਵੀ ਉਹ ਦੂਰ ਨੇ, ਇਹ ਨੇੜੇ ਸੀ, ਪਰ ਜਦ ਹੁਣ ਤੁਸੀਂ ਸੁਣਨੀ ਹੋ ਨਹੀਂ ਕਿਸੇ ਦੀ, ਆਪਣੀ ਮਰਜ਼ੀ ਕਰਨੀ ਹੈ, ਇੱਕ ਦਿਨ ਅਗਲੇ ਬਾਗੀ ਹੋ ਜਾਂਦੇ ਨੇ। ਇਹ ਗੱਲ ਜ਼ਰੂਰੀ ਨਹੀਂ ਕਿ ਸਦਾ ਹੀ ਤੁਹਾਡੀ ਛਿਟੀ ਜਿਹੜੀ ਹੈ ਉਹ ਚੱਲਦੀ ਰਹੇ। ਪਰਾਲੀ ਨੂੰ ਅੱਗ ਲਾਉਣ ਦਾ ਰੇਟ ਪਹਿਲਾਂ ਮੈਂ ਦੱਸਦਾ ਜੀ, ਲਾਈਵ ਕਿਸੇ ਕਾਰਨ ਕਰਕੇ ਅੱਜ ਨਹੀਂ ਹੋ ਸਕਦਾ। ਸੋਮਵਾਰ ਨੂੰ ਤੁਹਾਡੇ ਫੋਨ ਆਈ ਜਾਂਦੇ ਆ, ਸੋਮਵਾਰ ਨੂੰ ਦੁਬਾਰਾ ਫੇਰ ਸ਼ੁਰੂ ਕਰਾਂਗੇ। ਥੋੜ੍ਹਾ ਜਿਹਾ ਨੁਕਸ ਪੈ ਗਿਆ ਕਿਤੇ। ਅੱਛਾ, ਪਰਾਲੀ ਨੂੰ ਅੱਗ ਲਾਉਣ ਦੇ ਖਿਲਾਫ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਵੀ ਲਾਉਣ ਨਹੀਂ ਦੇਣੀ। ਬਿਲਕੁਲ ਜੀ, ਇਹ ਗੱਲ ਸਾਹਿਬ ਇੱਕ ਪਾਸੜ ਸਖਤੀ ਹੈ ਜਿਹੜੀ ਉਹ ਕਰ ਰਹੀ ਹੈ ਸਰਕਾਰ। ਇਹਨਾਂ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਤਾਂ ਪਿਛਲੇ ਦਿਨਾਂ 'ਚ ਕਹਿ ਰਹੇ ਸੀ, ਲਓ ਜੀ ਜੰਗ ਲੜਨ ਜਾ ਰਹੇ ਹਾਂ ਅਸੀਂ ਅਫਸਰਸ਼ਾਹੀ ਤਿਆਰ ਕਰ ਲਈ, ਵੀ ਆਪਦੇ ਹੀ ਕਿਸਾਨਾਂ ਖਿਲਾਫ ਜੰਗ ਲੜਨ ਜਾ ਰਹੀ ਹੈ ਤੁਹਾਡੀ ਸਰਕਾਰ। ਤਾਂ ਹੁਣ ਮਸਲਾ ਇਹ ਹੈ, ਦੇਖੋ ਪਰਾਲੀ ਨੂੰ ਅੱਗ ਨਹੀਂ ਲੱਗਣੀ ਚਾਹੀਦੀ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਹਰ ਕੋਈ ਚਾਹੁੰਦਾ ਨਾ ਲੱਗੇ,
ਹਰ ਕੋਈ ਚਾਹੁੰਦਾ ਧੂੰਆਂ ਨਾ ਹੋਵੇ, ਪੋਲਿਊਸ਼ਨ ਨਾ ਹੋਵੇ, ਇੱਥੇ ਹੀ ਸਾਹ ਲੈਣਾ ਸਭ ਨੇ। ਇਹ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਦੀ, ਔਰ ਇਹ ਧਰਤੀ ਸਾਫ਼ ਸੁਥਰੀ ਰਹੇ, ਹਰ ਕੋਈ ਚਾਹੁੰਦਾ। ਪਰ ਗਿੱਲ ਸਾਹਿਬ, ਇਕੱਲੇ ਕਿਸਾਨ ਸਿਰ ਦੋਸ਼ ਮੜਦੀਆਂ ਨੇ ਸਰਕਾਰਾਂ। ਪਹਿਲਾਂ ਵਾਲੀਆਂ ਵੀ ਉਹੀ ਕੁਛ ਮੜਦੀਆਂ ਸੀ, ਅੱਜ ਵਾਲੀਆਂ ਵੀ। ਹੁਣ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਖੇਤੀ ਮੇਲਾ 3 ਦਿਨ ਚੱਲਦਾ, ਬੜਾ ਭਰਦਾ, ਉਹ ਅੱਜ ਸ਼ੁਰੂ ਹੋਇਆ। ਉੱਥੇ ਭਗਵੰਤ ਮਾਨ ਹੋਰੀ ਅੱਜ ਪਹੁੰਚੇ। ਹਾਲਾਂਕਿ ਕਿਸਾਨ ਨਾਰਾਜ਼ ਹੋ ਗਏ, ਕਹਿੰਦੇ ਗਿੱਲ ਸਾਹਿਬ ਖੇਤੀ ਕਿਸਾਨ ਮੇਲੇ ਚੋਂ ਕਿਸਾਨਾਂ ਨੂੰ ਹੀ ਬਾਹਰ ਕਰਤਾ, ਕਹਿੰਦੇ ਭਗਵੰਤ ਮਾਨ ਨੇ ਆਉਣਾ। ਉਹ ਕਹਿੰਦੇ ਭਗਵੰਤ ਮਾਨ ਸਾਡੇ 'ਚ ਹੀ ਰਿਹਾ, ਕਹਿੰਦੇ ਨਾ ਜੀ ਨਾ, ਹੁਣ ਮੁੱਖ ਮੰਤਰੀ ਆ, ਬਾਹਰ ਹੋ ਜਾਓ। ਨਾਅਰੇ ਵੀ ਲਾਏ ਕਿਸਾਨਾਂ ਨੇ। ਉਹ ਕਹਿੰਦੇ ਸਾਨੂੰ ਨੇੜੇ ਨਹੀਂ ਢੁੱਕਣ ਦਿੱਤਾ ਕਿਸਾਨ ਮੇਲੇ ਦੇ ਵੀ ਭਗਵੰਤ ਮਾਨ ਨੇ ਆਉਣਾ। ਇੰਨੀ ਸਿਕਿਉਰਿਟੀ, ਇੰਨੀ ਵੱਡੀ ਪੱਧਰ ਤੇ ਪ੍ਰਬੰਧ ਕੀਤੇ ਹੋਏ। ਤਾਂ ਹੁਣ ਮਸਲਾ ਇਹ ਹੈਗਾ ਕਿ ਸਰਕਾਰ ਇਹ ਕਹਿ ਰਹੀ ਹੈ, ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ 1500 ਰੁਪਇਆ ਗਾ ਜਿਹੜਾ ਕੇਂਦਰ ਸਰਕਾਰ ਦੇਵੇ, ਕੁਛ ਦਿੱਲੀ ਵਾਲੀ ਸਰਕਾਰ ਦੇਵੇ, ਕੁਛ ਪੰਜਾਬ ਸਰਕਾਰ ਦੇਊਗੀ। ਅਸੀਂ ਕਿਸਾਨ ਨੂੰ ਜਿਹੜਾ ਉਹ 2500 ਦੇ ਲਗਭਗ ਪਰ ਏਕੜ ਦੇਵਾਂਗੇ ਤਾਂ ਕਿ ਉਹ ਪਰਾਲੀ ਨੂੰ ਅੱਗ ਨਾ ਲਾਵੇ। ਕੇਂਦਰ ਸਰਕਾਰ ਕਹਿੰਦੀ ਅਸੀਂ ਨਹੀਂ ਦਿੰਦੇ। ਉਦੋਂ ਬਾਅਦ ਪੰਜਾਬ ਤੇ ਦਿੱਲੀ ਵਾਲੇ ਵੀ ਦੜ ਵੱਟ ਗਏ। ਹੁਣ ਮਸਲਾ ਇਹ ਹੈ ਗਿੱਲ ਸਾਹਿਬ, ਇਹ ਕਹਿੰਦੇ ਵੀ ਪਰਾਲੀ ਨੂੰ ਅੱਗ ਨਾ ਲਾਓ। ਕਿਸਾਨ ਕਹਿ ਰਹੇ ਨੇ ਵੀ ਠੀਕ ਆ, ਨਹੀਂ ਲਾਉਂਦੇ, ਚੱਕ ਕੇ ਲੈ ਜਾਓ ਪਰਾਲੀ। ਸਰਕਾਰ ਬਿਜਲੀ ਬਣਾ ਲੇ ਪਰਾਲੀ ਦੀ। ਪਿਛਲੇ ਦਿਨਾਂ ਦੇ ਵਿੱਚ ਸਰਕਾਰ ਕਹਿੰਦੀ ਬਿਜਲੀ ਬਣਦੀ ਹੈ। ਕਿਉਂ ਜਰਮਨੀ ਦੇ ਵਿੱਚ ਤੁਰੇ ਫਿਰਦੇ ਹੋ, BMW ਵਾਲਿਆਂ ਦੀਆਂ ਮਿਹਨਤਾਂ ਕਰਦੇ? ਇੱਥੇ ਪਲਾਂਟ ਲਾਓ, ਇੱਥੇ ਲਾਓ ਇੰਡਸਟਰੀ ਪਰਾਲੀ ਤੋਂ ਬਿਜਲੀ ਬਣਾਉਣ ਵਾਲੀ ਜਾਂ ਬਾਇਓਗੈਸ ਬਣਾਉਣ ਵਾਲੀ। ਉਸ ਪਾਸੇ ਨਹੀਂ ਤੁਰੀ ਸਰਕਾਰ, ਪਰ ਏਕੜ ਨਹੀਂ ਦੇ ਰਹੀ। ਜਿਹੜੀਆਂ ਮਸ਼ੀਨਾਂ ਨੇ ਗਿੱਲ ਸਾਹਿਬ, ਹੈਪੀ ਸੀਡਰ ਆ, ਸੁਪਰ ਸੀਡਰ ਆ, ਇੱਕ ਤਾਂ ਮਹਿੰਗੇ ਬਹੁਤ ਨੇ, 2-2 2.5 ਲੱਖ ਦੇ ਆਉਂਦੇ ਨੇ। ਦੂਜਾ ਇਹ ਉਹਨਾਂ ਨੂੰ ਆਮ ਟਰੈਕਟਰ ਨਹੀਂ ਖਿੱਚਦਾ। ਹੁਣ ਆਪਣੇ 2511, 3511 ਹੋੜ, ਆਸ਼ੇ, ਮਤਲਬ ਇਹ ਟਰੈਕਟਰ ਨੇ ਜ਼ਿਆਦਾਤਰ ਕਿਸਾਨਾਂ ਕੋਲੇ। ਜਿਹੜੇ ਆ ਠੀਕ ਆ ਵੀਡੀਓ 'ਚ ਦਿੰਦੇ ਨੇ ਉਹ ਜੌਨ ਡੀਅਰ ਵਗੈਰਾ ਹੋਰ ਵੱਡੇ ਹੁੰਦੇ ਨੇ, ਲੇਕਿਨ ਮੋਸਟਲੀ ਜਿਹੜੇ ਕਿਸਾਨ ਨੇ ਉਹਨਾਂ ਕੋਲ ਤਾਂ 2511, 3511 ਨੇ ਜੀ। ਤਾਂ ਉਹ ਹੈਪੀ ਸੀਡਰ, ਸੁਪਰ ਸੀਡਰ ਨਹੀਂ ਖਿੱਚਦੇ। ਫਿਰ ਕਿਸਾਨ ਕੀ ਕਰਨ, ਕਿੱਧਰ ਜਾਣ? ਹੁਣ ਸਰਕਾਰ ਸਖਤੀ ਇਹ ਕਰ ਰਹੀ ਹੈ, ਕਹਿੰਦੇ ਜਿਹਦੇ ਖੇਤ 'ਚ ਅੱਗ ਲੱਗ ਗਈ ਫਰਦ ਦੇ ਉੱਤੇ ਰੈੱਡ ਐਂਟਰੀ ਕਰਾਂਗੇ। ਰੈੱਡ ਐਂਟਰੀ ਜਿਹਦੇ ਹੋ ਗਈ ਉਹਨੂੰ ਸਬਸਿਡੀਆਂ ਨਹੀਂ ਮਿਲਣੀਆਂ, ਉਹਦਾ ਅੱਗੇ ਜ਼ਮੀਨ ਦੀ ਰਜਿਸਟਰੀ ਨਹੀਂ ਹੋਇਆ ਕਰਨੀ, ਉਹਦੇ ਅੱਗੇ ਇੰਤਕਾਲ ਕਰਾਉਣ ਦੀ ਪ੍ਰੋਬਲਮ ਆ ਜਾਇਆ ਕਰੂ, ਵਿਰਾਸਤ ਚੜਾਉਣ ਦੀ। ਇਹ 100 ਤਰ੍ਹਾਂ ਦੀ ਦਿੱਕਤ ਆ ਜਿਹੜੀ ਕਹਿੰਦੇ ਕ੍ਰੀਏਟ ਹੋਊਗੀ। ਇਸ ਕਰਕੇ ਰੈੱਡ ਐਂਟਰੀਆਂ ਵਾਲੇ ਪਾਸੇ ਵਧਾਂਗੇ। ਤੋ ਸਰਕਾਰ ਨੂੰ ਗਿੱਲ ਸਾਹਿਬ ਇਹੀ ਹੈ ਵੀ ਕਿਸਾਨਾਂ ਕਣੀ ਇਕੱਲਿਆਂ ਕਣੀ ਨਾ ਪਾਓ, ਮਸਲੇ ਦਾ ਹੱਲ ਕੱਢੋ, ਮਿਲ ਬੈਠ ਕੇ ਕੱਢੋ, ਇਹਦੇ ਤੇ એનર્ਜੀ ਲਾਓ। એનર્ਜੀ ਦਾ ਸਾਰੀ ਲਾ ਰੱਖੀ ਹੈਗੀ ਗਿੱਲ ਸਾਹਿਬ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ, એનર્ਜੀ ਦਾ ਸਾਰੀ ਇਸ ਪਾਸੇ ਨੂੰ ਲਾ ਰੱਖੀ ਆ ਵੀ ਇੱਕ ਇਹਨਾਂ ਦਾ ਮੰਤਰੀ ਉਧਰ ਨੂੰ ਚੜ ਜਾਂਦਾ, ਦੂਜਾ ਉਧਰ ਨੂੰ ਚੜ ਜਾਂਦਾ। ਤੋ એનર્ਜੀ ਇਸ ਪਾਸੇ ਲਾਉਣ ਦੀ ਲੋੜ ਹੈ ਜੀ। ਡਿਪਟੀ ਬਦਲਤਾ ਜੀ, ਫਿਰ ਆਮ ਆਦਮੀ ਪਾਰਟੀ ਵਾਲੇ ਵਿਧਾਇਕ ਦੀਆਂ ਚੜ ਮੱਚੀਆਂ ਜੀ, ਡਿਪਟੀ ਬਦਲਤਾ। ਗਿੱਲ ਸਾਹਿਬ ਦੇਖੋ ਤੁਸੀਂ ਮਸਲਾ ਕੀ ਆ। ਸਰਕਾਰ ਕਹਿੰਦੀ ਸੀ ਬਦਲਾ ਕਰਾਂਗੇ। ਬਦਲਾ ਤਾਂ ਫਿਰ ਇਹ ਬਣਦਾ ਸੀ ਨਾ ਕਿ ਆਪਦੇ MLA ਖਿਲਾਫ ਕਾਰਵਾਈ ਕਰਦੇ, ਲੇਕਿਨ ਹੋਇਆ ਇਹ ਕਿ ਉਹ ਡਿਪਟੀ ਨੂੰ ਗਿੱਲ ਸਾਹਿਬ ਘਸੁੰਨ ਮੁੱਕੀ ਵੀ ਲਾ ਲੇ। ਉਹ ਡਿਪਟੀ ਦੇ ਨਾਲ ਉਹਨੂੰ ਫਰਸ਼ ਤੇ ਵੀ ਬਹਾ ਲਿਆ ਔਰ ਉਸ ਤੋਂ ਬਾਅਦ ਸਮਝੌਤਾ ਵੀ ਕਰਾ ਲਿਆ। ਮੈਨੂੰ ਤਾਂ ਗਿੱਲ ਸਾਹਿਬ ਇਹ ਵੀ ਪਤਾ ਲੱਗਿਆ, ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਇੱਕ ਮੀਡੀਆ ਹਾਊਸ ਦੇ ਵਿੱਚ ਬੈਠ ਕੇ ਜਿਹੜਾ ਸਮਝੌਤਾ ਹੋਇਆ ਹੈਗਾ, ਔਰ ਮੀਡੀਆ ਹਾਊਸ ਵਾਲਾ ਉਹੀ ਆ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ, ਜਿਹਦੇ ਸਮਝੌਤਾ ਕੋਲੇ ਬੈਠ ਕੇ ਹੋਇਆ, ਦੀਪਕ ਬਾਲੀ। ਵਾਹ, ਚੜ ਮੱਚੀਆਂ ਬਾਲੀ ਦੀਆਂ। ਤੇ ਇੱਥੇ ਮਾਈਕ ਲੈ ਕੇ ਗੱਲਾਂ ਮਾਰਦਾ ਹੁੰਦਾ ਸੀ, ਆ ਜਾਓ ਜੀ ਸ਼ੋਅ ਸੁਣਨ, ਸਾਡਾ ਤਿਆਰੀ ਆ। ਸਾਰਾ ਕੁਛ ਕਰ ਕਰਾ ਕੇ ਅੱਜ ਕੱਲ ਮੀਡੀਆ ਕੰਟਰੋਲ ਕਰ ਰਿਹਾ ਜੀ ਬੰਦਾ। ਸਾਰਾ ਕੁਛ ਕਰ ਕਰਾ ਕੇ ਉਸ ਤੋਂ ਬਾਅਦ ਬਦਲੀ ਉਹਦੀ ਫੇਰ ਵੀ ਕਰਤੀ, ਉਹਨੂੰ ਚੱਕ ਕੇ PAP ਜਲੰਧਰ ਦੇ ਵਿੱਚ AIG ਲਾਤਾ। ਤਾਂ ਹੁਣ ਮਸਲਾ ਇਹ ਆ ਵੀ ਸਾਰਾ ਕੁਛ, ਨਾਲੇ ਤਾਂ ਉਹਦੇ ਨਾਲ ਸਮਝੌਤਾ ਵੀ ਕਰ ਲਿਆ, ਵੀਡੀਓ ਵੀ ਵਾਇਰਲ ਕਰਤੀ, ਆਡੀਓ ਵੀ ਵਾਇਰਲ ਕਰਤੀ, ਉਹਨੂੰ ਫਰਸ਼ ਤੇ ਵੀ ਬਿਠਾ ਲਿਆ, ਔਰ ਉਸ ਦੇ ਨਾਲ ਇਸ ਰੂਪ ਦੇ ਵਿੱਚ ਜਿਹੜਾ ਗਾ ਸਾਰਾ ਕੁਛ ਕਰ ਵੀ ਲਿਆ, ਤੇ ਦੂਜੇ ਪਾਸੇ ਉਹਦੀ ਟਰਾਂਸਫਰ ਵੀ ਕਰਤੀ। ਤੋ ਇੱਥੋਂ ਪਤਾ ਲੱਗਦਾ ਜੀ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਜੀ। ਸਰਕਾਰਾਂ ਸਦਾ ਨਹੀਂ ਰਹਿਣੀਆਂ। ਡਿਪਟੀ ਨੇ ਕਦੇ SP ਬਣ ਜਾਣਾ, ਬਾਲੀ ਨੂੰ ਇਹ ਪਤਾ ਹੋਣਾ ਚਾਹੀਦਾ। ਉੱਥੇ ਬਹੁਤ ਭੈੜੇ ਨੇ, ਜਦ ਵਿਗੜ ਜਾਂਦੇ ਨੇ ਪੁਲ ਤੋਂ ਪੁੱਠਾ ਲਮਕਾ ਲੈਂਦੇ ਨੇ, ਨਾ ਬੰਦਾ ਡੁੱਬਦਾ, ਨਾ ਡੁੱਬਣ ਜੋਗਾ ਛੱਡਦੇ ਨੇ, ਖਿੱਚ ਲੈਂਦੇ ਨੇ, ਲਮਕਾ ਲੈਂਦੇ ਨੇ। ਉਹ ਮਸ਼ੀਨ ਮੈਂ ਬਹੁਤ ਦੱਸਿਆ ਵੀ PP ਮਸ਼ੀਨ ਆ, ਉਹਨਾਂ ਦੀਆਂ ਬਟਨ ਕਦੇ ਵੀ ਨੱਪੇ ਜਾਂਦੇ ਆ। ਹੋਟਲ ਦੇ ਵਿੱਚ ਇੱਕ ਕਰਮਚਾਰੀ ਲੜਕੀ ਦੀ ਮੌਤ ਜਿਹੜੀ ਹੈ ਉਹ ਹੋਈ ਆ, ਉੱਤਰਾਖੰਡ ਦੇ ਭਾਜਪਾ ਆਗੂ ਦਾ ਮੁੰਡਾ ਫੜ ਲਿਆ ਦੇਵ ਭੂਮੀ ਤੋਂ। ਜੀ ਗੱਲ ਉੱਤਰਾਖੰਡ ਦੇ ਭਾਜਪਾ ਆਗੂ ਦੇ, ਇਹ ਬਹੁਤ ਵੱਡਾ ਲੀਡਰ ਆ ਉੱਤਰਾਖੰਡ ਦਾ BJP ਦਾ,
ਅੱਛਾ, ਮੰਤਰੀ ਰਿਹਾ, ਵਿਧਾਇਕ ਰਿਹਾ, ਔਰ ਗਿੱਲ ਸਾਹਿਬ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਿਹਾ। ਪੂਰੀ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਇਹਨੂੰ ਕੰਟਰੋਲ ਕਰਦਾ ਰਿਹਾ ਜਦੋਂ ਮੰਤਰੀ ਸੀ ਇਹ। ਅੱਜ ਕੱਲ੍ਹ ਵੀ ਖਾਸੀ ਇਹਦੀ ਚੜ੍ਹਾਈ ਹੈਗੀ। ਔਰ ਗਿੱਲ ਸਾਹਿਬ ਇਹ ਪਤਾ ਲੱਗਿਆ ਕਿ ਹੋਟਲ ਵੀ ਉਹਦੇ ਮੁੰਡੇ ਦਾ, ਰਿਜ਼ੋਰਟ ਵੀ, ਔਰ ਉਹਦੇ ਵਿੱਚ ਇਹ ਲੜਕੀ ਹੈ ਜਿਹੜੀ ਰਿਸੈਪਸ਼ਨਿਸਟ ਸੀਗੀ ਔਰ ਉੱਥੇ ਵਰਕ ਕਰਦੀ ਸੀ, ਕਰਮਚਾਰੀ ਸੀ। ਪਿਛਲੇ ਕਈ ਦਿਨਾਂ ਤੋਂ ਇਹ ਲੜਕੀ ਹੈ ਜਿਹੜੀ ਲਾਪਤਾ ਸੀਗੀ। ਔਰ ਇਸ ਹੋਟਲ ਦੀ ਜਿਹੜੀ ਮੈਨੇਜਰ ਕਹਿ ਲਈਏ ਆਪਾਂ, ਕਰਮਚਾਰੀ ਕਹਿ ਲਈਏ, ਜਿਹੜੀ ਲਾਪਤਾ ਸੀਗੀ, ਅੰਕਿਤਾ ਭੰਡਾਰੀ ਇਹਦਾ ਨਾਂ ਗਾ। ਔਰ ਇਹਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖੀ ਗਈ ਸੀ। 5 ਦਿਨਾਂ ਤੋਂ ਰੌਲਾ ਪਿਆ ਰਿਹਾ ਸੀ ਉੱਤਰਾਖੰਡ ਦੇ ਵਿੱਚ। ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਇਸ ਮਸਲੇ ਦੀ ਜਾਂਚ ਹੋਵੇ। ਜਿਹੜੇ ਹੋਟਲ ਦੇ ਵਿੱਚ ਇਹ ਲੜਕੀ ਕੰਮ ਕਰਦੀ ਸੀ, ਉਹ ਹੋਟਲ ਦੇ ਮਾਲਕਾਂ ਨੂੰ ਪੁੱਛੋ। ਫਿਰ ਪੁਲਿਸ ਨੇ ਗਿੱਲ ਸਾਹਿਬ ਇਸ ਮਸਲੇ ਦੇ ਵਿੱਚ ਤਹਿਕੀਕਾਤ ਕੀਤੀ। ਤਹਿਕੀਕਾਤ ਤੋਂ ਪਤਾ ਲੱਗਿਆ ਕਿ ਹੋਟਲ ਦਾ ਜਿਹੜਾ ਮਾਲਕ ਹੈ ਪਲਕਿਤ ਆਰੀਆ, ਜਿਹੜਾ ਕਿ ਸਾਬਕਾ ਮੰਤਰੀ ਵਿਨੋਦ ਆਰੀਆ ਦਾ ਮੁੰਡਾ ਹੈਗਾ, ਉਹ ਅਸਲ ਦੇ ਵਿੱਚ ਇਸ ਕੇਸ ਦੇ ਵਿੱਚ ਦੱਸਿਆ ਗਿਆ। ਔਰ ਉਸ ਤੋਂ ਬਾਅਦ ਉਹਨੂੰ ਤੇ ਉਹਦੇ 2 ਹੋਰ ਕਰਮਚਾਰੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ। ਤਾਂ ਇੱਕ ਵੱਡੀ ਗਾਜ ਹੈਗੀ ਜਿਹੜੀ ਉਹ ਡਿੱਗੀ ਹੈਗੀ, ਜਿਹੜੀ ਪੌੜੀ ਗੜਵਾਲ ਦੇ ਵਿੱਚ ਇੱਕ ਰਿਜ਼ੋਰਟ ਦੇ ਰਿਸੈਪਸ਼ਨਿਸਟ ਲੜਕੀ ਅੰਕਿਤਾ ਭੰਡਾਰੀ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਵਿਨੋਦ ਆਰੀਆ ਦਾ ਮੁੰਡਾ ਹੈਗਾ ਜਿਹੜਾ ਪੁਲਕਿਤ ਆਰੀਆ, ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਜੀ। ਅੱਛਾ ਜੀ, ਗ੍ਰੀਨ ਟ੍ਰਾਈਬਿਊਨਲ ਨੇ ਪੰਜਾਬ ਨੂੰ ਕਹਿੰਦੇ 2000 ਕਰੋੜ ਦਾ ਜੁਰਮਾਨਾ ਕਰ ਦਿੱਤਾ ਹੈ। ਇਹ ਕੀ ਗੱਲ ਹੋ ਗਈ? ਗਿੱਲ ਸਾਹਿਬ ਇਹ ਨਾ ਮਸਲਾ ਤੋਂ ਚੱਲ ਰਿਹਾ ਸੀ, ਵਾਕਈ ਇਹ ਵੱਡੀ ਗੱਲ ਹੈਗੀ। ਉਹ ਵੀ ਇਸ ਸਰਕਾਰ ਦੇ ਦੌਰਾਨ, ਜਿਵੇਂ ਆਪਾਂ ਪਰਾਲੀ ਦਾ ਜ਼ਿਕਰ ਕੀਤਾ, ਕਿਸਾਨਾਂ ਨੂੰ ਤਾਂ ਕਹਿਤਾ ਵੀ ਕਿਸਾਨ ਦੋਸ਼ੀ ਨੇ ਜੀ, ਇਹ ਪੋਲਿਊਸ਼ਨ ਕ੍ਰੀਏਟ ਕਰਦੇ ਨੇ। ਹੁਣ ਆਹ ਜਿਹੜਾ 2000 ਕਰੋੜ ਦਾ ਜੁਰਮਾਨਾ ਪੈ ਗਿਆ ਇਹਨਾਂ ਨੂੰ, ਪੰਜਾਬ ਸਰਕਾਰ ਨੂੰ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦੇ ਲਈ ਕਿਸਾਨ ਤਾਂ ਹੈ ਨਹੀਂ, ਅਫਸਰ ਜ਼ਿੰਮੇਵਾਰ ਨੇ, ਅਫਸਰਸ਼ਾਹੀ ਜ਼ਿੰਮੇਵਾਰ ਹੈ, ਮੰਤਰੀ ਜ਼ਿੰਮੇਵਾਰ ਨੇ। ਔਰ ਇਹ ਮਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪਹਿਲਾਂ ਤੋਂ ਚੱਲ ਰਿਹਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਈ ਵਾਰ ਚੇਤਾਵਨੀਆਂ ਦਿੱਤੀਆਂ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਵੇਸਟੇਜ ਆ ਉਹਦਾ ਸਹੀ ਪ੍ਰਬੰਧਨ ਨਹੀਂ ਹੋ ਰਿਹਾ। ਉਹ ਜਿਹੜੀ ਲਿਕੁਇਡ ਹੈ ਉਹਦਾ ਵੀ ਨਹੀਂ ਹੋ ਰਿਹਾ, ਤਰਲ ਦਾ, ਔਰ ਜਿਹੜੀ ਸੋਲਿਡ ਹੈ ਵੇਸਟੇਜ ਉਹਦਾ ਵੀ ਪ੍ਰਬੰਧਨ ਨਹੀਂ ਹੋ ਰਿਹਾ। ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਕਈ ਵਾਰ ਚੇਤਾਵਨੀਆਂ ਦਿੱਤੀਆਂ। ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਮਸਲਾ ਚੱਲ ਰਿਹਾ ਸੀ ਔਰ ਬੈਂਚ ਨੇ ਕਿਹਾ ਕਿ ਕੂੜੇ ਦਾ ਸਹੀ ਢੰਗ ਦੇ ਨਾਲ ਪ੍ਰਬੰਧਨ ਨਾ ਹੋਣ ਕਰਕੇ ਕਈ ਸਮੱਸਿਆਵਾਂ ਆ ਰਹੀਆਂ ਨੇ। ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ AK ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕੂੜੇ ਦਾ ਪ੍ਰਬੰਧਨ ਕਰਨ ਦੇ ਲਈ ਅਣਮਿੱਥੇ ਸਮੇਂ ਤੱਕ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਸਿਹਤ ਨਾਲ ਸੰਬੰਧੀ ਕਿੰਨੇ ਮਸਲੇ ਨੇ ਜਿਹੜੇ, ਉਹਨਾਂ ਨੂੰ ਅਸੀਂ ਲਮਕਾ ਨਹੀਂ ਸਕਦੇ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ, ਪੰਜਾਬ ਨੂੰ ਜੁਰਮਾਨਾ ਲਾਉਂਦੇ ਹਾਂ। 2000 ਕਰੋੜ ਰੁਪਏ ਦਾ ਜੁਰਮਾਨਾ ਲਾਇਆ, ਜਿਹੜਾ ਪੰਜਾਬ ਪਹਿਲਾਂ ਹੀ ਕਰਜ਼ੇ ਤੇ ਹੇਠਾਂ ਦੱਬਿਆ ਹੋਇਆ। ਜਿਹੜੇ ਪੰਜਾਬ ਦੇ ਵਿੱਚ ਆਏ ਦਿਨ ਜੇ ਬੱਚਾ ਜਨਮ ਲੈਂਦਾ ਤਾਂ ਕਰਜ਼ਾ ਉਹਦੇ ਸਿਰ ਤੇ ਹੁੰਦਾ, ਕਰਜ਼ੇ ਨਾਲ ਜੰਮਦਾ ਇੱਥੇ ਬੱਚਾ, ਕਰਜ਼ੇ ਨਾਲ ਮਰਦਾ ਇੱਥੇ ਵਿਅਕਤੀ। ਔਰ ਉਸ ਸੂਬੇ ਦੇ ਵਿੱਚ ਬਦਲਾਅ ਵਾਲੀ ਸਰਕਾਰ ਆਈ ਹੋਵੇ ਔਰ ਉਸ ਸੂਬੇ ਦੇ ਵਿੱਚ ਗਿੱਲ ਸਾਹਿਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ 2000 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਣਾ ਆਪਣੇ ਆਪ 'ਚ ਬਹੁਤ ਸਾਰੇ ਸਵਾਲ ਖੜੇ ਕਰਦਾ। ਹਾਲਾਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜੇ ਵਾਤਾਵਰਨ ਪ੍ਰੇਮੀ ਨੇ, ਉਹ ਰਾਜ ਸਭਾ ਮੈਂਬਰ ਨੇ, ਇਸ ਸਰਕਾਰ ਦੇ ਭਾਗੀਦਾਰ ਨੇ, ਉਹਨਾਂ ਨੂੰ ਵੀ ਇਸ ਮਸਲੇ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਸਟੇਟਮੈਂਟ ਦੇਣੀ ਚਾਹੀਦੀ ਹੈ, ਕਿਉਂ ਹੋਇਆ, ਕਿਵੇਂ ਹੋਇਆ ਜੀ। ਝੰਡੀਆਂ ਵਾਲੀਆਂ ਕਾਰਾਂ ਦਾ ਦਬਸ਼ ਬਹੁਤ ਹੈ, ਬਹੁਤ ਔਖਾ ਕਰਦੀਆਂ ਇਹ। ਅੱਛਾ, ਇੱਕ ਦੱਸਿਓ ਜੀ ਬਈ ਭਾਰਤ ਸਰਕਾਰ ਨੇ ਇੱਕ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਵਿਦਿਆਰਥੀਆਂ ਲਈ ਜਿਹੜੇ ਇੱਥੇ ਪੜ੍ਹਨ ਆਉਂਦੇ ਆ, ਉਹ ਕੀ ਹੈ ਜੀ ਐਡਵਾਈਜ਼ਰੀ? ਗਿੱਲ ਸਾਹਿਬ, ਇਹਨਾਂ ਨੇ ਜਿਹੜੀ ਅੱਜ ਐਡਵਾਈਜ਼ਰੀ ਜਾਰੀ ਕੀਤੀ ਹੈ, ਭਾਰਤੀ ਵਿਦੇਸ਼ ਮੰਤਰਾਲਾ ਗਾ, ਜਿਹੜਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ, ਜਿਹੜਾ ਅਰਿੰਦਮ ਬਾਗਚੀ ਹੈ, ਉਹਨੇ ਜਾਰੀ ਕੀਤੀ ਹੈ। ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਵੈਸੇ ਇਹਨਾਂ ਨੇ ਗਿੱਲ ਸਾਹਿਬ ਇਹ ਕਿਹਾ ਵੀ ਕੈਨੇਡਾ ਦੇ ਵਿੱਚ ਜਿਹੜਾ ਨਫ਼ਰਤੀ ਅਪਰਾਧ ਹੈ, ਹਿੰਸਾ ਹੈ, ਭਾਰਤ ਵਿਰੋਧੀ ਗਤੀਵਿਧੀਆਂ ਨੇ ਜਿਹੜੀਆਂ ਉਹ ਤੇਜ਼ੀ ਨਾਲ ਵੱਧ ਰਹੀਆਂ ਕਹਿੰਦੇ ਕੈਨੇਡਾ 'ਚ ਜੀ। ਇਸ ਕਰਕੇ ਕਹਿੰਦੇ ਅਸੀਂ ਜਿਹੜੇ ਸਾਡੇ ਵਿਦਿਆਰਥੀ ਜਾ ਰਹੇ ਨੇ, ਜਿਹੜੇ ਸਾਡੇ ਇੱਥੋਂ ਭਾਰਤੀ ਨਾਗਰਿਕ ਜਾ ਰਹੇ ਨੇ ਜਾਂ ਉੱਥੇ ਭਾਰਤੀ ਨਾਗਰਿਕ ਨੇ, ਉਹਨਾਂ ਨੂੰ ਕਹਿੰਦੇ ਆ ਕਿ ਇਸ ਮਸਲੇ ਦੇ ਵਿੱਚ ਜਿਹੜਾ ਉਹ ਤਰਕ ਰਹਿਣ। ਔਰ ਕੈਨੇਡਾ ਦੇ ਵਿੱਚ ਉਹ ਕਹਿੰਦੇ ਇਹਨਾਂ ਅਪਰਾਧਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਨਿਆਂ ਦੇ ਕਟਹਿਰੇ 'ਚ ਨਹੀਂ ਲਿਆਂਦਾ ਗਿਆ ਔਰ ਇਹਦੀ ਜਾਂਚ ਕਰਨ ਦੀ ਅਸੀਂ ਬੇਨਤੀ ਕਰਦੇ ਹਾਂ ਜੀ। ਇਸ ਤੋਂ ਇਲਾਵਾ ਗਿੱਲ ਸਾਹਿਬ, ਇਸ ਐਡਵਾਈਜ਼ਰੀ ਦੇ ਵਿੱਚ ਇਹਨਾਂ ਨੇ ਕਿਹਾ ਗਾ ਕਿ ਕੈਨੇਡਾ ਦੇ ਵਿੱਚ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕੈਨੇਡਾ 'ਚ ਭਾਰਤੀ ਨਾਗਰਿਕਾਂ ਤੇ ਭਾਰਤ ਦੇ ਵਿਦਿਆਰਥੀਆਂ, ਯਾਤਰੀਆਂ
ਔਰ ਸਿੱਖਿਆ ਲਈ ਕੈਨੇਡਾ ਜਾਣ ਵਾਲੇ ਭਾਰਤੀਆਂ ਨੂੰ ਸਾਵਧਾਨੀ ਵਰਤਣ ਤੇ ਸੁਚੇਤ ਰਹਿਣ ਦੀ ਸਲਾਹ ਦਿੰਦੇ ਆ ਕਹਿੰਦੇ। ਲੇਕਿਨ ਇਹ ਨਹੀਂ ਦੱਸਿਆ ਵੀ ਵਿਦਿਆਰਥੀ ਜਾ ਕਿਉਂ ਰਹੇ ਆ। ਇਹ ਨਹੀਂ ਦੱਸਿਆ ਗਿੱਲ ਸਾਹਿਬ ਵੀ ਇਸ ਦੇਸ਼ ਨੂੰ ਛੱਡ ਕੇ ਜਹਾਜ਼ਾਂ ਦੇ ਜਹਾਜ਼ ਭਰ ਕੇ ਕਿਉਂ ਜਾ ਰਹੇ ਆ, ਕਿਉਂ ਮਾਂ ਪਿਓ ਆਪਣੇ ਹੀਰਿਆਂ ਵਾਂਗ ਪਾਲੇ ਹੋਏ ਬੱਚਿਆਂ ਨੂੰ 20 ਲੱਖ ਰੁਪਈਆ ਹੱਥ 'ਚ ਧਰ ਕੇ ਇਹ ਕਹਿੰਦੇ ਨੇ 16 ਸਾਲਾਂ ਦੇ ਕੁੜੀ ਨੂੰ 16 ਸਾਲਾਂ ਦੇ ਮੁੰਡੇ ਨੂੰ, ਜਿਹਨੂੰ ਇੱਥੋਂ 5 ਕਿਲੋਮੀਟਰ ਦੂਰ ਜੇ ਸ਼ਹਿਰ ਜਾਣਾ ਹੋਵੇ ਨਾ ਗਿੱਲ ਸਾਹਿਬ, ਤਾਂ ਮਾਂ ਬਾਪ ਉਹਨਾਂ ਚਿਰ ਫੋਨ ਕਰੀ ਜਾਂਦੇ ਨੇ ਵੀ ਪੁੱਤ ਕਿੱਥੇ ਪਹੁੰਚ ਗਿਆ, ਕਿੱਥੇ ਪਹੁੰਚ ਗਿਆ, ਔਰ ਹਜ਼ਾਰਾਂ ਕਿਲੋਮੀਟਰ ਦੂਰ ਕਿਉਂ ਭੇਜ ਰਹੇ ਨੇ। ਇਹ ਸਰਕਾਰਾਂ ਦੀ ਨਲਾਇਕੀ ਕਰਕੇ ਕਿ ਇੱਥੇ ਰੁਜ਼ਗਾਰ ਨਹੀਂ ਹੈ, ਇੱਥੇ ਪ੍ਰਬੰਧ ਨਹੀਂ ਹੈ। ਔਰ ਅੱਜ ਮਤਲਬ ਸਰਕਾਰ ਇਸ ਵਿਸ਼ੇ ਦੇ ਉੱਤੇ ਸੋਚਣ ਦੀ ਬਜਾਏ, ਅੰਤਰਝਾਤ ਮਾਰਨ ਦੀ ਬਜਾਏ ਮਤਲਬ ਜਿਹੜਾ ਇਸ ਰੂਪ ਦੇ ਵਿੱਚ ਸਵਾਲ ਉਠਾ ਰਹੀ ਹੈ ਜੀ। ਫੌਜਾ ਸਿੰਘ ਸਰਾਰੀ ਦੀ ਸੁਣਾ ਜੋ ਕੀ ਬਣਿਆ? ਫੌਜਾ ਸਿੰਘ ਸਰਾਰੀ ਵਾਲਾ ਮਸਲਾ ਚੱਲ ਰਿਹਾ ਜੀ ਜਿਉਂਦਾ ਤਿਉਂ ਅਜੇ ਤੱਕ, ਕਿਉਂਕਿ ਉਹ ਮਸਲਾ ਉਸ ਤੋਂ ਬਾਅਦ ਟੇਢਾ ਹੋ ਗਿਆ। ਫੌਜਾ ਸਿੰਘ ਸਰਾਰੀ ਦੇ ਆ ਗਿਆ ਸੂਤ। ਇੱਕ ਤਾਂ ਭਗਵੰਤ ਮਾਨ ਜਦੋਂ ਜਰਮਨੀ ਦੇ ਦੌਰੇ ਦੇ ਉੱਤੇ ਗਏ ਸੀ, ਤਾਂ ਜਰਮਨੀ ਦੇ ਦੌਰੇ ਦੇ ਦੌਰਾਨ ਗਿੱਲ ਸਾਹਿਬ BMW ਦਾ ਰੌਲਾ ਪੈ ਗਿਆ। ਭਗਵੰਤ ਮਾਨ ਉੱਥੋਂ ਆਏ, ਉੱਥੋਂ ਆ ਕੇ ਇੱਥੇ ਇਹਨਾਂ ਨੇ ਮਤਲਬ ਵੀ ਸਾਡੇ ਵਿਧਾਇਕ 25-25 ਕਰੋੜ 'ਚ ਖਰੀਦੇ ਜਾ ਰਹੇ ਨੇ, ਉਹ ਰੌਲਾ ਪੈ ਗਿਆ। ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਰੌਲਾ ਪੈ ਗਿਆ। ਉਸ ਤੋਂ ਬਾਅਦ ਮੀਡੀਆ ਵਾਲੇ ਭੁੱਲ ਗਏ ਵੀ ਫੌਜਾ ਸਿੰਘ ਸਰਾਰੀ ਦੀ ਵੀ ਕੋਈ ਆਡੀਓ ਆਈ ਸੀ। ਉਸ ਤੋਂ ਬਾਅਦ ਗਿੱਲ ਸਾਹਿਬ ਮਸਲਾ ਦਬ ਗਿਆ। ਲੇਕਿਨ ਅੱਜ ਅਕਾਲੀ ਦਲ ਦੇ ਵੱਲੋਂ ਨੋਨੀ ਮਾਨ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਗਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਸਲੇ ਦੀ ਜਾਂਚ ਕਰਕੇ ਕਾਰਵਾਈ ਹੋਵੇ ਜੀ। ਤੇ ਬਿਸ਼ਨੋਈ ਦਾ ਵਕੀਲ ਕਹਿੰਦਾ ਵੀ ਮੇਰੇ ਬੰਦੇ ਨੂੰ, ਲਾਰੈਂਸ ਨੂੰ ਖਤਰਾ ਬਹੁਤ ਹੈ। ਬਿਲਕੁਲ ਜੀ, ਉਹ ਕਹਿੰਦਾ ਇਹਦੇ ਤੇ ਕਿਸੇ ਸਮੇਂ ਐਨਕਾਊਂਟਰ ਹੋ ਸਕਦਾ, ਇਹਨੂੰ ਮਾਰਿਆ ਜਾ ਸਕਦਾ, ਇਹ ਤੇ ਹਮਲਾ ਹੋ ਸਕਦਾ। ਹੁਣ ਗਿੱਲ ਸਾਹਿਬ ਤੀਜਾ ਹਿੱਸਾ ਪੰਜਾਬ ਦੀ ਪੁਲਿਸ ਤਾਂ ਹਜੇ ਲਾਈ ਪਈ ਆ ਉਹਦੇ ਤੇ। ਜਿੱਧਰ ਨੂੰ ਲੈ ਕੇ ਜਾਂਦੇ ਨੇ ਵਖਤਰਬੰਦ ਗੱਡੀਆਂ, ਮੂਹਰੇ ਪੁਲਿਸ ਮਗਰ ਪੁਲਿਸ, ਜਿਹੜੇ ਥਾਣੇ 'ਚ ਉਹਨੂੰ ਰੱਖਦੇ ਨੇ ਉੱਥੇ ਪੁਲਿਸ ਹੀ ਪੁਲਿਸ। ਉਹ ਇਸ ਤੋਂ ਬਾਅਦ ਕੀ ਇੰਤਜ਼ਾਮ ਹੋ ਜੇ। ਔਰ ਇਹ ਤਾਂ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਕਹਿ ਕੇ ਉਹਦੇ ਵਕੀਲ ਜਾਂ ਲਾਰੈਂਸ ਬਿਸ਼ਨੋਈ ਅਸਲ ਦੇ ਵਿੱਚ ਉਹਦੀ ਸਿਕਿਉਰਿਟੀ ਹੋਰ ਟਾਈਟ ਕਰਨੀ ਚਾਹੁੰਦੇ ਨੇ, ਹੋਰ ਵਧਾਉਣੀ ਚਾਹੁੰਦੇ ਨੇ। ਔਰ ਜਿੰਨੀ ਸਿਕਿਉਰਿਟੀ ਵੱਧਦੀ ਉਹਨਾਂ VIP ਟਰੀਟਮੈਂਟ ਮਿਲ ਰਿਹਾ ਜੀ ਉਸ ਬੰਦੇ ਨੂੰ ਜੀ। ਧੰਨਵਾਦ ਜੀ। ਤੇ ਸੋਮਵਾਰ ਨੂੰ 10:15 ਵਜੇ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਾਂਗੇ ਤੇ ਆਪਣਾ ਖਿਆਲ ਰੱਖਿਓ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰਦਾਰ ਨਵਕਿੰਦਰ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ ਦੇਸ਼ ਪੰਜਾਬ ਦੇ ਝਰੋਖੇ। ਲਓ ਜੀ, ਸਾਡੇ ਹਰਮਨ ਪਿਆਰੇ ਸ਼ੁਕਲਾ ਜੀ ਨਾਲ ਨੇ। ਸਾਡੇ ਬਿਜ਼ਨਸ ਦੀ ਗੱਲ ਨਹੀਂ ਹੈ, ਵਪਾਰ ਚੱਲਦੇ ਹੀ ਰਹਿਣੇ ਨੇ, ਪਰ ਇਨਸਾਨ ਬਹੁਤ ਵਧੀਆ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਗੱਲ ਕਰਕੇ ਖੁਸ਼ ਹੋਵੋ। ਸ਼ੁਕਲਾ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਲਓ ਜੀ, ਗੱਲ ਇਹ ਹੈ ਬਈ ਕਹਿੰਦੇ ਨੇ ਵੀ ਨਰਾਤਿਆਂ ਦੇ ਦਿਨਾਂ ਦੇ ਵਿੱਚ ਤੇ ਦੁਸਹਿਰੇ ਤੇ ਦੀਵਾਲੀ ਦੇ ਵਿੱਚ ਮਦਰ ਇੰਡੀਆ ਸਟੋਰ ਆ ਜਿਹੜਾ ਉਹਨੂੰ ਕਹਿੰਦੇ ਇੰਨਾ ਸਜਾ ਦਿੰਦੇ ਨੇ ਸ਼ੁਕਲਾ ਜੀ ਕਿ ਲੋਕ ਮੁੜ ਮੁੜ ਕੇ ਜਾ ਕੇ ਦੇਖਦੇ ਨੇ। ਗੱਲ ਸਹੀ ਆ? ਹਾਂਜੀ ਬਿਲਕੁਲ ਸਹੀ ਗੱਲ ਹੈ। ਹੁਣ ਪੂਰਾ ਮਹੀਨਾ ਆਪਣੇ ਨਾ ਦਿਨ ਤਿਉਹਾਰ ਸ਼ੁਰੂ ਹੋ ਗਿਆ ਹੈ ਜੀ। ਜਿੱਦਾਂ ਹੁਣ ਮੰਡੇ ਤੋਂ ਨਵਰਾਤਰੇ ਸ਼ੁਰੂ ਹੋ ਜਾਣੇ ਹੈਗੇ ਆ, ਫਿਰ 4 ਅਕਤੂਬਰ ਨੂੰ ਦੁਸਹਿਰਾ ਆ ਗਿਆ, ਫਿਰ 12 ਤਰੀਕ ਨੂੰ ਕਰਵਾ ਚੌਥ ਆ, ਦੀਵਾਲੀ 24 ਦੀ। ਹੁਣ ਬਹੁਤ ਅੱਛੇ ਦਿਨ ਆ ਰਹੇ ਆ, ਖੁਸ਼ੀਆਂ ਦੇ ਦਿਨ ਆ ਰਹੇ ਆ। ਔਰ ਅਸੀਂ ਮਦਰ ਇੰਡੀਆ ਸਟੋਰ ਦੇ ਉੱਤੇ ਪੂਰਾ ਸਜਾ ਦਿੱਤਾ ਹੈਗਾ, ਚਾਹੇ ਦੀਵਾਲੀ ਦਾ ਸਮਾਨ ਹੋਵੇ, ਚਾਹੇ ਉਹ ਨਰਾਤਿਆਂ ਦਾ ਸਮਾਨ ਹੋਵੇ, ਸਾਰਾ ਚਾਹੇ ਦੀਵਾਲੀ ਦੇ ਕਾਰਡ ਹੋਣ, ਦੀਵਾਲੀ ਦੇ ਦੀਵੇ ਹੋਣ, ਦੀਵਾਲੀ ਨੂੰ ਕਿਸੇ ਨੂੰ ਗਿਫਟ ਦੇਣਾ, ਤੁਸੀਂ ਕੋਈ ਵੀ ਆਈਟਮ ਤੁਹਾਨੂੰ ਪੂਜਾ ਪਾਠ ਲਈ ਚਾਹੀਦੀ ਹੈਗੀ, ਇਹ ਤਕਰੀਬਨ ਸਾਰਾ ਸਮਾਨ ਤੁਹਾਨੂੰ ਮਦਰ ਇੰਡੀਆ ਸਟੋਰ ਤੇ ਇੱਕੋ ਇੱਕ ਸਟੋਰ ਤੋਂ ਮਿਲ ਜਾਂਦਾ ਹੈਗਾ। ਬਸ ਜੀ ਧੰਨਵਾਦ। ਬਿਲਕੁਲ ਦੀਵਾਲੀ ਦੇ ਦਿਨ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਸਾਫ਼ ਸਫਾਈਆਂ, ਲੋਕ ਕਲੀਆਂ ਕਰਦੇ ਬਾਹਰ, ਸ਼ਹੀਦਾਂ ਦੇ ਜਗ੍ਹਾ ਜਿਹੜੀ ਹੁੰਦੀ ਉਹਨਾਂ 'ਤੇ ਕਲੀ ਫੇਰਦੇ ਜਾ ਕੇ ਸਫਾਈਆਂ ਹੁੰਦੀਆਂ, ਗੁਰੂ ਘਰਾਂ 'ਚ ਮੰਦਰਾਂ ਦੇ ਵਿੱਚ ਸਾਰੇ ਸਫਾਈਆਂ ਹੁੰਦੀਆਂ ਅਤੇ ਬਹੁਤ ਬੜਾ ਉਲਾਸ ਹੁੰਦਾ। ਅਤੇ ਪੰਜਾਬ ਦੀ ਦੀਵਾਲੀ ਮਨਾਇਆ ਬਹੁਤ ਚਿਰ ਹੋ ਗਿਆ, ਕਦੇ ਜ਼ਰੂਰ ਇੱਕ ਵਾਰ ਜਾ ਕੇ ਉੱਥੇ ਦੀ ਦੀਵਾਲੀ ਮਨਾਉਣੀ ਹੈ। ਅੱਛਾ, ਦੀਵਾਲੀ ਲਈ ਖਾਸ ਅਤੇ ਦੁਸਹਿਰੇ ਅਤੇ ਨਵਰਾਤਰਿਆਂ ਲਈ ਜਿਹੜੀਆਂ ਖਾਸ ਡੀਲਸ ਨੇ, ਪਹਿਲਾਂ ਉਹਦੀ ਸ਼ੁਰੂਆਤ ਕਰੀਏ ਜੀ। ਹਾਂਜੀ ਬਿਲਕੁਲ, ਨਰਾਤੇ ਦੇ ਉੱਤੇ ਪੂਰੀ ਮਾਤਾ ਦੀ ਇੱਕ ਕਿੱਟ ਹੁੰਦੀ ਹੈ, ਉਹਦੇ ਵਿੱਚ ਸਾਰਾ ਹੀ ਸਮਾਨ ਹੁੰਦਾ, ਮਾਤਾ ਦਾ ਪੂਰਾ ਸ਼ਿੰਗਾਰ, ਚੁੰਨੀ ਵਗੈਰਾ ਸਾਰਾ ਸਮਾਨ ਇੱਕੋ ਹੀ ਜਗ੍ਹਾ ਤੇ ਤੁਹਾਨੂੰ ਇੱਕੋ ਸੈੱਟ ਦੇ ਵਿੱਚ ਮਿਲ ਜਾਂਦਾ, ਤੁਹਾਨੂੰ ਇਕੱਲੀ ਚੀਜ਼ ਲੱਭਣੀ ਨਹੀਂ ਪੈਂਦੀ ਹੈਗੀ। ਬਾਕੀ ਦੀਵਾਲੀ ਦੇ ਉੱਤੇ ਤੁਸੀਂ ਕਿਸੇ ਨੂੰ ਕਾਰਡ ਦੇਣਾ ਹੈਗਾ, ਚਾਹੇ ਦੀਵਾਲੀ ਦੇ ਦੀਵੇ ਹੋਣ, ਚਾਹੇ ਦੀਵਾਲੀ ਦੇ ਕਿਸੇ ਨੂੰ ਗਿਫਟ ਦੇਣਾ ਹੋ, ਚਾਹੇ ਉਹ ਕਾਪਰ ਦੀ ਆਈਟਮ ਹੋਵੇ, ਬਰਾਸ ਦੀ ਹੋਵੇ, ਵੁਡਨ ਆਈਟਮ ਹੋਵੇ, ਜਾਂ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਗਿਫਟ ਦੇਣਾ ਹੈਗਾ, ਮੂਰਤੀ ਦੇਣੀ ਹੈ, ਤੁਸੀਂ ਫੋਟੋ ਦੇਣੀ ਹੈਗੀ, ਸਾਰਾ ਸਮਾਨ ਤੁਹਾਨੂੰ
ਮਿਲ ਜਾਂਦਾ ਹੈਗਾ। ਬਾਕੀ ਕਰਵਾ ਚੌਥ ਦਾ ਜੋ ਤੁਹਾਨੂੰ ਕਰਵਾ ਚੌਥ ਤੇ ਸਮਾਨ ਚਾਹੀਦਾ ਉਹ ਵੀ ਸਾਰਾ ਸਮਾਨ ਆ ਗਿਆ ਹੈਗਾ। ਤੁਸੀਂ ਜ਼ਰੂਰ ਆਓ ਮਦਰ ਇੰਡੀਆ ਸਟੋਰ ਦੇ ਉੱਤੇ। ਤਕਰੀਬਨ ਹਰ ਆਈਟਮ ਤੁਹਾਨੂੰ ਜੋ ਦਿਨ ਤਿਉਹਾਰ ਉੱਤੇ ਚਾਹੀਦੀ ਹੈਗੀ ਆ ਉਹ ਤੁਹਾਨੂੰ ਮਦਰ ਇੰਡੀਆ ਸਟੋਰ ਤੇ ਮਿਲ ਜਾਂਦੀ ਹੈਗੀ। ਸ਼ੁਕਲਾ ਜੀ, ਸ਼ਿਲਾਜੀਤ ਬਾਰੇ ਪਹਿਲਾਂ ਤਾਂ ਦੱਸੋ ਜੀ। ਸ਼ਿਲਾਜੀਤ ਦੀ ਬਹੁਤ ਗੱਲਬਾਤ ਬਾਹਰ ਹੋ ਰਹੀ ਹੈ। ਹਾਂਜੀ ਬਿਲਕੁਲ, ਸ਼ਿਲਾਜੀਤ 20 ਗ੍ਰਾਮ ਦੀ ਪੈਕਿੰਗ ਹੈ, ਲਿਕੁਇਡ ਹੈ, 100% ਨੈਚੁਰਲ ਹੈਗਾ। ਜਿੰਨੇ ਵੀ ਲੈ ਕੇ ਗਏ ਭੈਣ ਭਰਾ ਸਾਰੇ ਦੇ ਵੈਰੀ ਹੈਪੀ। ਇਹ ਤੁਹਾਡੀ ਇਮਿਊਨਿਟੀ ਨੂੰ ਵੀ ਬੂਸਟ ਕਰਦੀ ਹੈਗੀ ਆ, ਪਲੱਸ ਤੁਹਾਡੇ ਗੋਡਿਆਂ ਮੋਢਿਆਂ ਕਿਤੇ ਦਰਦ ਹੁੰਦੀ ਆ ਇਹਨੂੰ ਮੇਕ ਸ਼ੋਰ ਤੁਸੀਂ 1 ਗ੍ਰਾਮ ਰੋਜ਼ ਦੀ ਲੈਣੀ ਹੈਗੀ ਆ ਕੋਸੇ ਪਾਣੀ ਨਾਲ। ਹਾਫ ਕੱਪ ਜਿਹੜਾ ਕੌਫੀ ਦਾ ਹੁੰਦਾ ਉਹ ਜ਼ਰੂਰ ਪੀ ਲੈਣਾ ਹੈਗਾ। 1 ਗ੍ਰਾਮ ਲਓ ਤੁਸੀਂ, ਉਹ ਡੱਬੀ 20 ਦਿਨ 'ਚ ਖਤਮ ਹੋ ਜਾਂਦੀ ਹੈ। ਤੁਸੀਂ ਖੁਦ ਫੀਲ ਕਰੋਗੇ ਤੁਹਾਨੂੰ ਕਾਫੀ ਰਾਹਤ ਮਿਲਦੀ ਆ। ਔਰ ਇਹ ਲਿਕੁਇਡ ਦੇ ਵਿੱਚ ਗਾਰੰਟੀ ਹੈ ਸਾਰਾ ਇਹ ਨੈਚੁਰਲ ਸਟਫ ਹੈਗਾ। ਜ਼ਰੂਰ ਆਓ ਮਦਰ ਇੰਡੀਆ ਸਟੋਰ ਦੇ ਉੱਤੇ ਜਾਂ ਕਿਸੇ ਹੋਰ ਸਟੋਰ ਦੇ ਉੱਤੇ ਸਰੀ ਜਾਂ ਐਬਸਪੋਰਟ ਕਿਹੜੇ ਸਟੋਰ ਤੇ ਮਿਲਦੀ ਹੈ ਜਾਂ ਸਾਡਾ ਪ੍ਰੋਡਕਟ ਮਿਲਦਾ ਉਹਦੀ ਜਾਣਕਾਰੀ ਲਈ ਪਹਿਲਾਂ ਜ਼ਰੂਰ ਕਾਲ ਕਰ ਲਓ ਕਿ ਮੈਂ ਕਿਹੜੇ ਸਟੋਰ ਤੇ ਜਾਵਾਂ ਸਾਨੂੰ ਇਹ ਪ੍ਰੋਡਕਟ ਉੱਤੇ ਮਿਲ ਜਾਏ। ਬਿਲਕੁਲ ਜੀ। ਸ਼ਿਲਾਜੀਤ ਸਰੀਰ ਦਾ ਆਯੁਰਵੇਦ ਦਾ ਸਾਰ ਹੈ ਤੇ ਸਭ ਚੀਜ਼ਾਂ ਦੀ ਸਭ ਤੋਂ ਵਧੀਆ ਇੱਕ ਔਸ਼ਧੀ ਹੈ। ਇਹ ਬੰਦੇ ਨੂੰ ਟੱਸ 'ਚ ਕਰ ਦਿੰਦੀ ਹੈ ਸ਼ਿਲਾਜੀਤ। ਅੱਛਾ, ਨਾਲ ਇਹ ਦੱਸਿਓ ਜੀ ਕਿ ਆਪਣੀ ਜਿਹੜੀ ਅਸ਼ਵਗੰਧਾ ਹੈ, ਕਿਉਂਕਿ ਠੰਡ ਦੀ ਮੈਂ ਹੁਣ ਗੱਲ ਕਰ ਰਹੀ ਹਾਂ, ਅਸ਼ਵਗੰਧਾ ਨੂੰ ਫਿਰ ਕੈਪਸੂਲ ਦੇ ਵਿੱਚ ਲੈ ਕੇ ਆਉਂਦੇ ਜਾਂ ਉਹ ਵੀ ਪਾਊਡਰ ਆ ਖੁੱਲਾ? ਅਸ਼ਵਗੰਧਾ ਤੁਹਾਨੂੰ ਪਾਊਡਰ ਵਿੱਚ ਵੀ ਮਿਲ ਜਾਂਦਾ, ਕੈਪਸੂਲ ਦੇ ਵਿੱਚ ਵੀ ਮਿਲ ਜਾਂਦਾ ਹੈਗਾ। ਪਾਊਡਰ ਦੇ ਵਿੱਚ ਜ਼ਿਆਦਾ ਇਫੈਕਟ ਕਰਦਾ, ਤੁਸੀਂ ਹਾਫ ਟੀਸਪੂਨ ਕੋਸੇ ਪਾਣੀ ਨਾਲ ਲੈ ਲਓ। ਕਈ ਵਾਰੀ ਕੁਝ ਭਰਾ ਆਪਣੇ ਜਾਂ ਭੈਣਾਂ ਨਹੀਂ ਲੈਣਾ ਚਾਹੁੰਦੀਆਂ, ਕੋਈ ਕੈਪਸੂਲ ਹੁੰਦਾ ਹੈਗਾ ਥੋੜਾ ਹਾਰਡ ਟੂ ਸਵਾਲੋ, ਜਿਹੜਾ ਪਾਊਡਰ ਹੈ ਤੁਸੀਂ ਆਰਾਮ ਨਾਲ ਈਜ਼ੀ ਲੈ ਸਕਦੇ ਆ, ਉਹਦਾ ਇਫੈਕਟ ਵੀ ਜ਼ਿਆਦਾ ਕਰਦਾ ਹੈਗਾ। ਹਾਫ ਟੀਸਪੂਨ ਕੋਸੇ ਪਾਣੀ ਨਾਲ ਲੈ ਲਓ ਜੀ। ਤੇ ਜਿਹੜੇ ਵਸਮਾ ਪਾਣੀ ਵਰਗਾ ਹੀ ਆ, ਕਹਿੰਦੇ ਹੁਣ ਤਾਂ ਬੰਦੇ ਨੂੰ ਭੁਲੇਖਾ ਲੱਗਦਾ ਵੀ ਇਹ ਪਾਣੀ ਕਿਵੇਂ ਰੰਗ ਚਾੜੂਗਾ ਵਾਲਾਂ ਨੂੰ। ਹਾਂਜੀ ਬਿਲਕੁਲ, ਕਾਫੀ ਭੈਣ ਭਰਾ ਇਸ ਵੀਕਐਂਡ ਤੇ ਆਏ ਸੀਗੇ, ਉਹ ਲੈ ਕੇ ਗਏ ਆ ਸਾਡਾ ਜਿਹੜਾ ਨਵਾਂ ਬੋਟਲ ਆਇਆ ਹੈਗਾ। ਬਹੁਤ ਈਜ਼ੀ ਟੂ ਯੂਜ਼ ਹੈ, ਪਾਣੀ ਹੈ ਬਿਲਕੁਲ, ਤੁਸੀਂ ਹੱਥ ਤੇ ਪਾਓਗੇ ਉਹ ਵੀ ਕਲਰ ਵਾਈਟ ਹੀ ਆਏਗਾ, ਜਾਂ ਤੁਸੀਂ ਸਿਰ ਤੇ ਲਾਏਗਾ ਉਹ ਵਾਈਟ ਕਲਰ ਥੋੜਾ ਸ਼ੈਂਪੂ ਹੋ ਜਾਣਾ ਹੈਗਾ, ਜਾਂ ਤੁਸੀਂ ਬਾਲ ਧੋਂਦੇ ਬਿਲਕੁਲ ਵਾਈਟ ਕਲਰ ਹੀ ਆਉਂਦਾ ਹੈਗਾ। ਔਰ ਤੁਸੀਂ 7 ਮਿੰਟ ਅੰਦਰ ਬਾਲ ਧੋਂਦੇ ਆ, ਉਸ ਤੋਂ ਬਾਅਦ ਤੁਸੀਂ ਦੇਖੋ ਤੁਹਾਡਾ ਹੇਅਰ ਡਾਈ ਵੀ ਹੋ ਗਿਆ। ਔਰ ਇਹਦੇ ਵਿੱਚ ਜ਼ਿਆਦਾ ਜਿਹੜੀ ਵਧੀਆ ਚੀਜ਼ ਹੈਗੀ ਆ, ਇਹਨੂੰ ਤੁਸੀਂ ਟਰੈਵਲ ਕਰਨਾ ਹੈਗਾ ਨਾਲ ਲਿਜਾ ਸਕਦੇ ਆ। ਜਿਹੜੀ ਪੰਪ ਵਾਲੀ ਬੋਟਲ ਥੋੜਾ ਲੋਕੀ ਭੈਣ ਭਰਾ ਨਹੀਂ ਲਿਜਾਂਦੇ ਸੀ ਕਿਉਂਕਿ ਪੋਸੀਬਿਲਿਟੀ ਉਹ ਲੀਕ ਹੋ ਸਕਦੀ ਸੀਗੀ। ਇਹ ਤੁਸੀਂ ਢੱਕਣ ਹੈ ਜਿੰਨੀ ਲੋੜ ਹੈ ਤੁਸੀਂ ਉਨਾ ਯੂਜ਼ ਕਰ ਲਓ। ਔਰ ਪਲੱਸ ਇਹਦੇ ਵਿੱਚ 400 ml ਸੀ ਪਹਿਲਾ ਬੋਟਲ, ਇਹ 460 ml ਹੈਗਾ। ਔਰ ਤੁਹਾਡਾ ਇਹ ਤਕਰੀਬਨ ਦਾੜੀ ਦੇ ਵਿੱਚ 2-4 ਦਿਨ ਹੋਰ ਵੀ ਐਕਸਟਰਾ ਨਿਕਲ ਜਾਂਦੇ ਆ, ਔਰ ਬਾਲਾਂ ਦੇ ਵਿੱਚ ਵੀ 1 ਹਫ਼ਤਾ ਐਕਸਟਰਾ ਨਿਕਲਦਾ। ਬਹੁਤ ਸੋਹਣੀ ਪੈਕਿੰਗ ਆ, ਈਜ਼ੀ ਟੂ ਯੂਜ਼, ਜ਼ਰੂਰ ਲੈ ਕੇ ਜਾਓ। ਕਾਫੀ ਲਾਸਟ ਵੀਕ ਲੈ ਕੇ ਗਏ ਭੈਣ ਭਰਾ, ਉਹਦੀ ਵੈਰੀ ਹੈਪੀ, ਕਹਿੰਦੇ ਹੁਣ ਟਰੈਵਲ ਕਰਨਾ ਹੈਗਾ, ਹੁਣ ਸਾਨੂੰ ਈਜ਼ੀ ਹੋ ਗਿਆ, ਨਹੀਂ ਤਾਂ ਡਰ ਰਹਿੰਦਾ ਸੀ ਵੀ ਕਿਤੇ ਲੀਕ ਨਾ ਹੋ ਜਾਵੇ ਚੀਜ਼। ਵਾਲ ਜਿਹੜੇ ਝੜਦੇ ਆ ਜੀ, ਹਾਂਜੀ, 2 ਮੂੰਹੇ ਵਾਲ ਹੋ ਜਾਂਦੇ, ਜਿਵੇਂ ਕਈ ਵਾਰ ਬੰਦਾ 2 ਤਰ੍ਹਾਂ ਦੀ ਗੱਲ ਕਰਦਾ, ਉਹਨੂੰ ਕਹਿੰਦੇ 2 ਮੂੰਹਾਂ, ਇਹੋ ਜਿਹੇ ਵਾਲ ਹੋ ਜਾਂਦੇ ਆ ਜੀ ਮੂਹਰੇ, ਉਹਨਾਂ ਲਈ ਸ਼ੈਂਪੂ ਕਿਹੜਾ? ਉਹਦੇ ਵਾਸਤੇ ਕੈਰਾਟਿਨ ਸ਼ੈਂਪੂ ਹੈਗਾ, ਇੱਕ ਜਿੰਜਰ ਸ਼ੈਂਪੂ ਹੈਗਾ। ਜਿਹਨਾਂ ਦੇ ਭੈਣ ਭਰਾਵਾਂ ਦੇ ਬਾਲ ਟੁੱਟਦੇ ਆ, ਝੜਦੇ ਹੈਗੇ ਆ, ਤੁਸੀਂ ਉਹਨਾਂ ਵਾਸਤੇ ਜ਼ਰੂਰ ਲੈ ਕੇ ਜਾਓ ਮਦਰ ਇੰਡੀਆ ਦਾ ਜਿੰਜਰ ਸ਼ੈਂਪੂ। ਔਰ ਇਹਨੂੰ 30 ਦਿਨ ਟਰਾਈ ਕਰੋ, ਬਿਕੋਜ਼ ਬਾਕੀ ਫਿਰ ਸੋਪ ਸ਼ੈਂਪੂ ਨਾ ਯੂਜ਼ ਕਰੋ, 30 ਦਿਨ ਵਾਸਤੇ ਯੂਜ਼ ਕਰੋ। ਤੁਸੀਂ ਖੁਦ ਫੀਲ ਕਰੋਗੇ ਕਿ ਤੁਹਾਡੇ ਕੋਈ ਵੀ ਜਿਹੜੇ ਬਾਲ ਹੈਗੇ ਉਹ ਝੜਦੇ ਨਹੀਂ ਹੈਗੇ। ਤੁਸੀਂ ਦੇਖੋਗੇ ਕੰਘੇ ਵਿੱਚ ਕਿੰਨੇ ਤੁਹਾਡੇ ਬਾਲ ਆਏ ਆ ਜਾਂ ਬਾਥਰੂਮ 'ਚ ਕਿੰਨੇ ਬਾਲ ਡਿੱਗਦੇ ਆ। ਉਹ ਬੜੀ ਅੱਛੀ ਪ੍ਰੋਡਕਟ ਸਾਡੀ ਹੈਗੀ ਮਦਰ ਇੰਡੀਆ ਦੀ ਜਿੰਜਰ ਸ਼ੈਂਪੂ, ਜ਼ਰੂਰ ਲੈ ਕੇ ਜਾਓ। ਅਗਰ ਸਾਡੇ ਕੋਲ ਤੇਲ ਵੀ ਹੈਗਾ ਹਰਬਲ ਆਇਲ ਜਿਹੜਾ ਕਿ ਬਹੁਤ ਅੱਛਾ ਹੈਗਾ, ਔਰ ਨਾਲ ਇਹਦੇ ਨਾਲ ਆਰਗੈਨਿਕ ਜਿਹੜਾ ਸਾਡੇ ਕੋਲ ਆਰਗਨ ਆਇਲ ਹੈਗਾ, ਮਰਾਕੋ ਆਇਲ ਆ, ਉਹ ਤੁਸੀਂ ਦਾੜੀ ਨੂੰ, ਮੁੱਛਾਂ ਨੂੰ ਲਾਓ, ਬਾਲਾਂ ਨੂੰ ਲਾਓ, ਫੇਸ ਤੇ ਲਾਓ, ਉਹ ਵੀ ਤੁਹਾਡੇ ਚਿਹਰੇ ਨੂੰ ਗਲੋ ਕਰਦਾ, ਤੁਹਾਡੇ ਰਿੰਕਲ ਨੂੰ ਵੀ ਕਾਫੀ ਫਾਇਦਾ ਹੁੰਦਾ ਹੈਗਾ। ਉਹ ਵੀ ਤੁਸੀਂ ਮਦਰ ਇੰਡੀਆ ਸਟੋਰ ਤੋਂ ਲੈ ਸਕਦੇ ਹੈਗੇ। ਅੱਛਾ ਜੀ, ਹੁਣ ਫਿਰ ਤਿਉਹਾਰਾਂ ਦੇ ਵੇਲੇ ਘਰ ਸੁਗੰਧਿਤ ਹੋਣਾ ਸਾਫ਼ ਦੇ ਨਾਲ ਬੜਾ ਜ਼ਰੂਰੀ ਹੈ। ਧੂਫ ਤੇ ਅਗਰਬੱਤੀ ਦੱਸੋ, ਜਿਹੜੀ ਲਬਾਨ ਹੈ, ਲਬਾਨ ਦਾ ਤੋੜ ਨਹੀਂ ਹੈ ਕੋਈ? ਹਾਂਜੀ ਬਿਲਕੁਲ, ਲਬਾਨ ਅੱਛੀ ਹੈ, ਲਬਾਨ ਤੇ ਗੂਗਲ ਬਹੁਤ ਹੀ ਅੱਛੀ ਹੈ। ਮੈਂ ਹਮੇਸ਼ਾ ਤੁਹਾਨੂੰ ਦੱਸਦਾ ਹੁੰਦਾ ਵੀ ਜਦੋਂ ਤੁਸੀਂ ਲਬਾਨ ਤੇ ਗੂਗਲ ਘਰ ਲਾਉਂਦੇ ਹੈਗੇ, ਇੱਕ ਤਾਂ ਨੈਗੇਟਿਵ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਰਿਮੂਵ ਕਰਦੀ ਹੈ, ਪਲੱਸ ਜਿੱਦਾਂ ਤੁਸੀਂ ਦੇਖਦੇ ਹੋਣੇ ਵੀ ਜਦੋਂ ਯੱਗ ਹੁੰਦਾ ਹੈਗਾ, ਜਿਹੜੀ ਉਹ ਹਵਨ 'ਚ ਸਮਾਨ ਪਾਇਆ ਹੁੰਦਾ, ਬਹੁਤ ਹੀ ਅੱਛੀ ਸੁਗੰਧ ਹੈਗੀ ਆ। ਜ਼ਰੂਰ ਟਰਾਈ ਕਰੋ ਮਦਰ ਇੰਡੀਆ ਦੀ ਗੂਗਲ ਜਾਂ ਲਬਾਨ। ਇਹ ਤੁਸੀਂ ਕੋਨ ਵਿੱਚ ਵੀ ਲੈ ਸਕਦੇ ਆ ਔਰ ਅਗਰਬੱਤੀ ਵਿੱਚ ਵੀ ਲਿਜਾ ਸਕਦੇ ਆ। ਔਰ ਅਗਰ ਤੁਸੀਂ ਚਾਹੁੰਦੇ ਆ ਵੀ ਇਹਨੂੰ ਫਾਇਰ ਦੇ ਉੱਤੇ, ਚਾਰਕੋਲ ਦੇ ਉੱਤੇ ਲਾਉਣਾ ਹੈਗਾ, ਔਰ ਰੌਕ ਦੇ ਵਿੱਚ ਵੀ ਮਿਲ ਜਾਂਦਾ ਹੈਗਾ। ਅੱਛਾ ਜੀ। ਹਾਂਜੀ, ਰੌਕ ਦੇ ਵਿੱਚ ਵੀ ਮਿਲ ਜਾਂਦਾ ਹੈਗਾ। ਪਹਿਲਾਂ ਆਪਾਂ ਧੂੰਆਂ ਕਰਦੇ ਸੀਗੇ, ਉਹ ਫਾਇਰ ਦੇ ਉੱਤੇ ਕਰਦੇ ਸੀਗੇ, ਫਿਰ ਉਸ ਤੋਂ ਬਾਅਦ ਸਮਾਂ ਆ ਗਿਆ, ਫਿਰ ਉਹ ਛੱਡ ਦਿੱਤਾ ਲੋਕਾਂ ਨੇ, ਭੈਣ ਭਰਾਵਾਂ ਨੇ ਕਰਨਾ, ਫਿਰ ਅਸੀਂ ਉਹ
ਸੇਮ ਚੀਜ਼ ਅਗਰਬੱਤੀ ਤੇ ਕੋਨ 'ਚ ਬਣਾਤੀ। ਔਰ ਕਈ ਹਜੇ ਵੀ ਭੈਣ ਭਰਾ ਉਹ ਰੌਕ ਦੇ ਵਿੱਚ ਲੈ ਕੇ ਜਾਂਦੇ ਆ, ਉਹ ਕਹਿੰਦੇ ਨਹੀਂ ਅਸੀਂ ਪੁਰਾਣੇ ਵੇ ਨਾਲ ਹੀ ਅਸੀਂ ਆਪਣੇ ਘਰ ਜਾਂ ਤੁਸੀਂ ਫਾਰਮ ਜਾਂ ਸਟੋਰ ਦੇ ਵਿੱਚ ਯੂਜ਼ ਕਰਦੇ ਆ, ਔਰ ਉਹ ਵੀ ਤੁਸੀਂ ਲੈ ਸਕਦੇ ਹੈਗੇ। ਸ਼ੁਕਲਾ ਜੀ, ਜਿਹੜੀਆਂ ਆਯੁਰਵੇਦ ਦੀਆਂ ਵਟੀਆਂ ਨੇ, ਜਿਹੜੀਆਂ ਹਿੰਗ ਵਾਲੀ ਆ ਤੇ ਵਟੀ ਆ ਜਿਹੜੀ, ਤੇ ਨਾਲ ਪੁਦੀਨੇ ਦੀ ਆ ਜੀ, 4-5 ਕਿਸਮ ਦੀਆਂ। ਹਾਂਜੀ, ਇਹ ਵੀ ਤੁਸੀਂ ਹਰੜ ਦੀ ਵੀ ਹੈ, ਇੱਕ ਹਰੜ ਦੀ ਵੀ ਆ। ਹਰਟ ਦੀ ਵੀ ਗੋਲੀ ਹੈਗੀ ਹੈ, ਤੁਸੀਂ ਜਦੋਂ ਵੀ ਡਾਈਜੈਸਟ ਸਿਸਟਮ ਵਾਸਤੇ ਬੜੀ ਅੱਛੀ ਹੈਗੀ। ਜਦੋਂ ਤੁਸੀਂ ਕਈ ਵਾਰੀ ਹੁੰਦਾ ਲੰਚ ਜਾਂ ਡਿਨਰ ਤੁਸੀਂ ਕਈ ਵਾਰੀ ਆਪਣੀ ਭੁੱਖ ਤੋਂ ਜ਼ਿਆਦਾ ਖਾ ਲੈਂਦੇ ਹੈਗੇ ਆ, ਫਿਰ ਤੁਹਾਨੂੰ ਗੈਸ ਪ੍ਰੋਬਲਮ ਹੋ ਜਾਂਦੀ ਹੈਗੀ ਹੈ। ਤੁਸੀਂ ਮੇਕ ਸ਼ੋਰ ਤੱਕ ਤਾਂ ਮਾਊਥ ਫਰੈਸ਼ਨਰ ਹੈਗੀ ਆ, ਔਰ ਤੁਸੀਂ 2 ਗੋਲੀਆਂ ਜ਼ਰੂਰ ਲੰਚ ਤੋਂ ਡਿਨਰ ਤੋਂ ਬਾਅਦ ਕਰ ਲਓ, ਤੁਹਾਨੂੰ ਕਾਫੀ ਰਾਹਤ ਮਿਲਦੀ ਆ। ਜਿਹੜੀਆਂ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੁੰਦੀਆਂ ਉਹ ਕਾਫੀ, ਜਿੱਦਾਂ ਮੈਂ ਹਮੇਸ਼ਾ ਦੱਸਦਾ, ਤੁਸੀਂ ਇੱਕ ਤਾਂ ਪਹਿਲਾਂ ਤੁਸੀਂ ਲੰਚ ਜਾਂ ਡਿਨਰ ਕਰਦੇ ਹੈਗੇ ਆ, ਟਾਈਮ ਇੱਕ ਫਿਕਸ ਕਰ ਲਓ ਕਿ ਮੈਂ 12 12:30 ਟਾਈਮ ਕਰਨਾ ਜਾਂ ਡਿਨਰ ਇੰਨੇ ਵਜੇ ਕਰਨਾ। ਔਰ ਕੋਸ਼ਿਸ਼ ਕਰੋ ਅਗਰ ਤੁਸੀਂ 3 ਰੋਟੀਆਂ ਖਾਣੇ ਜਾਂ 2 ਖਾਓ, 2.5 ਖਾਓ, ਅੱਧਾ ਪ੍ਰਸ਼ਾਦਾ ਜ਼ਰੂਰ ਘੱਟ ਖਾਓ। ਔਰ ਪਲੀਜ਼ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਲੰਚ ਦਾ ਡਿਨਰ ਦਾ ਪਾਣੀ ਅਗਰ ਪੀ ਸਕਦੇ ਆ 40 ਮਿੰਟ ਬਾਅਦ ਪੀਓ ਤਾਂ ਹੋਰ ਵੀ ਫਾਇਦਾ। ਨਾ ਹੀ ਤਾਂ ਉਹਦੇ ਨਾਲ ਤੁਹਾਡੀ ਟਮੀ ਵੱਧਦੀ ਹੈ, ਨਾ ਹੀ ਤੁਹਾਨੂੰ ਗੈਸ ਪ੍ਰੋਬਲਮ ਆਉਂਦੀ ਹੈਗੀ। ਅੱਛਾ ਜੀ, ਤੁਲਸੀਆਂ ਦੇ ਤੁਪਕੇ ਬਾਰੇ ਵੀ ਦੱਸ ਦਿਓ। ਤੁਲਸੀ ਦਾ ਤੁਪਕਾ ਬੜਾ ਕਾਇਮ ਹੈ। ਹਾਂਜੀ ਬਿਲਕੁਲ, ਤੁਲਸੀ ਡ੍ਰੌਪ ਤੁਸੀਂ ਲਿਜਾ ਸਕਦੇ ਮਦਰ ਇੰਡੀਆ ਸਟੋਰ ਤੋਂ। ਸਵੇਰੇ 2 ਬੂੰਦਾਂ ਜਾਂ ਸ਼ਾਮ ਨੂੰ 2 ਬੂੰਦਾਂ ਪਾ ਕੇ ਪੀਓ, ਇਹ ਵੀ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ। ਬਹੁਤ ਹੀ ਅੱਛਾ ਪ੍ਰੋਡਕਟਸ ਹੈਗਾ, ਇਹ ਵੀ ਮਦਰ ਇੰਡੀਆ ਸਟੋਰ 'ਤੇ ਸਾਨੂੰ ਮਿਲਦਾ ਹੈਗਾ। ਬਾਕੀ ਟੋਰਾਂਟੋ, ਕੈਲਗਰੀ, ਮੌਂਟਰੀਅਲ, ਐਬਰਸਪੋਰਟ ਕਿਹੜੇ ਸਟੋਰ ਦੇ ਵਿੱਚ ਹੈਗਾ ਉਹਦੀ ਪਹਿਲਾਂ ਜਾਣਕਾਰੀ ਜ਼ਰੂਰ ਲੈ ਲਿਆ ਕਰੋ। ਫਿਰ ਤੁਸੀਂ ਜਾਓ, ਜਦੋਂ ਵੀ ਤੁਸੀਂ ਸਟੋਰ 'ਤੇ ਕਿਸੇ ਜਾਂਦੇ ਆ, ਮੇਕ ਸ਼ੋਰ ਕਰੋ ਕਿ ਮਦਰ ਇੰਡੀਆ ਦਾ ਲੋਗੋ ਜਾਂ ਮਦਰ ਇੰਡੀਆ ਦਾ ਨਾਂ ਜ਼ਰੂਰ ਪੜ ਲਓ। ਅਖੀਰ ਦੇ ਵਿੱਚ ਜੇ ਕੋਈ ਹੋਰ ਕੋਈ ਪ੍ਰੋਡਕਟ ਆ ਉਹਦੇ ਬਾਰੇ ਜਾਣਕਾਰੀ ਦੇ ਦਿਓ ਤੇ ਫਿਰ ਗਿਆਨ ਦੀ ਗੱਲ ਸੁਣਾ ਦਿਓ। ਹਾਂਜੀ ਬਿਲਕੁਲ, ਸਾਡਾ ਸਟੋਰ ਹੈ ਜੀ ਮਦਰ ਇੰਡੀਆ ਸਟੋਰ 6647 ਮੇਨ ਸਟਰੀਟ ਵੈਨਕੂਵਰ। ਟੈਲੀਫੋਨ ਤੁਸੀਂ ਕਿਸੇ ਟਾਈਮ ਵੀ ਕਾਲ ਕਰ ਸਕਦੇ ਆ 604 430 6072 10 ਤੋਂ 6 ਖੋਲਦੇ ਆ, ਸਿਰਫ ਟਿਊਜ਼ਡੇ ਬੰਦ ਹੁੰਦੇ ਆ। ਬਾਕੀ ਅਕਤੂਬਰ ਮੰਥ ਦੇ ਵਿੱਚ ਅਸੀਂ ਜਿੰਨੇ 3 ਟਿਊਜ਼ਡੇ ਆਉਣਗੇ ਨੈਕਸਟ ਵੀਕ ਤੋਂ ਅਸੀਂ ਉਹ ਟਿਊਜ਼ਡੇ ਵੀ ਖੋਲਾਂਗੇ। ਔਰ ਲਾਸਟ ਵਿੱਚ ਅੱਜ ਦਾ ਵਿਚਾਰ ਜ਼ਰੂਰ ਦਿੰਦੇ ਹਾਂ ਜੀ। ਅੱਜ ਦਾ ਵਿਚਾਰ ਇਸ ਤਰ੍ਹਾਂ ਹੈ, मुसीबत में अगर किसी से मदद मांगो तो सोच समझ कर मांगना। मुसीबत में अगर किसी से मदद मांगो तो सोच कर मांगना, क्योंकि मुसीबत कुछ समय के लिए होती है और एहसान जिंदगी भर का। ਆਨੰਦ ਲਿਆਤੀ, ਗੱਲ ਸਿਰੇ ਕਰਤੀ, ਚਾਬੀਆਂ ਖੂਹ 'ਚ ਸਿੱਟਤੀਆਂ ਲਾ ਕੇ ਜਿੰਦਾ। ਤੇ ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ ਸ਼ੁਕਲਾ ਸਾਹਿਬ, ਥੈਂਕ ਯੂ। ਮਦਰ ਇੰਡੀਆ ਤੋਂ ਗੱਲਬਾਤ ਕਰ ਰਹੇ ਸੀ ਸ਼ੁਕਲਾ ਜੀ। ਅਗਲੀ ਸੈਗਮੈਂਟ ਦੇ ਵਿੱਚ ਮੇਰੇ ਨਾਲ ਸੇਵਾ ਮੁਕਤ ਨਾਇਬ ਤਹਿਸੀਲਦਾਰ ਸਰਦਾਰ ਗੁਰਪਿਆਰ ਸਿੰਘ ਸਰਾਭਾ ਸ਼ਾਮਲ ਹੋਣਗੇ। ਤੁਹਾਡੀਆਂ ਮੁਸ਼ਕਲਾਂ ਉੱਥੇ ਜਾਇਦਾਦਾਂ ਦੀਆਂ ਜਿਹੜੀਆਂ ਉਹਦੇ ਝਗੜਿਆਂ ਦੇ ਕਾਰਨ ਤੇ ਨਿਪਟਾਰੇ, ਕਿਉਂਕਿ ਉਹ ਅਫਸਰ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਕਿੱਥੇ ਜਿਹੜਾ ਰੇੜਕਾ ਪੈਂਦਾ ਪੇਂਡੂ ਜਾਇਦਾਦ ਦਾ ਤੇ ਸ਼ਹਿਰੀ ਜਾਇਦਾਦ ਦਾ। ਮਸਤਰਕੇ ਖਾਤੇ ਕੀ ਨੇ, ਲਾਲ ਲਕੀਰ ਤੋਂ ਅੰਦਰ ਤੇ ਬਾਹਰ ਕਿਵੇਂ ਹੁੰਦਾ, ਸਾਂਝੀ ਭਰਾਵਾਂ ਦੀ ਜ਼ਮੀਨ ਆ ਜਿਹੜੀ ਉਹ ਤਕਸੀਮ ਕਿਵੇਂ ਹੁੰਦੀ ਆ, ਹੇਵਾ ਕਿਵੇਂ ਹੁੰਦਾ, ਪੁੰਨ ਦਾ ਹੇਵਾ ਕੀ ਕਿਹਾ ਜਾਂਦਾ ਹੈ, ਤੇ ਵਸੀਅਤ ਕੀ ਹੈ, ਵਸੀਅਤ ਟੁੱਟ ਸਕਦੀ ਆ ਜਾਂ ਨਹੀਂ, ਕਿਹੜੀ ਵਸੀਅਤ ਕਿਵੇਂ ਹੁੰਦੀ ਹੈ, ਕਿਵੇਂ ਲਿਖਣੀ ਚਾਹੀਦੀ ਹੈ, ਵਿਲ ਜਿਹਨੂੰ ਕਹਿੰਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਜਾਣਕਾਰੀ ਅੱਜ ਤੁਹਾਨੂੰ ਮੈਂ ਖਾਸ ਇੱਕ ਦੇਣੀ ਹੈ। ਸਾਡੇ ਪਿੰਡਾਂ ਦੇ ਜ਼ਮੀਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ, ਪੀੜ੍ਹੀਆਂ ਸਾਡੀਆਂ ਬਰਬਾਦ ਹੋ ਗਈਆਂ, ਮੁਸ਼ਕਲਾਂ ਸਾਡੇ ਤੋਂ ਸਹੀ ਨਾ ਹੋਈਆਂ। ਵੱਟ ਦੇ ਰੌਲੇ ਨੂੰ ਅਣਖ ਦੇ ਰੌਲੇ ਨਾਲ ਕਰਕੇ ਸਕੇ ਚਾਚੇ ਤਾਏ ਦੇ ਪੁੱਤਾਂ ਦੇ ਹੱਥੋਂ ਕਤਲ ਹੋ ਗਏ। ਬਾਕੀ ਰਹਿੰਦਾ ਟੱਬਰ ਜੇਲ੍ਹਾਂ ਚਲੇ ਗਿਆ, ਚੁੱਲ੍ਹਿਆਂ 'ਚ ਘਾਹ ਉੱਗ ਕੇ ਬੁਰਾ ਹਾਲ ਹੋ ਗਿਆ। ਹੁਣ ਅਸੀਂ ਇੱਕ ਫੇਜ਼ ਦੇ ਵਿੱਚ ਆ ਜਿਹੜੇ ਉਰੇ ਆ। ਮੈਂ ਇਨਕਰੇਜ ਤਾਂ ਨਹੀਂ ਕਰਦਾ ਕਿਸੇ ਨੂੰ ਵੀ ਜਾਇਦਾਦ ਕੋਈ ਪੰਜਾਬ 'ਚ ਵੇਚੇ, ਸਾਡੀ ਨੇਟਿਵ ਲੈਂਡ ਆ, ਸਾਡਾ ਦੇਸ਼ ਹੈ। ਪਰ ਜਿਹੜੇ ਆ ਗਏ, ਚੌਥੀ ਪੀੜ੍ਹੀ ਤੁਰ ਗਈ, ਉਹਨਾਂ ਦੀਆਂ ਜਾਇਦਾਦਾਂ ਦੀਆਂ ਮੁਸ਼ਕਲਾਂ ਬਹੁਤ ਪੈ ਰਹੀਆਂ ਨੇ, ਘਰਾਂ ਦੀਆਂ ਮੁਸ਼ਕਲਾਂ ਪੈ ਰਹੀਆਂ ਨੇ। ਲਾਲ ਲਕੀਰ ਦੇ ਅੰਦਰ ਕੀ ਜਾਇਦਾਦ ਆ, ਫਿਰਨੀ ਤੋਂ ਟੱਪ ਕੇ ਜਾਇਦਾਦ ਕਿਹੜੀ ਹੈ, ਕਿਵੇਂ ਵਸੀਅਤ ਹੋਣੀ ਹੈ, ਕਿਵੇਂ ਹੇਵਾ ਹੋਣਾ, ਪੁੰਨ ਦਾ ਹੇਵਾ ਕਿਹਨੂੰ ਕਹਿੰਦੇ ਨੇ, ਵਸੀਅਤ ਕਿਵੇਂ ਟੁੱਟਦੀ ਹੈ, ਇੰਤਕਾਲ ਕੀ ਹੈ, ਰਜਿਸਟਰੀ ਕੀ ਹੈ, ਖਰਚਾ ਕਿਵੇਂ ਹੁੰਦਾ। ਇਹ ਜਿਹੜੇ ਫਸਟ ਜਿਹੜੇ ਹੱਥੀਂ ਜਿਨ੍ਹਾਂ ਨੇ ਕੀਤੀਆਂ ਅਤੇ ਜਰੀਬਾਂ ਸਿੱਟ ਲੋਕਾਂ ਦੀਆਂ ਖੱਤੇ ਸਿੱਧੇ ਕੀਤੇ, ਕੰਮ ਕਰਾਇਆ। ਸਰਦਾਰ ਗੁਰਪਿਆਰ ਸਿੰਘ ਸਰਾਭਾ ਨੇ ਮੇਰੇ ਨਾਲ, ਜਿਹੜੇ ਨਾਇਬ ਤਹਿਸੀਲਦਾਰ ਸੇਵਾ ਮੁਕਤ ਹੋ ਕੇ ਆਏ ਨੇ, ਉਹਨਾਂ ਨਾਲ ਨਾ ਮੈਂ ਅੱਜ ਬੇਨਤੀ ਉਹਨਾਂ ਨੂੰ ਕੀਤੀ ਹੈ ਕਿ ਸਾਡੀਆਂ ਉੱਥੇ ਮੁਸ਼ਕਲਾਂ ਬਹੁਤ ਨੇ। ਉਹ ਅੱਜ ਉਹਨਾਂ ਨਾਲ ਮੈਂ ਗੱਲਬਾਤ ਕਰ ਰਹੀ ਹਾਂ, ਮੁਸ਼ਕਲਾਂ ਅਕਸਰ ਕੀ ਨੇ
ਤੇ ਉਹਨਾਂ ਦੇ ਨਿਪਟਾਰੇ ਕੀ ਨੇ। ਸਰਦਾਰ ਸਾਹਿਬ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ, ਤੁਹਾਡੇ ਜਰੀਏ ਅੱਜ ਰੇਡੀਓ ਸ਼ੇਰੇ ਪੰਜਾਬ ਦੇ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਪਿਆਰ ਤੇ ਸਤਿਕਾਰ ਸਹਿਤ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਬਹੁਤ ਬਹੁਤ। ਪਿੰਡਾਂ ਤੋਂ ਸ਼ਹਿਰਾਂ ਦੀ ਜ਼ਿੰਦਗੀ ਤੁਸੀਂ ਵੇਖੀ, ਪਿੰਡਾਂ ਦੇ ਵਿੱਚ ਪਟਵਾਰੀ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ, ਨੇੜੇ ਦੀ ਤਹਿਸੀਲ 'ਚ ਬੈਠੇ, ਸਾਰਾ ਕੁਝ ਤੁਸੀਂ ਨੇੜੇ ਵੇਖਿਆ। ਪਿਛਲੇ ਸਾਲ ਸੇਵਾ ਮੁਕਤ ਹੋਏ ਹੋ, ਹਲੇ ਤਾਜ਼ਾ ਕੰਮ ਹੈ, ਮਨ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਤੇ ਆਪਣਾ ਇਹ ਆਊਟਲੈਟ ਆ ਜਿੱਥੋਂ ਆਪਾਂ ਸੁਨੇਹਾ ਦੇਵਾਂਗੇ। ਪਿੰਡਾਂ ਦੀਆਂ ਜਿਹੜੀਆਂ ਜਾਇਦਾਦਾਂ ਦੀਆਂ ਮੁਸ਼ਕਲਾਂ ਨੇ ਉਹ ਕੀ ਨੇ, ਜਿਹੜੀਆਂ ਅਕਸਰ ਨੇ, ਜਿਹੜੀਆਂ ਨਾਰਮਲ ਨੇ ਸਾਰਿਆਂ 'ਚ? ਆਮ ਤੌਰ 'ਤੇ ਪਿੰਡਾਂ ਦੇ ਵਿੱਚ ਕਈ ਜਿਹੜੀਆਂ ਮੁਸ਼ਕਲਾਂ ਅਵੇਅਰਨੈਸ ਦੀ ਘਾਟ ਕਰਕੇ ਆ ਜਾਂਦੀਆਂ ਨੇ। ਅੱਛਾ ਜੀ। ਜਿਹੜਾ ਰੈਵਨਿਊ ਸਿਸਟਮ ਆ ਪੰਜਾਬ ਦਾ ਜੀ, ਬੜਾ ਵਧੀਆ ਰੈਵਨਿਊ ਸਿਸਟਮ ਆ। ਹੁਣ ਤਾਂ ਜੋ ਸਰਕਾਰਾਂ ਨੇ ਕਰ ਦਿੱਤਾ ਆ, ਬੜੀ ਟਰਾਂਸਪੇਰੈਂਸੀ ਆ ਗਈ ਹੈ ਇਹਦੇ ਵਿੱਚ। ਅੱਛਾ ਜੀ। ਤੇ ਕਈ ਵਾਰੀ ਸਮਝ ਦੀ ਘਾਟ ਕਰਕੇ ਜਾਂ ਕਈ ਵਾਰੀ ਕੋਈ ਜਾਣਕਾਰੀ ਅਧੂਰੀ ਹੋਣ ਕਰਕੇ ਆਪਾਂ ਰਹਿ ਜਾਂਦੇ ਆ, ਮੁਸ਼ਕਿਲ 'ਚ ਪੈ ਜਾਂਦੇ ਆ। ਬੜਾ ਸਿੱਧਾ ਸਪਸ਼ਟ ਬੜਾ ਵਧੀਆ ਸਟਰਕਚਰ ਆ। ਪਟਵਾਰੀ ਤੋਂ ਸ਼ੁਰੂ ਹੁੰਦਾ, ਪਟਵਾਰੀ, ਕਾਨੂੰਗੋ, ਤਹਿਸੀਲਦਾਰ, DRO, SDM ਉੱਪਰ ਤੱਕ, FCR ਚੀਫ ਸੈਕਟਰੀ ਤੱਕ ਜਾਂਦਾ ਇਹ। ਠੀਕ ਹੈ ਜੀ। ਤੇ ਬਹੁਤ ਸੈਟਅਪ ਬੜਾ ਵਧੀਆ ਸੈਟਅਪ ਆ। ਠੀਕ ਹੈ ਜੀ। ਪਟਵਾਰੀ ਤੋਂ ਸ਼ੁਰੂ ਹੁੰਦਾ ਆ। ਪਟਵਾਰੀ ਨੇ ਜ਼ਮੀਨ ਦਾ ਇੰਤਕਾਲ ਤੋਂ ਲੈ ਕੇ ਹਰ ਤਰ੍ਹਾਂ ਦੇ ਕੰਮ ਜੋ ਹੁੰਦੇ ਆ, ਵੱਖ-ਵੱਖ ਕਿਸਮ ਦੇ ਇੰਤਕਾਲ ਹੁੰਦੇ ਆ, ਤਕਸੀਮ ਦੇ ਕੇਸ ਹੁੰਦੇ ਆ, ਉਹ ਪਟਵਾਰੀ ਨੇ ਕਰਨੇ ਹੁੰਦੇ ਆ। ਪਰ ਉਹ ਜਦੋਂ ਆਪਾਂ ਉਹਨਾਂ ਕੋਲੇ ਪਹੁੰਚਣਾ ਆ, ਆਪਣੇ ਕਾਗਜ਼ ਪੱਤਰ ਜੋ ਵੀ ਹੈ ਆਪਾਂ ਮੁਕੰਮਲ ਉਹਨਾਂ ਨੂੰ ਦੱਸਣਾ ਅਸੀਂ ਕੀ ਕਰਨਾ ਆ। ਉਹ ਜਦੋਂ ਆਪਾਂ ਪਟਵਾਰੀ ਕੋਲੇ ਜਾਂਦੇ ਉਹ ਗਾਈਡ ਕਰਦਾ ਆ। ਤੇ ਉਹਦੇ ਵਿੱਚ ਜਿਹੜੀ ਹੱਲ ਜਿਹੜਾ ਉੱਥੋਂ ਸ਼ੁਰੂ ਹੁੰਦਾ ਆ, ਉਹ ਉਸੇ ਨੇ ਅੱਗੇ ਕਾਨੂੰਗੋ ਤੋਂ ਹੋ ਕੇ ਤਹਿਸੀਲਦਾਰ ਕੋਲੇ ਪਹੁੰਚਣਾ। ਸੋ ਪਟਵਾਰੀ ਜੇ ਸਿਆਣਾ ਹੋਵੇ, ਤੁਹਾਡੇ ਨਾਲ ਸੁਹਿਰਦ ਹੋਵੇ, ਗੱਲ ਖਤਮ ਹੋ ਵਧੀਆ ਤਰੀਕੇ ਨਾਲ ਨਿਬੜ ਸਕਦੀ। ਪਟਵਾਰੀ ਜਿਹੜੀ ਰੈਵਨਿਊ ਮਹਿਕਮੇ ਦੀ ਰੀੜ੍ਹ ਦੀ ਹੱਡੀ ਹੈ ਜੀ। ਹਾਂ, ਉੱਥੋਂ ਹੀ ਚੱਲਣਾ ਸਾਰਾ, ਉੱਥੋਂ ਹੀ ਚੱਲਣਾ ਆ। ਬੜੇ ਹੁਣ ਤਾਂ ਬਹੁਤ ਪਹਿਲਾਂ ਵੀ ਅਸੀਂ ਬੜੇ ਪੁਰਾਣੇ ਭਰਤੀ ਹੋਏ ਆ, 83 ਦੇ ਭਰਤੀ ਹੋਏ ਆ। ਬਹੁਤ ਵਧੀਆ ਗੱਲ ਹੈ। ਤੇ ਬੜੀ ਇਸ ਮਹਿਕਮੇ ਦੇ ਵਿੱਚ ਮਿਹਨਤ ਕੀਤੀ ਆ। ਮਿਹਨਤ ਕਰਕੇ ਇਹ ਸੌਦਾ ਪਰਮਾਤਮਾ ਨੇ ਬਖਸ਼ਿਸ਼ ਕੀਤਾ ਜਿੱਥੇ ਅਸੀਂ ਪਹੁੰਚੇ ਆ ਜੀ। ਬੜੇ ਲੋਕਾਂ ਦੇ ਨਾਲ ਮੈਂ ਹਮੇਸ਼ਾ ਆਪਣੇ ਆਪ ਨੂੰ ਸਾਹਮਣੇ ਖੜਾ ਕੇ ਦੇਖਿਆ। ਮੈਂ ਕਦੇ ਕੁਰਸੀ ਤੇ ਬਹਿ ਕੇ ਨਹੀਂ ਦੇਖਿਆ ਹੈਗਾ। ਮੈਂ ਦੇਖਦਾ ਵੀ ਬੰਦਾ ਸਾਹਮਣੇ ਖੜਾ, ਉਹ ਕੀ ਮੇਰੇ ਤੋਂ ਆਸ ਲੈ ਕੇ ਆਇਆ, ਕੀ ਸੋਚਦਾ, ਕੀ। ਹਾਂ, ਮੈਂ ਉਸੇ ਢੰਗ ਨਾਲ ਮੇਰੀ ਵਰਕਿੰਗ ਇਹ ਰਹੀ ਆ। ਤੇ ਮੈਂ ਆਪਣੇ ਸਟਾਫ ਨੂੰ ਵੀ ਇਹੀ ਸਿਖਾਉਂਦਾ ਰਿਹਾ ਆ ਵੀ ਤੁਹਾਡੇ ਕੋਲ ਇੱਕ ਬੰਦਾ ਆਸ ਲੈ ਕੇ ਆਉਂਦਾ, ਉਹਨੂੰ ਸਹੀ ਜਾਣਕਾਰੀ ਦਿਓ, ਉਹਦਾ ਸਹੀ ਕੰਮ ਕਰੋ, ਉਹਨੂੰ ਸਹੀ ਢੰਗ ਨਾਲ ਸਰਕਾਰ ਦੀਆਂ ਜੋ ਪਾਲਿਸੀਆਂ ਦੱਸੀਆਂ ਜਾਣ ਤੇ ਉਹਦਾ ਕੰਮ ਕੀਤਾ ਜਾਵੇ। ਅੱਛਾ ਸਰ ਸਾਹਿਬ, ਹੁਣ ਖਰੀਦ ਵੇਚ ਤੋਂ ਤਾਂ ਅੱਗੇ ਚੱਲਾਂਗੇ ਬਾਅਦ 'ਚ। ਪਹਿਲਾਂ ਇਹ ਦੱਸਿਓ ਵੀ ਪਰਿਵਾਰ ਹੋ ਗਿਆ, ਹੋ ਸਕਦਾ ਬਾਬੇ ਵੀ 3 ਭਾਈ ਹੋਣ, ਗਾਹਾਂ ਉਹਨਾਂ ਦੀਆਂ ਔਲਾਦਾਂ ਕਿਸੇ ਦੇ 2, ਕਿਸੇ ਦੇ 7 ਗਾਹਾਂ ਜਵਾਕ ਹੋ ਗਏ। ਬਜ਼ੁਰਗ ਕਦੇ ਵੱਡੇ ਲਾਣੇ 'ਚ ਬਿਨਾਂ ਤਕਸੀਮ ਤੋਂ ਇਕੱਠਾ ਹੀ ਜਿਹੜਾ ਜ਼ਮੀਨ ਤੁਰੀ ਆਉਂਦੀ ਹੈ ਜੀ, ਘਰ ਵੀ ਇਕੱਠੇ ਤੁਰੇ ਆਉਂਦੇ। ਬਿਲਕੁਲ ਜੀ। ਜਦ ਬਰਾਬਰ ਦੇ ਜਵਾਕ ਹੋ ਗਏ, ਅਗਲੀ ਪੀੜ੍ਹੀ ਹੋ ਗਈ, ਉਸ ਸਮੇਂ ਮਾਪਿਆਂ ਨੂੰ ਕੀ ਕਰਨ ਦੀ ਲੋੜ ਹੈ? ਦੇਖੋ ਜੀ, ਹੁਣ ਜਿਹੜੀ ਪਹਿਲਾਂ ਨਾਲੋਂ ਸੋਚ 'ਚ ਫਰਕ ਆ ਗਿਆ। ਅੱਛਾ ਜੀ। ਪਹਿਲਾਂ ਜਿਹੜੇ ਪਰਿਵਾਰਾਂ ਦੇ ਵਿੱਚ ਬੜਾ ਮੋਹ ਹੁੰਦਾ ਸੀ, ਮੋਹ ਦੀਆਂ ਤੰਦਾਂ ਹੁੰਦੀਆਂ ਸੀ, ਇੱਕ ਦੂਜੇ ਨਾਲ ਮਿਲ ਵਰਤਨ ਸੀ, ਵੱਡੇ ਭਰਾ ਪਿਓ ਵਰਗੇ ਹੁੰਦੇ ਸੀਗੇ, ਉਹਨਾਂ ਤੇ ਇੰਨਾ ਕੁ ਵਿਸ਼ਵਾਸ ਕੀਤਾ ਜਾਂਦਾ ਸੀਗਾ ਜੀ। ਔਰ ਜ਼ਮੀਨਾਂ ਸਾਂਝੀਆਂ ਰੱਖੀਆਂ ਜਾਂਦੀਆਂ ਸੀਗੀਆਂ। ਔਰ ਇੱਥੋਂ ਤੱਕ ਕਿ ਹਰ ਇੱਕ ਜੋ ਫੈਸਲਾ ਵੱਡਾ ਘਰ ਦਾ ਮੈਂਬਰ ਕਰ ਦਿੰਦਾ ਸੀ, ਉਹਨੂੰ ਮੰਨ ਲਿਆ ਜਾਂਦਾ ਸੀ। ਲਾਣੇਦਾਰ ਕਹਿ ਕੇ ਗੱਲ ਮੰਨ ਲਈ ਜਾਂਦੀ ਸੀਗੀ। ਪਰ ਹੁਣ ਜਿਹੜੀ ਅਵੇਅਰਨੈਸ ਆ ਗਈ ਆ, ਪਰਿਵਾਰਾਂ ਦੇ ਵਿੱਚ ਵੰਡਾਂ ਸ਼ੁਰੂ ਹੋ ਗਈਆਂ, ਪਰਿਵਾਰ ਵੱਡੇ ਪਰਿਵਾਰਾਂ ਤੋਂ ਛੋਟੇ ਪਰਿਵਾਰਾਂ ਤੱਕ ਨੂੰ ਆ ਰਹੇ ਨੇ। ਹੁਣ ਜਿਵੇਂ ਜ਼ਮੀਨ ਦੀ ਤਕਸੀਮ ਕਰਾਉਣੀ ਆ, ਹਾਂਜੀ ਹਾਂ, ਜ਼ਮੀਨ ਦੀ ਤਕਸੀਮ ਬੜਾ ਸਿੰਪਲ ਮੈਥਡ ਆ। ਅੱਛਾ ਜੀ। ਜੇ ਤੁਸੀਂ ਪਰਿਵਾਰ 'ਚ ਬੈਠੇ ਹੋ, ਮੰਨ ਲਓ ਆਪਣਾ ਇੱਕ ਪਰਿਵਾਰ ਆ, ਠੀਕ ਹੈ, ਇੱਕ ਮੇਰਾ ਪਰਿਵਾਰ ਹੋ ਗਿਆ, ਇੱਕ ਤੁਹਾਡਾ ਪਰਿਵਾਰ ਹੋ ਗਿਆ ਜੀ, 2 ਪਰਿਵਾਰਾਂ ਦਾ ਸਾਂਝਾ ਖਾਤਾ ਆ ਜੀ। ਉਹਨਾਂ ਨੂੰ ਅਸੀਂ ਆਪਸੀ ਸਹਿਮਤ ਨਾਲ ਆਪਣੀ ਜ਼ਮੀਨ ਵੰਡ ਸਕਦੇ ਹਾਂ। ਪਟਵਾਰੀ ਕੋਲੇ ਜਾਵਾਂਗੇ, ਉੱਥੇ ਨਕਸ਼ਾ ਕੱਢਾਂਗੇ, ਉਹਨੂੰ ਦੱਸਾਂਗੇ ਵੀ ਆਹ ਸਾਡਾ ਟਾਕਾ, ਪਰ ਉਹਦੇ ਵਿੱਚ ਹੋਰ ਮਾਲਕ ਨਹੀਂ ਕੋਈ ਚਾਹੀਦਾ, ਤੁਹਾਡੇ ਪਰਿਵਾਰ ਦੀ ਹੀ ਮਾਲਕੀ ਚਾਹੀਦੀ, ਪਰਿਵਾਰ ਦੇ ਨਾਂ ਹੀ ਜਾਣੇ ਚਾਹੀਦੇ, ਪਰਿਵਾਰ ਦੇ। ਹਾਂ, ਉਹ ਪਰਿਵਾਰ ਤੁਸੀਂ ਖੇਤ ਵੰਡ ਲਓਗੇ ਜੀ, ਆਹ ਮੈਂ ਲੈਣਾ, ਇੱਧਰੋਂ ਮੈਨੂੰ ਆਹ ਰਸਤਾ ਰੱਖਦਾ, ਆਹ ਮੈਨੂੰ ਖੂਹ ਦਾ ਖਾਲ ਲੱਗਦਾ ਆ। ਤੁਸੀਂ ਸਹਿਮਤੀ ਨਾਲ ਵੰਡ ਕੇ ਇੱਕ ਸਟਾਂਪ ਤਿਆਰ ਕਰ ਲਓਗੇ, ਉਹ ਸਟਾਂਪ ਪਟਵਾਰੀ ਨੂੰ ਦੇ ਦੋਗੇ, ਉਹ 'ਤੇ ਕੋਈ ਹੋਰ ਫੀਸ ਨਹੀਂ ਲੱਗਦੀ ਹੈਗੀ। ਇੱਕ ਸਰਕਾਰੀ ਫੀਸ ਜੋ 600 ਰੁਪਏ ਸਰਕਾਰ ਦੀ ਫੀਸ ਹੁੰਦੀ ਆ, ਉਹ ਫੀਸ ਦੇਣੀ ਹੁੰਦੀ ਆ ਆਪਾਂ, ਤੇ ਉਹ ਪਟਵਾਰੀ ਨੇ ਹੀ ਇੰਤਕਾਲ ਦਰਜ ਕਰ ਦੇਣਾ ਆ। ਕਾਨੂੰਗੋ ਨੇ ਉਹਦੀ ਪੜਤਾਲ ਕਰਕੇ ਤੁਹਾਡੇ ਜੋ ਨੰਬਰ ਖਸਰੇ ਟੁੱਟੇ ਨੇ ਉਹਨਾਂ ਨੂੰ ਕੰਪੇਅਰ ਕਰ ਦੇਣਾ, ਦੇਖ ਲੈਣਾ ਵੀ ਠੀਕ ਟੁੱਟੇ ਨੇ। ਸੋ ਨੰਬਰ ਡਿਸਟ੍ਰੀਬਿਊਟ ਕਰ ਦੇਣੇ ਨੇ, ਰੀਡਿਸਟ੍ਰੀਬਿਊਟ ਕਰ ਦੇਣੇ ਆ। ਇੰਤਕਾਲ ਦੀ ਡੈਫੀਨੇਸ਼ਨ ਸਰਦਾਰ ਸਾਹਿਬ ਕੀ ਆ? ਇੰਤਕਾਲ ਜੀ, ਜਦੋਂ ਕੋਈ ਮਾਲਕੀ ਹੱਕ ਤਬਦੀਲ ਹੁੰਦਾ ਉਹਨੂੰ ਇੰਤਕਾਲ। ਹਾਂ, ਇੰਤਕਾਲ ਉਹ ਚੜ੍ਹਦਾ ਤੁਹਾਡੇ ਪਟਵਾਰੀ ਕੋਲੇ ਸਭ ਤੋਂ ਸਟਾਰਟਿੰਗ ਪੁਆਇੰਟ ਹੈ ਜੀ। ਇੰਤਕਾਲ ਸਿਸਟਮ ਦੇ ਵਿੱਚ ਸਾਰੇ ਉੱਪਰ ਤੱਕ ਚਲੇ ਜਾਂਦਾ ਜੀ, ਚਲੇ ਜਾਂਦੀ। ਬਿਲਕੁਲ, ਜੋ ਪਟਵਾਰੀ ਵੱਖ-ਵੱਖ ਕਿਸਮ ਦੇ ਇੰਤਕਾਲ ਦਰਜ ਕਰਦਾ। ਪਹਿਲਾਂ ਆਪਾਂ ਤਕਸੀਮ ਦੀ ਵੀ ਗੱਲ ਕਰ ਲਈਏ। ਤਕਸੀਮ ਦੇ ਵਿੱਚ ਜਦੋਂ ਦੋਹਾਂ ਭਰਾਵਾਂ ਨੇ ਜ਼ਮੀਨ ਵੰਡ ਲਈ, ਐਗਰੀਮੈਂਟ ਬਣ ਗਿਆ, ਉਹਦੇ ਆਧਾਰ ਤੇ ਇੰਤਕਾਲ ਦਰਜ ਹੋ ਗਿਆ, ਕਾਨੂੰਗੋ ਨੇ ਮੁਕਾਬਲਾ ਕਰਤਾ,
ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਤਹਿਸੀਲ ਦੇ ਵਿੱਚ ਬੈਠੇ ਨੇ। ਓਕੇ। ਤੁਹਾਡਾ ਹਲਕਾ ਤਹਿਸੀਲਦਾਰ ਕੋਲੇ ਵੀ ਹੋ ਸਕਦਾ, ਨਾਇਬ ਤਹਿਸੀਲਦਾਰ ਕੋਲੇ ਵੀ ਹੋ ਸਕਦਾ, ਕਿਉਂਕਿ ਵੰਡ ਕੀਤੀ ਹੁੰਦੀ ਹੈ ਪਿੰਡਾਂ ਦੀ। ਅੱਛਾ ਜੀ। ਤੇ ਉਹ ਤਹਿਸੀਲਦਾਰ ਨੇ ਉਹਨੂੰ ਅਪਰੂਵ ਕਰ ਦੇਣਾ, ਫਾਈਨਲ ਅਥਾਰਟੀ ਹੈ ਜੀ ਉਹ। ਤੁਹਾਡੇ ਕੋਲ ਕੇਸ ਆ ਗਿਆ, ਤੁਸੀਂ ਸਰਟੀਫਾਈ ਕਰ। ਹਾਂ, ਅਸੀਂ ਉਹ ਐਗਰੀਮੈਂਟ ਦੇਖਾਂਗੇ, ਧਿਰਾਂ ਨੂੰ ਸੁਣਾਂਗੇ। ਜੇ ਤਾਂ ਕੋਈ ਉਹਦੇ ਵਿੱਚ ਕੋਈ ਫਿਰ ਵੀ ਤਕਸੀਮ ਚੜ੍ਹਨ ਤੋਂ ਬਾਅਦ ਇਤਰਾਜ਼ ਹੋ ਜਾਵੇ, ਫਿਰ ਤਾਂ ਉਹਦੇ ਵਿੱਚ ਹੁੰਦਾ ਵੀ ਉਹ ਅੱਗੇ ਐਸਡੀਐਮ ਕੋਲੇ ਅਸੀਂ ਉਹਨੂੰ ਕੰਟੈਸਟਡ ਝਗੜੇ ਵਾਲਾ ਕਰਕੇ ਭੇਜ ਦਿੰਦੇ ਆ। ਉਹ ਐਸਡੀਐਮ ਫੈਸਲਾ ਕਰ ਦਿੰਦਾ ਆ। ਠੀਕ ਹੈ। ਨਹੀਂ ਤਾਂ ਤਹਿਸੀਲਦਾਰ ਨੇ ਹੀ ਫੈਸਲੇ, ਜਾਣੀ 99% ਇਹ ਤਹਿਸੀਲਦਾਰ ਕੋਲੇ ਹੀ ਫੈਸਲਾ ਹੋ ਜਾਂਦੇ ਨੇ ਇੰਤਕਾਲ, ਔਰ ਫਾਈਨਲ ਹੋ ਜਾਂਦੇ। ਉਹਦੇ ਬਾਅਦ ਜ਼ਮੀਨ ਵੰਡ ਹੋ ਜਾਂਦੀ ਆ। ਜਗਮੇਲ ਸਿੰਘ ਦੀ ਜਗਮੇਲ ਸਿੰਘ ਨੂੰ ਚਲੀ ਜਾਣੀ ਹੈ, ਗੁਰਦੇਵ ਸਿੰਘ ਦੀ ਗੁਰਦੇਵ ਸਿੰਘ ਨੂੰ ਚਲੀ ਜਾਣੀ, ਨੰਬਰ ਖਸਰੇ ਅਲੱਗ ਹੋਣਗੇ, ਖਾਤਾ ਅਲੱਗ ਹੋਊ, ਜਾਂ ਫਰਦ ਕਢਾਊ ਆਪਣੇ ਇਕੱਲੇ ਦੀ ਕਢਾਊਗਾ ਜੀ। ਅੱਛਾ ਜੀ। ਹੁਣ ਕਈ ਪਰਿਵਾਰਾਂ ਦੇ ਵਿੱਚ ਪਿਤਾ ਆਪਣੇ ਪੁੱਤਾਂ ਦੇ ਨਾਂ ਰਜਿਸਟਰੀ ਕਰਦੇ ਨੇ ਘਰ ਦੀ ਜ਼ਮੀਨ ਦੀ ਜੀ। ਉਹ ਕਿਉਂ ਕਰਦੇ ਆ ਜੀ? ਉਹ ਇੱਕ ਸਰਕਾਰ ਨੇ ਨਾ ਇੱਕ ਫੈਸਿਲਿਟੀ ਦਿੱਤੀ ਸੀ, ਜਿਵੇਂ ਅੱਗੇ ਵਸੀਅਤ ਹੁੰਦੀ ਆ। ਅੱਛਾ। ਉਹ ਜਾਣੀ ਤੁਸੀਂ ਜਿਉਂਦੇ ਜੀ ਆਪਣੀ ਮਾਲਕੀ ਆਪਣੇ ਪੁੱਤਰਾਂ ਨੂੰ, ਬੱਚਿਆਂ ਨੂੰ ਦੇ ਸਕਦੇ ਹੋ। ਅੱਛਾ। ਇਹਨੂੰ ਬਲੱਡ ਰਿਲੇਸ਼ਨ 'ਚ, ਜੋ ਰਜਿਸਟਰੀਆਂ ਕਹਿੰਦੇ ਬਲੱਡ ਰਿਲੇਸ਼ਨ 'ਚ ਤਬਦੀਲ ਹੁੰਦੀ ਆ। ਇਹਨੂੰ ਤਬਦੀਲ ਮਲਕੀਤ ਦਾ ਇੰਤਕਾਲ ਹੁੰਦਾ। ਸਰਕਾਰ ਦਾ ਨੋਟੀਫਿਕੇਸ਼ਨ ਹੋਇਆ ਬਕਾਇਦਾ, ਉਹ 'ਤੇ ਕੋਈ ਚਾਰਜ ਨਹੀਂ, ਸਿਰਫ ਉਹਦੀ ਜੋ ਸਰਕਾਰੀ ਫੀਸ ਹੈਗੀ ਆ ਉਹੀ ਜਮ੍ਹਾਂ ਕਰਾਉਣੀ ਹੁੰਦੀ ਆ। ਰਜਿਸਟਰੀ ਵਾਂਗੂ ਲਿਖਿਆ ਜਾਂਦਾ ਜੀ ਉਹ। ਅੱਛਾ ਜੀ। ਜਿਵੇਂ ਰਜਿਸਟਰੀ ਬੈ ਦੀ ਜਾਂ ਦੂਜੀ ਰਜਿਸਟਰੀ ਆ, ਉਹ ਲਿਖ ਕੇ ਪੇਸ਼ ਹੁੰਦੀਆਂ, ਧਿਰਾਂ ਪੇਸ਼ ਹੁੰਦੀਆਂ ਨੇ। ਇਹ ਜਿਹੜਾ ਬਲੱਡ ਰਿਲੇਸ਼ਨ ਆ, ਬਲੱਡ ਦੇ ਵਿੱਚ ਆ। ਜਾਣੀ ਬਲੱਡ ਦੀ ਡੈਫੀਨੇਸ਼ਨ ਇਹ ਆ ਵੀ ਬੰਦਾ ਆਪਣੇ ਮੁੰਡੇ, ਕੁੜੀ, ਘਰ ਵਾਲੀ, ਪੋਤੇ ਪੋਤੀਆਂ, ਦੋਤੇ ਦੋਤੀਆਂ ਇਹਨਾਂ ਨੂੰ ਦੇ ਸਕਦਾ, ਇਹਨਾਂ ਤੋਂ ਲੈ ਵੀ ਸਕਦਾ। ਇਹ ਫਸਟ ਜਿਹੜੀ ਬਲੱਡ ਲਾਈਨ, blood ਚਾਚੇ line। ਭਤੀਜਿਆਂ ਵਾਲੀ ਨਹੀਂ, ਚਾਚੇ ਭਤੀਜੇ ਆਪਣੇ ਫੈਮਿਲੀ ਟਰੀ, ਆਪਣੇ ਫੈਮਿਲੀ। ਕੋਈ ਇਹਦੇ ਵਿੱਚ ਹੈ ਇੱਕ, ਜਾਣੀ ਜੇ ਕੋਈ ਬੰਦਾ ਕੁਆਰਾ ਮਰ ਗਿਆ, ਜਾਣੀ ਉਹਦੀ ਜਿਹਨੂੰ ਵਿਰਾਸਤ ਜਾਊਗੀ, ਜਾਣੀ ਜੋ ਉਹਦਾ ਲੀਗਲ ਹੇਅਰ ਬਣਦਾ ਹੈ, ਤਾਂ ਉੱਥੇ ਉਹ ਜਾ ਸਕਦੀ ਹੈ। ਵੈਸੇ ਇਹ ਬਲੱਡ ਰਿਲੇਸ਼ਨ ਦੇ ਵਿੱਚ ਆ, ਵੀ ਜਿਵੇਂ ਪੋਤੇ ਪੋਤੀਆਂ, ਮੁੰਡੇ ਕੁੜੀਆਂ, ਦੋਤੇ ਦੋਤੀਆਂ, ਇਸ ਤਰ੍ਹਾਂ ਜਾਂਦੀ ਆ। ਇਹਦਾ ਬਕਾਇਦਾ ਇੰਤਕਾਲ ਹੁੰਦਾ ਆ, ਮਾਲਕੀ ਚੇਂਜ ਹੁੰਦੀ ਆ। ਫਰਦ ਜਿਹਦੇ ਨਾਂ ਤੇ ਇੰਤਕਾਲ ਹੋ ਗਿਆ ਉਹਦੇ ਨਾਂ ਤੇ ਨਿਕਲੂ। ਇੱਥੇ ਇੱਕ ਮੈਂ ਹੋਰ ਜਾਣਕਾਰੀ ਵਾਧੀ ਕਰਨਾ ਚਾਹੁੰਦਾ ਆ ਜੀ ਵੀ ਜੇਕਰ ਉਸ ਪਰਿਵਾਰ ਦੇ ਮੈਂਬਰ ਤਬਦੀਲ ਕਰਨ ਵਾਲੇ ਬੰਦੇ ਦੀ ਸੇਵਾ ਨਹੀਂ ਕਰਦੇ ਤਾਂ ਉਹ ਆਪਣੀ ਜ਼ਮੀਨ ਵਾਪਸ ਲੈ ਸਕਦਾ। ਬੜਾ ਸਿੰਪਲ ਪ੍ਰੋਸੀਜਰ ਆ। ਅੱਛਾ। ਐਸਡੀਐਮ ਸਾਹਿਬ ਕੋਲੇ ਜਾਣਾ, ਐਸਡੀਐਮ ਦੀ ਕੋਰਟ ਦੇ ਵਿੱਚ ਉਹਨੇ ਜਾਣਾ, ਆਪਣਾ ਮੈਨੂੰ ਨਹੀਂ ਸਾਂਭਦੇ ਗ੍ਰੀਵੈਂਸ ਦੱਸਣਾ, ਉੱਥੇ ਸੁਣਵਾਈ ਹੋਊ, ਬੱਚਿਆਂ ਨੂੰ ਸੱਦਿਆ ਜਾਊ, ਕੋਈ ਉਹਨਾਂ ਦਾ ਫੈਸਲਾ ਹੋ ਜਾਂਦਾ, ਠੀਕ ਆ, ਨਹੀਂ ਤੇ ਉਹ ਜ਼ਮੀਨ ਵਾਪਸ ਵੀ ਹੋ ਜਾਂਦੀ ਹੈ। ਅੱਛਾ ਜੀ। ਵਸੀਅਤ ਕੀ ਆ? ਜਿਹੜੀ ਵਸੀਅਤ ਪਿਤਾ ਲਿਖ ਕੇ ਜਾਂਦਾ ਜੀ, ਇੱਕ ਵਸੀਅਤ ਲਿਖ ਕੇ ਚਲੇ ਜਾਵੇ, ਇੱਕ ਬਿਨਾਂ ਬਿੱਲ ਤੋਂ ਉਹਦੀ ਡੈਥ ਹੋ ਜਾਵੇ, ਉਹ ਉਸ ਵੇਲੇ ਘਰ ਦੀ ਜਾਇਦਾਦ ਦੇ ਕੰਸੀਕੁਐਂਸਿਸ ਕੀ ਨੇ? ਦੇਖੋ ਜੀ, ਵਿਰਾਸਤ ਬਾਰੇ ਜਿਹੜੇ ਆਪਾਂ ਨੈਚੁਰਲ ਸਕਸੈਸ਼ਨ ਹੁੰਦੀ ਹੈ ਇੱਕ ਤਾਂ। ਅੱਛਾ ਜੀ। ਜਿਹਦੇ ਵਿੱਚ ਕੋਈ ਵਸੀਅਤ ਨਹੀਂ ਹੈਗੀ। ਠੀਕ ਹੈ। ਅੱਛਾ, ਉਹ ਵਸੀਅਤ ਹੋਵੇ ਨਾ ਹੋਵੇ ਨਾ, ਉਹਦੇ ਵਿੱਚ ਜੋ ਤੁਸੀਂ ਵਾਰਸ ਹੋ, ਮੰਨ ਲਓ ਫਾਦਰ ਦੀ ਡੈਥ ਹੋ ਗਈ ਆ, ਬੰਦੇ ਦੀ ਡੈਥ ਹੋ ਗਈ ਆ, ਤਾਂ ਉਹਦੇ ਜਿਹੜੇ ਵਾਰਸ ਨੇ, ਸਭ ਤੋਂ ਪਹਿਲਾਂ ਉਹਦੀ ਮਾਂ, ਅੱਛਾ, ਫਿਰ ਉਹਨਾਂ ਦੇ ਮੁੰਡੇ, ਕੁੜੀਆਂ, ਘਰ ਵਾਲੀ, ਇਹ ਸਾਰੇ ਸਿੱਧੇ ਤੌਰ ਤੇ ਵਾਰਸ ਬਣ ਜਾਂਦੇ ਆ। ਕੋਈ ਵੀ ਵਾਰਸ, ਇੱਕ ਵਾਰਸ ਇੱਕ ਬਿਆਨ ਅਲਫੀਆ ਦੇ ਦੇਵੇ, ਐਪਲੀਕੇਸ਼ਨ ਦੇ ਦੇਵੇ, ਨਾਲ ਡੈਥ ਸਰਟੀਫਿਕੇਟ ਲਾ ਦੇਵੇ ਵੀ ਸਾਡੇ ਫਲਾਣੇ ਬੰਦੇ ਦੀ ਡੈਥ ਹੋ ਗਈ ਆ, ਅਸੀਂ ਇਹਦੇ ਇੰਨੇ ਵਾਰਸ ਹਾਂ। ਕਿਉਂਕਿ ਵਾਰਸ ਕਈ ਵਾਰੀ ਕਿਸੇ ਦੇ ਮਨ ਦੇ ਵਿੱਚ ਮੰਦ ਭਾਵਨਾ ਹੋਵੇ, ਕੋਈ ਵਾਰਸ ਛਪਾ ਜਾਵੇ, ਕਿਸੇ ਕੁੜੀ ਨੂੰ ਛਪਾ ਜਾਵੇ, ਉਹ ਲਿਖ ਕੇ ਇੱਕ ਐਫੀਡੇਵਿਟ ਉਹ ਤੋਂ ਲੈਣਾ ਹੁੰਦਾ, ਤਾਂ ਕਿ ਕੱਲ੍ਹ ਨੂੰ ਉਹਦੇ ਉੱਤੇ ਗਲਤ ਬਿਆਨੀ ਕਰਨ ਦੀ ਕੋਈ ਚਾਰਜ ਵੀ ਕੀਤੀ ਜਾ ਸਕੇ, ਤਾਂ ਕਿ ਸਹੀ ਵਾਰਸਾਂ ਦੇ ਨਾਂ ਚੜ੍ਹ ਜਾਵੇ, ਕੋਈ ਵਾਰਸ ਛੁੱਟਣਾ ਜਾਵੇ, ਉਹ ਸਿੱਧਾ ਇੰਤਕਾਲ ਚੜ੍ਹ ਜਾਂਦਾ। ਤੁਸੀਂ ਸਿਰਫ ਸਿੰਪਲ ਐਫੀਡੇਵਿਟ, ਡੈਥ ਸਰਟੀਫਿਕੇਟ ਪਟਵਾਰੀ ਨੂੰ ਦੇਣਾ, ਉਹਨੇ ਇੰਤਕਾਲ ਦਰਜ ਕਰ ਦੇਣਾ, ਤਹਿਸੀਲਦਾਰ ਨੇ ਫੈਸਲਾ ਕਰ ਦੇਣਾ ਉਹਦਾ। ਨਾਂ ਚੜ੍ਹਨ ਤੋਂ ਪਹਿਲਾਂ ਧੀਆਂ ਨੂੰ ਇੱਕ ਵਾਰ ਤਹਿਸੀਲ 'ਚ ਜਾ ਕੇ ਕਹਿਣਾ ਪੈਂਦਾ ਵੀ ਮੇਰੇ ਭਾਈਆਂ ਨੂੰ ਦੇ ਦਿਓ? ਸਿੱਧੀ ਵਿਰਾਸਤ ਦੇ ਵਿੱਚ ਨਹੀਂ ਕਹਿਣਾ ਪੈਂਦਾ, ਉਹ ਤਾਂ ਸਾਰਿਆਂ ਦੇ ਨਾਂ ਚੜ੍ਹ ਜਾਂਦੀ ਹੈ। ਅੱਛਾ, ਧੀ ਦੇ ਨਾਂ ਵੀ ਚੜੂ? ਹਾਂ, ਧੀ ਦੇ ਨਾਂ ਵੀ ਚੜੂ, ਜਿਹੜੀ ਸਿੱਧੀ ਵਿਰਾਸਤ ਆ। ਅੱਛਾ। ਜੋ ਇਹ ਬਾਕੀ ਵਸੀਅਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਅੱਛਾ ਜੀ। ਇੱਕ ਵਸੀਅਤ ਜਵਾਨੀ ਹੁੰਦੀ ਆ, ਇੱਕ ਹੁੰਦੀ ਆ ਰਜਿਸਟਰਡ, ਜਾਨੀ ਰਜਿਸਟਰਡ ਤੇ ਅਨਰਜਿਸਟਰਡ। ਰਜਿਸਟਰਡ ਵਸੀਅਤ ਉਹ ਹੁੰਦੀ ਆ ਜਿਹੜਾ ਬੰਦਾ ਜਿਉਂਦੇ ਜੀ ਤਹਿਸੀਲਦਾਰ ਕੋਲੇ ਜਾ ਕੇ ਹਾਜ਼ਰ ਹੋ ਕੇ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਇੱਕ ਰਜਿਸਟਰੀ ਵਾਂਗੂ ਵਸੀਅਤ ਕਰ ਦਿੰਦਾ ਆ। ਉਹ ਰਜਿਸਟਰਡ ਵਸੀਅਤ ਹੁੰਦੀ ਆ, ਉਹਦੇ ਮੁਤਾਬਕ ਜਿਹਦੇ ਨਾਂ ਕਰਤੀ, ਮੰਨ ਲਓ ਉਹਦੇ 4 ਕੁੜੀਆਂ ਨੇ, 2 ਮੁੰਡੇ ਨੇ, ਉਹਨੇ 2 ਮੁੰਡਿਆਂ ਨੂੰ ਦੇਤੀ, ਘਰ ਵਾਲੀ ਵੀ ਛੱਡਤੀ, ਕੁੜੀਆਂ ਵੀ ਛੱਡਤੀਆਂ, ਤਾਂ 2 ਮੁੰਡਿਆਂ ਦੇ ਨਾਲ ਚੜ੍ਹ ਜਾਣੀਆਂ। ਪਰ ਇਹਦੇ ਵਿੱਚ ਜੋ ਤਹਿਸੀਲਦਾਰ ਆ ਕਈ ਵਾਰੀ ਮੰਗ ਕਰਦਾ, ਕਰਨੀ ਪੈਂਦੀ ਆ, ਕਿਉਂਕਿ ਵਸੀਅਤ ਤੜਾਈ ਵੀ ਜਾ ਸਕਦੀ ਆ। ਅੱਜ ਮੈਂ ਵਸੀਅਤ ਕਰਤੀ, ਕੱਲ੍ਹ ਮੈਂ ਤੜਾ ਕੇ ਕਿਸੇ ਹੋਰ ਨੂੰ ਮੁੰਡੇ ਦੇ ਨਾਂ ਕਰਤੀ, ਇੱਕ ਦੇ ਦੋਵਾਂ ਤੋਂ ਇੱਕ ਦੇ ਨਾਂ ਤੇ ਕਰਤੀ, ਇੱਕ ਵਸੀਅਤ ਪੇਸ਼ ਹੋ ਗਈ, ਦੂਜੀ ਪੇਸ਼ ਨਹੀਂ ਹੋਈ। ਇਸ ਕਰਕੇ ਮੁੰਡੇ ਕੁੜੀਆਂ ਸੱਦਣੇ ਜ਼ਰੂਰੀ ਆ, ਤਾਂ ਕਿ ਕੋਈ ਲੁਕੋ ਨਾ ਰਹਿ ਜਾਵੇ ਵੀ ਬਜ਼ੁਰਗ ਨੇ ਕੋਈ ਵਸੀਅਤ ਚੇਂਜ ਤਾਂ ਨਹੀਂ ਕਰਤੀ, ਨਹੀਂ ਤਾਂ ਉਹ ਵੀ ਤਹਿਸੀਲਦਾਰ ਦੇ ਕੋਲੇ ਹੀ ਫੈਸਲਾ ਹੋ ਜਾਣਾ ਇੰਤਕਾਲ ਦਾ। ਅੱਛਾ ਜੀ। ਅਗਲਾ ਜਾਈਏ ਖਰੀਦ ਤੇ ਵੇਚ। ਜੀ। ਖਰੀਦ ਤੇ ਵੇਚ ਪੰਜਾਬ ਦੇ ਵਿੱਚ ਕੋਈ ਜਾਇਦਾਦ ਦੀ, ਪੇਂਡੂ ਜਾਇਦਾਦ ਦੀ, ਉਹ ਕਿਵੇਂ ਹੁੰਦੀ ਹੈ ਜੀ? ਖਰੀਦ ਤੇ ਵੇਚ ਜੀ, ਦੇਖੋ ਇੱਕ ਸੌਦਾ ਆ, 2 ਧਿਰਾਂ ਦਾ ਐਗਰੀਮੈਂਟ ਆ, ਮੈਂ ਤੁਹਾਨੂੰ ਜ਼ਮੀਨ ਵੇਚ ਰਿਹਾ ਆ, ਉਹਦੀ ਰਜਿਸਟਰੀ ਹੋਣੀ ਹੈ ਜੀ। ਅੱਛਾ ਜੀ। ਉਹ ਤੁਸੀਂ ਸਭ ਤੋਂ ਪਹਿਲਾਂ ਫਰਦ ਲਓਗੇ, ਫਰਦ ਲੈ ਕੇ ਰਜਿਸਟਰੀ ਲਿਖਾਓਗੇ,
ਗਵਾਹਾਂ ਦੀ ਹਾਜ਼ਰੀ ਦੇ ਵਿੱਚ ਜਿਵੇਂ ਰਜਿਸਟਰਡ ਵਸੀਅਤ ਜਾਂ ਹੋਰ ਡਾਕੂਮੈਂਟ ਪੇਸ਼ ਹੁੰਦਾ, ਤਬਦੀਲ ਮਲਕੀਅਤ ਬਾਰੇ ਗੱਲ ਕਰ ਚੁੱਕੇ ਹਾਂ, ਉਹ ਇੱਕ ਰਜਿਸਟਰੀ ਪੇਸ਼ ਹੋਊ ਤਹਿਸੀਲਦਾਰ ਕੋਲੇ। ਅੱਛਾ ਜੀ। ਉਹ 'ਤੇ 2 ਗਵਾਹ ਹੋਣਗੇ, ਵੇਚਣ ਵਾਲਾ ਹੋਊ, ਖਰੀਦਣ ਵਾਲਾ ਹੋਊ, ਤਾਂ ਕਿ ਇੱਕ ਦੂਜੇ ਦੀ ਸ਼ਨਾਖਤ ਹੋ ਸਕੇ ਵੀ ਸਹੀ ਬੰਦਾ ਆ ਰਿਹਾ, ਵੇਚ ਰਿਹਾ ਤੇ ਸਹੀ ਬੰਦਾ ਆ ਰਿਹਾ, ਤੇ ਉਹਦਾ ਇੰਤਕਾਲ, ਉਹਦੀ ਰਜਿਸਟਰੀ ਹੋ ਜਾਊਗੀ। ਹੁਣ ਤਾਂ ਸਰਕਾਰ ਨੇ ਬੜਾ ਵਧੀਆ ਕਰ ਦਿੱਤਾ ਆ। ਅੱਛਾ ਜੀ। ਰਜਿਸਟਰੀ ਹੋਣ ਤੋਂ 45 ਦਿਨਾਂ ਦੇ ਅੰਦਰ ਅੰਦਰ ਉਹਦਾ ਇੰਤਕਾਲ ਵੀ ਹੋਣਾ ਹੁੰਦਾ, ਆਟੋਮੈਟਿਕਲੀ ਹੋਣਾ ਹੁੰਦਾ ਆ। ਅੱਗੇ ਨਹੀਂ ਇੰਤਕਾਲ ਲੰਬਾ ਲੈ ਜਾਂਦੇ, ਇੰਤਕਾਲ ਲੰਬਾ ਲੈ ਜਾਂਦੇ, ਟਾਈਮ ਬਾਉਂਡ ਕਰਤਾ ਜੀ ਹੁਣ ਤਾਂ। ਜਦੋਂ ਇਹ ਨਵਾਂ ਸਿਸਟਮ ਹੋਇਆ ਨਾ, ਹੁਣ ਇਹਨਾਂ ਨੇ ਇਹਨੂੰ ਕਰ ਦਿੱਤਾ ਆ, ਆਨਲਾਈਨ ਕਰਤਾ ਸਿਸਟਮ। ਹੁਣ ਪਹਿਲਾਂ ਪਟਵਾਰੀ ਵਾਲਾ ਨੇ ਵੀ ਪੈਨ ਨਾਲ ਚੜਾ ਕੇ ਲਿਜਾਊ, ਹੱਥ ਨਾਲ ਲਿਖ ਕੇ ਲਿਜਾਊ, ਸਾਰਾ ਕੰਪਿਊਟਰ ਤੇ ਹੋਣਾ ਜੀ। ਆਨਲਾਈਨ ਸਿਸਟਮ, ਆਨਲਾਈਨ ਆ ਸਾਰਾ, ਆਨਲਾਈਨ ਆ ਸਿਸਟਮ, ਆਨਲਾਈਨ ਇੰਤਕਾਲ ਆਨਲਾਈਨ ਚੜਦਾ, ਵੈਰੀ ਪ੍ਰਿੰਟ ਨਿਕਲਦਾ ਉਹਦਾ। ਅੱਛਾ ਜੀ। ਉਹੀ ਪ੍ਰਿੰਟ ਦੇ ਉੱਤੇ ਜਿਵੇਂ ਉਹ ਹੱਥ ਨਾਲ ਚੜ੍ਹਨਾ ਸੀ, ਉਹ ਪ੍ਰਿੰਟ ਨਿਕਲਣਾ ਆ, ਤੇ ਉਹ ਫਿਰ ਉਸੇ ਤਰ੍ਹਾਂ ਉਸੇ ਪ੍ਰੋਸੀਜਰ ਨਾਲ ਤਹਿਸੀਲਦਾਰ ਤੱਕ ਪਹੁੰਚਣਾ, ਤੇ ਉਹਦਾ ਫੈਸਲਾ ਹੋਣਾ। ਉਹ ਇੰਤਕਾਲ ਜਿਹਨੇ ਵੇਚਿਆ ਉਹਦੇ ਨਾਂ ਤੋਂ ਲੈ ਕੇ ਨਵੇਂ ਬੰਦੇ ਜਿਹਨੇ ਖਰੀਦਿਆ ਉਹਦੇ ਨਾਲ ਚੜ੍ਹ ਜਾਣਾ, ਇੱਕ ਰਜਿਸਟਰਡ ਡਾਕੂਮੈਂਟ ਉਹਦੇ ਵਿੱਚ ਰਜਿਸਟਰੀ ਹੋ ਜਾਊਗੀ। ਅੱਛਾ ਜੀ। ਇਹਦੇ ਤੇ ਜਦ ਹੁਣ ਸਰਕਾਰੀ ਮੁੱਲ ਦੇ ਨਾਲੋਂ ਜਿਹੜਾ ਘੱਟ ਵੱਧ ਜਦ ਮੁੱਲ ਪਾਉਂਦੇ ਨੇ ਜੀ, ਜਿੱਥੇ ਹੇਰਾ ਫੇਰੀ ਸ਼ੁਰੂ ਹੁੰਦੀ ਹੈ, ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ, ਜੀ ਅਫੀਸ਼ੀਅਲ ਨਹੀਂ ਕਰਦਾ, ਅਸੀਂ ਕਰਦੇ ਹਾਂ ਬਈ 20 ਲੱਖ ਵਾਲਾ ਰੇਟ, ਸਰਕਾਰ ਵਾਲਾ ਜਿਹੜਾ ਰੇਟ ਆ ਉਹ ਲਿਖਣਾ, ਦੂਜੇ ਪੈਸੇ 2 ਨੰਬਰ 'ਚ ਜਾਣੇ ਨੇ। ਉਹ ਕੀ ਰੇਟ ਕਾ ਹੁੰਦਾ, ਉਹ ਸਮਝਾਓ। ਨਹੀਂ, ਇਸ ਤਰ੍ਹਾਂ ਜੀ ਦੇਖੋ, ਹਰ ਇੱਕ ਜ਼ਮੀਨ ਦਾ ਕਲੈਕਟਰ ਰੇਟ ਤੈਅ ਆ ਸਰਕਾਰ ਵੱਲੋਂ, ਸਰਕਾਰ ਵੱਲੋਂ ਇੱਕ ਰੇਟ ਤੈਅ ਕਰ ਦਿੱਤਾ ਗਿਆ। ਸੋ ਮੰਨ ਲਓ 4 ਲੱਖ ਰੁਪਈਆ ਏਕੜ ਦਾ ਰੇਟ ਆ ਮੇਰੇ ਪਿੰਡ, 4 ਲੱਖ ਤੁਹਾਡੇ ਏਕੜ ਦਾ ਰੇਟ ਆ, ਪਰ ਕਲੈਕਟਰ ਰੇਟ ਉਦੋਂ ਘੱਟ ਹੁੰਦਾ ਆ, ਘੱਟ ਹੁੰਦਾ ਨਾ ਜੀ। ਉਹ ਤਾਂ 20 ਲੱਖ ਹੈ ਜੀ। ਗਵਰਨਮੈਂਟ ਦਾ ਰੇਟ ਕੀ ਹੁੰਦਾ? ਗਵਰਨਮੈਂਟ ਦਾ ਉਦੋਂ ਤਕਰੀਬਨ ਮੇਰੇ 50-60% ਦੇ ਨੇੜੇ ਤੇੜੇ ਹੁੰਦਾ, ਜਿਹੜੇ ਅਬਵ 50% ਹੁੰਦਾ। ਤੁਹਾਡਾ ਜਿਹੜਾ ਰਜਿਸਟਰਡ ਕੰਮ ਹੋਣਾ ਉਹ ਗਵਰਨਮੈਂਟ ਦੇ ਰੇਟ ਤੇ ਹੋਣਾ। ਹਾਂ, ਇੱਕ ਸੀਮਾ ਨਿਰਧਾਰਿਤ ਕਰ ਜਾਂਦੀ ਹੈ ਕਲੈਕਟਰ ਵੱਲੋਂ, ਜਿਹੜਾ ਜ਼ਿਲ੍ਹਾ ਕਲੈਕਟਰ ਆ ਨਾ, ਉਹਨੇ ਇੱਕ ਵਾਰੀ ਸਾਰੇ ਪਿੰਡਾਂ ਦਾ ਸਰਵੇ ਕਰਾ ਕੇ ਤਹਿਸੀਲਦਾਰਾਂ ਤੋਂ ਹੀ ਰਿਪੋਰਟ ਲਈ ਜਾਂਦੀ ਆ ਵੀ ਕਿੱਥੇ ਕੀ ਰੇਟ ਰੱਖਣਾ ਚਾਹੀਦਾ। ਉਹ ਡਿਸਕਸ ਹੁੰਦਾ ਬਕਾਇਦਾ, ਪਬਲਿਕ ਨਾਲ ਵੀ ਡਿਸਕਸ ਹੁੰਦਾ ਆ। ਜਦੋਂ ਉਹ ਰੇਟ ਨੂੰ ਫਾਈਨਲ ਕਰਦੇ ਆ ਤਾਂ ਉਹ ਕਰੈਕਟਰ ਰੇਟ ਤੋਂ ਘੱਟ ਰਜਿਸਟਰੀ ਨਹੀਂ ਹੋ ਸਕਦੀ। ਮੰਨ ਲਓ ਵੀ ਇੱਕ ਮੈਂ ਗੱਲ ਐਡ ਕਰਨੀ ਚਾਹਾਂ, ਮੰਨ ਲਓ ਵੀ ਸੌਦਾ ਵੱਧਦਾ ਆ, ਮੈਂ ਆਹ ਗੱਲ ਪੁੱਛਣਾ ਸੌਦਾ ਵੱਧਦਾ। ਹੁਣ ਜੇ ਆਪਾਂ ਇੱਕ ਬੰਦਾ ਕਹੇ ਵੀ ਮੈਂ ਤਾਂ ਇਸੇ ਰੇਟ ਤੇ ਰਜਿਸਟਰੀ ਕਰਾਉਣੀ ਆ, ਤਾਂ ਉਸੇ ਰੇਟ ਤੇ ਰਜਿਸਟਰੀ ਹੋਊਗੀ। ਜੇ ਬੰਦਾ ਕਹਿੰਦਾ ਆ ਬਿਲਕੁਲ ਲੀਗਲ ਕਰਾਉਣੀ ਆ ਤਾਂ ਮੈਂ ਲੀਗਲ ਵੀ ਕਰਾ ਸਕਦਾ। ਹੁਣ ਮੈਂ ਖਰੀਦਦਾਰ ਹਾਂ, ਮੈਂ ਪੈਸੇ ਦਿੱਤੇ ਨੇ, ਮੈਂ ਕਹਾਂ ਵੀ ਮੈਂ ਤਾਂ 20 ਲੱਖ ਦਿੱਤਾ, 20 ਲੱਖ ਦੀ ਰਜਿਸਟਰੀ ਕਰਾਉਣੀ, 20 ਲੱਖ ਦੇ ਸਟਾਂਪ ਲੱਗੂਗਾ। ਉਹਦੇ ਵਿੱਚ ਤੁਸੀਂ ਲੁਕੋ ਨਹੀਂ ਸਕਦੇ, ਪਰ ਤੁਹਾਡੀ ਦੋਹਾਂ ਧਿਰਾਂ ਦੀ ਸਹਿਮਤੀ ਚਾਹੀਦੀ ਹੈ। ਨਹੀਂ, ਕਲੈਕਟਰ ਰੇਟ ਤੋਂ ਘੱਟ ਤੁਸੀਂ ਨਹੀਂ ਕਰਾ ਸਕਦੇ। ਖਰਚਾ ਉਹਦੇ 'ਚ ਕੀ ਵੱਧਦਾ ਜੀ ਅਧਿਕਾਰਤ ਤੋਂ? ਮੰਨ ਲਓ ਵੀ ਕਲੈਕਟਰ ਰੇਟ 20 ਲੱਖ ਵਾਲੀ ਜ਼ਮੀਨ ਦਾ 12 ਲੱਖ ਜੀ, ਤੇ ਮੈਂ 12 ਲੱਖ 'ਚ ਲਿਖਾਤੀ, 8 ਲੱਖ ਸਿੱਧਾ ਝੋਲੇ 'ਚ ਪਾ ਕੇ ਦੇਤਾ ਜੀ, ਤੇ ਬਚਤ ਕਿੱਥੇ ਹੁੰਦੀ ਆ? ਖਰਚਾ 8 ਲੱਖ ਦਾ ਕੀ ਆ? 8 ਲੱਖ ਦਾ ਖਰਚਾ ਕਿੰਨਾ ਹੋ ਸਕਦਾ? ਨਹੀਂ, ਵੈਸੇ ਤਾਂ ਦੇਖੋ ਜੀ, ਜੋ ਨੋਟ ਲੱਗਦਾ ਨਹੀਂ, ਉਹ ਜਿਹੜੇ ਤੁਹਾਡੇ ਰੇਟ ਫਿਕਸ ਨੇ ਜਿਹੜੇ, ਉਹਨਾਂ ਤੇ ਹੀ ਹੋਣਾ ਚਾਹੀਦਾ। ਪਰ ਜੇ ਅਸੀਂ ਉਹੀ, ਮੈਂ ਗੱਲ ਦੁਬਾਰਾ ਕਹਿਣੀ ਚਾਹੁੰਦਾ, ਤੁਹਾਨੂੰ ਗੱਲ ਦੁਬਾਰਾ ਕਹਿਣੀ ਚਾਹੁੰਦਾ, ਤਾਂ ਉਹ ਤੇ ਪੂਰਾ ਖਰਚਾ ਲੱਗੂ, ਉਹਨਾਂ ਹੀ ਸਟਾਂਪ ਲੱਗੂਗਾ। ਖਰਚਾ ਕਿੰਨਾ ਲੱਗਦਾ ਜੀ? ਇਹ ਅਲੱਗ-ਅਲੱਗ ਦਰਾਂ ਨਿਰਧਾਰਤ ਨੇ, ਬੈਅ ਦੀ ਰਜਿਸਟਰੀ ਦੀ ਅਲੱਗ ਆ, ਗਹਿਣੇ ਦੀ ਅਲੱਗ ਆ, ਤਵਾਲੇ ਅਲੱਗ-ਅਲੱਗ ਖਰਚੇ ਨਿਰਧਾਰਤ ਨੇ ਜੋ ਸਰਕਾਰ ਨੇ ਫਿਕਸ ਕੀਤੇ ਹੋਏ ਨੇ। ਅੱਛਾ, ਗਹਿਣਾ ਕਿਹਨੂੰ ਕਹਿੰਦੇ ਆ ਜੀ? ਗਹਿਣਾ ਜਿਹਨੂੰ ਮੈਂ ਤੁਹਾਡੀ ਜ਼ਮੀਨ ਲੀਜ਼ ਤੇ ਲੈ ਲਈ, ਲੀਜ਼ ਕਹਿ ਸਕਦੇ, ਗਹਿਣੇ ਤੇ ਲੈ ਲਈ। ਜਿਵੇਂ ਆਪਾਂ ਰਹਿਣ ਕਹਿ ਸਕਦੇ ਹਾਂ, ਰਹਿਣ ਵਾ ਕਬਜ਼ਾ, ਜਾਣੀ ਆਪਾਂ ਕਬਜ਼ਾ ਵੀ ਲੈ ਲਿਆ, ਉਹ ਸ਼ਰਤ ਲਿਖੀ ਜਾਂਦੀ ਵੀ ਇੰਨੇ ਚਿਰ ਖਾਤਰ ਗਹਿਣੇ ਕੀਤੀ, ਉਹ ਸਮਾਂ ਲਿਖਿਆ ਹੁੰਦਾ। ਜਾਂ ਜੇ ਸਮਾਂ ਨਹੀਂ ਲਿਖਿਆ ਤਾਂ ਜਦੋਂ ਤੁਸੀਂ ਉਹ ਫੱਕ ਕਰ ਲਈ, ਫੱਕ ਦਾ ਮਤਲਬ ਜਦੋਂ ਰਿਲੀਜ਼ ਕਰਤੀ ਉਹ, ਤਾਂ ਉਹ ਰਿਲੀਜ਼ ਕਰਕੇ ਤੁਸੀਂ ਇੱਕ ਉਸੇ ਰਜਿਸਟਰੀ, ਜਿਹੜੀ ਰਜਿਸਟਰੀ ਗਹਿਣੇ ਦੀ ਬਣੀ ਆ, ਲੀਜ਼ ਦੀ ਬਣੀ ਆ, ਉਹਦੇ ਪਿੱਛੇ ਇੱਕ ਰਸੀਦ ਲਿਖੀ ਜਾਂਦੀ ਆ ਵੀ ਮੈਂ ਇੰਨੇ ਪੈਸੇ 'ਚ ਕੀਤੀ ਸੀ, ਇੰਨੇ ਇਹਨੂੰ ਮੈਂ ਦੇਤੇ, ਗਵਾਹਾਂ ਦੀ ਹਾਜ਼ਰੀ ਦੇ ਵਿੱਚ ਉਹਦਾ ਇਹ ਫਿਰ ਦੁਬਾਰਾ ਇੰਤਕਾਲ ਜਿਹੜੇ ਦਾ ਨਵੇਂ ਪੁਰਾਣੇ ਮਾਲਕ ਦੇ ਨਾਂ 'ਤੇ ਆ ਜਾਂਦੀ ਆ। ਜਿਹਨੇ ਗਹਿਣੇ ਲਈ ਹੁੰਦੀ ਆ ਉਹ ਤੋਂ ਲੈ ਜਾਂਦੀ ਆ, ਕਿਉਂਕਿ ਗਹਿਣਾ ਜਦ ਹੁੰਦਾ ਤਾਂ ਜਿਹੜਾ ਗਹਿਣਾ ਖਰੀਦਣ ਵਾਲਾ ਉਹਦੇ ਨਾਂ 'ਤੇ ਇੰਤਕਾਲ ਚੜ੍ਹਦਾ, ਬਕਾਇਦਾ ਮਾਲ ਰਿਕਾਰਡ ਉਹਦਾ ਨਾਂ ਬੋਲਣ ਲੱਗ ਜਾਂਦਾ। ਮੰਨ ਲਓ ਵੀ ਕਿਸੇ ਨੇ 10 ਲੱਖ ਰੁਪਈਆ ਲੈ ਲਿਆ ਇੱਥੋਂ ਗਏ ਤੋਂ ਜੀ, ਉਹ ਕਹਿੰਦਾ ਵੀ ਲੈ ਵੀ ਚਾਚਾ 10 ਲੱਖ ਰੁਪਈਏ ਮੈਨੂੰ ਜ਼ਰੂਰਤ ਆ, ਆਹ ਫੜ ਕੀਲਾ ਤੈਨੂੰ ਗਹਿਣਾ ਦਿੱਤਾ ਜੀ, ਮੇਰਾ ਨਾਂ ਜਿਹੜਾ 10 ਲੱਖ ਵਾਲਾ ਇੱਥੇ, ਉਹਦਾ ਨਾਂ ਕਿੱਥੇ ਚੜ੍ਹਨਾ? ਉਹਦਾ ਸਿਸਟਮ 'ਚ ਪੂਰਾ ਸਿਸਟਮ ਜਿਵੇਂ ਇੰਤਕਾਲ ਬੈਦ ਦਾ ਚੜ੍ਹਦਾ, ਉਹਦੇ ਉੱਤੇ ਲਿਖਿਆ ਜਾਊਗਾ ਮੈਂ ਗਹਿਣੇ ਕਰ ਰਿਹਾ। ਮੰਨ ਲਓ ਕੋਈ ਬਲਦੇਵ ਸਿੰਘ ਗਹਿਣੇ ਕਰ ਰਿਹਾ, ਸੁਖਦੇਵ ਸਿੰਘ ਉਹਨੂੰ ਗਹਿਣੇ ਲੈ ਰਿਹਾ, ਤਾਂ ਉਹ ਤੇ ਲਿਖਿਆ ਜਾਊ ਬਲਦੇਵ ਸਿੰਘ ਰਾਹਨ ਤੇ ਸੁਖਦੇਵ ਸਿੰਘ ਮੁਰਤਨ ਹੁੰਦਾ ਜਿਹੜਾ ਗਹਿਣੇ ਲੈਂਦਾ। ਉਰਦੂ ਦੇ ਸ਼ਬਦ, ਉਰਦੂ ਦੇ ਲਫ਼ਜ਼ ਬੜੇ ਪੁਰਾਣੇ ਚੱਲੇ ਆਉਂਦੇ ਆ। ਉਹ ਮੁਰਤਨ ਜਾਣੀ ਉਹ ਮੁਰਤਨ ਹੋ ਜਾਊ ਜਦੋਂ ਉਹਨਾਂ ਦਾ ਫੱਕ ਹੋ ਗਿਆ, ਜਾਣੀ ਵਾਪਸ ਦੇ ਵਿੱਚ ਰਿਲੀਜ਼ ਹੋ ਗਈ, ਤੇ ਉਹ ਉਹਨੂੰ ਵਾਪਸ ਕਰ ਦੂਗਾ। ਉਸੇ ਤਰ੍ਹਾਂ ਇੰਤਕਾਲ ਫਿਰ ਪਿੱਛੇ ਵਾਪਸ ਚਲਿਆ ਜਾਊਗਾ। ਅੱਛਾ ਜੀ, ਇੱਕ ਦੱਸਿਓ, ਇੱਕ ਜਿਹੜੀ ਇੱਥੇ ਬਹੁਤ ਗੱਲ ਚੱਲ ਰਹੀ ਹੈ ਵੀ ਸਰਕਾਰ ਨੇ ਕਹਿਤਾ ਵੀ ਇੰਨੇ ਸਾਲ ਜੇ ਕੋਈ ਬਾਲਵੇ ਜ਼ਮੀਨ ਦਾ ਉਹ ਮਾਲਕ ਹੋ ਜੂ, ਇਹ ਜੀ ਕਿਹੜੀ ਗੱਲ ਚੱਲ ਰਹੀ? ਨਹੀਂ, ਇਸ ਤਰ੍ਹਾਂ ਦੀ ਨਹੀਂ ਗੱਲ। ਪਿੱਛੇ ਜੀ ਆਈ ਸੀ ਵੀ 12 ਸਾਲ ਤੋਂ ਬੰਦੇ ਦਾ ਕਬਜ਼ਾ ਇਹ ਲੋਕਾਂ ਦੇ ਵਿੱਚ ਹੈਗਾ, ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸਭ ਕੋਰਟ ਦੇ ਉੱਤੇ ਆ, ਉਹਦੇ ਵਿੱਚ ਕੋਰਟ ਦੇ ਵਿੱਚ ਚਾਰਾਜੋਈ ਕਰਨੀ ਪੈਂਦੀ ਹੈ। ਜੇ ਕਿਸੇ ਕੋਲੇ ਗਹਿਣਾ ਉਹ ਜਾਇਜ਼ ਪੱਖ ਰੱਖਣਾ ਪਊ ਉਹਨੂੰ ਆਪਣਾ, ਐਂ ਨਹੀਂ ਲੈ ਸਕਦਾ। ਨਹੀਂ, ਇਸ ਤਰ੍ਹਾਂ ਦਾ ਕੋਈ ਧੱਕੇਸ਼ਾਹੀ ਥੋੜੀ, ਇਹ ਕੋਈ ਜੰਗਲ ਰਾਜ ਨਹੀਂ ਹੈਗਾ ਵੀ ਐਵੇਂ ਕਿਸੇ ਨੇ ਜ਼ਮੀਨ ਤੇ ਕਬਜ਼ੇ ਤੇ ਲੈ ਲਿਆ। ਕਾਨੂੰਨੀ ਤੌਰ ਤੇ ਬੜਾ ਵਧੀਆ ਰੈਵਨਿਊ ਸਿਸਟਮ ਆ। ਤੁਸੀਂ ਮਾਲਕ ਹੋ, ਇੰਟੈਕਟ ਹੋ, ਤੁਹਾਡੇ ਕਾਗਜ਼ਾਂ 'ਚ ਤੁਹਾਡਾ ਨਾਮ ਬੋਲ ਰਿਹਾ, ਤੁਹਾਨੂੰ ਕੋਈ ਚੱਕਰ ਨਹੀਂ ਹੈਗਾ। ਇੱਕ ਸਰਾਰ ਸਾਹਿਬ ਸ਼ਬਦ ਦੱਸਿਓ, ਹੇਵਾ।
ਹੇਵਾ ਕੀ ਹੁੰਦਾ? ਪੁੰਨ ਦਾ ਹੇਵਾ ਕੀ ਹੁੰਦਾ? ਹੇਵਾ ਦਾਨ ਹੁੰਦਾ ਜੀ। ਦਾਨ ਪੁੰਨ ਹੁੰਦਾ ਜੀ। ਪੁੰਨ ਹੇਵਾ ਇੱਕੋ ਚੀਜ਼ ਹੈ। ਉਹ ਕਿੱਥੇ ਇੰਟੈਕਟ ਹੁੰਦਾ ਜੀ? ਇਹ ਗਿਫਟ ਡੀਡ ਹੁੰਦੀ ਹੈ ਜੀ। ਗਿਫਟ ਨੂੰ ਆਪਾਂ ਅੰਗਰੇਜ਼ੀ ਚ ਕਹ ਲਈਏ ਤਾਂ ਗਿਫਟ ਡੀਡ ਹੁੰਦੀ ਹੈ ਜੀ। ਸੋ ਪਿਤਾ ਵੀ ਹੇਵਾ ਕਰ ਸਕਦਾ? ਕਿਸੇ ਨੂੰ ਹੇਵਾ, ਪਿਤਾ ਪੁੱਤਰ ਨੂੰ ਵੀ ਹੇਵਾ ਕਰ ਸਕਦਾ, ਕਿਸੇ ਨੂੰ ਕਰ ਸਕਦਾ, ਕਿਸੇ ਥਰਡ ਪਰਸਨ ਨੂੰ ਵੀ ਕਰ ਸਕਦਾ, ਗੁਰਦੁਆਰੇ ਮੰਦਿਰ ਨੂੰ ਜਿੱਥੇ ਮਰਜ਼ੀ ਕਰ ਦੇਵੇ ਜੀ। ਉਹ ਵੀ ਐਜ਼ ਏ ਬੈ ਦੀ ਰਜਿਸਟਰੀ ਜਿਵੇਂ ਸੇਲ ਡੀਡ ਹੁੰਦੀ ਆ, ਉਸੇ ਤਰ੍ਹਾਂ ਸਟਾਮ ਲੱਗਦਾ ਉਹਦੇ ਉੱਤੇ, ਉਨਾ ਹੀ ਸਟਾਮ ਲੱਗਦਾ ਆ ਤੇ ਉਵੇਂ ਰਜਿਸਟਰੀ ਹੁੰਦੀ ਹੈ ਜੀ, ਉਵੇਂ ਇੰਤਕਾਲ ਹੁੰਦਾ ਉਹਦਾ। ਪਿੰਡਾਂ ਦੀ ਫਿਰਨੀ ਦੀ ਇੱਕ ਗੱਲ ਚੱਲਦੀ ਆ ਵੀ ਲਾਈਨ, ਲਾਲ ਲਾਈਨ ਤੋਂ ਅੰਦਰ ਤੇ ਲਾਲ ਲਾਈਨ ਤੋਂ ਬਾਹਰ, ਉਹ ਕੀ ਆ ਜੀ? ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ ਇਹ ਜੀ। ਲਾਲ ਲਕੀਰ ਪਿੰਡ ਦੀ ਇੱਕ ਆਬਾਦੀ ਦੇਹ ਹੁੰਦੀ ਹੈ ਜੀ। ਅੱਛਾ ਜੀ। ਜਾਣੀ ਇੱਕ ਲਾਲ ਡੋਰਾ ਹੁੰਦਾ ਜਿਹੜੇ ਵਿੱਚ ਪੁਰਾਣੀ ਆਬਾਦੀ ਹੁੰਦੀ ਆ ਪਿੰਡ ਦੀ ਫਿਰਨੀ ਦੇ ਅੰਦਰ ਆਪਾਂ ਆਮ ਪਿੰਡ ਦੀ ਫਿਰਨੀ ਹੁੰਦੀ ਆ ਨਾ, ਉਹ ਅੰਦਰ ਉਹਨੂੰ ਲਾਲ ਡੋਰੇ ਦੀ ਜ਼ਮੀਨ ਕਹਿੰਦੇ ਆ। ਸੋ ਉਹ ਪਿੰਡ ਦੀ ਅਸਲ ਪਿੰਡ ਉਹ ਹਾਂ ਜਿੱਥੇ ਪਿੰਡ ਵੱਜਿਆ ਹੋਇਆ, ਮੁੱਢ ਵੱਜਿਆ ਹੋਇਆ ਆ, ਜਿੱਥੇ ਦਰਵਾਜ਼ੇ ਸੀ ਆਪਣੇ। ਹਾਂ ਉਹ ਉਸ ਐਕਚੁਅਲੀ ਜਿੰਨਾ ਮਾਲ ਰਿਕਾਰਡ ਆ ਸਾਰੇ ਮਾਲ ਰਿਕਾਰਡ ਦੀ ਮਾਲਕੀ ਖਸਰੇ ਨੰਬਰ ਵਾਈਜ਼ ਲਿਖੀ ਹੋਈ ਆ। ਅੱਛਾ। ਕੱਲੇ ਮਾਲਕ ਦੀ ਵੀ ਆਹ ਕਿੱਲਾ ਇਹਦਾ, ਆਹ ਕਿੱਲਾ ਇਹਦਾ। ਜਿਹੜੀ ਲਾਲ ਲਕੀਰ ਆ ਉਹ ਸਿਰਫ ਉਹਦਾ ਇੱਕ ਨੰਬਰ ਹੁੰਦਾ। ਅੱਛਾ ਜੀ। ਜਾਣੀ ਮੰਨ ਲਓ ਉਹਦਾ ਇੱਕ ਨੰਬਰ ਦੇਤਾ, ਉਹ ਵੰਡ ਕਰਦੇ ਆ ਗਏ, ਜਿਵੇਂ ਤਕਸੀਮ ਜਦੋਂ ਮਰਬੇਬੰਦੀ ਹੋਈ ਉਹਦਾ 442 ਨੰਬਰ ਆ ਗਿਆ। 442 ਜਮਾਬੰਦੀ 'ਚ ਲਿਖਿਆ ਉਹ ਆਬਾਦੀ ਦੇ ਨੰਬਰ ਖਸਰਾ 442 ਮਕਬੂਜਾ ਮਾਲਕਾਨ। ਮਕਬੂਜਾ ਮਾਲਕਾਨ ਦਾ ਮਤਲਬ ਵੀ ਜਿਵੇਂ ਜਿਵੇਂ ਜਿਹੜਾ ਕਬਜ਼ੇ ਤੇ ਬੈਠਾ ਆ ਉਹੀ ਇਹਦਾ ਮਾਲਕ ਆ। ਅੱਛਾ ਜੀ। ਉਹਦਾ ਕੋਈ ਰੈਵਨਿਊ ਰਿਕਾਰਡ ਨਹੀਂ ਹੁੰਦਾ। ਅੱਛਾ ਜੀ। ਜਾਣੀ ਮੰਨ ਲਓ ਉਹਦੇ ਵਿੱਚ ਕੋਈ ਬੰਦਾ ਬੈਠਾ ਤਾਂ ਬਾਈ ਨੇਮ ਉਹਦਾ ਰਿਕਾਰਡ ਨਹੀਂ ਹੋਊ, ਉਹ ਜਿਸ ਟੱਕ 'ਚ ਬੈਠਾ ਆ ਉਹ ਉਹਦਾ ਹੀ ਹੋਊਗਾ। ਇਹ ਲਾਲ ਲਕੀਰ ਦੇ ਅੰਦਰ ਹੈ। ਇਹ ਲਾਲ ਲਕੀਰ ਦੇ ਅੰਦਰ ਦਾ ਜਿਵੇਂ ਜਿਵੇਂ ਲੋਕ ਬੈਠੇ ਨੇ। ਪਰ ਹੁਣ ਇੱਕ ਪੰਜਾਬ ਸਰਕਾਰ ਵਾਲੀ ਉਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਲਾਲ ਲਕੀਰ ਦਾ, ਤੇ ਉਹ ਹਜੇ ਚੱਲ ਰਿਹਾ, ਮੁੱਢਲੇ ਪੜਾਵਾਂ 'ਚ ਸਰਵੇ ਹੋ ਚੁੱਕਾ, ਸੈਟੇਲਾਈਟ ਸਰਵੇ ਹੋ ਚੁੱਕਿਆ ਵੀ ਕਿਹੜਾ ਕਿਹੜਾ ਕਿਵੇਂ ਕਿਵੇਂ ਬੈਠਾ ਆ। ਬਾਉਂਡਰੀ ਆਲੇ ਦੁਆਲੇ ਮਾਰਕ ਕਰਕੇ ਸੈਟੇਲਾਈਟ ਨਾਲ ਉਹਦੀ ਪਿਕਚਰ ਲੈ ਕੇ ਉਹਨੂੰ ਫਿਰ ਉਹ ਦਿੱਤਾ ਗਿਆ ਮਹਿਕਮੇ ਨੂੰ, ਪਟਵਾਰੀਆਂ ਦੁਆਰਾ, ਸਾਡੇ ਮਹਿਕਮੇ ਦੁਆਰਾ, ਕਾਨੂੰਨਾਂ ਦੁਆਰਾ ਉਹਨਾਂ ਦਾ ਸਰਵੇ ਕੀਤਾ ਗਿਆ ਵੀ ਕਿਹੜਾ ਕਿਹੜਾ ਕਿੱਥੇ ਬੈਠਾ। ਉਹ ਚੱਲ ਰਿਹਾ। ਉਹਦੀ ਵੀ ਮਾਲਕੀ ਹੱਕ ਦੇ ਦਿੱਤੇ ਜਾਣਗੇ ਜੋ ਗਵਰਨਮੈਂਟ ਦੀਆਂ ਪਾਲਿਸੀਆਂ, ਤਾਂ ਕਿ ਲਿਟੀਗੇਸ਼ਨ ਕੋਈ ਨਾ ਰਵੇ। ਲਾਲ ਲਕੀਰ ਤੋਂ ਬਾਹਰ ਕਿਹਨੂੰ ਕਹਿੰਦੇ ਆ ਜੀ? ਲਾਲ ਲਕੀਰ ਤੋਂ ਬਾਅਦ ਜਿਹੜੀ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਆਈ, ਖੇਤੀਬਾੜੀ ਜ਼ਮੀਨ ਉਹਦੀ ਰਜਿਸਟਰੀ ਪੂਰੀ ਹੋਊਗੀ। ਲਾਲ ਲਕੀਰ ਦੇ ਅੰਦਰ ਇਸ ਤਰ੍ਹਾਂ ਪੈਸਿਆਂ ਦੀ ਆਦਾਨ ਪ੍ਰਦਾਨ ਹੋ ਜੂ, ਪਰ ਸਿਸਟਮ 'ਚ ਚੇਂਜ ਨਹੀਂ ਹੋ। ਨਹੀਂ, ਰਜਿਸਟਰੀ ਹੋ। ਲਾਲ ਲਕੀਰ ਦੀ ਵੀ ਰਜਿਸਟਰੀ ਹੁੰਦੀ ਹੈ। ਅੱਛਾ ਜੀ। ਉਹਦੀ ਰਜਿਸਟਰੀ ਇਸ ਤਰ੍ਹਾਂ ਹੁੰਦੀ ਹੈ ਜੇ ਕਿਸੇ ਕੋਲੇ ਪਹਿਲਾਂ ਕੋਈ ਉਹਦੀ ਰਜਿਸਟਰੀ ਹੋਈ ਹੈਗੀ। ਅੱਛਾ ਜੀ। ਉਹ ਲਾਲ ਲਕੀਰ ਉਸੇ ਰਜਿਸਟਰੀ ਦੇ ਆਧਾਰ ਤੇ ਉਹਦੇ ਵਸੀਕਾ ਨੰਬਰ ਵਗੈਰਾ ਪਿਆ ਹੁੰਦਾ। ਉਹ ਵਸੀਕੇ ਨੂੰ ਮੁੱਖ ਰੱਖ ਕੇ ਵੀ ਇਹ 'ਚ ਕਿਹੜਾ ਮਾਲਕ ਆ, ਉਸ ਮਾਲਕ ਲਈ ਦੂਜੇ ਨਾਂ ਦੇ ਰਜਿਸਟਰੀ ਹੋ ਜਾਂਦੀ ਹੈ। ਲਾਲ ਲਕੀਰ ਦੀ ਵੀ ਹੋ ਜਾਂਦੀ ਹੈ, ਪਰ ਇਹ ਬਹੁਤ ਘੱਟ ਹੁੰਦੀਆਂ ਨੇ ਕਿਉਂਕਿ ਲੋਕਾਂ ਕੋਲੇ ਪੁਰਾਣੀਆਂ ਰਜਿਸਟਰੀਆਂ ਨਹੀਂ ਹੈਗੀਆਂ, ਲੋਕ ਕਬਜ਼ਿਆਂ 'ਤੇ ਹੀ ਬੈਠੇ ਨੇ। ਅੱਛਾ ਜੀ। ਸ਼ਹਿਰੀ ਜਾਇਦਾਦ ਜੀ ਤੁਸੀਂ ਬਹੁਤ ਕੁਝ ਦੇਖਿਆ। ਜ਼ਮੀਨਾਂ ਸ਼ਹਿਰਾਂ ਦੀਆਂ ਬਹੁਤ ਮਹਿੰਗੀਆਂ ਹੋਈਆਂ, ਲੁਧਿਆਣਾ ਮਹਿੰਗਾ, ਜਲੰਧਰ ਮਹਿੰਗਾ, ਸਾਰੇ ਮਹਿੰਗੇ ਨੇ। ਕਰੋੜਾਂ ਦੀਆਂ ਕੋਠੀਆਂ ਨੇ, ਏਰੀਆ ਡਿਪੈਂਡ ਕਰਦਾ। NRI ਦੀ ਕੋਠੀ ਪਈ ਹੈ, ਉਹ ਕੀ ਇੱਕ ਅਫੀਸਰ ਵੱਲੋਂ, ਇੱਕ ਗਜ਼ਟਡ ਅਫੀਸਰ ਵੱਲੋਂ ਕੀ ਸਲਾਹ ਵੀ ਉਹ ਕੋਠੀ ਦਾ ਕੀ ਕਰਕੇ ਆਵੇ, ਜਾਂ ਜਾਣਾ ਉਹਨੇ ਸਾਲ ਬਾਅਦ 2 ਸਾਲ ਬਾਅਦ ਵੀ ਹੋ ਸਕਦਾ ਜਾ ਕੇ ਆਵੇ? ਕੀ ਪ੍ਰੈਫਰ ਕਰਦੇ ਹੋ, ਕੀ ਕਰੀਏ ਅਸੀਂ? ਦੇਖੋ ਜੀ, ਇੱਕ ਤਾਂ ਜਿਹੜਾ ਬੰਦਾ ਹੁਸ਼ਿਆਰ ਹਰ ਕੰਮਾਂ 'ਚ ਚਾਹੀਦਾ, ਆਪਣੀ ਜਾਇਦਾਦ ਪ੍ਰਤੀ, ਆਪਣੇ ਕੰਮ ਪ੍ਰਤੀ ਬਿਲਕੁਲ ਠੀਕ ਜਾਗਰਤੀ ਚਾਹੀਦੀ ਆ। ਉਹਦੇ ਬਿਨਾਂ ਤਾਂ ਜ਼ਿੰਦਗੀ ਚੱਲਦੀ ਹੋ ਨਹੀਂ। ਜਾਣੀ ਤੁਸੀਂ ਉਹਨੂੰ ਛੱਡ ਕੇ ਆ ਰਹੇ ਹੋ, ਇੱਕ ਤਾਂ ਤੁਸੀਂ ਉਹਦੇ ਜਿਹੜੀ ਮਾਲਕੀ ਹੱਕ ਨੇ ਤੁਹਾਡੇ ਕੋਲੇ ਕੀ ਨੇ, ਤੁਹਾਡੀ ਰਜਿਸਟਰੀ ਕੀ ਆ, ਤੁਸੀਂ ਰੈਵਨਿਊ ਦੇ ਵਿੱਚ ਪੂਰਾ ਤਰੀਕੇ ਨਾਲ ਮਾਲਕ ਦਰਜ ਹੋ, ਉਹ ਚੀਜ਼ਾਂ ਸ਼ੋਰ ਹੋਣੀਆਂ ਚਾਹੀਦੀਆਂ ਨੇ। ਪੇਪਰ ਵਰਕ ਕਰੈਕਟ ਚਾਹੀਦਾ। ਜਾਂ ਤੁਹਾਡੇ ਕੋਲੇ ਰਜਿਸਟਰੀ ਆ, ਕੋਈ ਉਹਦੇ ਨਜਾਇਜ਼ ਤਰੀਕੇ ਨਾਲ ਕੋਈ ਕਬਜ਼ਾ ਵੀ ਕਰ ਲੇ, ਉਹਦੇ ਰਾਹ ਨੇ, ਕੋਰਟਾਂ ਬੈਠੀਆਂ ਨੇ, ਮਹਿਕਮੇ ਬੈਠੇ ਨੇ, ਸੁਣਵਾਈ ਹੈ ਉਹਦੇ ਵਿੱਚ। ਬੀਨਾਸ ਨਹੀਂ ਹੈ ਨਾ ਜੀ, ਨਾ ਇਸ ਤਰ੍ਹਾਂ ਦੀ ਕੋਈ ਨਹੀਂ, ਇਸ ਤਰ੍ਹਾਂ ਦੀ ਕੋਈ ਧੱਕਾ ਨਹੀਂ ਜੀ, ਕੋਈ ਜੰਗਲ ਰਾਜ ਨਹੀਂ, ਇਸ ਤਰ੍ਹਾਂ ਨਹੀਂ। ਪੰਜਾਬ ਆ ਜੀ, ਬੜੇ ਗੁਰੂਆਂ ਪੀਰਾਂ ਦੀ ਧਰਤੀ ਹੈ, ਐਸੀ ਗੱਲ ਨਹੀਂ। ਪਰ ਹੁੰਦੀਆਂ ਨੇ, ਐਸੀ ਗੱਲ ਨਹੀਂ, ਐਸੇ ਬਹੁਤ ਕੇਸ ਸਾਹਮਣੇ ਆਉਂਦੇ ਨੇ, ਪਰ ਉਹਦੇ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਦੋਹਾਂ ਤਰ੍ਹਾਂ ਤੇ ਹੀ ਹੁੰਦੀ ਆ। ਪਰ ਆਪਣੀ ਮਾਲਕੀ ਜਿਹੜੀ ਆ ਬਿਲਕੁਲ ਸਹੀ ਢੰਗ ਨਾਲ ਚੈੱਕ ਕਰਕੇ ਆਉਣੀ ਚਾਹੀਦੀ ਆ, ਫਰਦਾਂ ਕੋਲੇ ਰੱਖਣੀਆਂ ਚਾਹੀਦੀਆਂ, ਚੈੱਕ ਕਰਾਉਣੀ ਚਾਹੀਦੀ ਕਿਸੇ ਕੰਸਲਟੈਂਟ, ਗਾਹੇ ਬਗਾਹੇ ਚੈੱਕ ਕਰ ਲੈਣੀ ਚਾਹੀਦੀ ਆ। ਹੁਣ ਤਾਂ ਜੀ ਮੈਂ ਇੱਕ ਹੋਰ ਗੱਲ ਦੱਸਦਾ, ਹੁਣ ਤਾਂ ਆਨਲਾਈਨ ਵੀ ਹੋਇਆ ਸਵਾਲ। ਅੱਛਾ ਜੀ। ਤੁਸੀਂ ਜਿਹੜਾ ਮਾਲ ਰਿਕਾਰਡ ਆਨਲਾਈਨ ਆ, ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕੀ ਹੈਗਾ ਪਿੰਡਾਂ ਦਾ। ਹਜੇ ਸ਼ਹਿਰਾਂ ਦਾ ਹੋ ਰਿਹਾ, ਕਾਫੀ ਦੇਰ ਹੋ ਗਿਆ, ਕੁਝ % ਰਹਿੰਦਾ, ਥੋੜੇ ਜਿਹੇ ਸਮੇਂ 'ਚ ਸਾਰਾ ਕੁਝ ਹੀ ਆਨਲਾਈਨ ਹੋ ਜਾਊਗਾ। ਤੇ ਕਾਗਜ਼ ਪੱਤਰ ਸਹੀ ਰੱਖੀਏ, ਕਾਗਜ਼ ਪੱਤਰ ਸਹੀ ਰੱਖੀਏ ਤੇ ਬੰਦਾ ਸਹੀ ਹੋਵੇ ਜਿਹਨੂੰ ਛੱਡ ਕੇ ਆ ਰਹੇ ਹੋ। ਇਹ ਨਾ ਹੋਵੇ ਕਿਸੇ ਗਲਤ ਬੰਦੇ ਨੂੰ ਤੁਸੀਂ ਕਿਰਾਏ ਤੇ ਚੜਾਇਆ, ਕੋਈ ਕੱਲ ਨੂੰ ਕੋਈ ਤੁਹਾਨੂੰ ਖਰਾਬੀ ਕਰਦੇ, ਕਿਉਂਕਿ ਕਿਰਾਏਦਾਰਾਂ ਕੋਲੇ ਕੋਟਾਂ ਚਾਰਾ ਵੀ ਕਰਨ ਹੋਰ ਨਵੇਂ ਕਿਸ ਹੋ ਜਾਂਦੇ ਆ। ਆਪਣੀ ਜ਼ਮੀਨ ਦਾ ਜਾਂ ਥੋੜਾ ਏਰੀਆ ਦਿਓ, ਐਟਲੀਸਟ ਤੁਹਾਡੇ ਕੋਲ ਮਾਲਕੀ ਹੋਵੇ, ਕਿਉਂਕਿ ਬੰਦਾ ਕਲੇਸ਼ ਤਾਂ ਕਿਸੇ ਜਗ੍ਹਾ ਤੇ ਵੀ ਪਾ ਸਕਦਾ, ਕਲੇਸ਼ ਤਾਂ ਕਿਸੇ ਢੰਗ ਨਾਲ ਵੀ ਪਾ ਸਕਦਾ, ਬੰਦਾ ਕਿਤੇ ਵੀ ਆ ਸਕਦਾ। ਪਰ ਇਹ ਤੁਸੀਂ ਸਮਝਦਾਰ ਆਪਣੀ ਦੇਖ ਕੇ ਕਰਨੀ ਚਾਹੀਦੀ ਹੈ ਵੀ ਕਿਤੇ ਗਲਤ ਕੰਮ ਨਾ ਹੋ ਜਾਵੇ। ਵੈਸੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕੋਈ ਧੱਕਾ ਕਰ ਜਾਊਗਾ, ਜੇ ਕੋਈ ਧੱਕਾ ਕਰੂ ਤਾਂ ਬੈਠਾ ਕਾਨੂੰਨ ਬੈਠਾ ਆ। ਪਿੰਡਾਂ ਦੇ ਵਿੱਚ ਜਿਹੜੀ ਆਮ ਤੁਸੀਂ ਦੇਖਿਆ ਝਗੜੇ ਦੇ ਕੀ ਕਾਰਨ ਨੇ ਪਿੰਡਾਂ 'ਚ, ਜ਼ਮੀਨਾਂ ਦੇ ਕੀ ਝਗੜੇ ਕਿਉਂ ਹੁੰਦੇ ਨੇ, ਤੇ ਫਿਰ ਨਿਪਟਾਰੇ ਕਿਵੇਂ ਹੋ ਸਕਦੇ? ਨਿਪਟਾਰੇ ਦੇਖੋ ਜੀ, ਆਪਾਂ ਸਭ ਤੋਂ ਪਹਿਲਾਂ ਤਾਂ ਵੱਟ ਦਾ ਹੀ ਰੌਲਾ ਪੈ ਜਾਂਦਾ ਆ ਪਿੰਡਾਂ ਦੇ ਵਿੱਚ। ਬੜਾ ਵਧੀਆ ਮੈਥਡ ਆ, ਲੜਨ ਦੀ ਲੋੜ ਨਹੀਂ ਹੈਗੀ।
ਪਹਿਲਾਂ ਤਾਂ ਭਾਈਚਾਰਕ ਤੌਰ ਤੇ ਪੰਚਾਇਤੀ ਤੌਰ ਤੇ ਬਹਿ ਕੇ ਹੱਲ ਕਰ ਲੈਣਾ ਚਾਹੀਦਾ। ਨਹੀਂ ਹੁੰਦਾ ਤਾਂ ਉਹਦੀ ਨਿਸ਼ਾਨਦੇਹੀ ਲਈ ਜਾ ਸਕਦੀ, ਆਪਾਂ ਡਿਮਾਰਕੇਸ਼ਨ ਕਰਾ ਸਕਦੇ ਹਾਂ। ਬਕਾਇਦਾ ਦਰਖਾਸਤ ਉਹ ਤੁਹਾਡੇ ਪ੍ਰੋਪਰ ਲੀਗਲੀ ਆਨਲਾਈਨ ਅਪਲਾਈ ਕਰਨੀ ਪਊ ਤੁਹਾਨੂੰ। ਟਾਈਮ ਬਾਉਂਡ ਚੀਜ਼ਾਂ ਨੇ, ਕਾਨੂੰ ਕੋ ਜਾਊ, ਤੁਹਾਡੀ ਨਿਸ਼ਾਨਦੇਹੀ ਕਰਕੇ ਆਊ। ਮੰਨ ਲਓ ਤੁਹਾਡੀ ਮੈਂ ਤੁਹਾਡੀ ਜ਼ਮੀਨ ਦੱਬੀ ਬੈਠਾ, ਠੀਕ ਹੈ ਜੀ। ਜਦੋਂ ਕਾਨੂੰ ਕੋ ਨੇ ਨਿਸ਼ਾਨਦੇਹੀ ਕਰਨੀ, ਉਹਨੇ ਨਿਸ਼ਾਨ ਲਾ ਦੇਣਾ, ਨਾਲ ਇੱਕ ਨਕਸ਼ਾ ਵੀ ਬਣਾ ਕੇ ਦੇ ਕੇ ਆਉਣਾ ਵੀ ਇਹ ਜਿਹੜੀ ਜ਼ਮੀਨ ਫਲਾਨਾ ਸਿੰਘ ਨੇ ਤੇਰੀ ਨਜਾਇਜ਼ ਤੌਰ ਤੇ ਦੱਬੀ ਹੋਈ ਆ। ਉਹਦੇ ਵਿੱਚ ਉਹ ਜਿਹੜੀ ਉਹ ਛਡਾਈ ਜਾ ਸਕਦੀ ਹੈ, ਕਾਨੂੰਨੀ ਤੌਰ ਤੇ ਛਡਾ ਸਕਦੇ ਹਾਂ। ਉਹਦੇ ਖਾਤਰ ਅਲੱਗ-ਅਲੱਗ ਜੋ ਜਿਵੇਂ ਚਾਰਾਜੋਈ ਕਰ ਲੈਣੀ ਚਾਹੀਦੀ ਹੈ। ਕੋਈ ਐਸੀ ਗੱਲ ਨਹੀਂ, ਇਹ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਇਹ ਸਾਰੀਆਂ ਚੀਜ਼ਾਂ ਦਾ ਮਾਲ ਮਹਿਕਮੇ ਕੋਲੇ ਹੱਲ ਹੈਗਾ। ਕਾਨੂੰਨ ਨੇ ਤੁਹਾਡੇ ਹੱਕ ਦੇ ਵਿੱਚ ਲੋਕਾਂ ਦੀ ਰੱਖਿਆ ਕਰਨ ਖਾਤਰ ਜਿਨ੍ਹਾਂ ਦੇ ਜਿਹੜੇ ਮਾਲਕ ਨੇ, ਜਿਹਦੇ ਨਾਲ ਪੇਪਰ ਆ ਉਹ ਪੇਪਰ ਹੈ, ਪੇਪਰ ਹੀ ਪੇਪਰ। ਬਿਲਕੁਲ, ਤੁਸੀਂ ਬਿਲਕੁਲ ਮਾਲਕ ਹੋ, ਨਰੋਲ ਮਾਲਕ ਹੋ। ਇਸ ਤਰ੍ਹਾਂ ਨਹੀਂ ਵੀ ਕੋਈ ਤੁਹਾਡੀ ਜ਼ਮੀਨ ਦੱਬ ਜੂਗਾ, ਕੋਈ ਨਜਾਇਜ਼ ਕਬਜ਼ਾ ਕਰ ਜੂਗਾ। ਉਹਦੇ ਰਾਹ ਨੇ, ਉਹਦੀਆਂ ਚਾਰਾਜੋਈ ਨੇ ਹੋ ਜਾਂਦਾ। ਇੱਥੇ ਜੀ ਇੱਕ ਬੜੀ ਗੱਲ ਚੱਲੀ ਸਟਾਰ ਸਾਹਿਬ ਤੁਹਾਡੀ, ਤੁਸੀਂ ਤਾਂ ਹੁਣ ਆਪਣੇ ਘੁੰਮਣ ਆਏ ਹੋਏ ਹੋ, ਇੱਥੇ ਵੀ ਲੋਕਾਂ ਦੀਆਂ ਜ਼ਮੀਨਾਂ ਦੀਆਂ ਗੱਲਾਂ ਜਾਇਦਾਦਾਂ ਦੀਆਂ ਬੜੀਆਂ ਚੱਲੀਆਂ ਜੀ। ਬੰਦੇ ਅਸੀਂ ਜਦ ਥੱਕ ਜਾਂਦੇ ਆ, ਜਦ ਉਹਨੂੰ ਦੇਖਿਆ ਵੀ ਮੇਰਾ ਹੱਥ ਨਹੀਂ ਪੈਂਦਾ, ਉਹ ਕਹਿੰਦਾ ਕਰੋੜ ਦੀ ਆ, ਲਿਆ 50 ਲੱਖ ਦੀ ਲਿਖ ਦੇ, ਤੇ ਅਸੀਂ 50 ਦੀ ਵੇਚਦੀ, ਅਸੀਂ 70 ਦੀ, ਆ ਚੱਕ 50 ਆਪਣੇ। ਇਹ ਜਿਹੜਾ ਇਸ ਜਗ੍ਹਾ ਤੇ ਜਦ ਬੰਦਾ ਆਉਂਦਾ ਹੈ, ਜਦ ਥੱਕਦੇ ਆ, ਜਦ ਅਸੀਂ ਐਗਜ਼ਾਸਟਡ ਹੁੰਦੇ ਆ, ਉਦੋਂ ਪਹਿਲਾਂ ਬੰਦੇ ਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਇੱਕ ਤੁਸੀਂ ਕਹਿ ਕੇ ਹਟੇ ਮੈਨੂੰ ਆਫ ਦੀ ਏਅਰ ਵੀ ਜਦ ਤੁਸੀਂ ਪੰਜਾਬ ਨੂੰ ਜਾਣਾ ਹੈ, ਤੁਸੀਂ ਪਹਿਲਾਂ ਪ੍ਰਿਪੇਅਰ ਹੋ ਕੇ ਜਾਣਾ, ਆਹ ਚੀਜ਼ਾਂ ਮੈਂ ਕਰਨੀਆਂ। ਬਿਲਕੁਲ ਜੀ, ਇਹ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ, ਇਹ ਅਵੇਅਰਨੈਸ ਦੀ ਘਾਟ ਆ। ਆਪਾਂ ਕਈ ਵਾਰੀ ਐਵੇਂ ਹੀ ਜਾਂ ਕੋਈ ਤੁਹਾਡੇ ਘਰੇਲੂ ਹੀ ਸਰਕਮਸਟਾਂਸ ਇਹੋ ਜਿਹੇ ਹੁੰਦੇ ਆ, ਆਪੇ ਤੁਸੀਂ ਜਾਣ ਬੁੱਝ ਕੇ ਤੁਸੀਂ ਕਿਸੇ ਦੀ ਕੋਈ ਹੱਕ ਦਬਣਾ ਚਾਹੁੰਦੇ ਹੋ, ਬੰਦਾ ਘੱਟ ਰੇਟ 'ਚ ਦੇਦਾ ਵੀ ਇਸ ਤਰ੍ਹਾਂ। ਪਹਿਲਾਂ ਇੱਕ ਤਾਂ ਤੁਸੀਂ ਫੇਅਰ ਹੋ, ਲਾਲਚ ਪਹਿਲਾਂ ਆਪਣਾ ਛੱਡੋ। ਜਾਣੀ ਇਸ ਤਰ੍ਹਾਂ ਨਹੀਂ, ਕਿਉਂਕਿ ਕਾਨੂੰਨ ਆ ਜੀ, ਸਰਕਾਰ ਵਾਲਾ ਕਾਨੂੰਨ ਆ, ਕੋਈ ਇਸ ਤਰ੍ਹਾਂ ਨਹੀਂ ਗੱਲ ਹੈਗੀ। ਤੇ ਉਹ ਜਿਹੜੇ ਸਹੀ ਢੰਗ ਨਾਲ ਹੀ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀ ਹੈਗੀ ਆ। ਤੁਸੀਂ ਆਪਣੀ ਜ਼ਮੀਨ ਨੂੰ ਤੁਸੀਂ ਇੱਕ ਤੁਹਾਡੀ ਪੇਰੈਂਟਸ ਤੋਂ ਆਈ ਆ, ਤੁਸੀਂ ਥੋੜੀ ਜ਼ਰ ਖਰੀਦ, ਤੁਸੀਂ ਉਹਨੂੰ ਕਰੋੜ ਦੀ, ਉਹਨੂੰ 50 ਲੱਖ 'ਚ ਦੇ ਰਹੇ ਹੋ, ਇਹ ਕੋਈ ਤੁੱਕ ਨਹੀਂ ਬਣਦੀ ਹੈ। ਕੋਈ ਤੁੱਕ ਨਹੀਂ, ਤੁਹਾਨੂੰ ਹਰ ਚੀਜ਼ ਦਾ ਆਪਣਾ ਵਾਜਬ ਮੁੱਲ ਮਿਲਣਾ ਚਾਹੀਦਾ। ਗਲਤ ਹੱਥਾਂ 'ਚ ਨਾ ਚੜੋ, ਗਲਤ ਕੰਮ ਨਾ ਕਰੋ। ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ। ਸੁਹਿਰਦ ਇੱਕ ਕੰਸਲਟੈਂਟ ਤੁਹਾਡੇ ਵਰਗਾ ਜਿਹੜਾ ਰਿਪਿਊਟਡ ਅਫੀਸਰ ਹੋਵੇ, ਜਿਹਨੂੰ ਪਤਾ ਹੋਵੇ, ਗੱਲ ਕਰਨੀ ਆਉਂਦੀ ਹੋਵੇ, ਜਿਹੜੀਆਂ ਦੇ ਸ਼ਬਦਾਂ ਦੇ ਵਿੱਚੋਂ ਪਤਾ ਲੱਗਦਾ ਹੋਵੇ ਸਹੀ ਹੈ ਗੱਲ, ਉਹ ਇੱਕ ਵਧੀਆ ਕੰਸਲਟੈਂਟ ਸਾਡੇ ਲਈ ਕੀ ਕਰ ਸਕਦਾ? ਦੇਖੋ ਜੀ, ਮੈਂ ਇੱਕ ਤੁਹਾਡੇ ਨਾਲ ਗੱਲ ਹੋਰ ਇੱਥੇ ਵੱਧ ਕਰਕੇ ਦਾ ਕਰਦਾ ਹਾਂ ਜੀ। ਮੈਂ 2009 'ਚ ਪਹਿਲੀ ਵਾਰ ਕੈਨੇਡਾ ਆਇਆ ਸੀ। ਅੱਛਾ ਜੀ। ਐਜ਼ ਏ ਵਿਜ਼ਟਰ ਆਇਆ ਸੀਗਾ। ਠੀਕ ਹੈ। ਮੈਂ ਆਪਣੇ ਬ੍ਰਦਰ ਕੋਲੇ ਆਇਆ, ਮੇਰਾ ਬ੍ਰਦਰ ਬੜਾ ਪੁਰਾਣਾ ਆਇਆ, 82 ਦਾ ਆਇਆ ਹੋਇਆ ਜੀ। ਅੱਛਾ ਜੀ। ਉਹਨੇ ਦੱਸਿਆ, ਉਦੋਂ ਮੈਂ ਕਾਨੂੰ ਹੁੰਦਾ ਸੀਗਾ ਜੀ। ਅੱਛਾ। ਤੇ ਮੇਰੇ ਬ੍ਰਦਰ ਨੇ ਦੱਸਿਆ ਵੀ ਮੇਰਾ ਬ੍ਰਦਰ ਆਇਆ, ਕੀ ਕੰਮ ਕਰਦੇ, ਪਤਾ ਸ਼ੁਰੂ ਹੋ ਜਾਂਦਾ ਵੀ ਕਾਨੂੰ ਨੇ। ਜਾਣੀ ਤੁਸੀਂ ਯਕੀਨ ਮੰਨਿਓ ਜੀ, ਮੈਂ ਦੇਖਿਆ ਕਿੰਨਾ ਹੋਇਆ। ਮੈਂ ਜਿਹੜਾ ਮੈਂ ਵਿਜ਼ਟਰ ਤੌਰ ਤੇ ਘੁੰਮਣ ਆਇਆ, ਲੋਕ ਸਲਾਹ ਲੈਣੋਂ ਨਾ ਹਟਣ। ਬਹੁਤ ਵੱਡਾ। ਉਹ ਮੈਨੂੰ ਮੇਰਾ ਬ੍ਰਦਰ ਕਹਿੰਦਾ, ਯਾਰ ਤੂੰ ਕਹਿੰਦਾ ਘੁੰਮਣ ਆਇਆ ਕਿ ਸਲਾਹ ਦੇਣਾ? ਮੈਂ ਕਹਿੰਦਾ ਤੇਰਾ ਭਾਈਚਾਰਾ ਭਾਈ। ਮੈਂ ਤਾਂ ਪਹਿਲੀ ਵਾਰੀ ਕੈਨੇਡਾ ਆਇਆ। ਮੈਂ ਉਦੋਂ ਦੇਖਿਆ ਵੀ ਲੋਕਾਂ ਨੂੰ ਨਾ ਬਹੁਤ ਸਮੱਸਿਆਵਾਂ ਨੇ। ਤੇ ਫਿਰ ਮੈਂ ਜਿੰਨਾ ਚਿਰ ਸਰਵਿਸ ਕੀਤੀ ਆ ਜੀ, ਤੇ ਮੈਂ ਬੜਾ ਪੋਜ਼ੀਟਿਵਲੀ, ਮੈਂ ਵੈਸੇ ਸਾਰੇ ਕੰਮ, ਹਰ ਇੱਕ ਬੰਦੇ ਦਾ ਆਪੋ ਆਪਣੀ ਨੇਚਰ ਹੁੰਦੀ ਆ। ਜਿਵੇਂ ਮੈਂ ਦੱਸਿਆ, ਮੈਂ ਕੁਰਸੀ ਦੇ ਪਰਲੇ ਪਾਸੇ ਹੀ ਖੜਾ ਰਿਹਾ ਹਮੇਸ਼ਾ, ਆਪਣੀ ਕੁਰਸੀ ਤੇ ਬਹਿ ਕੇ ਵੀ ਆਨੰਦ ਲਿਆ। ਤੇ ਮੈਂ ਇਹ ਦੇਖਦਾ ਸੀ, ਮੇਰਾ ਇੱਕ NRA ਵੀਰ ਆਇਆ, ਕੋਈ ਵੀ ਆ, ਚਾਹੇ NRA ਚਾਹੇ ਉਧਰਲਾ, ਮੈਨੂੰ ਇਹ ਵੀ ਬੰਦਾ ਹਰਾਸ ਨਾ ਹੋਵੇ। ਇੱਕ ਤੁਸੀਂ ਮਹੀਨੇ ਖਾਤਰ ਇੰਡੀਆ ਘੁੰਮਣ ਜਾਂਦੇ ਹੋ, ਆਪਣੇ ਬੱਚਿਆਂ ਨੂੰ ਮਿਲਣ ਜਾਂਦੇ ਹੋ, ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹੋ, ਤੁਸੀਂ ਸਾਡੇ ਮਹਿਕਮਿਆਂ ਦੇ ਮਗਰੀ ਫਿਰਦੇ ਰਹੋ, ਉਹਦਾ ਫਾਇਦਾ ਕੀ? ਜਿਹੜੀ ਇੱਥੋਂ ਮੈਂ ਵੀ ਬੰਦਿਆਂ ਨੂੰ ਇੱਕ ਕੰਸਲਟੈਂਸੀ, ਰਿਟਾਇਰ ਹੋ ਕੇ ਮੈਂ ਕੋਈ ਕੰਸਲਟ, ਤਾਂ ਕਿ ਬੰਦਾ ਪ੍ਰਿਪੇਅਰ ਹੋ ਕੇ ਜਾਵੇ ਉੱਥੋਂ ਵੀ ਮੈਂ ਹੁਣ ਆ ਜ਼ਮੀਨ ਵੇਚਣੀ ਆ, ਮੈਨੂੰ ਕੀ ਚਾਹੀਦਾ। ਬੰਦਾ ਜਹਾਜ਼ ਉਤਰੇ 2 ਦਿਨਾਂ 'ਚ ਵਿਹਲਾ ਹੋਵੇ, ਆਪਣਾ ਕੰਮ ਕਰਕੇ ਜਾਵੇ ਕਰਨ ਨੂੰ। ਸੋ ਇੰਨਾ ਲੰਬਾ ਨਹੀਂ ਜਿਹੜਾ ਸਾਨੂੰ ਡਰ ਹੈ, ਕੋਈ ਐਡਾ ਲੰਬਾ ਨਹੀਂ ਇਹਨੂੰ। ਜਾਣੀ ਮੈਂ ਕਿ ਸਿਰਫ ਨਰੋਲ ਕੰਸਲਟੈਂਸੀ ਦੇਣੀ ਚਾਹੁੰਦਾ ਵੀ ਤੁਸੀਂ ਭਾਈ ਆਹ ਕੰਮ ਕਰੋ। ਗਲਤ ਰਾਏ ਨਹੀਂ ਦੇਵਾਂਗੇ ਕਿਸੇ ਨੂੰ, ਸਹੀ ਰਾਏ ਦੇਣ ਦਾ ਵੀ ਕੋਈ ਬੰਦਾ ਖਰਾਬ ਨਾ ਹੋਵੇ। ਹਰ ਇੱਕ ਬੰਦੇ ਦਾ ਟਾਈਮ ਕੀਮਤੀ ਹੈ, ਹਰ ਇੱਕ ਬੰਦੇ ਦਾ ਪੈਸਾ ਕੀਮਤੀ ਆ, ਕਿਸੇ ਚੀਜ਼ ਦੀ ਖਰਾਬੀ ਨਾ ਹੋਵੇ। ਅੱਛਾ, ਜਿਹੜੇ ਇਹ ਡਿਸਪਿਊਟ ਜਦ ਪੈ ਜਾਂਦੇ ਆ ਜੀ, ਫਿਰ ਉਹਨਾਂ ਦਾ ਨਿਪਟਾਰਾ ਕਿਹੜੇ ਲੈਵਲ ਤੇ ਹੁੰਦਾ ਜਾ ਕੇ? SDM ਲੈਵਲ ਤੇ ਜਾਂ ਉੱਪਰ ਜਾ ਕੇ? ਇਹ ਡਿਸਪਿਊਟ ਚੈਨਲ ਨੇ ਜੀ ਅਲੱਗ-ਅਲੱਗ। ਅੱਛਾ। ਜਾਣੀ ਸਭ ਤੋਂ ਪਹਿਲਾਂ ਤਾਂ ਜਾਣੀ ਇੰਤਕਾਲ ਹੀ ਲੈ ਲਓ, ਆਪਾਂ ਇੰਤਕਾਲ ਤੋਂ ਸ਼ੁਰੂ ਕਰ ਲਈਏ। ਅਸੀਂ 2 ਭਰਾਵਾਂ ਨੇ ਬਹਿ ਲੈ ਲਈ, ਇੱਕ ਤੀਜੇ ਨੇ ਆ ਕੇ ਹੋਰ ਮੈਂ ਤੁਹਾਨੂੰ ਬਹਿ ਕਰ ਦਿੱਤੀ, ਇੱਕ ਤੀਜਾ ਹੋਰ ਆ ਗਿਆ ਵੀ ਇਹ ਤਾਂ ਸੌਦਾ ਮੇਰੇ ਨਾਲ ਕਰੀ ਫਿਰਦਾ ਸੀ, ਤੈਨੂੰ ਕਿਵੇਂ ਬਹਿ ਕਰਤੀ? ਐਪਲੀਕੇਸ਼ਨ ਦੇ ਗਿਆ ਜੀ ਉਹ ਆ ਕੇ। ਉਹ ਉੱਥੇ ਫਿਰ ਝਗੜੇ ਵਾਲਾ ਇੰਤਕਾਲ ਹੋ ਜਾਂਦਾ। ਉਹਨੂੰ ਕਹਿੰਦੇ ਆ ਮਤਨਾਜ਼ਾ ਕਰ ਦਿੰਦੇ ਆ, ਝਗੜੇ ਵਾਲਾ ਕੰਟੈਸਟਡ ਮਿਊਟੇਸ਼ਨ। ਇੱਕ ਹੁੰਦਾ ਅਨਕੰਟੈਸਟਡ, ਇੱਕ ਕੰਟੈਸਟਡ। ਉਹ ਅਸੀਂ ਫਿਰ ਕੰਟੈਸਟਡ ਕਰਕੇ SDM ਕੋਲੇ ਭੇਜ ਦਿੰਦੇ ਆ, ਜਿਹੜਾ ਸਾਡਾ ਸਬ ਡਿਵੀਜ਼ਨ ਦਾ SDM ਹੁੰਦਾ ਆ। ਫਿਰ ਉਹਦੇ ਕੋਲੇ ਪਾਵਰ ਹੁੰਦੀ ਆ, ਉਹ ਧਿਰਾਂ ਨੂੰ ਸੁਣਦਾ ਜੀ। ਉਹਨਾਂ ਨੇ ਸੁਣ ਕੇ ਉਹਦਾ ਨਿਪਟਾਰਾ ਕਰ ਦੇਣਾ। ਉਸ ਨਿਪਟਾਰੇ ਤੇ ਵੀ ਕਿਸੇ ਧਿਰ ਨੂੰ ਕੋਈ ਇਤਰਾਜ਼ ਆ ਤਾਂ ਅੱਗੇ DC ਸਾਹਿਬ ਕੋਲੇ ਚਲੇ ਜਾਣਾ, ਉਸ ਤੇ ਵੀ ਇਤਰਾਜ਼। ਅੱਗੇ ਚੈਨਲ ਨੇ,
ਉੱਤੇ ਤੱਕ ਜਾਂਦੇ ਆ, ਇਹਦਾ ਨਿਪਟਾਰਾ ਹੋ ਜਾਂਦਾ। ਮਹਿਕਮੇ ਦੇ ਵਿੱਚ ਅਲੱਗ-ਅਲੱਗ ਇਹਦੇ ਸਟੈਪ ਬਣਾਏ ਹੋਏ ਨੇ। ਵੈਸੇ ਨੇੜੇ ਹੀ ਹੋ ਜਾਂਦਾ, ਐਡਾ ਲੰਬਾ ਨਹੀਂ ਜਾਣਾ ਪੈਂਦਾ, ਨੇੜੇ ਹੀ ਹੋ ਜਾਂਦਾ। ਜਿਹੜੇ ਬਹੁਤ ਹੀ ਜ਼ਿਆਦਾ ਉਲਝੇ ਕੇਸ ਆ ਉਹ ਉੱਤੇ ਤੱਕ ਜਾਂਦੇ ਨੇ। ਇੱਕ ਮੁਸ਼ਕਲ ਜਿਹੜੀ ਸਭ ਤੋਂ ਵੱਡੀ ਹੋਊਗੀ, ਤੁਸੀਂ ਹੁਣ ਤੁਹਾਡਾ ਬੇਟਾ ਪ੍ਰਵਾਸੀ ਆ, ਇੱਕ ਭਾਈ ਉੱਥੇ ਆ, ਇੱਕ ਇੱਥੇ ਆ ਜੀ। ਇੱਥੇ ਵਾਲਾ ਲੱਗ ਗਿਆ 18 ਘੰਟੇ ਕੰਮ ਕਰਨ, ਉਹ ਜ਼ਮੀਨ ਬਣਾਉਣ ਲੱਗ ਗਿਆ, ਨਾਲ ਲੱਗਦੀ ਆ ਨਾਲ ਇੱਥੇ ਵਾਲਾ ਚੱਕ ਲੈ ਲਾ, ਆਕਾਰ ਲੈ ਲਾ, ਟਰੈਕਟਰ ਲੈ ਲਾ, ਕੋਠੀ ਪਾਉਣੀ ਆ ਵੀਰ, ਆਹ ਪਾਉਣੀ ਆ ਜੀ। ਤੇ ਫਿਰ ਜਿੱਦਣ ਇੱਥੇ ਵਾਲਾ ਜਾ ਕੇ ਕਹਿੰਦਾ ਵੀ ਹੁਣ 40 ਕਿੱਲਿਆਂ ਚੋਂ 20 ਮੇਰੇ ਨੇ, ਉਹ ਕਹਿੰਦਾ ਨਾਲ ਦੇ ਸੀਰੀ ਨੂੰ ਕਹਿੰਦਾ ਵੀ ਫੇਰ ਲਾ ਰੇਤੀ, ਹੁਣ ਮਾੜਾ ਜਿਹਾ ਆ ਗਿਆ, ਇਹਨੂੰ ਦਈਏ ਜ਼ਮੀਨ। ਇਹ ਕੇਸ ਹੋਏ ਨੇ। ਜਦ ਜਿਹੜੀ ਮੇਰੇ ਨਾਂ ਨਹੀਂ ਹੈ, ਪੈਸੇ ਮੈਂ ਭੇਜਦਾ ਗਿਆ, ਉਹਦੇ ਤੇ ਮੈਂ ਹੱਕ ਜਤਾ ਸਕਦਾ ਕਿਤੇ? ਨਹੀਂ, ਦੇਖੋ ਜੀ, ਇਹ ਕਾਨੂੰਨੀ ਤੌਰ ਤੇ ਤੁਸੀਂ ਕਾਗਜ਼ ਕੋਈ ਨਹੀਂ, ਕਾਗਜ਼ ਤਾਂ ਜਿਹੜੋ ਇਹ ਤੁਹਾਡੀ ਵੀ ਗਲਤੀ, ਤੁਸੀਂ ਗੁੱਡ ਫੇਥ ਦੇ ਵਿੱਚ ਕਾਰਵਾਈ ਕਰੀ ਜਾਂਦੇ ਹੋ, ਪਰ ਉਹਦੇ ਵਿੱਚ ਉਹਨੂੰ ਪੁੱਛਣਾ ਵੀ ਚਾਹੀਦਾ। ਪੈਸਾ ਦੇਣਾ ਤੇ ਕਾਗਜ਼ ਪੜਵਾਉਣਾ, ਆਪਾਂ ਦੁਕਾਨ ਤੇ ਜਾਂਦੇ ਆ, ਚੀਜ਼ ਲੈਂਦੇ ਆ, ਦੇਖਦੇ ਆ ਵੀ ਇਹ ਮਾੜੀ ਆ ਕਿ ਖਰੀ ਆ। ਜੇ ਪੇਪਰ ਨਾਂ ਨਹੀਂ ਫਿਰ ਤੁਹਾਡੇ ਕੋਲ ਕੁਝ ਨਹੀਂ, ਉਹ ਤਾਂ ਜਿਹੜਾ ਬੰਦੇ ਨੇ ਆਪਣੇ ਨਾਂ ਕਰਾ ਲਈ, ਹੁਣ ਇਹ ਉਹਨੂੰ ਕਿਵੇਂ ਪ੍ਰੂਵ ਕਰੋਗੇ? ਉਹ ਕੋਰਟਾਂ 'ਚ ਹੀ ਪ੍ਰੂਵ ਹੋ ਜਾ ਕੇ ਫਿਰ ਲੰਬਾ ਲਿਟੀਗੇਸ਼ਨ ਹੋ ਗਈ ਨਾ। ਉਹ ਤਾਂ ਕੁਝ ਨਹੀਂ ਜੀ, ਉਹ ਤਾਂ ਖੁਆਰੀ ਹੈ। ਇਹ ਤਾਂ ਜਿਹੜਾ ਖਰੀਦਦਾਰ ਜਿਹੜਾ ਹੁਸ਼ਿਆਰ ਚਾਹੀਦਾ ਉਸੇ ਸਮੇਂ ਵੀ ਮੈਂ ਲੈ ਵੀ 5 ਕਿੱਲੇ ਲੈਣੇ ਨੇ, ਦੋਨਾਂ ਦੇ ਨਾਂ ਹੋਵੇ। ਅੱਛਾ, ਫਿਰ ਸਾਡੀ ਮਾਲਕੀ ਦਾ ਚੱਕਰ ਪੈਂਦਾ ਸਿਟੀਜ਼ਨਸ਼ਿਪ ਤੇ ਸਾਡੇ PR ਦਾ ਜੀ। ਉਹ ਹੁਣ ਕਹਿੰਦੇ ਆ ਵੀ ਤੁਸੀਂ ਇੱਥੇ ਦਾ ਸਿਟੀਜ਼ਨ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ। ਇਹ ਕੀ ਲਾਅ ਜੀ? ਇਹ ਹੈ ਜੀ ਕਾਨੂੰਨ ਆ ਜੀ, ਜਿਹੜੇ ਇੱਧਰਲੇ ਹੈਗੇ ਨਹੀਂ ਖਰੀਦ ਸਕਦੇ, ਜਿਹੜੇ ਇੱਧਰ ਵਾਲੇ ਹੈਗੇ ਆ, ਜਿਹੜੇ ਉਹਦੇ ਜਿਵੇਂ ਹੁਣ ਮੰਨ ਲਓ ਕੋਈ ਤੁਹਾਡਾ 50 ਲੱਖ ਤੋਂ ਉੱਤੇ ਸੌਦਾ ਆ, ਉਹਦੇ ਉੱਤੇ ਵੀ ਸਰਕਾਰ ਵੱਲੋਂ ਟੈਕਸ ਆ, ਜੋ ਸਰਕਾਰੀ ਕਾਨੂੰਨ ਜੋ ਬਣੇ ਹੋਏ ਨੇ। ਜਾਣੀ ਉਹਦੇ ਵਿੱਚ ਇਹ ਆ ਵੀ ਤੁਸੀਂ ਕੋਈ ਇੱਧਰ ਵਾਲਾ ਬੰਦਾ ਉਹਦਾ ਜ਼ਮੀਨ ਵੇਚ ਰਿਹਾ ਆ, ਤਾਂ ਉਹ ਜਿਹੜੀ ਜ਼ਮੀਨ ਤੇ ਜੋ ਸਰਕਾਰ ਦਾ ਟੈਕਸ ਬਣਦਾ ਆ, ਉਹ ਖਰੀਦਦਾਰ ਨੇ ਕੱਟ ਕੇ ਤੁਹਾਨੂੰ ਪੇ ਕਰਨਾ ਆ। ਯਾਨੀ ਇਹ ਨਹੀਂ ਵੀ ਤੁਸੀਂ ਕਹੋਗੇ ਮੈਂ ਇਹਨਾਂ ਸਰਕਾਰ ਦਾ ਟੈਕਸ ਮੈਂ ਦੇ ਦੂੰਗਾ, ਨੋ, ਤੁਸੀਂ ਉਹ ਪਹਿਲਾਂ ਕੱਟਿਆ ਜਾਊਗਾ, ਉਹ ਅਲੱਗ ਚੈੱਕ ਜਾਊਗਾ ਸਰਕਾਰ ਦੇ ਖਾਤੇ ਤੇ, ਤੁਹਾਨੂੰ ਤੁਹਾਡੀ ਅਦਾਇਗੀ ਦੇ ਵਿੱਚੋਂ ਕੱਟ ਕੇ ਤੁਹਾਨੂੰ ਪੈਸੇ ਦਿੱਤੇ ਜਾਣਗੇ। ਹੁਣ ਬਾਹਰਲੇ ਦੇਸ਼ ਦਾ ਜਿਹੜਾ ਕੋਈ ਵੀ ਵਸਿੰਦਾ ਉੱਥੇ ਖੇਤੀ ਵਾਲੀ ਜ਼ਮੀਨ ਨਹੀਂ ਲੈ ਸਕਦਾ ਜੀ? ਇਹ ਬਿਲਕੁਲ ਕਾਨੂੰਨ ਹੋ ਗਿਆ। ਸ਼ਹਿਰੀ ਲੈ ਸਕਦਾ ਜੀ? ਹਾਂ, ਸ਼ਹਿਰੀ ਪਲਾਟ ਲੈ ਸਕਦੇ ਆ, ਪਰ ਇਹਦਾ ਇੱਕ ਲਿਮਟ ਆ ਜੀ, ਇਹਦੀ ਲਿਮਟ ਆ ਜੀ। ਸੋ ਸਟਿਲ ਮਤਲਬ ਹੁਣ ਉਸ ਤਰ੍ਹਾਂ ਖੁੱਲਾ ਨਹੀਂ ਹੈ? ਨਾ, ਖੁੱਲਾ ਨਹੀਂ ਜੀ, ਨਹੀਂ। ਅੱਛਾ, ਅਖੀਰ 'ਚ ਸਮਾਂ ਬਹੁਤ ਭੱਜ ਗਿਆ ਜੀ, ਛੇਤੀ ਗੱਲਾਂ ਆਪਣੀਆਂ ਮੁੱਕੀਆਂ ਨਹੀਂ ਜੀ। ਅੱਛਾ, ਮੈਨੂੰ ਐਂ ਦੱਸੋ ਵੀ ਹੁਣ ਜੇ ਤੁਹਾਨੂੰ ਕਿਸੇ ਨੇ ਮਿਲਣਾ, ਤੁਸੀਂ ਇੱਥੇ ਹੋ, ਕਦ ਮੁੜਨਾ ਕਦ ਆ ਤੁਸੀਂ? ਮੈਂ ਹਜੇ 10-15 ਦਿਨ ਸੀਗਾ। ਅੱਛਾ, ਕੰਟੈਕਟ ਮੈਂ ਕੋਸ਼ਿਸ਼ ਕਰੂੰਗਾ ਜੀ ਇੱਕ ਵਾਰ ਤੁਹਾਨੂੰ ਮੈਂ ਫੇਰ ਸੱਦਾਂ, ਹਾਂਜੀ, ਆਪਣੀਆਂ ਗੱਲਾਂ ਹੋਰ ਹੋਣ। ਤੇ ਇੱਕ ਮੈਨੂੰ ਅਖੀਰ ਦੇ ਵਿੱਚ ਹੁਣ ਜੇ ਕੋਈ ਤੁਹਾਡੇ ਨਾਲ ਕੰਸਲਟ ਕਰਨਾ ਚਾਹੇ, ਕੋਈ ਨੰਬਰ ਹੈ ਇੱਥੇ? ਤੁਸੀਂ ਆਏ? ਬਿਲਕੁਲ ਜੀ, ਬਿਲਕੁਲ। ਇੱਥੇ ਤੁਹਾਡੀ ਇੱਕ ਕੰਪਨੀ ਹੈ ਜੀ, ਸਰਾਭਾ ਰੈਵਨਿਊ ਕੰਸਲਟੈਂਸੀ ਕਾਰਪੋਰੇਸ਼ਨ। ਅੱਛਾ, ਪੂਰੀ ਸੈੱਟ ਕਰ ਲਈ ਤੁਸੀਂ? ਹਾਂ, ਸਰਾਭਾ ਜਿਹੜੀ ਮੈਂ ਇੰਡੀਆ ਵਿੱਚ ਦੇਖਦਾ ਤੇ ਇਧਰ ਬੇਟਾ ਦੇਖਦਾ ਜੀ ਇਹ। ਅੱਛਾ, ਤੇ ਇਹਦੇ ਉੱਤੇ ਅਪਾਇੰਟਮੈਂਟ ਨਾਲ ਗੱਲ ਕੀਤੀ ਜਾ ਸਕਦੀ ਆ। ਤੇ ਸਾਡਾ ਨੰਬਰ ਹੈ ਜੀ 604 505 7606 604 505 7606 604 505 7606 7606। ਸੋ ਬੇਟੇ ਦਾ ਤੁਹਾਡੇ ਦਾ ਨਾਮ ਕੀ ਹੈ ਜੀ? ਗੁਰਚਰਨ ਸਿੰਘ ਸਰਾਭਾ ਜੀ। ਸੋ ਜਾਂ ਉਹ ਹੋਣਗੇ ਜਾਂ ਤੁਸੀਂ ਇਸ ਨੰਬਰ ਤੇ ਜਿਹਨੇ ਵੀ ਕੰਸਲਟ ਕਰਨਾ ਮੀਟਿੰਗ ਕਰ ਸਕਦਾ ਜੀ, ਅਪਾਇੰਟਮੈਂਟ ਲੈ ਕੇ ਗੱਲ ਕਰ ਸਕਦਾ। ਉਹਨੂੰ ਸਹੀ ਰਾਏ ਪ੍ਰਦਾਨ ਕਰਨ ਦੀ ਅਸੀਂ ਸਾਡੀ ਪੂਰੀ ਕੋਸ਼ਿਸ਼ ਹੋ ਵੀ ਉਹਨੂੰ ਉਹ ਹਰਾਸ ਨਾ ਹੋਵੇ, ਬੰਦੇ ਨੂੰ ਸਹੀ ਰਾਏ ਦਿੱਤੀ ਜਾਵੇ, ਸਹੀ ਜਾਣਕਾਰੀ ਦੇਣੀ ਹੈ ਜੀ। ਇੱਕ ਜਾਣ ਵੇਲੇ ਇੱਕ ਕਾਲਰ ਦੀ ਆਪਾਂ ਗੱਲ ਸੁਣ ਲਈ ਜੀ। ਸੁੱਚਾ ਭੱਟੀ ਜੀ, ਕੀ ਕਹਿਣਾ ਚਾਹੁੰਦੇ ਹੋ? ਭੱਟੀ ਸਾਹਿਬ, ਭੱਟੀ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ, ਕਰੋ ਗੱਲ। ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਮੰਗਦਾ ਸੀ, ਸਾਡੇ ਜਿੱਦਾਂ ਹੁਣ ਮੇਰੇ ਕੋਲ 10 ਸਾਲ ਤੋਂ ਲੇਡੀ ਉਹਨਾਂ ਨੇ ਖੋਲਿਆ ਬਿਊਟੀ ਪਾਰਲਰ ਸਾਡੇ ਘਰ 'ਚ, ਉਹਦੀ ਮਲਕੀਅਤ ਆਪਣਾ ਕਰ ਸਕਦੀ ਹੈ ਕਿ ਹਾਂ ਮੈਂ ਇੰਨੇ ਚਿਰ ਤੋਂ ਇੱਥੇ ਰਹਿ ਸਕਦੀ ਹਾਂ? ਦੂਸਰਾ ਸਵਾਲ ਮੇਰਾ ਇਹ ਸੀ ਕਿ ਮੇਰੇ ਡੈਡ 2016 'ਚ ਆਪਣੀ ਵਸੀਅਤ ਉੱਥੇ ਕਰਿਆ ਸੀ ਰਜਿਸਟਰ, ਪਤਾ ਨਹੀਂ ਉਹਨਾਂ ਨੇ ਕੀਤੀ ਕਿ ਨਹੀਂ, ਔਰ ਸ਼ਾਇਦ ਮੇਰਾ ਖਿਆਲ ਹਜੇ ਰਜਿਸਟਰ ਨਹੀਂ ਹੋਈ ਤੇ ਉਹ ਸਾਡੇ ਨਾਂ ਨਹੀਂ ਚੜੀ, ਤੇ ਉਹ ਅਸੀਂ ਆਨਲਾਈਨ ਆਪਣੇ ਨਾਂ ਇੱਥੇ ਕਰਵਾ ਸਕਦੇ ਹਾਂ? ਗੱਲ ਦੇਖੋ ਜੀ, ਇੱਕ ਤਾਂ ਇਹਨਾਂ ਨੇ ਘਰ ਦੇ ਵਿੱਚ ਸਲੂਨ ਖਲਾਇਆ ਹੈ ਕਿਸੇ ਦਾ, 12 ਵਰ੍ਹੇ ਹੋ ਗਏ, ਉਹਨਾਂ ਦਾ ਡਰ ਆ ਵੀ ਉਹ ਕਿਤੇ ਰੋਕ ਤਾਂ ਨਹੀਂ ਲਊ। ਇੱਕ ਪਿਤਾ ਜੀ ਵਸੀਅਤ ਕਰ ਗਏ, ਪਰ ਇਹਨਾਂ ਨੇ ਆਪਣੇ ਨਾਂ ਨੂੰ ਹਾਲੇ ਤੱਕ ਕੁਝ ਨਹੀਂ ਕਰਾਇਆ। ਮੰਨ ਲਓ ਇੱਥੇ 40 ਸਾਲਾਂ ਦੇ ਭੱਟੀ ਸਾਹਿਬ ਰਹਿ ਰਹੇ ਨੇ, ਕੀ ਸਲਾਹ ਉਹਨਾਂ ਨੂੰ? ਜਿਹੜਾ ਸਲੂਨ ਖੋਲਿਆ ਇਹ ਤਾਂ ਇਹਨਾਂ ਨੇ ਕੋਈ ਐਗਰੀਮੈਂਟ ਕਰਕੇ ਜਾਂ ਕਿਰਾਇਆਨਾਮਾ ਲਿਖ ਕੇ ਹੀ ਦਿੱਤਾ ਹੋਣਾ ਸਲੂਨ ਦਾ। ਹਾਂ, ਜਾਂ ਜੇ ਉਹੀ ਜਵਾਨੀ ਕਲਾਮੀ ਦਿੱਤਾ ਹੋਇਆ ਆ ਤਾਂ ਕੋਈ ਐਸੀ ਗੱਲ ਨਹੀਂ ਹੈਗੀ ਆਪਾਂ ਉਹਨੂੰ ਕਿਰਾਏ ਤੇ ਦਿੱਤਾ, ਉਹਨੂੰ ਖਾਲੀ ਕਰਾਇਆ ਜਾ ਸਕਦਾ। ਹਾਂ,
ਤੇ ਜੇ ਕੋਈ ਬੰਦਾ ਅੜੀ ਜਾਂਦਾ ਉੱਥੇ ਬੈਠ ਹੀ ਗਿਆ ਆ ਤਾਂ ਫਿਰ ਉਹਦੇ ਖਾਤਰ ਕਾਨੂੰਨ ਹੈਗਾ ਆ, ਉਹ ਅਲੱਗ ਚਾਰਾਜੋਈ ਕੀਤੀ, ਪੁਲਿਸ ਮਹਿਕਮੇ 'ਚ ਜਾ ਕੇ ਚਾਰਾਜੋਈ ਕੀਤੀ ਜਾਂਦੀ ਹੈ। ਬੰਦੇ ਨੂੰ ਮੈਂ ਕਿਰਾਏ ਤੇ ਦਿੱਤਾ ਸੀ, ਧੱਕੇ ਨਾਲ ਛੱਡ ਨਹੀਂ ਰਿਹਾ, ਉਹ ਇਸ ਤਰ੍ਹਾਂ ਉਹ ਛਡਾਉਣਾ ਪਊਗਾ। ਵਸੀਅਤ ਗਾਹਾਂ ਭਾਈਆਂ ਦੇ ਨਾਂ ਇੰਤਕਾਲ ਨਹੀਂ ਹੋਇਆ ਜੀ, ਉਹਦੀ ਕੀ ਚੁਆਇਸ ਹੈ ਜੀ? ਵਸੀਅਤ ਚਾਹੀਦੀ ਹੈ ਜੀ, ਜਿਹੜੀ ਵਸੀਅਤ ਇਹਨਾਂ ਦੇ ਫਾਦਰ ਸਾਹਿਬ ਨੇ ਕਰਾਈ ਆ, ਸਭ ਤੋਂ ਪਹਿਲਾਂ ਤਾਂ ਵਸੀਅਤ ਦੀ ਲੋੜ ਹੈਗੀ ਆ। ਓਕੇ, ਵਸੀਅਤ ਪਿਕਚਰ 'ਚ ਆਊਗੀ, ਪਟਵਾਰੀ ਕੋਲੇ ਪੇਸ਼ ਹੋਊਗੀ। ਇਹ ਕਹਿ ਰਹੇ ਨੇ, ਕਹਿੰਦੇ ਅਸੀਂ ਇੱਥੇ ਬੈਠੇ ਆਨਲਾਈਨ ਕਰਾ ਦਾਂਗੇ, ਇਸ ਤਰ੍ਹਾਂ ਨਹੀਂ ਹੋਣਾ, ਨਹੀਂ ਆਨਲਾਈਨ ਜਾਣਾ ਪੈਣਾ। ਨਹੀਂ, ਇੱਕ ਵਾਰੀ ਜਦ ਕਿਤੇ ਇਹਨਾਂ ਨੇ ਪੰਜਾਬ ਜਾਣਾ ਆ, ਜਾਂ ਕੋਈ ਅਟਾਰਨੀ ਦੇ ਦੇਣ ਬਾਹਰ ਕਿਸੇ ਨੂੰ, ਇਹਨਾਂ ਦਾ ਕੋਈ ਬਹੁਤ ਭਰੋਸੇਮੰਦ ਬੰਦਾ ਆ, ਉੱਥੇ ਉਹਨੂੰ ਅਟਾਰਨੀ ਦੇ ਸਪੈਸ਼ਲ ਲਿਖ ਦੇਣ, ਮੈਂ ਇਕੱਲੇ ਇੰਤਕਾਲ ਖਾਤਰ ਦੇ ਰਿਹਾ ਇਹਨਾਂ ਨੂੰ ਵੀ ਇਹ ਮੇਰੀ ਇੰਤਕਾਲ ਦੀ ਚਾਰਾਜੋਈ ਕਰਨਗੇ, ਨਹੀਂ ਜਾਣ ਸਾਡੇ ਬਿਹਾਫ ਤੇ ਆਹ ਬੰਦਾ ਕਰੇਗਾ ਇੰਨਾ ਇੰਤਕਾਲ। ਉਹ ਜੋ ਫੈਕਟਰ ਦੱਸੂਗਾ, ਜੋ ਵਸੀਅਤ ਦਊਗਾ। ਜੇ ਵਸੀਅਤ ਨਹੀਂ ਹੈਗੀ ਫਿਰ ਤਾਂ ਸਾਰਿਆਂ ਦੇ ਨਾਂ ਚੜੂਗੀ। ਫਿਰ ਉਹਦੇ ਵਿੱਚ ਇਹ ਹੋ ਸਕਦਾ ਜੇ ਪਰਿਵਾਰ 'ਚ ਸਹਿਮਤੀ ਹੈ ਤਾਂ ਬਲੱਡ ਰਿਲੇਸ਼ਨ 'ਚ ਦੁਬਾਰਾ ਤਬਦੀਲ ਕਰ ਲੈਣ, ਜਿਹਦੇ ਨਾਂ ਤੇ ਕਰਨੀ ਆ ਉਹਨਾਂ ਨੇ, ਉਹਦੇ ਕੋਈ ਸਟਾਮ ਨਹੀਂ ਲੱਗਦਾ। ਇੱਕ ਨੋਮੀਨਲ ਜੀ ਫੀਸ ਆ ਸਰਕਾਰ ਦੀ ਜਿਹੜੀ ਹੈਗੀ, ਉਹ ਜਮ੍ਹਾਂ ਕਰਾ ਕੇ ਤਹਿਸੀਲਦਾਰ ਕੋਲੇ ਉਹ ਵਾਪਸ ਲੈ ਸਕਦੇ ਆ ਭਰਾਵਾਂ ਤੋਂ, ਜੇ ਕਿਸੇ ਦੇ ਭੈਣ ਭਰਾ ਦੇ ਨਾਂ ਨਹੀਂ ਕਰਨੀ, ਨਹੀਂ ਤਾਂ ਵਸੀਅਤ ਪੇਸ਼ ਕਰਨੀ ਪਊਗੀ, ਜਿਹੜੀ ਵਸੀਅਤ ਉਹਨਾਂ ਦੀ ਹੈਗੀ ਆ। 6045057606 ਇਹ ਨੰਬਰ ਹੈ ਸਰਾ ਗੁਰਪਿਆਰ ਸਿੰਘ ਸਰਾਭਾ ਉਹਨਾਂ ਦਾ, 6045057606। ਜਾਣ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰੂੰਗਾ ਇੱਕ ਵਾਰ ਉਹਨਾਂ ਨੂੰ ਫੇਰ ਸੱਦਾਂ, ਬਹੁਤ ਸਵਾਲ ਨੇ ਜਿਹੜੇ ਤੁਹਾਡੇ ਨੈਕਸਟ ਵੀਕ ਮੈਂ ਫੇਰ ਕੋਸ਼ਿਸ਼ ਕਰਾਂਗਾ ਉਹਨਾਂ ਦੇ ਫਲਾਈ ਹੋਣ ਤੋਂ ਪਹਿਲਾਂ ਬਈ ਇੱਕ ਗੱਲਬਾਤ ਆਪਾਂ ਸੁਣ ਲਈਏ। ਕਲਬਰਟਾ ਤੋਂ ਕਾਲ ਆ, ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਜੇ OCI ਹੈਗੀ ਹੈ ਫਿਰ ਆਪਾਂ ਉੱਥੇ ਜਗ੍ਹਾ ਲੈ ਸਕਦੇ, ਜ਼ਮੀਨ ਲੈ ਸਕਦੇ ਆ? ਜਿਹੜੀ ਆਪਣੀ ਤੁਸੀਂ ਕਹਿ ਰਹੇ ਹੋ ਆਪਣੀ ਖੇਤੀ ਵਾਲੀ? ਹਾਂਜੀ ਹਾਂਜੀ, ਖੇਤੀ ਵਾਲੀ ਜਾਂ ਕੋਈ ਵੀ ਐਗਰੀਕਲਚਰ ਜ਼ਮੀਨ OCI ਵਾਲਾ ਨਹੀਂ ਜੀ ਲੈ ਸਕਦਾ। OCI ਨਾਲੇ ਭਾਈ ਸਾਹਿਬ ਸਿਟੀਜ਼ਨ ਨਹੀਂ ਹੈ ਤੁਸੀਂ ਉੱਥੇ ਦੇ, ਉਹ ਤੁਹਾਨੂੰ ਲੌਂਗ ਟਰਮ ਇੱਕ ਵੀਜ਼ਾ, ਇਹਨੂੰ ਸਮਝੋ ਪਲੀਜ਼। ਠੀਕ ਹੈ, ਥੈਂਕ ਯੂ। ਇੰਨਾ ਕੁ ਤਾਂ ਮੈਨੂੰ ਹੀ ਪੁੱਛ ਲੈਂਦੇ। ਹਾਂਜੀ ਬਾਈ ਜੀ, ਅਖੀਰ 'ਚ ਸਰਾ ਗੁਰਪਿਆਰ ਸਿੰਘ ਜੀ ਕੀ ਕੁਛ ਕਹਿਣਾ ਚਾਹੁੰਦੇ ਹੋ? ਅਖੀਰ 'ਚ ਆਪਾਂ ਇੱਕ ਗੱਲ ਇੱਕ ਵਾਰ ਹੋਰ ਕਰਾਂਗੇ। ਮੈਂ ਕਹਿੰਦਾ ਵੀ ਲੋਕਾਂ ਦੀਆਂ ਉਸ ਦਿਨ ਕਾਲਸ ਲੈ ਲਈਏ, ਨੈਕਸਟ ਵੀਕ ਮੈਂ ਤੁਹਾਨੂੰ ਇਨਵਾਈਟ ਕਰਾਂਗਾ ਫਿਰ, ਤੇ ਅਖੀਰ 'ਚ ਕੁਛ ਹੋਰ ਸੁਨੇਹਾ ਦੇਣਾ ਚਾਹੂੰ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਗਿੱਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ, ਤੇ ਮੈਂ ਸਾਂਝ ਪਾਉਣੀ ਚਾਹੁੰਦਾ ਸੀਗਾ ਤਾਂ ਕਿ ਇਹ ਜਿਹੜੇ ਮੇਰੇ NRI ਵੀਰ ਇੱਧਰ ਬੈਠੇ ਨੇ, ਮੇਰੇ ਭਰਾ ਨੇ, ਤੇ ਬਹੁਤ ਮਿਹਨਤਾਂ ਕੀਤੀਆਂ ਨੇ, ਇਹਨਾਂ ਨੇ ਬੜੇ ਮਿਹਨਤ ਨਾਲ ਪੈਸੇ ਕਮਾਏ ਨੇ, ਇਹ ਕਿਸੇ ਪਾਸਿਓਂ ਮਿਸਗਾਈਡ ਨਾ ਹੋਣ। ਮੈਂ ਇਹੀ ਚਾਹੁੰਦਾ ਵੀ ਜਦ ਵੀ ਇਹ ਪੰਜਾਬ ਜਾਣ, ਹੱਸਦੇ ਖੇਡਦੇ ਜਾਣ, ਹੱਸਦੇ ਖੇਡਦੇ ਆਉਣ। ਜਿਹੜੇ ਜ਼ਮੀਨਾਂ ਦੇ ਕੰਮ ਇਹਨਾਂ ਨੂੰ ਪਹਿਲਾਂ ਪਤਾ ਹੋਵੇ ਵੀ ਅਸੀਂ ਕੀ ਕਰਨਾ ਹੈ, ਜਾ ਕੇ ਕਿੱਥੇ ਜਾਣਾ, ਕਿੱਥੇ ਕੀ ਕਰਨਾ, ਲਾਈਨ ਕੀ ਹੈ, ਲਾਈਨ ਆਫ ਐਕਸ਼ਨ ਇੱਥੋਂ ਤੈਅ ਕਰਕੇ ਜਾਣ, ਨਾ ਕਿ ਉੱਥੇ ਜਾ ਕੇ ਪੁੱਛਣਾ ਸ਼ੁਰੂ ਕਰਨ ਵੀ ਹੁਣ ਅਸੀਂ ਕੀ ਕਰਨਾ ਹੈ। ਤੁਹਾਡੇ ਮੈਂ ਅਗਲੀ ਵਾਰ ਨਾ ਤੁਹਾਡੇ ਸੇਵਾ ਦੇ ਦੌਰਾਨ ਬਹੁਤ NRI ਦੀਆਂ ਮੁਸ਼ਕਲਾਂ ਦੇ ਥਰੂ ਤੁਸੀਂ ਗਏ ਹੋਵੋਗੇ, ਉਹਨਾਂ ਦਾ ਵੀ ਆਪਾਂ ਇੱਕ ਸਾਂਝ ਪਾਵਾਂਗੇ ਵੀ ਇਹੋ ਜਿਹੀਆਂ ਵੀ ਮੁਸ਼ਕਲਾਂ ਹੁੰਦੀਆਂ। ਹਾਂ ਬਿਲਕੁਲ ਜੀ, ਕੀਤੀਆਂ ਜਾ ਸਕਦੀਆਂ ਨੇ, ਆਪਾਂ ਦੇਖ ਲਾਂਗੇ ਜੋ ਆਉਂਦੀਆਂ ਨੇ ਸਮੱਸਿਆਵਾਂ, ਉਹ ਆਪਾਂ ਡਿਸਕਸ ਕਰ ਲਵਾਂਗੇ, ਬਿਲਕੁਲ ਕੀਤੇ ਜਾਣਗੇ ਜੀ। ਸਰ ਗੁਰਪਿਆਰ ਸਿੰਘ ਸਰਾਭਾ ਉਹਨਾਂ ਨੂੰ ਮੈਂ ਅਗਲੇ ਹਫਤੇ ਫਿਰ ਕੋਸ਼ਿਸ਼ ਕਰਾਂਗਾ, ਇੱਕ ਵਾਰ ਗੱਲ ਜ਼ਰੂਰ ਕਰਾਂਗਾ, ਦਿਨ ਫਿਕਸ ਕਰਕੇ। 6045057606 6045057606। ਜੇ ਆਪ ਸਰਾਰ ਜੀ ਨਾ ਚੱਕਣ, ਉਹਨਾਂ ਦਾ ਬੇਟਾ ਹੈ ਸਰਾ ਗੁਰਚਰਨ ਸਿੰਘ ਸਰਾਭਾ, ਉਹ ਫੋਨ ਚੱਕਣਗੇ। ਅਗਲੇ ਹਫਤੇ ਫਿਰ ਉਹਨਾਂ ਨਾਲ ਗੱਲ ਕਰਾਂ। ਧੰਨਵਾਦ ਜੀ, ਬਹੁਤ ਬਹੁਤ ਬੜੀ ਖੁਸ਼ੀ ਹੋਈ ਮਿਲ ਕੇ। ਵਧੀਆ ਅਫਸਰ ਉੱਥੋਂ ਆਉਂਦੇ ਰਹਿਣ, ਜਿਨ੍ਹਾਂ ਦੀ ਰੂਹ ਚੰਗੀ ਹੋਵੇ, ਉਹਨਾਂ ਨਾਲ ਬੈਠ ਕੇ ਸਾਨੂੰ ਵੀ ਵਧੀਆ ਲੱਗਦਾ ਗੱਲ ਕਰਨ। ਧੰਨਵਾਦ ਬਹੁਤ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਹਿਬ। ਸਰਾ ਗੁਰਪਿਆਰ ਸਿੰਘ ਸਰਾਭਾ ਜਿਹੜੇ ਨਾਇਬ ਤਹਿਸੀਲਦਾਰ ਸੇਵਾ ਮੁਕਤ ਹੋਏ ਨੇ। ਅਗਲੇ ਹਫਤੇ ਤੁਹਾਡੇ ਲਈ ਲਾਈਨਾਂ ਖੋਲਾਂਗਾ, ਤੁਸੀਂ ਉਹ ਸਾਰੇ ਸਵਾਲ ਪੁੱਛਿਓ, ਆਪਾਂ 30-40 ਮਿੰਟ। ਰਾਜਨੀਤੀ ਪੂਰੀ ਗਰਮ ਹੈ, ਬਹੁਤ ਚੱਲਦੇ ਆ ਬਾਹਰ ਨਾ, ਨਾਰੇ ਬਹੁਤ ਚੱਲ ਰਿਹਾ, ਕਰਪਸ਼ਨ ਹੋ ਗਈ, ਕਰਪਸ਼ਨ ਨੇ ਐਂ ਕਰਤਾ, ਕਰਪਸ਼ਨ ਨੇ ਉਹ ਕਰਤਾ। ਗੱਲ ਇਹ ਆ ਵੀ ਸਮਾਂ ਲੰਘੇ ਤੇ ਹੁਣ ਗੱਲਾਂ ਕਿਹਨੇ ਸੁਣਨੀਆਂ ਕਿਸੇ ਦੀਆਂ। ਕਰਪਸ਼ਨ ਦੀ ਤਾਂ ਗੱਲ ਉਦਣ ਹੀ ਕੀਤੀ ਜਾਵੇ ਜਿੱਦਣ ਕਰਪਸ਼ਨ ਹੋਵੇ। ਹੁਣ ਕਿਹਨੇ ਪੁੱਛਣੀਆਂ ਗੱਲਾਂ? ਹੁਣ ਤਾਂ ਸਭ ਰਾਜਨੀਤੀ ਦੇ ਖਾਤੇ 'ਚ ਪੈ ਰਿਹਾ, ਰਾਜਨੀਤੀ ਲਈ ਸਾਰਾ ਕੁਛ ਕਰ ਰਹੇ ਨੇ। ਹੁਣ ਤਾਂ ਪਰੀਆਂ ਆ ਕੇ ਰੋਟੀ ਜਾ ਕੇ ਖਿਲਾਉਣ, ਦੁਪਹਿਰੇ ਕਹਿਣ, ਜਿਹੜੇ 2x4 ਠੋਕਦੇ ਬਹਿ ਗਏ, ਉਹਨਾਂ ਨੂੰ ਕਹਿਣ ਵੀ ਪਰੀਆਂ ਆ ਕੇ ਰੋਟੀਆਂ ਖਿਲਾ ਕੇ ਜਾਣਗੀਆਂ, ਭਾਈ ਤੁਹਾਨੂੰ ਘਰੋਂ ਨਾ ਲਿਆਓ ਲੰਚ, ਫੇਰ ਵੀ ਗੱਲ ਮੰਨੀ ਜਾ ਸਕਦੀ ਹੈ। ਪਰੀਆਂ ਦਾ ਕੰਮ ਬਹੁਤ ਵਧੀਆ। ਅੱਜ ਮੈਂ ਟਰੱਕ 'ਤੇ ਇੱਕ 'ਤੇ ਦੇਖਿਆ ਲਾਲ ਪਰੀ ਮੂਹਰੇ ਲਿਖਿਆ ਹੋਇਆ। ਮੈਂ ਕਿਹਾ ਬਹੁਤ ਸਲੋਗਨ ਵਧੀਆ, ਪ੍ਰੋਫੈਸ਼ਨਲ ਡਰਾਈਵਰਾਂ ਨੂੰ ਇਹ ਸ਼ਬਦ ਵੀ ਵਧੀਆ ਲੱਗਦਾ, ਚਾਹੀਦਾ ਵੀ ਹੈ। ਚਲੋ ਮਰਜ਼ੀ ਆ ਤੁਹਾਡੀ, ਮੈਂ ਤਾਂ ਹੱਸਦਾ। ਰਾਂਝਾ ਰਾਜੀ ਕਰੋ। ਕੱਲ੍ਹ ਇੱਕ ਕਬਜ਼ੇ ਵਾਲੀ ਪਲੇਟ ਦੇਖੀ, ਕਬਜ਼ਾ, ਦਬਕਾ, ਜੀਜਾ ਜੀ ਕਹਿਣ ਨਾਲ ਜੇ ਜੀਜੇ ਬਣ ਲੱਗਣ ਫਿਰ ਕਿਹੜਾ ਪੁੱਛਦਾ ਹੈ।
ਰਾਜਨੀਤੀ ਸਰੀ ਦੀ ਬਹੁਤ ਗਰਮ, ਅੱਜ ਰਹਿਣ ਦਿੰਦੇ ਸ਼ੁੱਕਰਵਾਰ ਦਾ ਦਿਨ, ਕਾਹਨੂੰ ਪੰਗੇ 'ਚ ਪੈਣਾ। ਐਬਸਫੋਰਡ, ਮੇਰੇ ਪਿੰਡ ਦੀ ਗੱਲ ਤੁਹਾਡੇ ਨਾਲ ਕਰ ਦੇਵਾਂ। ਐਬਸਫੋਰਡ ਦੇ ਵਿੱਚ ਪਹਿਲੀ ਵਾਰ ਆ ਇਤਿਹਾਸ ਦੇ ਵਿੱਚ ਕਿ ਸਾਡੇ ਜੰਪਲ ਜਵਾਕਾਂ ਦੇ ਵਿੱਚੋਂ, ਜੰਪਲਾਂ ਤੋਂ ਅੱਗੇ ਫਿਰ ਸਾਡੀਆਂ ਘਰਾਂ ਦੀ ਧੀ ਗੁਰਨੂਰ ਕੌਰ ਸਿੱਧੂ, ਸਾਡੀ ਧੀ ਰਾਣੀ ਚੋਣ ਲੜ ਰਹੀ ਹੈ। ਜੋਨੀ ਸਿੱਧੂ ਉਹਨਾਂ ਦੀ ਬੇਟੀ ਹੈ ਅਤੇ ਦਲਜੀਤ ਸਿੰਘ ਸੰਧੂ ਸਾਡਾ ਰਾਈਡਰ ਭਰਾ, ਫੁੱਫੜਾ ਕੁੜੀ ਦਾ, ਉਹਦੇ ਉੱਪਰ ਨੇ। ਅਤੇ ਗੁਰਨੂਰ ਦੀ ਗੱਲ ਮੈਂ ਤਾਂ ਕਰਨੀ ਚਾਹੁੰਦਾ ਹੈ ਕਿ ਇੱਕ ਨੰਬਰ 'ਤੇ ਤਾਂ ਕਹਾਣੀ ਹੈ ਬਈ ਸੋਸ਼ਿਓਲੋਜੀ ਦੀ ਅਤੇ ਕ੍ਰਿਮਨੋਲੋਜੀ ਦੀ ਡਿਗਰੀ ਹੈ। ਕੋਰ ਕਮੇਟੀ ਦੀ 5 ਸਾਲ ਦੀ ਮੈਂਬਰ ਐਬਸਫੋਰਡ ਪੁਲਿਸ ਦੀ, ਅਤੇ ਐਬਸਫੋਰਡ ਪੁਲਿਸ ਵੱਲੋਂ ਅਫੀਸਰ ਦੀ ਜੌਬ ਦੇ ਲਈ ਉਹ ਐਲੀਜੀਬਲ ਹੈ ਅਤੇ ਨੌਕਰੀ ਉਹਨੂੰ ਮਿਲ ਸਕਦੀ ਹੈ। ਵਰਦੀ ਪਾ ਕੇ 4 ਦਿਨ ਕੰਮ ਕਰਨਾ, $1.25 ਲੱਖ ਹੈ। ਉਹਦੇ ਵਿੱਚ ਵੀ ਸਾਨੂੰ ਉਹ ਧੀ ਧਿਆਣੀ ਵਧੀਆ ਲੱਗੂਗੀ। ਪਰ ਉਹ ਕਹਿੰਦੀ ਵੀ ਮੈਂ ਗੱਲ ਕੀਤੀ ਕੱਲ੍ਹ, ਕਹਿੰਦੀ ਮੇਰਾ ਰਾਜਨੀਤੀ ਅੰਕਲ ਮੇਰਾ ਸ਼ੌਕ ਹੈ। ਮੈਂ ਕਿਹਾ ਬਹੁਤ ਸ਼ੁਭ ਸ਼ਗਨ ਹੈ, ਧੀ ਹੋਵੇ ਸਾਡੀ ਅਤੇ ਇੱਥੇ ਦੀ ਜੰਪਲ ਹੋਵੇ ਅਤੇ ਰਾਜਨੀਤੀ ਵਾਲੇ ਪਾਸੇ ਨੂੰ ਜਾਵੇ, ਬਹੁਤ ਵਧੀਆ ਗੱਲ ਹੈ। ਅਸੀਂ ਹਰ ਰੋਜ਼ ਕਹਿੰਦੇ ਹਾਂ ਇੱਥੇ ਦੇ ਜੰਪਲ ਚਾਹੀਦੇ ਨੇ, ਇੱਥੇ ਦੇ ਜੰਪਲ ਚਾਹੀਦੇ ਨੇ, ਬੱਚੇ ਇੱਥੇ ਦੇ ਚਾਹੀਦੇ ਨੇ। ਅਤੇ ਗੁਰਨੂਰ ਕੌਰ ਸਿੱਧੂ ਦਾ ਐਬਸਫੋਰਡ ਵਾਲਿਓ ਖਿਆਲ ਰੱਖਿਓ। ਆਪਣੇ ਤੋਂ ਪਰਾਏ ਦੀ ਗੱਲ ਮੈਂ ਸਮਝਦਾ, ਮੈਂ ਆਪਣਾ ਹੱਥ 'ਚ ਕਹਿਣਾ ਵੀ ਦੂਜੀਆਂ ਕਮਿਊਨਿਟੀਆਂ ਵੀ ਕਹਿੰਦੀਆਂ ਨੇ, ਆਪਾਂ ਤਾਂ ਮੂੰਹ ਅੱਡ ਕੇ ਕਹਿਣਾ ਸਾਡਾ। ਦੂਜੀਆਂ ਕਮਿਊਨਿਟੀਆਂ ਕੁੰਡਾ ਲਾ ਕੇ ਸ਼ੈਂਪੇਨ ਪੀਂਦੇ ਕਹਿੰਦੇ ਨੇ, ਉਹ ਕਹਿੰਦੇ ਵੀ ਨੇ ਅਤੇ ਕਹਿ ਵੀ ਦਿੰਦੇ ਨੇ। ਅਤੇ ਇੱਕ ਵਾਰ ਕਿਤੇ ਕਬਜ਼ਾ ਕਰ ਲਿਆ, 20-20 ਸਾਲ ਮੌਜ ਹੈ, ਚਾਹੇ MP ਦੀ ਸੀਟ ਹੈ, MLA ਦੀ ਸੀਟ ਹੈ, ਬਸ ਦੱਬੀ ਰੱਖਦੇ ਨੇ ਫਿਰ ਘੋੜਾ। ਕਈ 20-22 ਸਾਲ ਪ੍ਰੋਵਿੰਸ਼ਲ ਲਾ ਕੇ ਹੁਣ ਉਹਨਾਂ ਨੇ ਮੂੰਹ ਆ ਜਿਹੜਾ ਉਹ ਫੈਡਰਲ ਵੱਲ ਨੂੰ ਕੀਤਾ ਹੈ। ਰਾਜੇ ਹੈ ਨਹੀਂ, ਗੱਲ ਰੱਜ ਦੀ ਨਹੀਂ, ਗੱਲ ਇਹ ਆ ਵੀ $1.5 ਲੱਖ ਦਮੜਾ ਡਿੱਗਣਾ ਹੈ ਅਤੇ ਉਹਦੇ ਬਾਅਦ ਜਹਾਜ਼ ਚੜ੍ਹਨ ਚੁੜਨ ਨੂੰ ਮੌਜ ਹੈ, ਖਾਣਾ ਪੀਣਾ ਮੌਜ ਹੈ, ਆਨੰਦ ਹੈ। ਇਕੱਲੇ ਬੰਦੇ ਨੂੰ ਔਖਾ ਹੀ ਕੋਈ ਨਹੀਂ, ਬੈਗ ਗਲ 'ਚ ਪਾਇਆ ਅਤੇ ਚੜ੍ਹ ਜਾਓ ਜਿੱਧਰ ਨੂੰ। ਦੇਵ ਸਿੱਧੂ ਨੇ, ਰੋਡਿਆਂ ਵਾਲਾ ਪਰਿਵਾਰ ਆਪਣਾ, ND ਸਿੱਧੂ ਹੋਣੀ ਕੌਂਸਲਰ, ਚਾਂਸਲਰ ਦੇ ਤੌਰ 'ਤੇ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ 'ਚ ਵੱਡਾ ਨੌਵਾਂ ਦੇਵ ਸਿੱਧੂ ਨੂੰ ਐਬਸਫੋਰਡ ਵਾਲਿਆਂ ਨੇ ਜਿਤਾਇਆ। ਫੇਰ ਲੜ ਰਿਹਾ ਦੇਵ ਸਿੱਧੂ ਇਸ ਵਾਰ ਇੰਡੀਪੈਂਡੈਂਟ। ਗੁਰਨੂਰ ਕੌਰ ਸਿੱਧੂ ਐਬਸਫੋਰਡ ਫਸਟ 'ਚ ਸਾਡੀ ਇਹ ਬੱਚੀ ਨੇ ਨਾਂ ਫਾਰਵਰਡ ਕੀਤਾ। ਆਪਣਾ ਨਾਂ ਮੈਨੂੰ ਵਧੀਆ ਲੱਗਦਾ, ਪਰ ਜੇ ਆਪਣੇ ਨੂੰ ਆਪਣਾ ਨਾਂ ਕਹਾਉਣ ਦੇ ਵਿੱਚ, ਕੌਰ ਸਿੰਘ ਲਾਉਣ ਦੇ ਵਿੱਚ ਸੰਗ ਜੀ ਆਵੇ, ਫਿਰ ਉਹਨੂੰ ਅਸੀਂ ਆਪਣਾ ਵੀ ਨਹੀਂ ਗਿਣਦੇ। ਜੇ ਆਪਣੇ ਵਾਲਿਆਂ ਦਾ ਹਾਬੜਾ ਟੁੱਟ ਗਿਆ ਵੀ ਅਸੀਂ, ਮੈਂ ਅਤੇ ਸਾਡਾ, ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਡੌਲਿਓਂ ਫੜਨ ਦੀ ਵੀ ਲੋੜ ਆ ਵੀ ਕਿਹੜੇ ਪਾਸਿਓਂ ਆਪਣੇ। ਜੇ ਚੁਣੇ ਹੁੰਦੇ ਕੌਂਸਲਰ ਨੂੰ, ਕਿਸੇ ਆਪਣੇ ਬੰਦੇ ਦੀ ਗੱਲ ਸੁਣਨ ਲਈ 5 ਮਿੰਟ ਦਾ ਸਮਾਂ ਨਹੀਂ, ਉਹ VIP ਕਲਚਰ ਦੇ ਵਿੱਚ, VIP ਸਟੇਟਸ ਦੇ ਵਿੱਚ ਉਹਨੂੰ ਮਹਿਸੂਸ ਹੁੰਦਾ ਜਾਂ ਹੁੰਦੀ ਹੈ, ਉਹਨੂੰ ਫਿਰ ਮਾੜਾ ਜਿਹਾ ਭਾਈਚਾਰੇ ਨੂੰ ਉੱਧਰ ਨਿਗਾਹ ਰੱਖਣ ਦੀ ਲੋੜ ਹੈ। ਬਹੁਤ ਹੁੰਦਾ ਹੈ, 2 ਵਾਰ ਹੋ ਗਿਆ, 3 ਵਾਰ ਹੋ ਗਿਆ, ਬਹੁਤ ਹੁੰਦਾ ਹੈ। ਹੁਣ ਕਿੰਨਾ ਕੁ ਚਿਰ ਯਾਰ, ਗਾਂ ਕਿਸੇ ਦਾ ਨੰਬਰ ਹੀ ਨਹੀਂ ਆਉਣਾ, ਕੋਈ ਗਾਂ ਨਵਾਂ ਨਹੀਂ ਆ ਸਕਦਾ। ਬੀਨਾਸ ਹੋ ਗਿਆ ਅੱਗੇ, 20 ਵਰ੍ਹੇ ਤੁਸੀਂ ਅਹੁਦੇਦਾਰੀਆਂ ਹੋ ਗਈਆਂ, ਹੁਣ ਅਗਲਾ ਕੋਈ ਹੋਰ ਨਾ ਆਵੇ, ਜਾਣੀ ਬਸ ਬਰੋਟੇ ਥੱਲੇ ਘਾਹ ਦਾ ਡੀਲਾ ਨਾ ਹੋਵੇ, ਬਸ ਇਹ ਆ। ਗਾਹਾਂ ਸਾਡੇ ਟੱਬਰ ਨੇ ਫਿਰ ਟੱਬਰ ਟ੍ਰੇਨਡ ਕਰਤੇ ਅਸੀਂ। ਉਹ ਕਹੇ ਕਿਵੇਂ ਟ੍ਰੇਨਡ ਹੋ ਗਏ? ਕਹਿੰਦੇ ਸਾਨੂੰ ਸਾਹਮਣੇ ਦੇਖਦੇ ਨੇ ਰਾਜਨੀਤੀ ਕਰਦੇ ਨੂੰ ਉਹ ਹਰ ਵਕਤ। ਦੇ ਆਰ ਟ੍ਰੇਨਡ ਟੂ ਸਰਵ ਨੈਕਸਟ ਜਨਰੇਸ਼ਨ। ਸੋ ਇਹ ਇਸ ਵਾਰ ਦਾ ਬਹੁਤ ਖਿਆਲ ਰੱਖਣਾ ਅਸੀਂ ਕਿ ਉਹ ਸਾਡੇ, ਖਾਸ ਤੌਰ ਤੇ ਐਬਸਫੋਰਡ ਨੂੰ ਮੈਨੂੰ ਤੇ ਮਾਣ ਹੈ, ਉਹਨੂੰ ਮੈਂ ਆਪਣਾ ਪਿੰਡ ਕਹਿਣਾ, ਬਹੁਤ ਵੱਡਾ, ਅਤੇ ਉਹ ਹੈ ਮੇਰਾ ਉਸ ਨਗਰ ਦੇ ਨਾਲ, ਨਗਰ ਹੀ ਕਹਿਣਾ ਮੈਂ ਉਹਨੂੰ। ਇਹ ਖਾਸ ਖਿਆਲ ਰੱਖਣ ਦੀ ਲੋੜ ਹੈ ਬਈ ਖੜਦਾ ਕੌਣ ਹੈ ਨਾਲ, ਫੋਨ ਕਾਲ ਅਵੇ ਕੌਣ ਹੈ, ਜਿਹਨੂੰ ਆਪਣੀ ਭਾਸ਼ਾ ਬੋਲਣ 'ਤੇ ਸੰਗ ਹੈ, ਜਿਹਨੂੰ ਆਪਣਾ ਨਾਂ ਲਿਖਣ 'ਤੇ ਸੰਗ ਹੈ, ਕੌਰ ਸਿੰਘ ਲਿਖਣ 'ਤੇ ਸੰਗ ਹੈ, ਜਿਹਨੂੰ ਆਪਣਾ ਪੰਜਾਬੀ ਨਾਂ ਲਿਖਣ 'ਤੇ ਮੁਸ਼ਕਲ ਹੈ, ਉਹਨੂੰ ਪਰਾਂ ਕਰੋ। ਫਿਰ ਜਿਹੜਾ ਤੁਹਾਨੂੰ ਆਪਣਤ 'ਚ ਤੁਹਾਡਾ ਪਿਆਰ ਕਰੇ, ਤੁਹਾਡੇ ਨਾਲ ਖੜੇ,
ਤੇ ਇੰਡੀਪੈਂਡੈਂਟ ਜਿਤਾ ਕੇ ਪਿਛਲੀ ਵਾਰ ਡੇਵ ਸਿੱਧੂ ਨੂੰ ਤੁਸੀਂ ਦੱਸਤਾ ਵੀ ਨਾ ਇਸ ਤਰ੍ਹਾਂ ਨਹੀਂ, ਜਿਹੜਾ ਡਿਜ਼ਰਵਿੰਗ ਆ ਉਹ ਭੇਜਿਆ ਜਾਊ। ਸਾਂਝੇ ਕੰਮ 'ਚ ਜਦ ਮਰਜ਼ੀ ਸੁਨੇਹਾ ਦਿਓ, ਡੇਵ ਸਿੱਧੂ ਨਾਲ ਹੈ ਕਮਿਊਨਿਟੀ ਦੇ। ਸੋ ਗੁਰਨੂਰ ਕੌਰ ਸਿੱਧੂ ਦਾ ਵੀ ਖਿਆਲ ਇਹ ਬੱਚੀ ਦਾ ਰੱਖਣਾ, ਮਾਣ ਦੇਣਾ ਤਾਂ ਗੱਲ ਬਣੂ। ਇਹਨਾਂ ਦੀਆਂ ਕੁੱਖਾਂ ਤੋਂ ਜਿਹੜੇ ਰਾਜਿਆਂ ਦੀ ਗੱਲ ਸੋ ਕੇ ਮੰਦਾ ਆਖੇ ਜਿੱਤ ਜੰਮਿਆ ਰਾਜਾਨ ਦੀ ਜੇ ਗੱਲ ਕਰਨੀ ਹੈ ਉਹਨੂੰ ਜਿਤਾਉਣਾ ਪਊ। ਇੱਕ ਮੈਂ ਸਪੀਚ ਸੁਣੀ ਸੀ ਕਲਗੀਧਰ ਬੋਲ ਦੀ ਗੁਰਨੂਰ ਕੌਰ ਦੀ, ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ, 4 ਮਿੰਟ ਕੁੜੀ ਬੋਲੀ ਹੈ, ਇੱਕ ਸ਼ਬਦ ਵੀ। ਰੋਹ ਰੀਤਾਂ ਪੂਰੀਆਂ ਚਾਹੀਦੀਆਂ। ਬੁਰਜ ਲਿੱਟਾਂ ਪਿਛਲਾ ਪਿੰਡ ਆ ਰਾਏਕੋਟ ਕੋਲ, ਗੁਰਨੂਰ ਕੌਰ ਸਿੱਧੂ ਦਾ, ਔਰ ਗੁਰਨੂਰ ਕੌਰ ਸਿੱਧੂ ਲਿਖਿਆ ਔਰ ਕਹਿ ਕੇ ਸਟੇਟ ਨੂੰ ਕਿਹਾ ਮੈਂ ਪੰਜਾਬੀ 'ਚ ਨਾਮ ਲਿਖਣਾ। ਇਉਂ ਹੁੰਦੀ ਆ ਫਿਰ ਜਿਨ੍ਹਾਂ ਨੇ ਤੁਹਾਡੇ ਲਈ ਖੜਨਾ। ਪਿੰਡ ਦਾ ਪਤਾ ਗੀਰਿਆਂ ਤੋਂ ਲੱਗਦਾ, ਖਿਆਲ ਰੱਖਿਓ ਐਬਸਫੋਰਡ ਵਾਲਿਓ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮਹਿੰਗਾਈ ਦੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਮੇਰੇ ਨਾਲ ਮਹਿਮਾਨ ਨੇ ਸਤਿਕਾਰਯੋਗ ਬਾਈ ਜੀ ਮੈਨੀ ਢਿੱਲੋਂ ਨੇ ਬਹੁਤ ਲੰਮਾ ਸਮੇਂ ਤੋਂ ਇਸ ਗੈਸ ਦੇ ਬਿਜ਼ਨਸ ਦੇ ਵਿੱਚ ਗੈਸ ਸਟੇਸ਼ਨ ਉਹਨਾਂ ਨੇ ਅਲਬਰਟਾ ਦੇ ਵਿੱਚ, BC ਦੇ ਵਿੱਚ ਇੰਟੀਰੀਅਰ 'ਚ ਬਹੁਤ ਬਣਾਏ, ਬਹੁਤ ਚਲਾਏ ਅਤੇ ਬਹੁਤ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਨੇ। ਉਹਨਾਂ ਨੂੰ ਮੈਂ ਅੱਜ ਬੇਨਤੀ ਕੀਤੀ ਹੈ ਕਿ ਗੈਸ ਦੀ ਪ੍ਰਾਈਸ ਕਿਵੇਂ ਨਿਰਧਾਰਿਤ ਹੁੰਦੀ ਹੈ। $1.60 ਟੋਰਾਂਟੋ 'ਚ ਹੈ, $1.35 ਅਲਬਰਟਾ 'ਚ ਹੈ, ਸਾਡਾ $2.10। ਇਹਦਾ ਕਾਰਨ, ਇਹਦਾ ਬੇਸ, ਇਹ ਕੀਮਤਾਂ ਕਿਵੇਂ ਸਹੀ ਹੁੰਦੀਆਂ ਨੇ, ਇਹਦੀ ਗੱਲਬਾਤ ਹੁਣੇ ਸ਼ੁਰੂ ਕਰਦੇ ਹਾਂ ਉਹਨਾਂ ਨਾਲ। ਮੈਨੀ ਢਿੱਲੋਂ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅੱਛਾ ਬਾਈ ਜੀ, ਤੁਸੀਂ ਪਿਛਲੇ 20 ਵਰ੍ਹਿਆਂ ਤੋਂ ਪਲੱਸ ਇਸ ਬਿਜ਼ਨਸ ਦੇ ਵਿੱਚੋਂ ਆਫ ਦੀ ਏਅਰ ਸਦਾ ਕਮਿਊਨਿਟੀ ਦੀਆਂ ਗੱਲਾਂ ਕਰਦੇ ਰਹਿੰਦੇ ਆਪਾਂ, ਤੁਸੀਂ ਮਸ਼ਵਰੇ ਦਿੰਦੇ ਰਹਿੰਦੇ ਹੋ ਅਤੇ ਸਦਾ ਕਮਿਊਨਿਟੀ ਦੀ ਚੜ੍ਹਦੀ ਕਲਾ ਲਈ ਤੁਸੀਂ ਕੰਮ ਕੀਤਾ ਅੱਜ ਤੱਕ। ਚਾਹੇ ਲੌਂਗ ਟਰਮ ਕੰਜ਼ਰਵੇਟਿਵ ਹੋ ਤੁਸੀਂ, ਪਰ ਕਮਿਊਨਿਟੀ ਦੀ ਵੈਲਬੀਇੰਗ ਲਈ, ਚਾਹੇ ਸਿਟੀ ਹੋਵੇ, ਪ੍ਰੋਵਿੰਸ ਹੋਵੇ, ਲੋਕਾਂ ਨੂੰ ਜਿਹਨੇ ਵੀ ਤੁਹਾਨੂੰ ਪੁੱਛਿਆ ਬਹੁਤ ਵੈਲਿਊਏਬਲ ਤੁਸੀਂ ਸਲਾਹ ਸਦਾ ਦਿੱਤੀ ਹੈ, ਧੰਨਵਾਦ ਉਹਦੇ ਲਈ ਐਡਵਾਂਸ ਦੇ ਵਿੱਚ। ਹੁਣ ਮੈਨੂੰ ਐਂ ਦੱਸਿਓ ਵੀ ਇਹ ਗੈਸ ਸਾਡੇ ਕਿਉਂ ਮਹਿੰਗੀ ਹੈ? ਬਾਈ ਜੀ ਮੈਂ ਤੁਹਾਡੇ ਸਰੋਤਿਆਂ ਨੂੰ ਵੀ ਦੱਸਦਾ, ਤੁਹਾਨੂੰ ਵੀ ਦੱਸਦਾ। ਸੈੱਲ ਫੋਨ ਤੇ ਜਾ ਕੇ ਨਾ ਗੂਗਲ ਤੇ ਕੱਢ ਕੇ ਵੇਖੋ ਪੈਟਰੋ ਕੈਨੇਡਾ ਰੈਕ ਪ੍ਰਾਈਸ, ਇਹਨੂੰ ਕਹਿੰਦੇ ਆ ਰੈਕ ਪ੍ਰਾਈਸ। ਸ਼ੈਲ ਦੀ ਵੀ ਹੈ, ਪੈਟਰੋ ਕੈਨੇਡਾ ਦੀ ਵੀ ਹੈ, ਤੁਹਾਨੂੰ ਹੁਣੇ ਪਤਾ ਲੱਗ ਜੂ। ਸਾਡੀ ਬਾਈ ਜੀ ਅੱਜ BC ਦੀ ਜਿਹੜੀ ਵੈਨਕੂਵਰ ਦੀ ਬਾਇੰਗ ਪ੍ਰਾਈਸ ਹੈ ਉਹ ਹੈਗੀ ਆ $53.90, $1.54 ਰੈਕ ਪ੍ਰਾਈਸ। ਇਹ ਬੇਸ ਪ੍ਰਾਈਸ ਹੈ ਬਾਈ ਜੀ, ਕੋਈ ਟੈਕਸ ਨਹੀਂ, ਇਹਨੂੰ ਬੇਸ ਪ੍ਰਾਈਸ ਕਹਿੰਦੇ ਆ। ਇਹ ਜੋ ਸਾਨੂੰ ਗੈਸ ਆਉਂਦੀ ਹੈ ਬਾਈ ਜੀ ਇਸ ਤਰੀਕੇ ਨਾਲ ਆਉਂਦੀ ਹੈ। ਟੋਰਾਂਟੋ ਦੀ ਹੈਗੀ ਬਾਈ ਜੀ 97 ਸੈਂਟ, ਆਪਣੀ 153 ਐਡਮਿੰਟਨ ਦੀ ਹੈਗੀ ਆ ਬਾਈ ਜੀ 112, ਵਿਨਪੈਗ ਦੀ ਹੈ 116। ਹੁਣ ਪਹਿਲਾਂ ਤਾਂ ਵੇਖੋ। ਦੂਜੀ ਗੱਲ ਤੁਹਾਨੂੰ ਹੋਰ ਦੱਸਦਾ ਬਾਈ ਜੀ, ਸਾਡੇ BC 'ਚ ਹੀ ਵੇਖ ਲਓ, ਪ੍ਰਿੰਸ ਜਾਰਜ ਹੈਗੀ ਆ ਬਾਈ ਜੀ 127, ਸਾਡਾ ਸਿੱਧਾ 26 ਸੈਂਟ ਦਾ ਫਰਕ ਉਹਨਾਂ ਨਾਲ ਆਉਂਦਾ ਹੈ। ਕੈਮਲੂਪਸ ਹੈਗੇ ਬਾਈ ਜੀ 129, ਸਿੱਧਾ 24 ਸੈਂਟ ਦਾ ਫਰਕ ਸਾਡੇ ਨਾਲ ਆਉਂਦਾ ਹੈ। ਕੈਮਲੂਪਸ ਤੋਂ ਤੁਸੀਂ ਅੱਜ ਗੈਸ ਐਬਸਫੋਰਡ ਲੈ ਕੇ ਆਉਣੀ ਜਾਂ ਸਰੀ ਲੈ ਕੇ ਆਉਣੀ ਆ, ਤੁਹਾਨੂੰ 5 ਸੈਂਟ 'ਚ ਗੈਸ ਪੈਂਦੀ ਹੈ ਡਿਲੀਵਰੀ ਪਰ ਲੀਟਰ ਜੀ, ਤੇ ਤੁਹਾਨੂੰ ਫਿਰ ਵੀ 19 ਸੈਂਟ ਬਚਦੇ ਆ ਹਾਂਜੀ ਜੇ ਉੱਥੋਂ। ਪਰ ਬਾਈ ਜੀ ਹੁਣ ਤੁਸੀਂ ਜੇ ਉਹ ਬੇਸ ਗੈਸ ਪ੍ਰਾਈਸ ਦੇ ਵਿੱਚ ਟੈਕਸਸ ਪਾਉ, ਮੈਂ ਦੱਸਣ ਲੱਗਿਆ ਸਰੋਤਿਆਂ ਨੂੰ, 14.5 ਸੈਂਟ ਹੈਗਾ ਫੈਡਰਲ ਟੈਕਸ ਜੀ, 10 ਸੈਂਟ ਹੈਗਾ ਪ੍ਰੋਵਿੰਸ਼ੀਅਲ ਟੈਕਸ, 24.5 11 ਸੈਂਟ ਬਾਈ ਜੀ ਹੈਗਾ ਕਾਰਬਨ ਟੈਕਸ, 35 11 ਸੈਂਟ ਬਾਈ ਜੀ ਹੈਗਾ GVRD ਟੈਕਸ, ਜਿਹੜਾ ਐਬਸਫੋਰਡ ਨੂੰ ਨਹੀਂ ਲੱਗਦਾ, ਇੱਧਰ ਲੱਗਦਾ ਹੈ 46 ਸੈਂਟ। ਇਹ 46 ਦੇ ਉੱਤੇ ਬਾਈ ਜੀ 5% GST ਲਾ ਲਓ, 2 ਸੈਂਟ 48 ਹਾਂਜੀ ਟੈਕਸ ਦੇ ਉੱਤੇ ਟੈਕਸ ਹੈ 46 ਸੈਂਟ ਦੇ ਉੱਤੇ, ਹਾਂ GST 48। ਤੇ ਹੁਣ ਤੁਸੀਂ 153 ਚ 48 ਜੋ ਲਓ ਬਾਈ ਜੀ, ਉੱਥੇ ਆ ਗਿਆ 210 212, ਕਮਾਲ ਹੈ। 218 ਤੋਂ ਸ਼ੁਰੂ ਕਰਦੇ ਆ। ਪਰ ਬਾਈ ਜੀ ਸ਼ਰਮ ਦੀ ਗੱਲ ਇਹ ਹੈ ਵੀ ਜੀ ਪ੍ਰਿੰਸ ਜਾਰਜ 127 ਨੂੰ ਵਿਕ ਰਹੀ ਹੈ, ਕੈਮਲੂਪਸ 129 ਨੂੰ ਵਿਕ ਰਹੀ ਹੈ ਗੈਸ ਸਟੇਸ਼ਨਾਂ ਤੇ। ਹਾਂ ਨਹੀਂ ਜੀ, ਬਲਕਿ ਰੈਗ ਪ੍ਰਾਈਸ ਹਾਂ ਓਕੇ, ਉਹਦੀ ਤੁਸੀਂ ਬਾਈ ਜੀ 24.5 ਸੈਂਟ ਟੈਕਸ ਵੀ ਜੋੜਦੇ ਹੋ ਤੇ 11 ਸੈਂਟ ਉਹ ਵੀ ਜੋੜਦੇ ਹੋ ਆਪਣੇ ਪ੍ਰਿੰਸ ਜਾਰਜ, ਤੁਹਾਡੀ ਬਾਈ ਜੀ 174 ਬਣਦੀ ਆ ਸਾਰੀ। ਬਿਲਕੁਲ ਠੀਕ ਹੈ ਹਾਂਜੀ। ਤੇ ਰੌਲਾ ਇਹ ਹੈ, ਹੁਣ ਤੁਹਾਨੂੰ ਦੱਸਦਾ, ਇਸ NDP ਗਵਰਨਮੈਂਟ ਨੇ ਪਿਛਲੇ ਸਾਲ ਬਾਈ ਜੀ, ਕਿਉਂਕਿ ਇਹਨਾਂ ਦੀ ਜੇਸਨ ਕੈਰੀ ਨਹੀਂ ਬਣੀ, ਮੈਨੂੰ ਨਹੀਂ ਪਤਾ ਕੀ ਪ੍ਰੋਬਲਮ ਸੀ, ਇਹਨਾਂ ਨੇ ਪਿਛਲੇ ਸਾਲ ਸਾਨੂੰ ਚਿੱਠੀਆਂ ਭੇਜੀਆਂ ਵੀ 1 ਜਨਵਰੀ ਤੋਂ ਬਾਅਦ ਤੁਸੀਂ ਐਡਮਿੰਟ ਤੋਂ ਗੈਸ ਨਹੀਂ ਲਿਆ ਸਕਦੇ। 1 ਜਨਵਰੀ ਆਹ ਸਾਲ ਜੀ ਕੀ ਹੋਇਆ ਭਾਜੀ, ਉੱਥੋਂ ਸਾਨੂੰ ਅੱਜ ਜੇ 1/12 ਦੇ ਹਿਸਾਬ ਨਾਲ ਲੈ ਕੇ ਆਉਣਾ ਬਾਈ ਜੀ, ਮੈਨੂੰ ਗੈਸ ਪੈਂਦੀ ਹੈ 158।
ਪਰ ਢਿੱਲੋਂ ਸਾਹਿਬ ਕਿੰਨੇ ਕੁ ਟ੍ਰੇਲਰ ਆ ਸਕਦੇ ਨੇ, ਟਰੱਕ ਕਿੰਨੇ ਆ ਸਕਦੇ ਨੇ ਲੋਕਲ? ਬਾਈ ਜੀ ਸਾਨੂੰ ਬੈਸਟ ਆਪਣੇ ਬਾਈ ਜੀ ਕੈਮਲੂਸ ਦੇ ਪਾਲੇ ਪਾਸੇ ਸਾਰੀ ਐਡਮਿੰਟਨ ਆਉਂਦੀ ਸੀ, ਤਾਂਹੀਓ ਗੈਸ ਪ੍ਰਸ਼ਸਤੀ ਸੀ ਉੱਤੇ। ਜੇ ਅੱਜ ਬਾਈ ਜੀ ਮੈਂ ਐਡਮਿੰਟਨ ਤੋਂ ਲੋਡ ਮੰਗਾਉਣਾ, ਮੈਨੂੰ ਅੱਜ ਇੱਥੇ ਸਰੀ ਚ $1.65 ਨੂੰ ਪੈਂਦੀ ਹੈ ਗੈਸ। 35 ਸੈਂਟ ਉਹ 35 ਸੈਂਟ ਉਹ ਤੇ 18 ਸੈਂਟ ਬਾਈ ਜੀ ਜਿਹੜੇ ਉੱਤੇ ਲਾਏ ਅੱਜ ਨੇ। ਅੱਜ ਬਾਈ ਜੀ 53 ਸੈਂਟ ਮੈਨੂੰ ਗੈਸ ਸਸਤੀ ਪੈਂਦੀ ਹੈ। ਇਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ, ਪਤਾ ਨਹੀਂ ਇਹਨੇ ਜੇਸਨ ਕਹਿੰਦਾ ਬੰਦੀ ਕੀ ਨਹੀਂ, ਇਹਨਾਂ ਨੇ ਚੁੱਪ ਕਰਕੇ ਸਾਨੂੰ ਕਹਿੰਦਾ ਵੀ ਜਿਹੜਾ ਉੱਥੋਂ ਗੈਸ ਲੈ ਕੇ ਉਹਨੂੰ 25 ਸੈਂਟ ਲੀਟਰ ਮੰਗ ਰਿਹਾ ਸੀ, ਪੈਨਲਟੀ ਪਾਵਾਂਗੇ। ਹਾਂਜੀ, ਇਹ ਭਾਜੀ ਵਿਕਟੋਰੀਆ 'ਚ ਵੀ ਕੁਐਸਚਨ ਪੁੱਛਿਆ ਗਿਆ ਇਹਨਾਂ ਦੇ ਮਿਨਿਸਟਰ ਨੂੰ, ਉਸ ਗੱਲ ਤੇ ਹੀ ਨਹੀਂ ਆਇਆ। ਤੁਸੀਂ ਵੀ ਇੱਕ ਦਿਨ ਰੇਡੀਓ ਸਟੇਸ਼ਨ ਨੇ ਪੁੱਛਿਆ, ਇੱਕ ਦਿਨ ਹੋਰ ਇੱਕ ਰੇਡੀਓ ਸਟੇਸ਼ਨ ਨੇ ਪੁੱਛਿਆ, ਆਮਨੀ ਟੀਵੀ ਨੇ ਪੁੱਛਿਆ, ਗੱਲ ਤੇ ਹੀ ਨਹੀਂ ਆਉਂਦੇ ਉਸ ਤੇ ਵੀ ਰੀਜ਼ਨ ਕੀ ਹੈ। ਉਹ ਕਿੰਨੇ ਚਿਰ ਦੇ ਲਿਆ ਰਹੇ ਸੀ ਤੁਸੀਂ ਅਲਬਰਟਾ? ਪਿਛਲੇ ਜਦੋਂ ਇਹਨਾਂ ਦੀ ਆਪਦੀ ਐਨਡੀਪੀ ਦੀ ਗਵਰਨਮੈਂਟ ਸੀ ਉਦੋਂ ਪਹਿਲਾਂ ਦੇ ਪਿਛਲੇ 20 ਸਾਲਾਂ ਦੇ ਆਈ ਜਾਂਦੇ ਬਾਈ ਜੀ। ਇੱਕਦਮ ਹੀ ਬਸ ਚੱਕ ਕੇ ਬੰਦ ਕਰਤਾ। ਕਿੰਨਾ ਢਿੱਲੋਂ ਸਾਹਿਬ ਕਿੰਨੇ ਜਿਹੜੇ ਟੈਂਕਰ ਆਉਂਦੇ ਸੀ ਬਾਈ ਜੀ? ਘੱਟੋ ਘੱਟ ਮੈਂ 8-10 ਬੰਦੇ ਤਾਂ ਮੈਂ ਜਾਂਦਾ ਜਿਨ੍ਹਾਂ ਕੋਲ 2-2 3-3 ਗੈਸ ਸਟੇਸ਼ਨ, ਉਹਨਾਂ ਨੇ ਆਪਦੇ ਟਰੱਕ ਖਰੀਦ ਲਏ ਸੀ ਕਿਉਂਕਿ ਉਹ ਤੋਂ ਸਸਤੀ ਪੈਂਦੀ ਸੀ। ਕੀ ਉਹ ਸਸਤੀ ਉਹ ਅੱਗੇ ਦਿੰਦੇ ਸੀ? ਕੀ ਅੱਗੇ ਸਸਤੀ ਦਿੰਦੇ ਸੀ? ਹਾਂਜੀ ਬਾਈ ਜੀ, ਸਸਤੀ ਦਿੰਦੇ ਸੀ ਕਿਉਂਕਿ ਕੰਪੀਟੀਸ਼ਨ ਹੈ। ਤੁਹਾਨੂੰ ਮੈਂ ਇੱਕ ਹੋਰ ਦੱਸਣ ਲੱਗਿਆ, ਤੁਸੀਂ ਭਾਜੀ ਇਹ ਸਰੀ ਚ ਸਾਡੇ ਇਸ ਵਕਤ 83% ਜਿਹੜੇ ਗੈਸ ਸਟੇਸ਼ਨ ਹੋਣਾ ਇਹ ਹੋਣਾ ਕਾਰਪੋਰੇਟ ਰਾਹੀਂ। ਇਹਨਾਂ ਨੇ ਬਾਈ ਜੀ ਦੇਖੋ, ਹਸਕੀ ਨੇ ਖਰੀਦ ਲਿਆ ਮੋਹਾਕ, ਸ਼ੈਲ ਨੇ ਖਰੀਦ ਲਿਆ ਟਰਬੋ, ਟੈਂਪੋ ਖਰੀਦ ਲਏ ਬਾਈ ਜੀ ਕੋਆਪ ਨੇ। ਇਹਨਾਂ ਨੇ ਜਿਹੜਾ ਸਮਾਲ ਗੈਸ ਸਟੇਸ਼ਨ ਸੀ ਉਹ ਤਾਂ ਕੰਪੀਟੀਸ਼ਨ ਹੀ ਬੰਦ ਕਰਤਾ, ਇਹਨਾਂ ਨੇ ਸਾਰੇ ਖਰੀਦ ਕੇ ਮੋਨੋਪੋਲੀ ਕਰ ਲਈ, ਹੁਣ ਜੋ ਮਰਜ਼ੀ ਕਰੀ ਜਾਣ ਬਾਈ ਜੀ। ਸੋ ਇੰਡੀਪੈਂਡੈਂਟ ਮਾਲਕ ਬਹੁਤ ਘੱਟ ਨੇ। ਬਹੁਤ ਬਾਈ ਜੀ, ਸਾਡੇ ਸਾਰੇ ਇੱਥੇ ਸਰੀ ਸਾਡੇ 17% ਇੰਡੀਪੈਂਡੈਂਟ ਹੈ। ਤੁਸੀਂ ਵੇਖ ਹੀ ਲਓ, ਤੁਹਾਨੂੰ ਮੈਂ ਉਹ ਵੀ ਦੱਸਦਾ, ਲੋਕਾਂ ਨੇ ਕਦੇ ਵੇਖਣਾ ਵੀ ਇੰਡੀਪੈਂਡੈਂਟ ਤੇ ਕਿੱਦਾਂ ਪਤਾ ਲੱਗਦਾ ਹੈ। ਜੇ ਤਾਂ ਬਾਈ ਜੀ ਲਿਖਿਆ ਨੇਬਰਸ ਪੈਟਰੋ ਕੈਨੇਡਾ ਦੇ ਸਟੋਰ ਤੇ, ਉਹ ਤਾਂ ਹੈਗਾ ਇਹਨਾਂ ਦਾ ਮਾਲਕੀ, ਇਹਨਾਂ ਦੀ ਆਪਦੀ। ਐਸਓ ਨੇ ਸਾਰੇ 7-Eleven ਨੂੰ ਵੇਚਤੇ। ਜੇ ਬਾਈ ਜੀ ਸ਼ੈਲ ਦੇ ਬਣਿਆ ਐਪਲ, ਉਹ ਸ਼ੈਲ ਦਾ ਆਪਦਾ ਹੈ। ਜੇ ਸ਼ੈਲ ਦੇ ਐਪਲ ਨਹੀਂ ਬਣਿਆ ਉਹ ਪ੍ਰਾਈਵੇਟ ਹੈ। ਹੁਣ ਤੁਸੀਂ ਆਪੀ ਵੇਖ ਲਓ ਵੀ ਕੀ ਹੈ। ਹਸਕੀ ਵੀ ਬਾਈ ਜੀ ਵਿਕ ਗਿਆ, ਹਸਕੀ ਵੀ ਇਹਨਾਂ ਨੇ ਖਰੀਦ ਲਿਆ, ਹਸਕੀ ਰਹਿ ਨਹੀਂ ਗਿਆ ਹੁਣ ਬਾਈ ਜੀ, ਸਾਰੇ ਖਰੀਦ ਲਏ। ਹੌਲੀ ਹੌਲੀ ਮੈਂ ਅੱਗੇ ਤੁਹਾਨੂੰ ਆਪਣੀ ਗੱਲ ਨੂੰ ਦਿੰਦੀ ਆ ਬਾਈ ਜੀ, ਮੈਂ ਕਹਿੰਦਾ ਇਸ ਕੰਟਰੀ ਨੂੰ ਸਿਰਫ 15 ਬੰਦੇ ਰਨ ਕਰਦੇ ਆ, 5 ਬੈਂਕ, 5 ਗੈਸ ਸਟੇਸ਼ਨ ਕੰਪਨੀਆਂ ਤੇ 5 ਇੰਟਰਨੈਟ ਕੰਪਨੀਆਂ। ਇਹ ਸਾਰੇ ਬਾਈ ਜੀ ਇੰਟਰਕਨੈਕਟਡ ਹੈ। ਹਾਂਜੀ, ਤੁਸੀਂ ਹਿਸਾਬ ਵੇਖ ਲਓ, 5 ਹੀ ਬੈਂਕਾਂ ਉਹਨਾਂ ਕੋਲ ਮੋਨੋਪੋਲੀ ਹੈ। ਰਾਇਲ ਬੈਂਕ ਹੋ ਗਿਆ, TD ਬੈਂਕ ਹੋ ਗਿਆ, ਨੋਵਾ ਸਕੋਸ਼ੀਆ ਬੈਂਕ ਹੋ ਗਿਆ, ਬੈਂਕ ਆਫ ਮੌਂਟਰੀਅਲ ਹੋ ਗਿਆ, ਇਵੇਂ ਜੇ ਕਰੋਲ ਕੰਪਨੀਆਂ ਬਾਈ ਜੀ 5, ਪੈਟਰੋ ਕੈਨੇਡਾ ਹੋ ਗਈ, ਹਸਕੀ ਹੋ ਗਈ, ਸ਼ੈਵਰਨ ਹੋ ਗਿਆ, ਸ਼ੈਲ ਹੋ ਗਿਆ ਤੇ ਹੋ ਗਿਆ। ਹਾਂਜੀ, ਤੇ ਇੰਟਰਨੈਟ ਕੰਪਨੀਆਂ ਲੈ ਲਓ ਬਾਈ ਜੀ, ਉਹ ਸਾਰੇ ਟੈਲੀਵਿਜ਼ਨ ਵੀ ਓਨ ਕਰਦੀਆਂ, ਰੇਡੀਓ ਸਟੇਸ਼ਨ ਵੀ ਓਨ ਕਰਦੀਆਂ, ਵੱਡੇ ਵੱਡੇ ਬਾਈ ਜੀ। 15 ਬੰਦੇ ਸਿਰਫ ਰਨ ਕਰ ਰਿਹਾ ਸਾਰਾ ਕੰਟਰੀ, ਤੇ ਉਹ ਗਵਰਨਮੈਂਟ ਇਹਨਾਂ ਦੇ ਖਿਲਾਫ ਥੋੜ੍ਹਾ ਬੋਲਣ ਲੱਗੀ ਆ, ਕੋਈ ਨਹੀਂ ਬੋਲਦਾ ਬਾਈ। ਪਰ ਢਿੱਲੋਂ ਸਾਹਿਬ ਇਹ ਫਿਰ ਇਹ ਤਾਂ ਜਿੱਦਾਂ ਨੂੰ ਅਸੀਂ ਚੱਲੇ ਆ, ਤਾਂ ਬਰਬਾਦੀ ਦੀ ਦਾਸਤਾਨ। ਜਿਹੜਾ ਬੰਦਾ ਅੱਜ ਕੰਮ ਤੇ ਆਪਣੀ ਕਾਰ ਨਹੀਂ ਲੈ ਕੇ ਜਾ ਸਕਦਾ, $2.25 $2 10 ਸੈਂਟ, ਇਹ ਤਾਂ ਮਤਲਬ ਇੱਕੋ ਹੀ ਦੇਸ਼ 'ਚ ਕਿਤੇ ਇੱਕ 60 ਨੂੰ, ਕਿਤੇ ਇੱਕ 35 ਨੂੰ, ਕਿਤੇ $2 10 ਸੈਂਟ ਨੂੰ। ਬਾਈ ਜੀ ਤੁਹਾਨੂੰ ਮੈਂ ਹੋਰ ਦੱਸਦਾ ਸਾਰਿਆਂ ਨੂੰ ਵੱਡੀ ਗੱਲ, ਜਦੋਂ ਮੈਂ BCIT ਤੇ ਬੈਠਾ ਸੀ 2014 ਦੀ ਗੱਲ ਹੈ, ਸਾਨੂੰ ਉਦੋਂ ਜਦੋਂ ਇਹ ਤਨਖਾਹਾਂ ਵਧਾਉਣੀਆਂ ਨੇ, ਸਾਨੂੰ ਇਹਨਾਂ ਨੂੰ ਦੱਸਣਾ ਪੈਂਦਾ ਸੀ ਬੋਰਡ ਤੇ ਬੈਠਿਆਂ ਨੂੰ ਵੀ ਕਿੰਨੀ ਗਵਰਨਮੈਂਟ ਦੀ ਇਨਕਮ ਹੈ ਤੇ ਕਿੰਨੀ ਹੈ। ਉਦੋਂ ਮੈਂ ਵੇਖਿਆ ਬਾਈ ਜੀ, ਉਦੋਂ ਕਾਰਬਨ ਟੈਕਸ ਹੁੰਦਾ ਸੀ 6.67। ਉਨੀ ਦਿਨੀ ਇਹਨਾਂ ਨੂੰ ਕਾਰਬਨ ਟੈਕਸ ਦੀ ਇਨਕਮ, BC ਗਵਰਨਮੈਂਟ ਦੀ ਗੱਲ ਕਰਦਾ ਮੈਂ, ਉਨੀ ਦਿਨੀ $1.6 ਬਿਲੀਅਨ, ਬੱਬੇ ਨਾ ਬਾਈ ਜੀ, ਬਿਲੀਅਨ ਡਾਲਰ ਦੀ ਇਨਕਮ ਸੀ। ਹੁਣ ਤਾਂ 11 ਸੈਂਟ ਹੋ ਗਿਆ। ਹੁਣ ਬਾਈ ਜੀ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਇਹਨਾਂ ਨੂੰ ਕਾਰਬਨ ਟੈਕਸ ਹੁੰਦਾ ਹੈ। ਉਦੋਂ ਇੱਕ ਹੋਰ ਵੀ ਸੀ, ਜਿਹੜਾ ਕਾਰਬਨ ਟੈਕਸ ਸੀ ਉਹ ਟੈਕਸ ਨਿਊਟਰਲ ਸੀ, ਉਹ ਕਦੇ ਵੀ ਜਨਰਲ ਫੰਡਿੰਗ 'ਚ ਨਹੀਂ ਜਾਂਦਾ। ਜਿੱਦਾਂ NDP ਗਵਰਨਮੈਂਟ ਆ ਗਈ ਭਾਜੀ, ਅਗਲੇ ਦਿਨ ਇਹਨੇ ਜਨਰਲ ਫੰਡਿੰਗ 'ਚ ਮਾਰਿਆ, ਤਾਂਹੀਓ ਤਾਂ ਟੋਲਾਂ ਚੱਕਤੀਆਂ, ਤਾਂਹੀਓ MNC ਵੀ ਆਫ ਕਰਤੀ, ਕਿਉਂਕਿ ਇਹਨਾਂ ਨੂੰ $3 ਬਿਲੀਅਨ ਆ ਗਿਆ ਬਾਈ ਜੀ, ਚੋਂ 300 ਮਿਲੀਅਨ ਵਿੱਚੋਂ ਸਾਨੂੰ ਤਾਂ ਛੱਡਤਾ, ਕੀ ਬੜਾ ਫਰਕ ਪੈ ਗਿਆ। ਕੋਈ ਉਹ ਟੈਕਸ ਨਿਊਟਰਲ ਨਹੀਂ ਰਹਿ ਗਿਆ BC 'ਚ। ਹਾਂਜੀ ਬਾਈ ਜੀ, ਹੋਰ ਤੁਹਾਨੂੰ ਸਭ ਨੂੰ ਵੱਡੀ ਗੱਲ ਦੱਸਦਾ, ਜਿੱਦੇ ਗੈਸ ਪ੍ਰਾਈਸ 2 ਸੈਂਟ ਹੈ, ਟੂਡੋ ਸਾਹਿਬ ਤਾਂ ਹੱਸੀ ਜਾਂਦਾ, ਕਿਉਂਕਿ $2 ਦੇ ਹਿਸਾਬ ਨਾਲ ਉਹਨੂੰ GST 5% ਦੇ ਹਿਸਾਬ ਨਾਲ ਕਿੰਨੀ ਜਾਣੀ ਹੈ। ਹਾਂਜੀ, ਕਿਉਂ 10 ਸੈਂਟ ਚਲੇ ਗਈ। ਹਾਂ, ਜਦੋਂ ਬਾਈ ਜੀ ਗੈਸ ਪ੍ਰਾਈਸ ਉੱਪਰ ਜਾਂਦੀ ਹੈ, ਇਹਨਾਂ ਨੂੰ ਇਨਕਮ ਵੱਧਦੀ ਹੈ, ਇਹਨਾਂ ਦੀ ਕਾਰਬਨ ਟੈਕਸ ਦੇ ਪੈਸੇ ਵੱਧਦੇ ਆ, GST ਦੇ ਵੱਧਦੇ ਆ, ਇਹ ਗੈਸ ਪ੍ਰਾਈਸ ਥੱਲੇ ਕਿੱਥੇ ਲਾਉਣ ਲੱਗੇ। ਅੱਛਾ ਜੀ, ਜਿਹੜਾ ਬੇਸ ਢਿੱਲੋਂ ਸਾਹਿਬ ਜਿਹੜੀ ਰੈਗ ਪ੍ਰਾਈਸ ਹੈ, ਜਿਵੇਂ ਅੱਜ ਆਪਣੀ 153, ਇਹਨੂੰ ਕੌਣ ਸੈੱਟ ਕਰਦਾ ਜੀ? ਇਹ ਆਇਲ ਕੰਪਨੀਆਂ ਜੀ ਆਪੇ ਹੀ। ਤੁਸੀਂ ਤਾਂ ਜੇ ਉਹਦੇ ਵਿੱਚ ਜੇ ਤੁਸੀਂ ਖੋਲਿਆ ਵਾ ਵੇਖੋ, ਤਾਂ ਲਿਖਿਆ ਉਹਨਾਂ ਨੇ ਇਫੈਕਟਿਵ ਸੈਪਟੈਂਬਰ 23 2022 12 ਵਜੇ। ਸਾਨੂੰ ਬਾਈ ਜੀ 4:30 ਵਜੇ ਹਰੇਕ ਜਿਹੜਾ ਡੀਲਰ ਆ ਮੇਰੇ ਅੱਗਾ, ਸਾਨੂੰ ਸ਼ਾਮ ਨੂੰ 4:30 ਵਜੇ ਈਮੇਲ ਆ ਜਾਂਦੀ ਹੈ ਆਇਲ ਕੰਪਨੀ ਦੀ ਵੀ ਤੇਰੀ ਕੱਲ ਦੀ ਬਾਈ ਪ੍ਰਾਈਸ ਆ ਹੈ, ਤੂੰ ਜੋ ਮਰਜ਼ੀ ਵੇਚ ਲਾ। ਕਮਾਲ ਇਹ ਹੋ ਗਈ, ਕਮਾਲ। ਹਰੇਕ ਡੀਲਰ ਨੂੰ 4:30 ਵਜੇ ਸਾਨੂੰ ਈਮੇਲ ਆ ਜਾਂਦੀ ਆ, ਸਾਨੂੰ ਪਤਾ ਹੁੰਦਾ ਹੈ। ਤੇ ਸਾਡੇ ਕੋਲ ਬਾਈ ਜੀ 8 ਘੰਟੇ ਹੀ ਵਿੰਡੋ ਹੈ ਗੈਸ ਖਰੀਦਣ ਨੂੰ, ਜੇ ਸਸਤੀ ਖਰੀਦਣੀ ਹੈ, ਜੇ ਵਧੀਆ। ਤੇ ਬਾਈ ਜੀ ਟਰੱਕਾਂ ਵਾਲੇ ਕਿੱਥੇ ਲੈ ਕੇ ਆਉਂਦੇ 8 ਘੰਟਿਆਂ 'ਚ?
ਅੱਛਾ, ਕੋਈ ਦਿਨ ਹੁੰਦਾ ਹਫਤਾ ਪਹਿਲਾਂ ਸਾਨੂੰ ਦੱਸਦੇ ਹੁੰਦੇ ਸੀ, ਹਫਤੇ ਦੀ ਪ੍ਰਾਈਸ ਹੁੰਦੀ ਸੀ, ਹੁਣ ਤਾਂ ਬਾਈ ਜੀ 8 ਘੰਟੇ ਦਿੰਦੇ ਆ ਬਸ। ਅੱਛਾ ਜੀ, ਇੱਕ ਦੱਸਿਓ ਹੁਣ 153 ਤਾਂ ਉਹਨਾਂ ਨੇ ਸੈੱਟ ਕਰ, ਅੱਛਾ 153 ਵਾਲਿਆਂ ਤੇ ਵੀ ਕੋਈ ਸਰਕਾਰ ਦਾ ਡੰਡਾ ਹੋ ਸਕਦਾ ਜਿਹਦੇ ਨਾਲ ਉਹ ਘਟਾ ਸਕਣ? ਹਾਂ ਬਾਈ ਜੀ, ਕਿਉਂ ਨਹੀਂ ਘਟਾ ਸਕਦੇ, ਸਭ ਕੁਝ ਕਰ ਸਕਦੇ ਆ। ਇਹ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਸਾਨੂੰ ਸਸਤੀ ਗੈਸ ਐਡਮਿੰਟਨ ਤੋਂ ਆ ਸਕਦੀ ਆ, ਸਾਨੂੰ ਕ੍ਰਾਸ ਦਾ ਬਾਰਡਰ ਖਰੀਦਣ ਦੀ ਕੀ ਲੋੜ ਹੈ? ਇਹ 153 ਇਹ ਪਤਾ ਹੀ ਕਰਦੇ ਆ ਬਾਈ ਜੀ। ਹੁਣ ਸਾਨੂੰ ਕਹਿੰਦੇ ਜੀ ਇਹ ਜਿਹੜੀ ਰੈਕ ਪ੍ਰਾਈਸ ਹੈ ਇੱਧਰ ਦੀ ਵੈਸਟਰਨ ਕੈਨੇਡਾ ਦੀ ਤੇ ਕੈਲੀਫੋਰਨੀਆ ਦੀ ਤੇ ਇੱਧਰ, ਉਹ ਸਾਨੂੰ ਉਹ ਪ੍ਰਾਈਸ ਦਿੰਦੇ ਆ ਟੈਕਸਸ ਵਾਲੀ। ਤੇ ਜਿਹੜੇ ਪਾਸੇ 98 ਸੈਂਟ ਤੇ ਬੈਠਾ ਬਾਈ ਜੀ, ਤੁਸੀਂ ਵੇਖਿਆ ਮੌਂਟਰੀਅਲ $1.02 ਤੇ ਬੈਠਾ, ਉਹ ਸਾਰੀ ਈਸਟਰਨ ਕੈਨੇਡਾ ਬਾਈ ਜੀ। ਇਫੈਕਟਿਵ ਸਤੰਬਰ 23, 2022 12 ਵਜੇ ਸਵੇਰੇ ਹੈਲੀਫੈਕਸ ਦੇ ਵਿੱਚ $1.03 ਹੈ ਤੇ 97 ਸੈਂਟ ਹੈ ਟੋਰਾਂਟੋ 'ਚ, ਤੇ ਵੈਨਕੂਵਰ $1.53 90 $1.53 ਮਤਲਬ 54 ਸੈਂਟ ਹੀ ਹੈ। ਕੈਮਲੂਸ $1.29 ਆ, ਪ੍ਰਿੰਸ ਜਾਰਜ 1,27,000 ਆ, ਟੈਰਸ 1,28,000 ਹੈ। ਯਾਰ ਇਹ ਤਾਂ ਜਮਾ ਹੀ ਬੁਰਸ਼ਾ ਕਰਦੀ ਹੈ। ਨਨੈਮੋ $1.55 ਹੈ। ਉਹੀ ਕਹਿੰਦਾ ਬਾਈ ਜੀ, ਤੁਹਾਨੂੰ ਉਹੀ ਤਾਂ ਮੈਂ ਦੱਸੀ ਜਾਂਦਾ। ਤੁਹਾਡੇ ਨਿੱਤ ਤੁਸੀਂ ਉੱਠ ਕੇ ਲਾਗਇਨ ਕਰਕੇ ਵੇਖ ਸਕਦੇ ਹੋ ਬਾਈ ਜੀ, ਉੱਤੇ ਤੁਹਾਨੂੰ ਟੈਕਸ ਵਾਸਤੇ 42-43 ਸੈਂਟ ਦਾ 45 ਸਾਲ ਦਾ ਟੈਕਸ ਆ। ਬਾਕੀ ਆ ਤਾਂ ਬੇਸ ਪਾਸ ਡੇਲੀ ਆਉਂਦੀ ਆ, ਉਹਦੇ ਹਿਸਾਬ ਨਾਲ ਬਾਈ ਜੀ ਪ੍ਰਾਈਸਾਂ ਚੱਕਦੇ ਆ। ਇਹਨਾਂ ਕੋਲੇ ਮਨਾਪਲੀ ਬਾਈ ਜੀ, ਛੋਟਾ ਕੰਪੀਟੀਸ਼ਨ ਹੈ, ਚੱਕ ਤਾਂ ਕੁਛ ਨਹੀਂ ਰਹਿ ਗਿਆ ਬਾਈ ਜੀ। ਇਹ ਕੰਟਰੋਲ ਕਰਦਾ ਰੌਲਾ ਕੀ ਹੈ ਬਾਈ ਜੀ, ਸਾਨੂੰ ਵੀ ਆਦਤ ਹੈ, ਅਸੀਂ ਸਾਰੇ ਨਾ ਬੈਠ ਕੇ ਡਿਨਰ ਟੇਬਲ ਤੇ ਗੱਲਾਂ ਕਰ ਲੈਂਦੇ ਹਾਂ, ਕੋਈ ਇਹਦੇ ਬਾਰੇ ਨਾ ਤਾਂ ਕਿਸੇ ਪੋਲੀਟੀਸ਼ੀਅਨ ਨੂੰ ਪੁੱਛੋ। ਹੁਣ ਤੁਹਾਨੂੰ ਮੈਂ ਹੱਸ ਕੇ ਗੱਲ ਦੱਸਣ ਲੱਗਿਆ, ਆਪਾਂ ਤਾਂ ਗੱਲ ਕੀਤੀ ਆ। ਜਦੋਂ ਕਦੇ ਮੈਂ, ਤੁਹਾਨੂੰ ਪਤਾ ਜੇਸਨ ਕੈਨੀ ਮੇਰਾ ਗੁੱਡ ਫਰੈਂਡ ਹੈ, ਜਦੋਂ ਇੱਥੇ ਬਾਈ ਜੀ ਮੀਟਿੰਗ ਤੇ ਆਉਂਦਾ ਹੁੰਦਾ ਨਾ, ਤੇ ਉਹਦੇ ਨਾਲ ਮੈਂ ਕਈ ਵਾਰੀ ਜਾਣਾ ਮੀਟਿੰਗਾਂ ਤੇ, ਤੁਸੀਂ ਹੈਰਾਨ ਹੋਵੋਗੇ ਵੀ 90% ਉਹਨੂੰ ਕੁਐਸਚਨ ਹੁੰਦੇ ਸੀ, ਮੇਰੀ ਭੂਆ ਦਾ ਮੁੰਡਾ ਨਹੀਂ ਆਇਆ, ਮੇਰੀ ਮਾਸੀ ਦਾ ਪੋਤਾ ਨਹੀਂ ਆਇਆ, ਮੇਰਾ ਫਲਾਨਾ ਨਹੀਂ ਆਇਆ। ਕੋਈ ਕਮਿਊਨਿਟੀ ਦੀ ਗੱਲ ਹੀ ਨਹੀਂ ਕਰਦਾ ਇਹਨਾਂ ਲੋਕਾਂ ਨਾਲ। ਸਾਡੇ ਆਪਦੇ ਪਰਸਨਲ ਗੱਲਾਂ ਹੈ, ਸਾਡਾ ਆ ਨਹੀਂ ਹੋਇਆ। ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਹ ਗੱਲਾਂ ਨਹੀਂ ਕਰਦੇ ਵੀ ਆ ਯਾਰ ਗੈਸ ਪ੍ਰਾਈਸ ਕਿਉਂ ਵਧੀਆ, 132 ਦਾ ਸਾਡੀ ਦਾ ਕਿਉਂ ਬੁਰਾ ਹਾਲ ਹੈ, ਕਿੰਗ ਜੋਰਜ ਤੇ ਤੜਕੇ 7 ਵਜੇ ਰਸ਼ ਆਵਰ ਸ਼ੁਰੂ ਹੋ ਜਾਂਦਾ। ਇਹ ਤਾਂ ਕੋਈ ਗੱਲਾਂ ਹੀ ਨਹੀਂ ਕਰਦਾ। ਅਸੀਂ ਪਰਸਨਲ ਕਰਦੇ ਹਾਂ, ਮੈਨੂੰ ਬਿਲਡਿੰਗ ਪਰਮਿਟ ਨਹੀਂ ਮਿਲਿਆ, ਮੈਨੂੰ ਆ ਨਹੀਂ ਹੋਇਆ, ਮੈਨੂੰ ਆ ਨਹੀਂ ਹੋਇਆ। ਬਾਈ ਜੀ ਕੋਈ ਕਮਿਊਨਿਟੀ ਦੀ ਗੱਲ ਹੀ ਨਹੀਂ ਕਰਦਾ ਇਹ। ਅੱਛਾ ਢਿੱਲੋਂ ਸਾਹਿਬ, ਹੁਣ ਇਹ $1.53 ਦੀ ਗੱਲ, ਮੈਂ ਇੱਧਰ ਨੂੰ ਵੀ ਆਉਣਾ, ਇਹਦੇ 'ਚ ਸਰਕਾਰਾਂ ਰਿਲੈਕਸੇਸ਼ਨ ਜੇ ਅੱਜ ਦੇਣ, ਉਹ ਕਿਹੜੀ ਚੀਜ਼ ਦੀ ਦੇ ਸਕਦੀਆਂ ਨੇ? 53 ਤੋਂ ਉੱਪਰ ਲਾਓ। ਪਹਿਲੀ ਗੱਲ ਤਾਂ ਬਾਈ ਜੀ, ਹੁਣੇ ਪਹਿਲੀ ਗੱਲ ਤਾਂ ਮੇਰੀ ਇਹ ਕੰਡੀਸ਼ਨ ਆ ਵੀ 48 ਸੈਂਟ ਤੁਹਾਨੂੰ ਟੈਕਸ ਪੈਂਦਾ, ਉਹਦੇ GST 5% ਟੈਕਸ ਤੇ ਉੱਤੇ ਟੈਕਸ 5% ਕਿਉਂ ਲਾਉਂਦੇ ਆ ਬਾਈ ਜੀ? 3 ਸੈਂਟ ਤਾਂ ਸਿੱਧੇ ਉੱਡ ਗਏ ਬਾਈ ਜੀ। ਜਦੋਂ ਫੈਡਰਲ ਗਵਰਨਮੈਂਟ ਦਾ 14.5 ਸੈਂਟ ਟੈਕਸ ਹੈ, ਉਹਨੂੰ 19.5 ਕਿਉਂ ਨਹੀਂ ਬਣਾਉਂਦੇ? GST ਦੇ ਉੱਤੇ ਕਿਉਂ ਲਾਉਂਦੇ ਆ? ਬਾਅਦ ਚ ਸਾਰਾ ਕੁਝ ਜੋੜ ਕੇ ਬਾਈ ਜੀ ਕੱਲੇ ਇਹਦੇ ਤੇ ਨਹੀਂ, ਤੁਹਾਡੀ BC ਹਾਈਡਰੋ ਦਾ ਬਿੱਲ ਕੱਢ ਕੇ ਵੇਖੋ, ਸਾਰਿਆਂ ਤੇ ਟੈਕਸ ਤੇ GST ਹੈ। ਟੈਕਸ ਤੇ GST ਵੀ ਇੱਕ ਟੈਕਸ ਹੀ ਆ, ਉਹਨੂੰ ਸਿੱਧਾ ਕਿਉਂ ਨਹੀਂ? ਜਿੱਥੇ ਗਵਰਨਮੈਂਟ ਫੈਡਰਲ ਗਵਰਨਮੈਂਟ 14.5 ਸੈਂਟ ਕਰਦੀ ਹੈ, 19.5 ਕਰਦੀ। ਬਾਈ ਜੀ BC ਗੈਸ ਵਾਲਾ ਤਾਂ ਐਡਾ ਜ਼ੁਲਮ ਹੈ ਬਈ, ਪਾਈਪਾਂ ਚ ਲਿਆਉਣ ਦਾ ਇੰਨਾ ਮੁੱਲ, ਡਿਲੀਵਰੀ ਦਾ ਇੰਨਾ ਮੁੱਲ, ਇਨਫਰਾਸਟ੍ਰਕਚਰ ਦਾ ਇੰਨਾ ਮੁੱਲ, ਇਹਦੇ ਤੇ ਕਾਰਬਨ ਟੈਕਸ, ਇਹ ਟੋਟਲ ਇਹਦੇ ਤੇ 5% ਫੇਰ। ਉਹੀ ਬਾਈ ਜੀ, ਉਹੀ ਮੈਂ ਤੁਹਾਨੂੰ ਕਹਿੰਦਾ, ਹੁਣ ਜੇ ਗਵਰਨਮੈਂਟ ਨੇ ਕਰਨਾ, ਫੈਡਰਲ ਗਵਰਨਮੈਂਟ ਨੇ, ਜਿੰਨਾ ਚਿਰ ਬਾਈ ਜੀ ਤੰਗੀ ਅੱਜ ਤੜਕੇ ਦੀ ਮਾਰਕੀਟ, ਸਟਾਕ ਮਾਰਕੀਟ ਦਾ ਬੁਰਾ ਹਾਲ ਹੈ, ਕਿਉਂਕਿ ਗੋਲਡਨ ਸੈਕ ਨੇ ਕਹਿਤਾ ਵੀ ਰਿਸੈਸ਼ਨ ਦੇ ਚਾਂਸ ਗੁੱਡ ਹੈ। ਬਾਈ ਜੀ ਇਹਨਾਂ ਨੂੰ ਕਾਰਬਨ ਟੈਕਸ 11 ਸੈਂਟ ਜੇ ਗਾਹਾਂ ਵਾਲੇ 6 ਮਹੀਨੇ ਲਈ ਬੰਦ ਕਰ ਦੇਣਗੇ, ਗੋਲੀ ਪੈਂਦੀ ਹੈ। ਜੇ GVRD 11 ਸੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਇੰਨੀ ਕਾਰਬਨ ਟੈਕਸ ਆ ਰਿਹਾ ਹੈ, ਜੇ ਇਹ ਕਹਿ ਦੇਣ ਵੀ GVRD ਚੱਕੀ ਭਾਈ ਥੋੜੇ ਚਿਰ ਲਈ, ਆਹ 6 ਮਹੀਨੇ ਜਿੰਨੇ ਚਿਰ ਜੇਸਨ ਕੈਨੀ ਨੇ ਚੱਕ ਹੀ ਦਿੱਤਾ ਬਾਈ ਜੀ, ਉੱਥੇ ਕੋਈ ਟੈਕਸ ਨਹੀਂ। ਅਲਬਰਟਾ 13.5 ਸੈਂਟ ਚੱਕਤਾ ਉਹਨੇ ਪਿਛਲੇ 6 ਮਹੀਨਿਆਂ ਦਾ ਹੈ ਜੀ। ਕਰਨਾ ਹੋਏ ਸਭ ਕੁਝ ਕਰ ਸਕਦੇ ਆ ਇਹ। ਰੌਲਾ ਬਾਈ ਜੀ ਹੁਣ ਤੁਹਾਨੂੰ ਦੱਸਾਂ, ਇਹਨਾਂ ਨੂੰ NDP ਨੂੰ ਪਤਾ, ਇਹਨਾਂ 3 ਸਾਲ ਪਏ ਆ। ਇਹਨਾਂ ਨੂੰ ਬਾਈ ਜੀ ਅਗਲੇ ਸਾਲ ਆ ਕੇ, ਹੁਣ ਜਿਵੇਂ ਡਾਕਟਰ ਮਕਲਮੁਰੀ ਕਹਿੰਦੇ ਮੈਂ ਪੂਲ ਵੀ ਬਣਾਉਂਗਾ, ਮੈਂ ਲਾਇਬ੍ਰੇਰੀ ਬਣਾਉਂਗਾ, ਮੈਂ ਸਭ ਕੁਝ ਕਰੂੰਗਾ, ਉਹੀ ਖਾਲ ਅਗਲੇ 6 ਮਹੀਨੇ ਰੌਲਾ ਪਾਉਂਦੇ, ਸਾਡੇ ਲੋਕ ਵੋਟ ਪਾਉਂਦੇ ਆ। ਪ੍ਰੋਵਿੰਸ਼ਲ ਫੈਡਰਲ ਗਵਰਨਮੈਂਟ ਨੂੰ ਪਤਾ ਵੀ NDP ਨਾਲ ਦਾ ਐਗਰੀਮੈਂਟ ਹੈ, 2-2.5 ਸਾਲ ਕਿਤੇ ਜਾਣਾ ਨਹੀਂ, ਲੋਕ ਰੌਲਾ ਪਾ ਕੇ ਬਾਈ ਜੀ ਭੁੱਲ ਜਾਂਦੇ ਆ। ਅਸੀਂ ਤਾਂ ਬਾਈ ਜੀ ਸਾਡੇ ਮਾਂ ਪਿਓ ਚਲੇ ਜਾਣ, ਅਸੀਂ 6 ਮਹੀਨੇ ਬਾਅਦ ਭੁੱਲ ਜਾਂਦੇ ਆ ਵੀ ਉਹ ਹੋ ਗਏ, ਤਾਂ ਫਿਰ ਵੀ ਟੈਕਸ ਉਹ ਹੈ। ਅਗਲੇ ਸਾਲ ਜਾ ਕੇ ਬਾਈ ਜੀ ਸਭ ਕੁਝ ਛੱਡ ਦਿੰਦੇ ਆ, ਉਦੋਂ ਅਸੀਂ ਉਹ ਕਰਨ ਲੱਗ ਜਾਂਦੇ ਆ। ਢਿੱਲੋਂ ਸਾਹਿਬ, ਇੱਕ ਮੈਨੂੰ ਦੱਸਿਓ ਜੀ, ਇਹ ਇਸ ਤਰ੍ਹਾਂ ਜਿਹੜਾ ਇਹ ਕੁਝ ਹੋ ਰਿਹਾ ਲੋਕਾਂ ਦੇ ਨਾਲ, ਇਹਦੇ ਬਾਰੇ ਫਿਰ ਜਿਹੜੇ ਲਾਅ ਮੇਕਰ ਨੇ, ਜਦ ਉਹਨਾਂ ਨੂੰ ਅਸੀਂ ਮਿਲਦੇ ਆ, ਉਹ 10 ਬੰਦੇ ਜੇ ਮਿਲੇ, 10 'ਚ ਸਾਰਿਆਂ ਨੂੰ ਮੈਂ ਇੰਟਰੋਡਿਊਸ ਕਰਦਾ ਜੀ, ਇਹ ਢਿੱਲੋਂ ਸਾਹਿਬ ਨੇ, ਫਲਾਣੇ ਨੇ। ਜਦ ਢਿੱਲੋਂ ਸਾਹਿਬ ਦੀ ਪਿੱਠ ਹੋਣੀ, ਉਹਦੇ ਮੈਂ ਕੰਨ 'ਚ ਕਹਿ ਦੇਣਾ, ਇਹਦੀ ਨਹੀਂ ਸੁਣਦੀ ਲੋਕ, ਇਹਨੂੰ ਨਹੀਂ ਕਮੇਟੀ ਸੁਣਦੇ, 1 ਮਿੰਟ ਮੈਂ ਲਾਉਣਾ ਨਹੀਂ। ਦੂਜੇ ਨੂੰ ਪਏਗਾ, ਦੂਜੇ ਨੇ ਮੇਰੀ ਪਿੱਠ 'ਚ ਗੱਡ ਦੇਣਾ। ਇਹਨਾਂ ਦੇ ਨਾਲ ਹੁਣ ਤੁਸੀਂ ਬਾਈ ਜੀ 20+ ਈਅਰਸ ਤੋਂ ਇਹਨਾਂ ਦੇ ਨਾਲ ਵਿਚਰਦੇ ਹੋ, ਤੁਸੀਂ ਕੋਈ ਇਲੈਕਸ਼ਨ ਨਹੀਂ ਲੜੀ, ਕੋਈ ਅਹੁਦਾ ਨਹੀਂ ਲਿਆ, ਕੋਈ ਗੱਲ ਨਹੀਂ ਕੀਤੀ, ਇਹ ਫਿਰ ਇਸ ਤਰ੍ਹਾਂ ਕਮਿਊਨਿਟੀ ਲਈ ਬਾਕੀ ਕਿਉਂ ਨਹੀਂ ਸੋਚਦੇ? ਕਾਰਨ ਕੀ ਹੈ?
ਬਾਈ ਜੀ ਮੈਂ ਤੁਹਾਨੂੰ 10 ਮਿੰਟ ਪਹਿਲਾਂ ਗੱਲ ਦੱਸ ਕੇ ਰਿਹਾ ਬਾਈ ਜੀ, ਜਦੋਂ ਅਸੀਂ ਇਕੱਠੇ ਹੋ ਕੇ ਇਹਨਾਂ ਨਾਲ ਬਹਿੰਦੇ ਆ, ਮੈਂ ਕਿਹਾ ਪਿਕਸ ਤੇ ਲੈ ਕੇ ਗਿਆ ਜੇਸਨ ਕੈਨ ਨੂੰ, ਰਾਉਂਡ ਦੇ ਟੇਬਲ ਤੇ ਬੈਠੇ, ਮੈਨੂੰ ਜੇਸਨ ਕੈਨ ਦੀ ਆਸ ਸੀ ਮੈਨੂੰ ਬੈਠਣ ਸਾਰ ਮੈਨੂੰ ਉਹਦਾ ਹੁਕਮ ਹੁੰਦਾ ਸੀ ਵੀ ਖੱਬੇ ਪਾਸੇ ਸ਼ੁਰੂ ਕਰ, ਮੈਨੂੰ ਹਰੇਕ ਦਾ ਨਾਂ ਦੱਸ ਦੇ। ਹਾਂਜੀ 10 ਬੰਦੇ ਬੈਠੇ, ਮੈਂ ਉਹਨੂੰ ਨਾਂ ਲਿਖ ਕੇ ਦੇ ਦੇਣੇ, ਉਹਨੇ 2 ਨੰਬਰ ਵੇਖਣਾ, 9 ਨੰਬਰ ਤੇ ਹਰਜੀਤ ਸਿੰਘ ਗਿੱਲ ਬੈਠੇ, ਉਹਨੇ ਕਹਿਣਾ ਹਰਜੀਤ ਗਿੱਲ ਸਾਹਿਬ ਦਾ ਚੌੜਾ ਹੋਇਆ ਨਾ ਵੀ ਮੇਰਾ ਨਾਂ ਲੈ ਕੇ, ਮੇਰਾ ਨਾਂ ਕਿਵੇਂ ਜਾਣਦਾ, ਬਸ ਇੰਨੇ ਜੀ ਸਾਡੇ ਲੋਕ ਫੁੱਲ ਜਾਂਦੇ ਸੀ ਜੀ। ਉਹ ਬਾਈ ਜੀ ਫਿਰ ਉਦੋਂ ਮੁੜ ਕੇ ਜਾਂ ਮੇਰੇ ਕੰਨ ਖਾਣੇ ਜਾਂ ਉਹਦੇ ਕੰਨ ਖਾਣੇ ਵੀ ਸਾਡਾ ਜੀ ਆ ਮੇਰਾ ਫਲਾਨਾ ਵੀਜ਼ਾ ਨਹੀਂ ਮਿਲਿਆ, ਮੇਰਾ ਅਸੀਂ ਬਾਈ ਜੀ ਛੋਟੀਆਂ ਗੱਲਾਂ ਤੱਕ ਹੀ ਸੀਮਿਤ ਰਹਿ ਗਏ। ਵੱਡੀ ਗੱਲ ਤਾਂ ਅਸੀਂ ਕਮਿਊਨਿਟੀ ਬਾਰੇ ਸੋਚਦੇ ਨਹੀਂ। ਹੁਣ ਤੁਹਾਨੂੰ ਪਤਾ ਇੱਕ ਲੀਡਰ ਮੇਰੇ ਘਰੇ ਆਇਆ ਸੀ 2 ਹਫ਼ਤੇ ਪਹਿਲਾਂ, ਮੇਰਾ ਕੁਐਸਚਨ ਉਹਨੂੰ ਇਹ ਸੀ ਵੀ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ, ਮੇਰੇ ਆ 3 ਬੱਚੇ ਬੈਠੇ ਰੱਬ ਦੀ ਕਿਰਪਾ ਨਾਲ, ਇਹਨਾਂ ਨੂੰ ਕੁਝ ਨਹੀਂ ਚਾਹੀਦਾ, ਮੈਂ ਸੋਚ ਰਿਹਾ ਮੇਰੇ ਪੋਤੇ ਤੇ ਪੋਤੀ ਦਾ ਕੀ ਬਣੂਗਾ, ਇਹ ਦੇਸ਼ ਜਾਊ ਕਿੱਧਰ। ਹਾਂ ਉਹ ਬੰਦਾ ਹੈਰਾਨ ਸੀ ਵੀ ਇਹ ਕਿੱਡਾ ਵੱਡਾ ਕੁਐਸਚਨ ਕੀਤਾ ਹੈ। ਮੈਂ ਕਿਹਾ ਸਾਨੂੰ ਅਸੀਂ ਤਾਂ ਖਾ ਪੀ ਲਈ, ਥੋੜਾ ਜਿਹੀ ਰਹਿ ਗਈ, ਅਸੀਂ ਬਾਈ ਜੀ ਸੋਚ ਨਹੀਂ ਰਹੇ ਵੀ ਅੱਜ ਤੋਂ 20 ਸਾਲਾਂ ਨੂੰ ਇੱਥੇ ਕੀ ਬਣਨਾ। ਹੁਣ ਬਾਈ ਜੀ ਜੋ ਵੀ ਹੋ ਰਿਹਾ ਤੁਸੀਂ ਦੇਖ ਲਓ, ਕਿੰਗ ਜੋਰਜ ਤੇ ਹਾਈ ਰਾਈਜ਼ ਬਣੀ ਜਾਂਦੇ ਆ, ਕਦੇ ਇਹਨਾਂ ਲੋਕਾਂ ਨੇ ਸੁਣਿਆ ਵੀ ਇਹਨਾਂ ਲੋਕਾਂ ਨੇ ਗੱਡੀਆਂ ਕਿੱਥੇ ਚਲਾਉਣੀਆਂ? ਕੋਈ ਬਾਈ ਜੀ ਨਵੀਂ ਸੜਕ ਬਣੀ ਹੈ, ਕੋਈ ਉਹ ਕੁਛ ਕੀਤਾ, ਕੱਖ ਨਹੀਂ, ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ। ਅੱਜ ਮੈਨੂੰ ਕੋਈ ਦੱਸ ਰਿਹਾ ਸੀ, ਕਹਿੰਦਾ ਜਿੱਡੇ ਵੱਡੇ ਡਿਵੈਲਪਰ ਆ ਸਾਰੇ ਸਰੀ ਚ ਰਹਿੰਦੇ ਕੋਈ ਨਹੀਂ, ਸਾਰੇ ਬਾਹਰ ਰਹਿੰਦੇ ਬਾਈ ਜੀ, ਕਿਉਂਕਿ ਉਹਨਾਂ ਨੂੰ ਸਰੀ ਦਾ ਕੀ ਫਿਕਰ ਹੈ। ਬਾਈ ਜੀ ਬਾਈ ਟਰੱਕ 5 ਮਿੰਟਾਂ ਦੀ ਡਰਾਈਵ ਜਾ ਕੇ ਵੇਖੀ, ਮਲਾਈ ਵਰਗੀਆਂ ਸੜਕਾਂ ਪਈਆਂ, ਐਡੇ ਪਾਰਕ ਪਏ, ਐਡੇ ਰੈਕ ਸੈਂਟਰ ਪਏ ਆ, ਸਾਡੇ ਨਿਊਟਨ ਚ ਕਿਉਂ ਨਹੀਂ? ਇੱਥੇ 1500 ਬੰਦਾ ਆਏ ਮਹੀਨੇ ਆ ਕੇ ਉਤਰਦਾ ਹੈ, ਸਾਡੇ ਕਿਉਂ ਨਹੀਂ ਕੁਛ ਹੁੰਦਾ? ਇੱਕ ਮੁੰਡਾ ਜੀ ਮੈਨੂੰ ਪਿਛਲੇ ਦਿਨੀ ਇੱਕ ਮੁੰਡਾ ਮੈਨੂੰ ਮਿਲਿਆ, ਉਹ ਮੈਨੂੰ ਕਹਿੰਦਾ ਜੀ ਮੈਂ ਟੋਰਾਂਟੋ ਤੋਂ ਬਰੈਂਪਟਨ ਤੋਂ ਜਾ ਕੇ ਆਇਆ ਬਾਈ ਜੀ, ਉਹ ਕਹਿੰਦਾ ਵੀ ਸਾਡੇ ਜਵਾਕ ਬੈਠਿਆ ਖੋਖਿਆਂ 'ਚ ਸਰੀ 'ਚ, ਕਹਿੰਦਾ ਉੱਥੇ ਸਿਰਫ 4 ਮੰਜ਼ਿਲਾਂ ਸਕੂਲ 'ਚ 2 ਮੰਜ਼ਿਲਾਂ ਹੀ ਆਕੂਪਾਈ ਨੇ, ਉਹ ਕਹਿੰਦੇ 2 ਮੰਜ਼ਿਲਾਂ ਵਾਲੇ ਖਾਲੀ ਪਈਆਂ ਨੇ, ਜਿੰਨੀ ਮਰਜ਼ੀ ਕਮਿਊਨਿਟੀ ਆ ਜਾਵੇ। ਇਹ ਬਾਈ 100% ਬਾਈ ਜੀ ਉਹ ਤੁਹਾਨੂੰ ਹੋਰ ਬਰੈਂਪਟਨ ਦੀ ਦੱਸਦਾ, ਉਹਨਾਂ ਨੇ ਬੇਸਮੈਂਟਾਂ ਪਤਾ ਕਿੰਨਾ ਐਲੀਮੀਨੇਟ ਕੀਤੀਆਂ, ਜਿਹੜੀਆਂ ਲੋਕਾਂ ਨੇ ਐਕਸਟਰਾ ਬਣਾਈਆਂ ਸੀ। ਲਾ ਹੈ ਬਾਈ ਜੀ ਬਰੈਂਪਟਨ 'ਚ ਰਾਤ ਦੇ 1 ਵਜੇ ਤੋਂ ਤੜਕੇ ਦੇ 5 ਵਜੇ ਤਾਈਂ ਕੋਈ ਵੀ ਗੱਡੀ ਸੜਕ ਤੇ ਖੜੀ ਆ ਰਾਤ ਚੱਕ ਕੇ ਲੈ ਜਾਂਦੇ ਬਾਈ ਜੀ। ਚਲੋ ਜੀ ਕਿਉਂਕਿ ਜੇ ਕਹਿੰਦੇ ਬੇਸਮੈਂਟ ਦੇਣੀ ਹੈ ਤਾਂ ਪਾਰਕਿੰਗ ਵੀ ਨਾਲ ਦਿਓ, ਆਨੰਦ ਲਿਆ ਤਾਂ ਉੱਥੇ ਸਭ ਕੁਝ ਉਹਨਾਂ ਐਲੀਮੀਨੇਟ ਕਰਦਾ ਬਾਈ ਜੀ। ਉਹਨਾਂ ਨੇ ਕੋਈ ਲਾ ਚੇਂਜ ਨਹੀਂ ਕਰਨਾ, ਪਰ ਇੱਕੋ ਲਾ ਚੇਂਜ ਕੀਤਾ, ਰਾਤ ਦੇ 1 ਤੋਂ ਤੜਕੇ ਦੇ 5 ਵਜੇ ਤੇ ਕੋਈ ਗੱਡੀ ਕਿਸੇ ਸੜਕ ਤੇ ਖੜੀ ਹਟੋ ਚੱਕ। ਇਹ ਸਿੰਪਲੀਫਾਈ ਚ ਸਭ ਕੁਝ ਹੋ ਸਕਦਾ ਹੈ। ਤੁਹਾਨੂੰ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ, ਉੱਥੋਂ ਮੁੰਡਾ ਮੈਨੂੰ ਕੋਈ ਜਾਣਦਾ ਤੁਹਾਡੇ ਨੂੰ, ਉਹ ਆਇਆ ਇੱਥੇ ਇੰਜੀਨੀਅਰ ਰਿਸ਼ਤੇਦਾਰੀ ਸੀ, ਉਹ ਸਿਟੀ ਹਾਲ 'ਚ ਕੰਮ ਕਰਦਾ, ਮੈਨੂੰ ਕਹਿੰਦਾ ਅੰਕਲ ਤੁਹਾਡਾ ਸ਼ਹਿਰ ਨਹੀਂ ਰਹਿ ਗਿਆ, ਪਿੰਡ ਨਹੀਂ ਰਹਿ ਗਿਆ, ਕਹਿੰਦਾ ਸਰੀ ਪਹਿਲਾਂ ਪਿੰਡ, ਕਹਿੰਦਾ ਹੁਣ ਸ਼ਹਿਰ ਬਣ ਗਿਆ, ਇਹ ਤਾਂ ਕਹਿੰਦਾ ਟ੍ਰੈਫਿਕ ਤੁਹਾਡੀ 1 ਦਿਨ 'ਚ ਸੋਲਵ ਹੋ ਸਕਦੀ ਹੈ। ਮੈਂ ਕਿੱਦਾਂ? ਕਹਿੰਦਾ ਅੰਕਲ 132 ਨੂੰ 5 ਰੋਆਂ ਬਣਾ ਕੇ ਇੱਕ ਪਾਸੇ ਨੂੰ 1 ਵੇ ਕਰ ਦਿਓ, ਤੇ 128 ਨੂੰ 5 ਰੋਆਂ ਬਣਾ ਕੇ ਇੱਕ ਨੂੰ ਇੱਕ ਪਾਸੇ ਕਰ ਦਿਓ, 120 ਤੇ ਜਿਹੜੀ ਕਿੰਗ ਜਾਰਜ ਆ ਉਹਨੂੰ 2 ਰਹਿਣ ਦਿਓ, ਕਹਿੰਦਾ ਇੰਨੀਆਂ ਕਹਿੰਦਾ ਇੰਟਰਸੈਕਸ਼ਨ ਹੁੰਦੀਆਂ, ਕਹਿੰਦਾ ਟ੍ਰੈਫਿਕ ਉੱਡ ਗਈ। ਪਰ ਬਾਈ ਜੀ ਕੋਈ ਸੋਚਦਾ ਹੀ ਨਹੀਂ ਇਹਦੇ ਬਾਰੇ। ਸਾਡਾ ਨਿੱਜ ਬਹੁਤ ਭਾਰੂ ਹੋ ਗਿਆ ਜੀ, ਬਹੁਤ ਨਿੱਜ। ਪਰ ਜਿਹੜੇ ਹਿਸਾਬ ਨਾਲ ਇਹ ਰੇਸ ਚੱਲ ਰਹੀ ਹੈ ਢਿੱਲੋਂ ਸਾਹਿਬ, ਜਿਹੜੇ ਹਿਸਾਬ ਨਾਲ ਸਾਡੀ ਜ਼ਿੰਦਗੀ ਔਖੀ, ਹੁਣ ਮੈਂ ਇੱਕ ਗੱਲ ਕਰ ਰਿਹਾ ਸੀ ਵੀ ਕੱਲ੍ਹ ਵੀ ਅੱਜ ਵੀ, ਬਈ ਯਾਰ ਆਟੇ ਦਾ 10 ਪਾਉਂਡ ਦਾ ਬੈਗ $10 ਦਾ, $9 ਦਾ, $17 ਦਾ ਹੋ ਗਿਆ। ਵੀਟ ਅਸੀਂ ਐਕਸਪੋਰਟ ਕਰ ਰਹੇ ਹਾਂ, ਪ੍ਰੇਰੀ ਦੇ ਵਿੱਚ ਕਣਕ ਓਨੀ ਹੋ ਰਹੀ ਆ, ਇਹਨੂੰ ਕੋਈ ਇਹਨਾਂ ਨੂੰ ਪੁੱਛ ਸਕਦਾ ਵੀ $8 ਕਿਹਨੇ ਵਧਾਏ ਨੇ ਇਹ ਇੱਕ ਬੈਗ ਮਗਰ? ਬਾਈ ਜੀ ਉਹੀ ਤੁਹਾਡੇ ਹੁਣ ਮੈਂ ਉਸੇ ਫਿਰ ਗੱਲ ਤੇ ਆਉਣਾ, ਮੈਂ ਤੁਹਾਨੂੰ ਦੱਸਦਾ ਵੀ ਗਵਰਨਮੈਂਟ ਕਿਉਂ ਨਹੀਂ ਪੁੱਛਦੀ। ਪਿਛਲੇ ਕੁਆਟਰ ਦੀ ਗੱਲ ਕਰਦਾ, 4 ਮਹੀਨਿਆਂ ਦੀ, ਪੈਟਰੋ ਕੈਨੇਡਾ ਨੇ $3.2 ਬਿਲੀਅਨ ਪ੍ਰੋਫਿਟ ਬਣਾਇਆ, ਬੈਂਕ RBC ਨੇ $2.8 ਬਿਲੀਅਨ ਬਣਾਇਆ ਹੈ ਜੀ। ਲੌਬਲਾ ਤੁਸੀਂ ਜਾਣਦੇ ਹੋ ਵੱਡੀ ਕੰਪਨੀ ਸੁਪਰ ਸਟੋਰ ਇਹ ਬਣਦੇ, ਇਹਨਾਂ ਨੇ $1.8 ਬਿਲੀਅਨ ਬਣਾਇਆ। ਭਾਜੀ ਕਾਸਕੋ ਦਾ $2.4 ਬਿਲੀਅਨ ਬਣਿਆ, ਇਹਨਾਂ ਦਾ ਕਾਸਕੋ ਦਾ ਸ਼ੇਅਰ $110 ਦਾ ਸੀ ਕੋਡ ਤੋਂ ਪਹਿਲਾਂ, ਅੱਜ $438 ਹੈ। ਬਾਈ ਜੀ ਜੇ ਰਿਸੈਸ਼ਨ ਹੈ ਜਾਂ ਇਹਨਾਂ ਕੋਲੇ ਸਪਲਾਈ ਹੈ ਨਹੀਂ, ਫਿਰ ਇਹ ਭੜੂਏ ਇੰਨਾ ਪ੍ਰੋਫਿਟ ਕਿੱਥੋਂ ਬਣਾਈ ਜਾਂਦੇ ਆ? 4 ਮਹੀਨੇ ਦਾ ਇਹ ਪ੍ਰੋਫਿਟ ਆ। ਹਾਂ ਬਾਈ ਜੀ ਇਹਨਾਂ ਨੂੰ ਮੈਂ ਪੋਲਵੀਅਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਤੂੰ ਫਾਈਨੈਂਸ ਕਮੇਟੀ ਤੇ ਬੈਠਾ, ਵਾਈ ਡੋਂਟ ਯੂ ਪੁੱਲ ਥੀਸ ਗਾਇਜ਼, ਆਸਕ them this question ਵੀ ਜੇ ਇੰਨਾ ਹੀ ਰਿਸੈਸ਼ਨ ਹੈ, ਸਪਲਾਈ ਹੈ ਨਹੀਂ, ਤੁਸੀਂ ਇਹਨਾਂ ਪ੍ਰੋਫਿਟ ਕਿੱਦਾਂ ਬਣਾਈ ਜਾਂਦੇ ਹੋ? ਪਰ ਬਾਈ ਜੀ ਕਿਉਂਕਿ ਫੰਡਿੰਗ ਕਿਹਨੇ ਕਰਨੀ ਹੈ? ਇਹਨਾਂ ਦੇ ਹੋਰ ਤੁਹਾਨੂੰ ਦੱਸਦਾ, ਇਹਨਾਂ ਦੇ ਜਿਹੜੇ ਬੋਰਡ ਵੱਡੇ ਬਹਾਏ ਆ, ਉਹਨਾਂ ਦੇ ਐਡਵਾਈਜ਼ਰ ਕੌਣ ਹੈ ਬਾਈ ਜੀ? ਇਹਨਾਂ ਦੇ ਆਪਦੇ ਬੰਦੇ ਬੈਠੇ ਆ। ਸਾਡੇ ਤਾਂ ਬਾਈ ਜੀ ਕਿਸੇ ਅੱਜ ਤੁਸੀਂ ਕਿਸੇ MP ਆ ਗਿਆ, ਕੋਈ MLA ਆ ਗਿਆ, ਪੁੱਛੋ ਤਾਂ ਸਹੀ ਪ੍ਰੋਵਿੰਸ਼ੀਅਲ ਗਵਰਨਮੈਂਟ, ਫੈਡਰਲ ਗਵਰਨਮੈਂਟ ਨੂੰ ਸਾਡੇ ਬੰਦੇ ਕਿੰਨੇ ਕੁ ਬੋਰਡਾਂ ਤੇ ਬੈਠੇ ਆ, ਜਾਂ ਜਿਹਨੂੰ ਬੋਰਡ ਤੇ ਪਾਉਣਾ ਉਹਨੂੰ ਯੈਸ ਮੈਨ ਨੂੰ ਪਾਉਣਾ। ਤੁਹਾਨੂੰ ਬਾਈ ਜੀ ਅੱਗੇ ਵੀ ਕਿੰਨਾ ਦੱਸਿਆ, ਮੈਂ BCIT ਦੇ 4 ਸਾਲ ਲਾਏ ਆ, ਤੁਸੀਂ ਹੈਰਾਨ ਹੋ ਗਏ ਵੀ BCIT ਦੇ 19 ਸਕੂਲ ਆ ਚਾਈਨਾ 'ਚ। ਬੱਲਾ BCIT ਕੰਟਰੋਲ ਕਰਦਾ? ਹਾਂਜੀ, ਇਹਨਾਂ ਦੇ ਉੱਥੇ ਉਹਨਾਂ ਨਾਲ ਐਗਰੀਮੈਂਟ ਕੀਤੀ, ਇਹਨਾਂ ਦਾ ਕੁਰਕਲਮ ਪੜਾਇਆ ਜਾਂਦਾ ਉੱਥੇ, ਐਫੀਲੀਏਸ਼ਨ ਹੈ। ਹਾਂਜੀ, ਤੇ ਸਾਡਾ ਬਾਈ ਜੀ ਇਹ ਹਿੰਦੁਸਤਾਨ 'ਚ ਇੱਕ ਵੀ ਨਹੀਂ, ਮੈਂ ਇਕੱਲਾ ਚਿਤਕਾਰਾ ਯੂਨੀਵਰਸਿਟੀ ਹੈ ਉੱਥੇ ਚੰਡੀਗੜ੍ਹ, ਮੈਂ ਸਾਈਨ ਕਰਕੇ ਆਇਆ ਸੀ ਐਗਰੀਮੈਂਟ। 3 ਸਾਲ ਬਾਅਦ ਜਦੋਂ ਮੈਂ ਨਿਕਲ ਗਿਆ ਉਹ ਵੀ ਕਰਤਾ। ਸੋ 19 ਚੀਨ 'ਚ ਨੇ?
BCIT ਨਾਲ ਐਫੀਲੀਏਸ਼ਨ 19 ਸਕੂਲਾਂ 19 ਜਦੋਂ ਮੈਂ ਸੀ 2014 ਚ 19 ਸਟੇਸ਼ਨ ਸੀ ਬਾਈ ਜੀ। ਉੱਥੇ ਸਾਡੀ ਪ੍ਰੈਜ਼ੀਡੈਂਟ ਜਾ ਕੇ ਸਰਟੀਫਿਕੇਟ ਵੰਡ ਕੇ ਆਉਂਦੀ ਹੁੰਦੀ ਸੀ, ਨਾਲ ਇੱਕ ਬੋਰਡ ਡਾਇਰੈਕਟਰ ਹੁੰਦਾ ਸੀ। ਆਪਾਂ ਤਾਂ ਜੀ ਫਿਰ ਪੁੱਠੇ ਰਾਹ ਤੇ ਆ ਮੈਨੂੰ ਲਿਖ ਕੇ ਭੇਜਿਆ ਢਿੱਲੋਂ ਸਾਹਿਬ, ਵੈਨਕੂਵਰ ਆਈਲੈਂਡ ਤੇ $2.14 ਤੇ $2.16 ਆ ਜੀ ਆਈਲੈਂਡ। ਬਾਈ ਜੀ ਮੈਂ ਵੈਨਕੂਵਰ ਚੋਂ ਆਇਆ, ਹੁਣ ਤੁਹਾਨੂੰ ਦੱਸਿਆ ਸੀ $2.18 ਹੈ ਡਾਊਨਟਾਊਨ। ਸੋ ਸੈਡ ਜੀ। ਇਹਦਾ ਫਿਰ ਹੁਣ ਇਹਦੀ ਸ਼ੁਰੂਆਤ ਜੇ ਤੰਦ ਦੀ ਕਰਨੀ ਹੋਵੇ ਕਿੱਥੋਂ ਕਰੀਏ ਢਿੱਲੋਂ ਸਾਹਿਬ, ਕੀ ਕੀਤਾ ਜਾਊਗਾ? ਪਹਿਲੀ ਗੱਲ ਤਾਂ ਬਾਈ ਜੀ ਪ੍ਰੋਵਿੰਸ਼ੀਅਲ ਗੌਰਮੈਂਟ ਨੂੰ ਪੁੱਛਿਆ ਜਾਵੇ ਵੀ ਅਲਬਰਟਾ ਤੋਂ ਗੈਸ ਕਿਉਂ ਨਹੀਂ ਹੁੰਦੀ। ਦੂਜੀ ਗੱਲ ਇਹਨਾਂ ਨੂੰ ਕਹੋ ਵੀ ਜੇ ਬਾਈ ਜੀ 23 ਸੈਂਟ ਦਾ ਫਰਕ ਹੈ ਕੈਮਰੂਸ ਕਿੰਨੇ 2.5 ਘੰਟੇ ਦੀ ਡਰਾਈਵ ਹੈ ਇੱਥੋਂ, ਵੀ ਉੱਥੋਂ ਜੇ 23 ਸੈਂਟ ਸਸਤੀ ਹੈ ਕਿਉਂ ਨਹੀਂ BC ਇੱਥੇ ਸਾਡੇ ਵੈਨਕੂਵਰ ਆ ਸਕਦੀ? ਉਹ ਉੱਥੇ ਘਰ 4 ਲੱਖ ਦਾ, ਇੱਥੇ 12 ਲੱਖ ਦਾ, ਪਹਿਲਾਂ ਹੀ ਤੁਸੀਂ ਤਾਂ ਜਾਨ ਕੱਢੀ ਪਈ ਹੈ। ਹਾਂ ਕਿਉਂ ਬਾਈ ਜੀ ਇਹ ਆਇਲ ਕੰਪਨੀਆਂ ਸਾਰੀ ਗੇਮ ਖੇਡ ਰਹੀਆਂ ਕਿਉਂਕਿ ਇਹਨਾਂ ਨੂੰ ਕੁਐਸਚਨ ਨਹੀਂ ਕਰਦੇ। ਜੇ ਤੁਸੀਂ ਜੋ ਹੁਣ ਮੈਂ ਤੁਹਾਨੂੰ ਦੱਸਿਆ ਵੀ ਆਹ ਤੁਹਾਡੇ ਸਾਹਮਣੇ ਪਿਆ 24 ਸੈਂਟ ਦਾ ਫਰਕ ਕੈਮਰੂਸ ਨਾਲ, 26 ਸੈਂਟ ਦਾ ਪ੍ਰਿੰਸ ਜਾਰਜ ਨਾਲ ਹੈ। ਬਾਈ ਜੀ ਸਾਡੇ BC ਦੀ ਸ਼ਹਿਰ ਹੈ ਇਹ। ਬਿਲਕੁਲ ਠੀਕ ਹੈ ਹਾਂਜੀ 5-7 ਸੈਂਟ ਦਾ ਫਰਕ ਮੈਂ ਮੰਨ ਸਕਦਾ, 26 ਤੇ 27 ਸੈਂਟ ਦੇ 28 ਸੈਂਟ ਦਾ ਫਰਕ ਕਿੱਦਾਂ ਹੋ ਸਕਦਾ ਹੈ? ਇਹ ਗਵਰਨਮੈਂਟ ਕਿਉਂ ਨਹੀਂ ਕੁਐਸਚਨ ਕਰਦੀ ਆਇਲ ਕੰਪਨੀ ਨੂੰ ਵੀ ਜੇ ਤੁਹਾਡਾ ਉੱਥੇ ਆਈ ਹੈ ਕਿਉਂ ਨਹੀਂ ਤੁਸੀਂ ਇੱਥੇ ਲੈ ਕੇ ਆਉਂਦੇ? ਜਾਂ ਪ੍ਰਾਈਵੇਟ ਟਰੱਕਾਂ ਨੂੰ ਲਿਆਉਣ ਦਿਓ ਬਾਈ ਜੀ। 2.5 ਘੰਟੇ 'ਚ ਟਰੱਕ ਲਿਆ ਕੇ ਜੇ ਤੁਹਾਨੂੰ ਸਰੀ 'ਚ ਗੈਸ ਛੱਡਦਾ 3 ਸੈਂਟ ਲੀਟਰ ਮਗਰ ਲੈਣੇ ਉਹਨੂੰ $1,500 ਬਣਦਾ, ਤੇ ਜੇ ਤੁਹਾਡੀ 27 ਸੈਂਟ ਸਸਤੀ ਹੈ, ਜੇ ਬੰਦਾ 7 ਸੈਂਟ ਬਣਾ ਵੀ ਲਊ 20 ਸੈਂਟ ਤਾਂ ਫਿਰ ਵੀ ਡਰਾਪ ਕਰੂਗਾ। ਤੇ ਨਹੀਂ ਤੇ ਅਲਬਰਟਾ 'ਚੋਂ ਵੀ ਕੀ ਮੁਸ਼ਕਿਲ ਆ ਜੀ? ਤੁਹਾਡੇ ਟਰੱਕ ਨੇ, ਤੁਸੀਂ ਲੈ ਕੇ ਆਉਣੇ ਆ, ਸਾਡੇ ਕੋਲ ਤਾਂ ਪ੍ਰੋਡਕਟ ਆ ਰਿਹਾ। ਅਲਬਰਟਾ ਵਾਲੀ ਗੈਸ ਕਿਹੜਾ ਮਾੜੀ ਹੈ? ਸਟੈਂਡਰਡ ਤਾਂ ਸੇਮ ਹੈ। ਇੱਕੋ ਬਹਾਨਾ ਬਣਾਇਆ ਬਾਈ ਜੀ, ਕਹਿੰਦੇ ਜੀ ਇਹ ਕਹਿੰਦੇ ਟਰੱਕ ਪੋਲੂਸ਼ਨ ਫਲਾਉਂਦੇ ਆ। ਮੈਂ ਕਿਹਾ ਹੋਰ ਕਿਹੜੇ ਟਰੱਕ ਤੁਰੇ ਨਹੀਂ ਫਿਰਦੇ? ਜਾਂ ਤਾਂ ਸਾਰੇ ਬੰਦ ਕਰ ਦਿਓ, ਟ੍ਰੇਨ ਲਈ ਲੈ ਕੇ ਆਉਣਾ ਸ਼ੁਰੂ ਕਰ ਦਿਓ। ਲੋਕਾਂ ਨੂੰ ਜੋਬਾਂ ਮਿਲੀਆਂ, ਜਿਹੜੇ ਲੈ ਕੇ ਬਾਈ ਜੀ ਟਰੱਕ ਚਲਾਉਂਦੇ ਸੀ ਜੋਬਾਂ ਮਿਲੀਆਂ ਸੀ, ਗੈਸ ਲੈ ਕੇ ਆਉਂਦੇ ਸੀ, ਉਹ ਕਰਦੇ ਸੀ BC ਦੀ ਕਹਾਣੀ। ਬਾਈ ਜੀ ਉਸ ਗੱਲ ਤੇ ਨਹੀਂ ਆਉਂਦੇ ਇਹ। ਰੌਲਾ ਤਾਂ ਪ੍ਰੋਬਲਮ ਤੇ ਇਹ ਹੈ ਨਾ, ਇਹ ਗੱਲ ਤੇ ਜਦੋਂ ਇਹ ਤੁਹਾਡੇ ਡੋਰ ਤੇ ਆਉਂਦੇ ਇਹ ਕੁਐਸਚਨ ਪੁੱਛੇ ਜਾਣ, ਸਾਡੇ ਵਰਗਿਆਂ ਕੋਲ ਕਿਉਂ ਨਹੀਂ ਖੜਦੇ ਬਾਈ ਜੀ? ਅਸੀਂ ਤਾਂ ਸਟੇਟ ਫਾਰਵਰਡ। ਹੁਣ ਤੁਹਾਨੂੰ ਪਤਾ ਉਹ ਜਦੋਂ ਪੋਲਵੀਅਰ ਸਾਹਿਬ ਆਏ ਸੀ ਮੈਂ ਇਕੱਲਾ ਹੀ ਸੀ ਘਰ, ਮੈਨੂੰ ਕਿਹਾ ਸੀ ਇਕੱਲੇ ਨਾਲ ਗੱਲਾਂ ਕਰਨੀਆਂ। ਇਕੱਲੇ ਨਾਲ ਬਾਈ ਜੀ 2-2.5 ਘੰਟੇ ਗੱਲਾਂ ਕੀਤੀਆਂ, ਇਹੀ ਕੀਤੀਆਂ ਵੀ ਹੋ ਕੀ ਰਿਹਾ ਹੈ। ਪਹਿਲਾਂ ਤੁਹਾਡੇ ਕੋਲ ਸੀ ਘੰਟਾ, ਫਿਰ ਮੇਰੇ ਕੋਲੇ ਆਇਆ, ਸਾਰਾ ਇਹੀ ਕੁਐਸਚਨ ਪੁੱਛੇ ਗਏ। ਨਹੀਂ ਜੀ ਇਵੈਂਚੁਅਲੀ ਪ੍ਰਿੰਸ ਰੋਪੜ ਤੋਂ ਆਪਣਾ ਭਲਿੰਦਰਪਾਲ ਆ ਜੀ, ਆਪਣਾ ਦੋਸਤ ਮੁੰਡਾ, $1.88 ਆ ਜੀ ਪ੍ਰਿੰਸ ਰੋਪੜ ਰੇਟ। ਹਾਂ ਤੇ ਛੋਟੇ ਸ਼ਹਿਰਾਂ 'ਚ ਬਾਈ ਜੀ ਇਹ ਹੋ ਸਕਦੀ ਆ। ਅੱਜ ਆਪਣਾ ਮਿਕਬ੍ਰਾਈਡ ਗੈਸ ਸਟੇਸ਼ਨ ਹੈ ਬਾਈ ਜੀ, ਅਸੀਂ ਉੱਥੇ ਅੱਜ 188 ਨੂੰ ਵੇਚ ਰਹੇ ਹਾਂ। ਬਲੂ ਰਿਵਰ ਬਾਈ ਜੀ 1799 ਨੂੰ ਹੈ। ਤੇ 32 ਤੇ ਐਵਨਿਊ ਤੇ ਹਾਈਵੇ 15 ਤੇ $2.19 ਆ ਜੀ, $2.18 2.7। ਇਹ ਬਾਈ ਜੀ ਕਾਰਪੋਰੇਟ ਗੈਸ ਸਟੇਸ਼ਨ ਹੈ ਸਾਰੇ, ਇਹ ਸ਼ਹਿਰਾਂ ਦਾ ਹੋਇਆ, ਸਾਰੇ ਕਾਰਪੋਰੇਟ ਆ। ਇਹ ਮਰਜ਼ੀ ਨਾਲ ਚਲਾਉਂਦੇ ਬਾਈ ਜੀ, ਕੋਈ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਨੋ ਬਾਈ ਜੀ ਵੀ ਗਾਟ ਅਵੇਅਰਨੈਸ ਇਹ ਕਰਨੀ ਪੈਣੀ ਆ। ਵੰਸ ਵੀਕਲੀ ਆਪਾਂ ਗੱਲਬਾਤ ਕਰਿਆ ਕਰਨੀ ਆ। ਪਲੀਜ਼ ਤੁਸੀਂ ਬਿਜ਼ਨਸ ਦੇ ਵਿੱਚੋਂ ਪਰ 1 ਘੰਟਾ ਕੱਢਿਆ ਕਰਿਓ, ਆਪਾਂ ਗੱਲਬਾਤ ਕਰਾਂਗੇ। ਥੈਂਕ ਯੂ ਬਾਈ ਜੀ, ਜੋ ਤੁਸੀਂ ਸੇਵਾ ਕਰ ਰਹੇ ਹੋ ਨਾ ਕਮਿਊਨਿਟੀ ਦੀ। ਮੈਂ ਟਾਈਮ ਕੱਢ ਕੇ ਬਾਈ ਤੁਹਾਨੂੰ ਸੁਣਦਾ ਹੁੰਦਾ, ਜੋ ਤੁਸੀਂ ਕਰਦੇ ਹੋ। ਗੱਲ ਤੁਸੀਂ ਪਾਉਣ ਦੀ ਕਰਦੇ ਹੋ, ਕਿਸੇ ਤੇ ਤੁਸੀਂ ਫਿੰਗਰ ਨਹੀਂ ਪਾਉਂਟ ਕਰਦੇ। ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜੀ ਜਾਗਰੂਕਤਾ ਤੁਸੀਂ ਕਮਿਊਨਿਟੀ ਦਿੰਦੇ ਆ। ਮੈਂ ਤਾਂ ਇੱਕੋ ਬੇਨਤੀ ਕਰਦਾ ਕਮਿਊਨਿਟੀ ਨੂੰ, ਜਾਗੋ, ਆਪਦੀਆਂ ਪਰਸਨਲ ਗੱਲਾਂ ਛੱਡ ਕੇ ਨਾ, ਜਦੋਂ ਤੁਹਾਡੇ ਕੋਲ ਡੋਰ ਤੇ ਮਿਊਨਿਸਪਲ ਤੇ ਪ੍ਰੋਵਿੰਸ਼ੀਅਲ ਫੈਡਰਲ ਆਉਂਦਾ ਉਹਨੂੰ ਪੁੱਛੋ ਵੀ ਹਾਂ, ਉਹਨੂੰ ਕੁਐਸਚਨ ਪੁੱਛੋ ਵੀ ਆਹ ਕਿਉਂ ਨਹੀਂ ਹੋ ਰਿਹਾ। ਢਿੱਲੋਂ ਸਾਹਿਬ ਥੈਂਕ ਯੂ ਬਾਈ, ਥੈਂਕ ਯੂ। ਲਓ ਜੀ ਸਿੰਪਲ ਗੱਲਾਂ 'ਚ ਸਮਝਾ ਗਏ ਤੁਹਾਨੂੰ, ਨਾਲੇ ਇਸ ਬਿਜ਼ਨਸ ਦੇ ਵਿੱਚ ਨੇ। ਮੈਨੂੰ ਉਹਨਾਂ ਜਨਰਲ ਵਿੱਚ ਕਿਹਾ, ਕਹਿੰਦਾ ਯਾਰ ਆ BC ਸਰਕਾਰ ਸਾਨੂੰ ਗੈਸ ਲਿਆਉਣੋਂ ਮਨਾ ਕਰ ਰਹੀ ਹੈ। ਅਲਬਰਟਾ ਤੋਂ ਸਾਨੂੰ ਸਸਤੀ ਮਿਲਦੀ ਸੀ 35 ਸੈਂਟ 30 ਸੈਂਟ ਤੁਹਾਨੂੰ ਅਸੀਂ ਗਾਂਹ ਦੇ ਦੇਣੀ ਸਸਤੀ, ਤੇ ਸਾਨੂੰ ਨਾਲ ਉਹ ਟ੍ਰੇਲਰ ਗਏ, ਨਾਲ ਉਹਨਾਂ ਦਾ ਕੰਮ ਗਿਆ। ਇਹਨਾਂ ਨੂੰ ਕੀ ਤੰਗੀ ਆ ਲਿਆਉਣ ਦੀ ਉੱਥੋਂ ਬਈ? ਹੁਣ ਜੇ ਇੰਨੀ ਮਹਿੰਗਾਈ, ਤੁਹਾਡੀ ਵੀ ਰੈਕ ਪ੍ਰਾਈਸ $1.53 ਹੈ, ਤੁਸੀਂ ਉਹ 'ਚ 10-11 ਸੈਂਟ ਕਾਰਬਨ ਟੈਕਸ 5-4 ਮਹੀਨੇ ਲਈ ਹਟਾ ਦਿਓ। ਸਾਰੇ ਟੈਕਸਾਂ ਤੇ 5% ਫੇਰ GST, 42 ਸੈਂਟ ਟੈਕਸ ਆ, ਤੇ 3 ਸੈਂਟ ਫੇਰ ਠੋਕ ਤੇ ਉੱਪਰ 5% ਟੈਕਸ ਤੇ ਟੈਕਸ। ਇਸ ਤਰ੍ਹਾਂ ਹੀ ਟੈਕਸ ਤੇ ਟੈਕਸ BC ਗੈਸ ਦੇ ਨੇ। ਅੱਜ ਖੋਲ ਲਿਓ ਤੁਸੀਂ BC ਹਾਈਡਰੋ ਨਹੀਂ, ਦੂਜੀ ਗੈਸ ਦੇ, BC ਆਪਣੀ ਟੈਰਸਨ ਗੈਸ ਦੇ ਕੱਢ ਲਿਓ। ਟੈਕਸ ਤੇ ਟੈਕਸ ਦਾ ਸਾਰੇ ਟੈਕਸ ਇਕੱਠੇ ਕਰਕੇ ਉੱਪਰ ਦੀ ਫੇਰ ਸਿਰੇ ਲੱਗ ਗਈ। ਸਾਡੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ ਬਰਾੜ, ਪਿੰਡ ਕੌਣੀ ਕਲਾਂ ਉਹਨਾਂ ਦਾ, ਵੱਡਾ ਹੀ ਕੌਣੀ, ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ, ਅਤੇ ਵਿਨੀਪੈਗ ਰਹਿੰਦੇ ਨੇ, ਫੋਨ ਵੀ ਕਰਦੇ ਹੁੰਦੇ ਨੇ। ਉਹ ਤੇ ਭੈਣ ਜੀ ਪ੍ਰਵਿੰਦਰਪਾਲ ਕੌਰ, ਦੋਨਾਂ ਨੂੰ ਵਧਾਈਆਂ। ਅਤੇ 11ਵੇਂ ਜਨਮ ਦਿਨ ਦੀਆਂ ਹਸ਼ਨਪ੍ਰੀਤ ਬਾਈ ਜੀ ਦਾ ਬੇਟਾ,
ਹਸ਼ਨਪ੍ਰੀਤ ਸਿੰਘ ਬਰਾੜ, ਉਹਦਾ 11ਵਾਂ ਜਨਮ ਦਿਨ ਹੈ। ਬਹੁਤ ਬਹੁਤ ਵਧਾਈਆਂ ਬਰਾੜ ਪਰਿਵਾਰ ਨੂੰ, ਅਤੇ ਤਾਏ ਨੂੰ ਵੀ ਵਧਾਈਆਂ ਨਾਲ ਹੀ। ਅੱਛਾ, ਦੂਜੀ ਜਾਣਕਾਰੀ ਦੇ ਦਿਆਂ, ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਸੰਵਿਧਾਨ 'ਚ ਤਰਮੀਮ ਕਰਕੇ ਆਪੇ ਹੀ ਇਲੈਕਸ਼ਨ, ਆਪੇ ਹੀ ਜਿਹੜੀ ਹੈ ਹੁਣ ਦੇ ਸੇਵਾਦਾਰਾਂ ਨੇ ਅਗਲੀ ਸੇਵਾਦਾਰਾਂ ਦੀ ਆਪਣੀ ਆਪੇ ਹੀ ਜਿਹੜੀ ਹੈ ਉਹ ਕਮੇਟੀ ਚੁਣ ਲਈ ਸੀ। ਵਿਰੋਧੀ ਧਿਰ ਨੇ ਇਹਦੇ 'ਤੇ ਇਤਰਾਜ਼ ਕੀਤਾ ਸੀ। ਸਤਨਾਮ ਸਿੰਘ ਗਿੱਲ ਅਤੇ ਸਾਰਾ ਉਹਨਾਂ ਦੀ ਪਾਰਟੀ, ਨੌਰਮ ਸੰਘੇ ਹੋਣੀ, ਵੀ ਇਹ ਯਾਰ ਕਮੇਟੀ ਦਾ ਗੁਰਦੁਆਰਾ ਤੁਸੀਂ ਕਿਵੇਂ ਸੰਵਿਧਾਨ 'ਚ ਤਰਮੀਮ ਕਰਕੇ ਬਿਨਾਂ ਵੋਟਾਂ ਤੋਂ ਅੱਗੇ ਵਧਾ ਲਓਗੇ ਆਪਣਾ। ਅੱਜ ਜੱਜ ਸਾਹਿਬ ਨੇ ਉਹਨਾਂ ਦੀ ਜਿਹੜੀ ਕਮੇਟੀ ਉਹ ਭੰਗ ਕਰ ਦਿੱਤੀ ਹੈ, ਅਤੇ ਨਾਲ ਹੀ ਇਹ ਭਾਈਚਾਰੇ ਦੀ ਜਿੱਤ ਹੋਈ ਹੈ। ਨੌਰਮ ਸੰਘੇ ਉਹਨਾਂ ਨੇ ਫੋਨ ਕਰਕੇ ਦੱਸਿਆ, ਅਤੇ ਵੀ 3rd ਏਜੰਸੀ ਹੁਣ ਇਲੈਕਸ਼ਨ ਕਰਾਏਗੀ ਖਾਲਸਾ ਦੀਵਾਨ ਸੁਸਾਇਟੀ ਪੁਰਾਣੇ ਗੁਰਦੁਆਰਾ ਸਾਹਿਬ ਦੀ। ਤੀਜੀ ਧਿਰ ਬੈਠ ਕੇ ਵੋਟਾਂ ਪਵਾਊਗੀ। ਹੁਣ ਵੋਟਾਂ ਪੈਣਗੀਆਂ ਉਸ ਗੁਰਦੁਆਰੇ ਦੀਆਂ। ਜਿਹੜੀ ਉਸ ਨਵੀਂ ਜਿਹੜੀ ਬਣਾਈ ਸੀ ਸੇਵਾਦਾਰਾਂ ਦੀ ਜਿਹੜੀ ਕਮੇਟੀ, ਉਹ ਸਾਰੀ ਭੰਗ ਕਰ ਦਿੱਤੀ ਹੈ। ਇੱਕ ਇਹ ਹੈ, ਇਹਦੇ ਬਾਰੇ ਸੋਮਵਾਰ ਹੋਰ ਜਾਣਕਾਰੀ ਮੈਂ ਦੇਵਾਂਗਾ। ਇੱਕ ਜਾਣਕਾਰੀ ਮੈਨੂੰ ਭੇਜੀ ਹੈ ਵੀ ਮੌਰਗੇਜ 25 ਸਾਲਾਂ ਦੀ $1 ਮਿਲੀਅਨ ਦੀ 5 ਸਾਲਾਂ 'ਤੇ ਕਲੋਜ਼ ਉਹਨਾਂ ਨੇ ਕੀਤੀ ਹੋਈ ਆ 5.1% 'ਤੇ, ਜਿਹਦੀ ਕਿਸ਼ਤ ਬਣਦੀ ਹੈ $1 ਮਿਲੀਅਨ ਦੀ $5873। ਉਹਦੇ ਵਿੱਚੋਂ $4068 ਜਿਹੜੀ ਹੈ ਪਹਿਲੀ ਕਿਸ਼ਤ 'ਤੇ $4068, 5800 ਦੇ ਵਿੱਚੋਂ $4000 ਵਿਆਜ ਆ ਅਤੇ 1800 ਪ੍ਰਿੰਸੀਪਲ ਉਤਰਨਾ। ਦੇਖ ਲਿਓ ਕਿੱਥੇ ਖੜਾਂਗੇ ਜਾ ਕੇ। ਲਓ ਜੀ, ਹੁਣ ਮੈਂ ਤੁਹਾਡੇ ਕਾਲਸ 1-2 ਹੀ ਲੈ ਸਕਦਾ। ਕੁਲਵੀਰ ਲੇਲ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਕੁਐਸਚਨ ਉਹਨਾਂ ਭਾਜੀ ਉਹਨਾਂ ਨੇ ਪੁੱਛਣਾ ਸੀਗਾ, ਆਫ ਦੀ ਏਅਰ ਪੁੱਛ ਸਕਦਾ, ਪਰ ਉਹ ਚਲੇ ਗਏ। ਲੈ ਆਉਂਗਾ ਜੀ ਅਗਲੇ ਹਫਤੇ ਫੇਰ। ਹਾਂਜੀ, ਉਹਨਾਂ ਨੇ ਕਿਸੇ ਪੈਟਰੋਲ ਪੰਪ ਤੇ ਤੇਲ ਡੁੱਲ ਜਾਵੇ ਥੋੜਾ ਵਾਲਾ, ਉਹਦੇ ਤੇ ਉਹਨਾਂ ਨੇ ਐਕਸ਼ਨ ਲੈ ਲਿਆ ICPC ਦੇ ਥਰੂ, ਉਹਨੂੰ ਕੰਪਲੇਂਟ ਕਰਤੀ ਨਾ ਵੀ ਇੱਥੇ ਉਹ ਹੋ ਸਕਦਾ ਵੀ ਤੇਲ ਜੋ ਉੱਥੇ ਜਿਹੜੀ ਧਰਤੀ ਆ ਕੰਟੈਮੀਨੇਸ਼ਨ ਆਲਰੇਡੀ ਹੋਈ ਹੁੰਦੀ ਪਹਿਲਾਂ ਹੀ, ਤੇਲ ਹੀ ਡੁੱਲਣਾ ਉੱਥੇ ਨਾ ਉਹਨੇ। ਇਹ ਲੇਲ ਸਾਹਿਬ ਉਹਨਾਂ ਨਾਲ ਇੰਜੀਨੀਅਰ ਨਹੀਂ, ਉਹ ਇਨਵਾਇਰਮੈਂਟ ਦਾ ਮਸਲਾ, ਪਰ ਤੇਲ ਡੁੱਲੇ ਦਾ ਅਤੇ ਤੇਲ ਟੈਂਕ ਦਾ ਫਰਕ ਹੈ। ਤੇਲ ਡੁੱਲੇ ਨੂੰ ਉਹ ਕੰਟੈਮੀਨੇਸ਼ਨ ਕੰਸੀਡਰ ਹੀ ਕਰਦੇ। ਜਦ ਪੁਰਾਣੇ ਗੈਸ ਸਟੇਸ਼ਨਾਂ ਦੇ ਵਿੱਚੋਂ ਟੈਂਕ ਲੀਕ ਹੁੰਦੇ ਰਹਿਣ, ਇਹ ਖਿਆਲ ਰੱਖਣਾ, ਟੈਂਕ ਕੋਈ ਵੀ ਗੈਸ ਸਟੇਸ਼ਨ ਖਰੀਦਣ ਤੋਂ ਪਹਿਲਾਂ ਚੈੱਕ ਕਰਨਾ ਕਿਤੇ ਟੈਂਕ ਤਾਂ ਨਹੀਂ ਲੀਕ ਹੁੰਦੇ, ਫਿਰ ਪੱਟ ਕੇ ਸੂਤ ਕਰਨੇ ਪੈਂਦੇ ਨੇ। ਪੈਟਰੋਲ ਪੰਪ ਵਾਲੀ ਜਗ੍ਹਾ ਖਰੀਦਣ ਤੋਂ ਪਹਿਲਾਂ ਵੀ ਚੈੱਕ ਕਰਨਾ ਕੰਟੈਮੀਨੇਸ਼ਨ ਤਾਂ ਨਹੀਂ, ਤੁਹਾਡਾ ਕੁਛ ਨਹੀਂ ਉਹਦੇ 'ਤੇ ਬਣ ਸਕਦਾ। ਸੰਤੋਖ ਸਿੰਘ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਆਪਾਂ ਪੈਟਰੋਲ ਦੀ ਗੱਲ ਕਰਦੇ ਸੀਗੇ। ਮੈਂ ਐਲਡਗਰੋ ਰਹਿਣਾ ਆ, ਐਲਡਗਰੋ ਦਾ ਤੇ ਸਰੀ ਦਾ ਤੇ ਬਿਨਕੋਬਰ ਦਾ ਕਿੰਨਾ ਕੁ ਫਰਕ ਹੈ ਜੀ? ਸਾਡੇ 190 ਨੂੰ ਆ ਜੀ। ਹਾਂਜੀ, ਮੈਂ ਉਹੀ 15 ਸੈਂਟ ਜਿਹੜਾ ਹੈ ਸਾਡੇ ਮਹਿੰਗਾ ਹੈ, ਉਹ ਤੁਹਾਡੇ ਇੱਥੇ ਜੀ ਟੈਕਸ ਨਹੀਂ ਪੈਂਦਾ। ਇੱਕ ਤਾਂ GBRD ਵਾਲਾ ਟੈਕਸ ਆ, ਇੱਕ ਟਰਾਂਸਲਿੰਕ ਦਾ ਟੈਕਸ ਆ। ਤੁਹਾਡੀਆਂ ਆਪਣੀਆਂ ਬੱਸਾਂ ਚੱਲਦੀਆਂ ਨੇ, ਤੁਹਾਡੇ BC ਟਰਾਂਜਿਟ ਦੀਆਂ ਨਹੀਂ ਚੱਲਦੀਆਂ, ਉਹ ਟੈਕਸ ਆ ਜੀ, ਉਹ ਘੱਟ ਹੈ ਜੀ। ਹਾਂ, ਤਾਂ ਹੀ ਜੀ ਐਬਸਪੋਰਟੋਂ ਪਾਉਣ ਜਾਂਦੇ ਨੇ ਲੋਕ। ਫੇਰ ਕਹਿੰਦੇ ਨੇ ਮਰਦੀ ਨੇ ਅੱਖ ਚੱਬਿਆ ਵਾਲੀ ਕਹਾਣੀ। ਫਿਰ ਕਹਿੰਦੇ ਨੇ ਬਾਰਡਰ ਕਿਉਂ ਟੱਪਦੇ ਨੇ? ਬਾਰਡਰ ਕਾਹਦੇ ਲਈ ਨਹੀਂ ਟੱਪਣਾ? ਰਹਿੰਦਾ ਹੀ ਕੱਖ ਨਹੀਂ। ਜਿਹਨੇ ਗੈਸ ਅੱਜ ਜਿਹੜੀ ਗੱਡੀ ਹੈ ਪ੍ਰੀਮੀਅਮ ਜਿਹਦੇ 'ਚ ਪੈਂਦਾ ਹੈ ਅੱਜ $2.5 ਨੂੰ ਆ, ਕੀ ਕਰੋਗੇ ਪਵਾ ਕੇ? ਹੁਣ ਤੁਸੀਂ ਸੁਣੇ ਲਿਆ, ਬੇਸ ਪ੍ਰਾਈਸ $1.5 ਵਿਕ ਰਿਹਾ $2.18 ਦਾ $68। ਅੱਛਾ, ਇੱਕ ਇਹਦੇ 'ਤੇ ਮੈਂ ਕਰੈਕਟ ਕਰਦੇ ਹਾਂ ਫੇਰ ਇੱਕ ਵਾਰ। ਜਿਹੜਾ ਗੈਸ ਸਟੇਸ਼ਨ ਦੇ ਮਾਲਕ ਦਾ ਮਾਰਜਨ ਆ ਉਹ ਉਨਾ ਹੀ ਹੈ, ਚਾਹੇ ਉਹ $1.5 ਦੀ ਤੁਹਾਨੂੰ ਗੈਸ ਵਿੱਚ, ਚਾਹੇ $2 ਦੀ। ਉਹਨਾਂ ਨੂੰ 2-3 ਸੈਂਟ ਲੀਟਰ ਦੇ ਮਗਰ ਜਿਹੜੇ ਬਚਦੇ ਆ, ਉਹਨਾਂ ਦਾ ਫਰਕ ਨਹੀਂ ਪੈਂਦਾ। ਉਹ ਆਪ ਦੁਖੀ ਨੇ ਮਹਿੰਗੀ, ਉਹ ਕਹਿੰਦੇ ਮਹਿੰਗੀ ਘੱਟ ਪੈਂਦੀ ਹੈ, ਸਾਨੂੰ ਤਾਂ ਥੋੜ੍ਹੀ ਹੋਵੇ। ਇੱਕ ਵਾਰ ਇਹ ਬੰਦੇ ਨੇ ਭਰ ਕੇ ਲੈ ਜਾਣਾ, ਦੁਬਾਰਾ ਜਦ ਆਊਗਾ ਫੇਰ ਜੇ ਵੱਧ ਹੋਊ ਵੱਧ ਉਹ ਫੂਕਦਾ। ਨਹੀਂ, ਗੈਸ ਪੈਸੇ ਮਹਿੰਗੀ ਪੈਂਦੀ ਆ, ਅਗਲਾ ਚਲਾਉਂਦਾ ਨਹੀਂ। ਪਰ ਸਵਾਲ ਤਾਂ ਪੁੱਛਣੇ ਸ਼ੁਰੂ ਕਰੀਏ, ਆਪਾਂ ਗੱਲ ਤਾਂ ਕਰਨੀ ਸ਼ੁਰੂ ਕਰੀਏ। ਰੀਹਲ ਸਾਹਿਬ 30 ਸੈਕਿੰਡ ਨੇ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਅਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੈਂ ਤਾਂ ਨਵੀਂ ਟਾਈਮ ਲਊਂਗਾ। ਮੈਂ ਸਿਰਫ ਤੁਹਾਡਾ ਥੈਂਕਸ ਕਰਨਾ, ਧੰਨਵਾਦ ਕਰਨਾ ਚਾਹੁੰਦਾ ਹਾਂ। ਨਾਲੇ ਤੁਹਾਡਾ ਤਾਂ ਤੁਹਾਡੀ ਜਿਹੜੇ ਤੁਸੀਂ ਉਹ ਭਾਈ ਸਾਹਿਬ ਪਿੱਛੇ ਲਿਆਂਦੇ ਆ, ਜਿਹੜੇ ਗੈਸਾਂ ਦੀ ਪ੍ਰਾਈਸ ਦੀ ਗੱਲ ਕਰਕੇ ਆਏ ਆ, ਬਹੁਤ ਸੋਹਣੀ ਉਹਨੇ ਜਾਣਕਾਰੀ ਦਿੱਤੀ ਹੈਗੀ ਆ।
ਮੇਰਾ ਤਾਂ ਖਿਆਲ ਜਿਹੜੇ ਆ ਆਪਣੇ ਸਰੀ ਦੇ ਵਿੱਚ ਆਪਣੇ ਬਣੇ ਹੋਏ ਹੈਗੇ ਆ ਹੁਣ MP ਜਾਂ ਹੋਰ ਵੀ ਆਪਣੇ ਉਹਨਾਂ ਦੀ ਜਗ੍ਹਾ ਇੱਦਾਂ ਦਾ ਬੰਦਾ ਹੋਵੇ ਤਾਂ ਮੈਂ ਕਿਹਾ ਬਹੁਤ ਜੀ ਆਪਣੇ ਨਾ ਹੋ ਸਕਦਾ ਆਪਣਾ ਸੁਧਾਰ ਹੋ ਸਕਦਾ ਜੀ। ਥੈਂਕ ਯੂ ਰੀਅਲ ਸਾਹਿਬ। ਨਹੀਂ, ਸਵਾਲ ਪੁੱਛੋ, ਅਸੀਂ ਜਾਣਕਾਰੀ ਤੁਹਾਨੂੰ ਦੇਵਾਂਗੇ। ਸਵਾਲ ਤਾਂ ਪੁੱਛੀਏ ਨਾ ਘੱਟੋ ਘੱਟ। ਯੂ ਕਨੈਕਟ ਵਾਇਰਲੈਸ ਐਪ ਸਪੋਰਟ ਜੀ ਲਾਈਵ ਔਨ ਲੋਕੇਸ਼ਨ ਕੱਲ੍ਹ ਨੂੰ ਹੋਣੀ ਆ। ਆਈਫੋਨ ਤੇ ਡੀਲਸ ਜਿਹੜੀਆਂ ਨੇ ਬੜੀਆਂ ਸਸਤੀਆਂ, ਤੇ ਤੁਹਾਨੂੰ ਫੋਨ ਜਿਹੜੇ ਨੇ ਹੁਣ ਤੱਕ ਕੋਈ ਵੀ ਨਹੀਂ ਸੁਣ ਰਿਹਾ। ਉੱਪਰ ਜੇ ਦੇਖਦੇ ਹਾਂ, ਉੱਪਰ ਲਿਬਰਲ ਹੈ, ਥੱਲੇ ਸਾਡੇ ਸੂਬੇ 'ਚ BC ਆ। ਸਾਨੂੰ ਸਵਾਲ ਤਾਂ ਅਸੀਂ ਪੁੱਛ ਸਕਦੇ ਨਾ ਉਹਨਾਂ ਨੂੰ, ਬਈ $1.5 ਰੈਕ ਪ੍ਰਾਈਸ ਸਾਨੂੰ $1.25 $2 ਦੀ ਯਾਰ ਕਾਹਨੂੰ ਵੇਚਦੇ ਹੋ ਤੁਸੀਂ? ਸਸਤਾ ਕਰਦੇ ਹੋ ਕੁਛ ਤੁਸੀਂ? ਘੱਟੋ ਘੱਟ ਜਿਹੜਾ ਟੈਕਸ ਹੈ, ਕਾਰਬਨ ਟੈਕਸ ਹੀ ਘਟਾ ਦਿਓ ਕੁਛ ਸਮੇਂ। ਟੈਕਸ ਤੇ GST ਉਹ ਘਟਾ ਦਿਓ, 3 ਸੈਂਟ ਉਹ ਬਚਦੀ ਹੈ। ਲਓ ਜੀ, ਇਹ ਸੀ ਆਹ ਹਫ਼ਤੇ ਦਾ ਪ੍ਰੋਗਰਾਮ। ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਆ। ਐਬ ਸਪੋਰਟ ਵਾਲਿਓ, ਖਿਆਲ ਰੱਖਣਾ, ਇਸ ਵਾਰ ਪੂਰਾ ਖਿਆਲ ਰੱਖਣਾ। ਕਰੜੇ ਹੋ ਕੇ ਵੋਟਾਂ ਪਾਇਓ ਤੇ ਰੱਬ ਲੱਗਦੀ ਗੱਲ ਕਰਨੀ ਹੈ। ਬਹੁਤ ਖੁਸ਼ੀ ਦੀ ਗੱਲ ਆ ਵੀ ਭਾਈਚਾਰੇ ਦੇ ਵਿੱਚੋਂ ਸਾਡੀ ਬੱਚੀ ਗੁਰਨੂਰ ਕੌਰ ਸਿੱਧੂ ਜਿਹੜੀ ਚੋਣ ਲੜ ਰਹੀ ਹੈ, ਦੇਵ ਸਿੱਧੂ ਦੁਬਾਰਾ ਚੋਣ ਲੜ ਰਿਹਾ ਹੈ। 1 ਸਾਲ ਇਹ ਮਿਲਿਆ, ਜ਼ੋਰ ਬਾਹਲਾ ਲੱਗ ਗਿਆ। 4 ਸਾਲ ਜਦ ਦਿੱਤੇ ਜਾਣਗੇ ਤੇ ਫਿਰ ਰਿਜ਼ਲਟਸ ਵੀ ਆਪਾਂ ਲੈ ਸਕਦੇ ਹਾਂ। ਰੱਬ ਰਾਖਾ।